ਸਤਿ ਸ਼੍ਰੀ ਅਕਾਲ ਪਿਆਰੇ ਸਰੋਤਿਓ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ 88 FM। ਸਭ ਤੋਂ ਪਹਿਲਾਂ ਮੇਰੇ ਸਤਿ ਸ਼੍ਰੀ ਅਕਾਲ ਹੈ। ਹੁਣ ਦੱਸੋ ਸਾਰੇ ਤੁਹਾਡਾ ਕੀ ਹਾਲ ਚਾਲ ਹੈ। ਨੌਜਵਾਨੋ ਮੇਰੀ ਆਵਾਜ਼ ਨੂੰ ਪਛਾਣੋ, ਬੱਚਿਆਂ ਨੂੰ ਪਿਆਰ ਵੱਡਿਆਂ ਦਾ ਸਤਿਕਾਰ ਹੈ। ਮੈਂ ਕਾਮਯਾਬ ਬੰਦਿਆਂ ਨਾਲ ਕਰਾਂ ਮੁਲਾਕਾਤਾਂ, ਸਿਖਾਵਾਂ ਕਿਵੇਂ ਖਾਣ ਲਈ ਬਣਾਉਣੀਆਂ ਸੌਗਾਤਾਂ। ਨਵੇਂ ਮੁੱਦਿਆਂ ਤੇ ਰੱਖਾਂ ਮੈਂ ਡਿਬੇਟ, ਫਰਮਾਇਸ਼ ਕਰਾਂ ਪੂਰੀ ਕਦੇ ਖਰੀਦਾ ਨਾ ਲੈ। ਮੈਂ ਪੂਰਾ ਕਿਸੇ ਦਾ ਨਾ ਪੱਖ ਖੜਾ, ਨਾਲ ਸਦਾ ਸੱਚ ਤੇ ਝੂਠਿਆਂ ਦੇ ਭੇਤ ਖੋਲਦਾ। ਓ ਮੈਂ ਰੇਡੀਓ ਸਪਾਈਸ ਬੋਲਦਾ, ਓ ਮੈਂ ਰੇਡੀਓ ਸਪਾਈਸ ਬੋਲਦਾ, ਓ ਮੈਂ ਰੇਡੀਓ ਸਪਾਈਸ ਬੋਲਦਾ, ਓ ਮੈਂ ਰੇਡੀਓ ਸਪਾਈਸ ਬੋਲਦਾ। ਰੇਡੀਓ ਸਪਾਈਸ 88 FM। ਸਤਿ ਸ਼੍ਰੀ ਅਕਾਲ, ਆਦਾਬ, ਨਮਸਤੇ, ਖੁਸ਼ਾਮਦੀ। ਲਓ ਜੀ, NV ਸਿੰਘ ਇੱਕ ਵਾਰੀ ਫੇਰ ਹਾਜ਼ਰ ਹੋ ਗਿਆ ਹੈ ਐਤਵਾਰ ਦੀ ਸ਼ਾਮ ਨੂੰ। ਲੈ ਪ੍ਰੋਗਰਾਮ ਦਾ NV ਸਿੰਘ ਸ਼ੋ ਆਲ ਦਾ ਵੇ ਡੋਨੇਡਨ ਸਟੂਡੀਓ ਤੋਂ। ਜੀ ਹਾਂ, ਰੇਡੀਓ ਸਪਾਈਸ, ਸਮੇਂ ਦੀ ਆਵਾਜ਼, ਹਰ ਸਮੇਂ ਤੁਹਾਡੇ ਅੰਗ ਸੰਗ, ਹਮੇਸ਼ਾ ਤੁਹਾਡੇ ਲਈ ਹਰ ਐਤਵਾਰ ਕੋਸ਼ਿਸ਼ ਕਰਦੇ ਹਾਂ ਕਿ ਕਈ ਅਜਿਹੀ ਸ਼ਖਸੀਅਤ ਨੂੰ ਲੈ ਕੇ ਆਈਏ ਜਿਨ੍ਹਾਂ ਨਾਲ ਗੱਲਬਾਤ ਕਰੀਏ, ਉਹਨਾਂ ਦੇ ਜੀਵਨ ਦੀ ਗੱਲਬਾਤ ਕਰੀਏ, ਜਾਂ ਫਿਰ ਕੋਈ ਭੱਖ ਦੇ ਮੁੱਦੇ ਦੀ ਗੱਲ ਕਰਦੇ ਹਾਂ। ਪਰ ਅੱਜ ਜਿਹੜੀ ਸ਼ਖਸੀਅਤ ਨੂੰ ਮੈਂ ਲੈ ਕੇ ਹਾਜ਼ਰ ਹੋ ਰਿਹਾ, ਉਸ ਸ਼ਖਸੀਅਤ ਨੂੰ ਕੱਲੇ ਨਿਊਜ਼ੀਲੈਂਡ ਨਹੀਂ, ਪੰਜਾਬ 'ਚ ਹੀ ਨਹੀਂ, ਦੁਨੀਆ ਦੇ ਕਿਸੇ ਵੀ ਕੋਨੇ 'ਚ ਚਲੇ ਜਾਓ, ਉਹਨਾਂ ਨੂੰ ਸਾਰੇ ਹੀ ਜਾਣਦੇ ਨੇ। ਜੀ ਹਾਂ, ਮਾਲਪੁਰ ਦਾ ਜੰਮਿਆ, ਸਤੌਰ ਤੋਂ ਜੜ੍ਹਾਂ ਜੁੜੀਆਂ ਹੋਈਆਂ, ਆਸਟ੍ਰੇਲੀਆ ਦੇ ਵਿੱਚ ਧੂੰਮਾਂ ਪਾ ਕੇ, ਨਿਊਜ਼ੀਲੈਂਡ ਦੇ ਸ਼ਹਿਰ ਪਾਪਾ ਟੋਏ ਦੇ ਵਿੱਚ ਆ ਕੇ ਪਰਮਿੰਦਰ ਸਿੰਘ ਪਾਪਾ ਟੋਏ ਦੇ ਨਾਮ ਨਾਲ ਮਸ਼ਹੂਰ ਹੋਏ, ਤੇ ਹੁਣ ਲੇਖਕ ਦੇ ਰੂਪ ਦੇ ਵਿੱਚ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਏ ਨੇ। ਅਫਸਾਨੇ ਲੈ ਕੇ ਕੀਵੀਨਾਮਾ, ਜੀ ਹਾਂ, ਪ੍ਰਵਾਸੀਆਂ ਦੇ ਅਫਸਾਨੇ, ਕੀਵੀਨਾਮਾ ਦੇ ਲੇਖਕ ਦੇ ਰੂਪ ਵਿੱਚ ਅੱਜ ਗੱਲਬਾਤ ਕਰਾਂਗੇ ਅਸੀਂ ਪਰਮਿੰਦਰ ਸਿੰਘ ਪਾਪਾ ਟੋਏ ਦੇ ਨਾਲ, ਜੋ ਕਿ ਹੁਣ ਫਲੈਟ ਬੁਸ਼ ਵਾਸੀ ਹੋ ਗਏ ਨੇ। ਬਾਕੀ ਆਪਾਂ ਉਹਨਾਂ ਨੂੰ ਅੱਜ ਇਹ ਵੀ ਪੁੱਛਾਂਗੇ ਕਿ ਪਾਪਾ ਟੋਏ ਤੋਂ ਬਾਅਦ ਹੁਣ ਉਹ ਪਰਮਿੰਦਰ ਸਿੰਘ ਫਲੈਟ ਬੁਸ਼ ਵਾਲਾ ਲਗਾਉਣਗੇ ਜਾਂ ਡੈਨਮੋਰਾ ਲਗਾਉਣਗੇ, ਇਹ ਸਾਨੂੰ ਅੱਜ ਉਹ ਆਪ ਦੱਸਣਗੇ। ਸੋ ਮੇਰੀ ਮੁਰਾਦ ਹੈ ਪਰਮਿੰਦਰ ਸਿੰਘ ਪਾਪਾ ਟੋਏ ਤੋਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਦੱਸ ਦੇਵਾਂ, ਜੇਕਰ ਮੈਨੂੰ ਕੋਈ ਕਮੈਂਟ ਵਾਜਬ ਨਹੀਂ ਲੱਗੂਗਾ, ਮੈਂ ਤੁਹਾਡਾ ਕਮੈਂਟ ਨਹੀਂ ਸ਼ੇਅਰ ਕਰੂੰਗਾ। ਤੁਸੀਂ ਸਵਾਲ ਕਰ ਸਕਦੇ ਹੋ ਸਾਡੇ ਪ੍ਰੋਗਰਾਮ ਦੇ ਦੌਰਾਨ, ਤੇ ਜੇ ਸਾਤੋਂ ਕੋਈ ਗਲਤੀ ਹੋਵੇ ਜਾਂ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਗੱਲਬਾਤ ਕਹੀ ਜਾਵੇ, ਉਹਦੇ ਲਈ ਮੈਂ ਦੋਨੋਂ ਹੱਥ ਜੋੜ ਕੇ ਪਹਿਲਾਂ ਹੀ ਮਾਫੀ ਮੰਗ ਲੈਣਾ। ਮੇਰੀ ਸਕਰੀਨ ਤੇ ਅਗਲੀ ਆਵਾਜ਼ ਪਰਮਿੰਦਰ ਸਿੰਘ ਪਾਪਾ ਟੋਏ ਦੀ ਹੋਊਗੀ। ਸਤਿ ਸ਼੍ਰੀ ਅਕਾਲ ਭਾਜੀ, ਜੀ ਆਇਆਂ ਨੂੰ, ਨਿੱਘਾ ਸਵਾਗਤ ਹੈ ਰੇਡੀਓ ਸਪਾਈਸ ਫੇਸਬੁੱਕ ਲਾਈਵ ਦੇ ਉੱਪਰ। ਕਿਰਾ, ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਜੀ ਭਾਜੀ। ਸਭ ਤੋਂ ਪਹਿਲਾਂ ਤੁਹਾਡੇ ਆਪਣੇ ਹੀ ਚੈਨਲ ਦੇ ਉੱਤੇ ਤੁਹਾਡਾ ਮੈਂ ਸਵਾਗਤ ਕਰ ਰਿਹਾ। ਬੜੇ ਮਾਣ ਦੀ ਗੱਲ ਹੈ ਕਿ ਮੈਂ ਪਰਮਿੰਦਰ ਭਾਜੀ ਤੋਂ ਸਿੱਖਦਾ ਅੱਜ ਉਹਨਾਂ ਨੂੰ ਜਿਹੜਾ ਹੈਗਾ ਮੈਂ ਇੰਟਰਵਿਊ ਕਰ ਰਿਹਾ। ਕਿੱਦਾਂ ਲੱਗਦਾ ਭਾਜੀ ਅਦਾਰੇ ਨੂੰ ਦੇਖ ਕੇ, ਕਿਉਂਕਿ ਤੁਸੀਂ ਜੜ੍ਹਾਂ ਸ਼ੁਰੂ ਕੀਤੀਆਂ, ਬੂਰ ਪਾਇਆ, ਅੱਜ ਕਾਫੀ ਵੱਡਾ ਹੋ ਗਿਆ, ਫੈਲ ਗਿਆ, ਹਿੰਦੁਸਤਾਨ ਦੇ ਵਿੱਚ ਵੀ ਆਫਿਸ ਬਣ ਗਿਆ ਜਲੰਧਰ ਦੇ ਵਿੱਚ, ਕਿੱਦਾਂ ਮਹਿਸੂਸ ਹੁੰਦਾ? ਨਰਿੰਦਰ ਵੀ, ਸਭ ਤੋਂ ਪਹਿਲਾਂ ਤਾਂ ਇਹ ਤੁਹਾਡਾ ਵੱਡਪਣਾ ਜੇ ਤੁਸੀਂ ਇਹ ਸੋਚਦੇ ਆ ਵੀ ਤੁਸੀਂ ਮੇਰੇ ਤੋਂ ਸਿੱਖ ਰਹੇ ਹੋ, ਕਿਉਂਕਿ ਅਸੀਂ ਸਾਰੇ ਇੱਕ ਦੂਜੇ ਤੋਂ ਸਿੱਖਦੇ ਹਾਂ। ਦਿਸ ਇਜ਼ ਆਲ ਅਬਾਊਟ ਦ ਟੀਮ ਵਰਕ। ਜਿਹੜਾ ਗੁਰੂ ਸਾਹਿਬ ਨੇ ਸਾਨੂੰ ਸਮੁੱਚਤਾ ਦਾ ਸੰਕਲਪ ਬਖਸ਼ਿਆ ਸੀ, ਉਸੇ ਸੰਕਲਪ ਦੀ ਪਾਲਣਾ ਕਰਦਿਆਂ ਇਹ ਸਮਾਂ ਜਿਹੜਾ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਆ, ਅਸੀਂ ਬਹੁਤ ਧੰਨ ਭਾਗ ਹੈ ਸਾਡੇ। ਅਸੀਂ ਸਾਰੇ ਹੀ ਉਸ ਰਵੱਈਏ ਦੇ ਨਾਲ ਜ਼ਿੰਦਗੀ 'ਚ ਅੱਗੇ ਵੱਧਦੇ ਹਾਂ। ਚਾਹੇ ਤੁਸੀਂ ਡੋਨੇਡਨ ਵਰਗੇ ਠੰਡੇ ਸ਼ਹਿਰ 'ਚ ਬੈਠੇ ਆ, ਲੇਕਿਨ ਤੁਹਾਡੀਆਂ ਗੱਲਾਂ ਜਿਹੜੀਆਂ, ਤੁਹਾਡੀ ਅਪਣੱਤ ਜਿਹੜੀ ਆ, ਉਹ ਬੜੀ ਗਰਮਜੋਸ਼ੀ ਵਾਲੀ ਆ। ਸੋ ਮੈਨੂੰ ਇਹ ਗੱਲ ਮਹਿਸੂਸ ਤੇ ਬਹੁਤ ਮੈਂ ਹੰਬਲ ਮਹਿਸੂਸ ਕਰਦਾ। ਮੈਂ ਇਸ ਗੱਲ ਦੀ ਸੰਗ ਵੀ ਮਹਿਸੂਸ ਕਰਦਾ ਕਿ ਦੁਨੀਆ ਦਾ ਕੋਈ ਬੰਦਾ ਇਹ ਗੱਲ ਕਹਿੰਦਾ ਜਦੋਂ ਵੀ ਮੈਂ ਤੁਹਾਡੇ ਤੋਂ ਸਿੱਖ ਰਿਹਾ, ਅਸਲ ਦੇ ਵਿੱਚ ਮੈਂ ਤੁਹਾਡੇ ਤੋਂ ਸਿੱਖ ਰਿਹਾ ਕਿਉਂਕਿ ਮੈਂ ਸਿੱਖਿਆ। ਜੀ ਜੀ, ਬਿਲਕੁਲ, ਬਹੁਤ ਵੱਡੀ ਗੱਲ ਭਾਜੀ, ਤੁਹਾਡਾ ਬੜਪਣ। ਭਾਜੀ, ਬੈਕ ਟੂ ਬੇਸ ਕਰਨ ਤੋਂ ਪਹਿਲਾਂ ਤੁਹਾਡੇ ਅਸੀਂ ਕੀਵੀਨਾਮਾ ਦੇ ਉੱਪਰ ਆਈਏ। ਪਹਿਲਾਂ ਤੁਹਾਨੂੰ ਅੱਜ ਮਜ਼ਦੂਰ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ। ਬਿਲਕੁਲ ਜੀ, ਤੁਸੀਂ ਬਿਲਕੁਲ ਸਹੀ ਗੱਲ ਚੱਕੀ, ਕਿਉਂਕਿ ਮੇਰੇ ਇੱਕ ਬਹੁਤ ਪਿਆਰੇ ਮਿੱਤਰ ਸੁਸ਼ੀਲ ਦੋਸਾਂਝ, ਉਹਨਾਂ ਨੇ ਬਹੁਤ ਸਾਲ ਪਹਿਲਾਂ ਲਿਖਿਆ ਸੀ ਕਿ ਜਿਨ੍ਹਾਂ ਲਈ ਛੱਤ ਅੰਬਰ ਹੈ ਤੇ ਜਿਨ੍ਹਾਂ ਲਈ ਚੰਨ ਹੈ ਰੋਟੀ, ਕਿ ਮਹਿਲਾਂ ਵਾਲੀਏ ਦਿੱਲੀਏ ਇਹ ਤੇਰੇ ਹੀ ਨਿਆਣੇ ਨੇ। ਇਸੇ ਤਰ੍ਹਾਂ ਲਾਲ ਸਿੰਘ ਦਿਲ ਵਰਗੇ, ਸੰਤ ਰਾਮ ਉਦਾਸੀ ਵਰਗੇ, ਰਾਮ ਸਿੰਘ ਸਹਿਲ ਵਰਗੇ ਬਹੁਤ ਕ੍ਰਾਂਤੀਕਾਰੀ ਕਵੀ, ਸ਼ਾਇਰ ਹੋਏ। ਵਿਦੇਸ਼ਾਂ ਦੇ ਵਿੱਚ ਜਿੰਨਾ ਰਸ਼ੀਅਨ ਲਿਟਰੇਚਰ ਜਾਂ ਬਾਹਰਲੇ ਯੂਰਪ ਦਾ ਲਿਟਰੇਚਰ ਪੜ੍ਹੀ, ਉਹਦੇ ਵਿੱਚ ਮਿਹਨਤਕਸ਼ ਜਮਾਤ ਦੀ ਜਦੋਂ ਗੱਲ ਕੀਤੀ ਜਾਂਦੀ ਹੈ
ਤੇ ਮਨ ਦੇ ਵਿੱਚ ਇਸ ਗੱਲ ਦੀ ਤਸੱਲੀ ਜ਼ਰੂਰ ਹੈ, ਭਾਵੇਂ ਕਿ ਹਾਲੇ ਵੀ ਲੋਕਾਂ ਨੂੰ, ਮਿਹਨਤਕਸ਼ ਲੋਕਾਂ ਨੂੰ ਉਹਨਾਂ ਦੇ ਹੱਕ ਨਹੀਂ ਮਿਲੇ, ਲੇਕਿਨ ਉਸ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਨ ਵਾਲੇ ਤੁਹਾਡੇ ਵਰਗੇ ਸੱਜਣ ਜਿਹੜੇ ਆ, ਉਹ ਜਿੰਨੀ ਦੇਰ ਜਿਉਂਦੇ ਨੇ ਉਨੀ ਦੇਰ 1 ਮਈ ਨੂੰ ਮਜ਼ਦੂਰ ਦਿਵਸ ਦੀ ਇਸੇ ਤਰ੍ਹਾਂ ਸ਼ਿੱਦਤ ਦੇ ਨਾਲ ਅਸੀਂ ਸੈਲੀਬ੍ਰੇਸ਼ਨ ਕਰਦੇ ਰਹਾਂਗੇ। ਅਸੀਂ ਸ਼ਿਕਾਗੋ ਦੇ ਉਹਨਾਂ ਮਹਾਨ ਸ਼ਹੀਦਾਂ ਨੂੰ ਵੀ ਯਾਦ ਕਰਦੇ ਹਾਂ, ਤੇ ਉਹਨਾਂ ਸਾਰੇ ਹੀ ਕਾਮੇ ਮਜ਼ਦੂਰਾਂ ਨੂੰ, ਕਿਸਾਨਾਂ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਨੇ ਰੀਸੈਂਟਲੀ ਜਿਹੜਾ ਕਿਸਾਨ ਮੋਰਚਾ ਅਸੀਂ ਜਿੱਤਿਆ, 700 ਤੋਂ ਵੱਧ ਗਿਣਤੀ ਉਹਨਾਂ ਦੀ ਬਣਦੀ ਹੈ, ਜਿਨ੍ਹਾਂ ਨੇ ਉਹਦੇ ਵਿੱਚ ਆਪਣੀਆਂ ਕੁਰਬਾਨੀਆਂ ਦਿੱਤੀਆਂ, ਤੇ ਅਸੀਂ ਉਹਨਾਂ ਦੀ ਕੁਰਬਾਨੀ ਨੂੰ ਕਦੇ ਵੀ ਭੁਲਾ ਨਹੀਂ ਸਕਦੇ। ਦੁਨੀਆ ਦੇ ਕਿਸੇ ਵੀ ਖਿੱਤੇ ਦੇ ਵਿੱਚ ਜਿੱਥੇ ਕਿਤੇ ਵੀ ਉਹ ਲੋਕ, ਉਹਨਾਂ ਦੇ ਪਰਿਵਾਰ, ਉਹਨਾਂ ਦੇ ਵਾਰਸ ਵਸਦੇ ਨੇ, ਸਾਡਾ ਸਿਰ ਝੁਕਦਾ ਉਹਨਾਂ ਦੇ ਲਈ। ਬਹੁਤ ਖੂਬ, ਥੈਂਕ ਯੂ ਭਾਜੀ। ਭਾਜੀ, ਮਜ਼ਦੂਰ ਦੀ ਦਿਲ ਦੇ ਵਿੱਚੋਂ ਸਿਰਫ ਇੱਕੋ ਹੀ ਆਵਾਜ਼ ਉੱਠਦੀ ਆ ਕਿ ਮੈਂ ਮਿਹਨਤ ਕਰ ਰਿਹਾ, ਸਮਾਂ ਲੱਗ ਜੀ, ਰਿਹਾ, ਕਿਉਂਕਿ ਮੈਂ ਬਿਲਕੁਲ ਆਪ ਬਣ ਰਿਹਾ, ਮੈਨੂੰ ਬਣੀ ਬਣਾਈ ਨਹੀਂ ਮਿਲੀ। ਸੋ ਸਮਾਂ ਬਿਲਕੁਲ ਲੱਗਦਾ। ਸਹੀ। ਮਿਹਨਤਕਸ਼ ਇਨਸਾਨ ਨੂੰ ਹਮੇਸ਼ਾ ਸਮਾਂ ਲੱਗੂਗਾ, ਕਿਉਂਕਿ ਉਹਨੂੰ ਬਣੀ ਬਣਾਈ ਜਿਹੜੀ ਹੈਗੀ ਆ ਥਾਲੀ ਦੇ ਵਿੱਚ ਪਰੋਸ ਕੇ ਰੋਟੀ ਨਹੀਂ ਮਿਲਦੀ, ਉਹਨੇ ਆਪਣੇ ਹੱਥੀਂ ਕਮਾਉਣੀ ਹੁੰਦੀ ਆ। ਸੋ ਜ਼ਿੰਦਾਬਾਦ ਜੀ, ਆ ਉਹਨਾਂ ਮਜ਼ਦੂਰਾਂ ਨੂੰ ਜੋ ਮਜ਼ਦੂਰੀ ਕਰਦੇ ਨੇ, ਮਿਹਨਤਕਸ਼ ਇਨਸਾਨਾਂ ਨੂੰ। ਇਸ ਗੱਲ ਦਾ ਮੈਨੂੰ ਬੜਾ ਮਾਣ ਹੈ ਕਿ ਤੁਸੀਂ ਮਾਲਪੁਰ ਤੋਂ ਚੱਲ ਕੇ ਆਸਟ੍ਰੇਲੀਆ ਦੇ ਵਿੱਚ ਪਹੁੰਚ ਕੇ, ਨਿਊਜ਼ੀਲੈਂਡ ਦੇ ਵਿੱਚ ਤੁਸੀਂ ਜਿੱਥੇ ਰੇਡੀਓ ਸਪਾਈਸ ਵਰਗਾ ਅਦਾਰਾ ਬੁਲੰਦ ਕੀਤਾ, ਉੱਥੇ ਨਾਲ ਨਿਊਜ਼ੀਲੈਂਡ ਟੈਕਸੀ ਇੰਡਸਟਰੀ ਦੇ ਵਿੱਚ ਲੰਬੇ ਸਮੇਂ ਤੋਂ ਜੁੜੇ ਹੋਣ ਦੇ ਬਾਅਦ ਤੁਸੀਂ ਨਿਊਜ਼ੀਲੈਂਡ ਪੁਲਿਸ ਦੇ ਵਿੱਚ ਵੀ ਭੂਮਿਕਾ ਨਿਭਾ ਰਹੇ ਹੋ, ਜਸਟਿਸ ਆਫ ਪੀਸ ਦੀ ਭੂਮਿਕਾ ਨਿਭਾ ਰਹੇ ਹੋ। ਹੁਣ ਇੱਕ ਲੇਖਕ ਜੀ, ਦੇ ਰੂਪ ਦੇ ਵਿੱਚ ਸ਼ਾਇਰ ਤੁਸੀਂ ਬਹੁਤ ਚੰਗੇ ਸੀ, ਨੋ ਡਾਊਟ, ਤੁਹਾਡੀ ਸ਼ਾਇਰੀ ਦੇ ਅਸੀਂ ਹਮੇਸ਼ਾ ਕਾਇਲ ਹਾਂ, ਪਰ ਤੁਸੀਂ ਲੇਖਕ ਦੇ ਰੂਪ ਵਿੱਚ ਆਏ। ਮੈਂ ਤਕਰੀਬਨ ਜਿਹੜੇ ਤੁਹਾਨੂੰ ਜਾਣਨ ਵਾਲੇ ਨੇ ਮੋਸਟਲੀ ਉਹ ਸਾਰੇ ਜਾਣਦੇ ਨੇ, ਪਰ ਕਈ ਮੇਰੇ ਵਰਗੇ ਅਣਜਾਣ ਨੇ। ਅਸੀਂ ਜਾਣਨਾ ਚਾਹੁੰਦੇ ਹਾਂ ਕਿ ਪਰਮਿੰਦਰ ਸਿੰਘ ਪਾਪਾ ਟੋਏ ਮਾਲਪੁਰ ਤੋਂ ਜਿਹੜੀ ਇਹ ਜੀ। ਜ਼ਿੰਦਗੀ ਕਿਵੇਂ ਸ਼ੁਰੂ ਹੋਈ, ਸਾਨੂੰ ਥੋੜਾ ਜਿਹਾ ਬੇਸਿਕ ਉੱਥੋਂ ਦੱਸੋ। ਸਾਡੇ ਇਲਾਕੇ 'ਚ ਦਰਅਸਲ ਜਿਹੜਾ ਜੱਦੀ ਪਿੰਡ ਆ ਉਹ ਸਤੌਰ ਆ ਜੀ। ਜੀ ਜਿਵੇਂ ਤੁਸੀਂ ਜ਼ਿਕਰ ਕੀਤਾ ਮਾਲਪੁਰ ਦੀ ਜ਼ਿੰਦਗੀ, ਅਸਲ ਦੇ ਵਿੱਚ ਇਹ ਇੱਕ ਸਬਾਬੇ ਹੀ ਬਣਿਆ। ਮੇਰੇ ਪਿਤਾ ਜੀ ਜਿਹੜੇ ਆ, ਉਨੀ ਦਿਨ ਹੀ ਉੱਥੇ ਨੌਕਰੀ, ਆਪਣੀ ਸੇਵਾ ਨਿਭਾ ਰਹੇ ਸੀ, ਸਰਕਾਰੀ ਕਾਰਜ ਦੇ ਵਿੱਚ ਸੀਗੇ। ਤੇ ਦਰਅਸਲ ਨਰਿੰਦਰ ਵੀਰ, ਮਾਲਪੁਰ ਇਲਾਕਾ ਜਿਹੜਾ, ਉੱਥੇ ਬਰਸਾਤੀ ਨਦੀਆਂ ਬਹੁਤ ਆ, ਜਿਹਨਾਂ ਨੂੰ ਅਸੀਂ ਚੋ ਕਹਿੰਦੇ ਆ। ਜੀ ਚੋ ਜਿਹੜੇ ਆ ਉਹ ਦੁਆਬੇ ਦੇ ਵਿੱਚ ਬਹੁਤ ਜ਼ਿਆਦਾ। ਸਾਡੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ 38 ਚੋ ਸੀ। ਉਹਨਾਂ 38 ਚੋਆਂ ਦੇ ਵਿੱਚੋਂ 19 ਲਗਭਗ ਅੱਧੇ ਚੋ ਸੀ ਜਿਨ੍ਹਾਂ ਦੇ ਉੱਤੇ ਪੁਲ ਬਣ ਚੁੱਕੇ ਸੀ। ਬਾਕੀ ਜਿਹੜੇ ਆ ਉੱਥੇ ਰਤੀਲੀ ਜ਼ਮੀਨ ਹੁੰਦੀ ਸੀ, ਔਰ ਪਹਾੜਾਂ ਦੇ ਵਿੱਚ ਜਦੋਂ ਮੀਂਹ ਪੈਂਦਾ ਸੀ, ਕਿਉਂਕਿ ਸ਼ਿਵਾਲਕ ਪਹਾੜੀਆਂ ਦੇ ਨਗਰ ਪੈਰਾਂ ਦੇ ਵਿੱਚ ਜਿਹੜੇ ਵਸੇ ਹੋਏ ਆ, ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸੰਬੰਧਿਤ ਆ। ਕੰਢੀ ਦਾ ਇਲਾਕਾ ਬਹੁਤਾ ਜਿਹੜਾ ਉਹਨੂੰ ਮੰਨਿਆ ਜਾਂਦਾ। ਸੋ ਕੁੱਲ ਮਿਲਾ ਕੇ ਜਿਵੇਂ ਪਹਾੜਾਂ ਤੋਂ ਥੱਲੇ ਆਉਂਦੇ ਹੋ ਤੁਸੀਂ ਜੇਜੋਂ ਵਾਲੇ ਇਲਾਕੇ ਤੋਂ, ਤੇ ਮਾਲਪੁਰ ਪੈਂਦਾ ਜੀ। ਮਾਲਪੁਰ ਇਲਾਕੇ ਦੀ ਇੱਕ ਬੜੀ ਖਾਸੀਅਤ ਰਹੀ ਆ, ਉੱਥੇ ਫੁੱਟਬਾਲ, ਸੌਕਰ ਬੜਾ ਮਸ਼ਹੂਰ ਸੀਗਾ ਜੀ। ਇੰਨਾ ਹੀ ਨਹੀਂ, ਉੱਥੇ ਦੇ ਜਿਹੜੇ ਲੋਕ ਸੀ ਉਹ ਦਿਲਦਾਰ ਸੀ, ਕਿਉਂਕਿ ਨੀਮ ਪਹਾੜੀ ਇਲਾਕੇ ਦੇ ਵਿੱਚ ਵਸਦੇ ਹੋਣ ਕਰਕੇ ਉੱਥੇ ਸਹੂਲਤਾਂ ਉਹਨਾਂ ਸਮਿਆਂ 'ਚ ਉਨੀਆਂ ਜ਼ਿਆਦਾ ਨਹੀਂ ਸੀ। ਲੇਕਿਨ ਇੱਕ ਬੜਾ ਖੂਬਸੂਰਤ ਇਤਿਹਾਸਕ ਪੱਖ ਜਿਹੜਾ ਮਾਲਪੁਰ ਦੇ ਨਾਲ ਜੁੜਿਆ ਹੋਇਆ, ਉਹ ਇਹ ਹੈ ਕਿ ਉੱਥੇ ਲੱਧੇਵਾਲ ਪਿੰਡ ਪੈਂਦਾ। ਜਦੋਂ ਮਰਮੂਨ ਵਾਰਸ ਸਾਡੇ ਵੱਡੇ ਵੀਰ ਉਹਨਾਂ ਦੇ ਪਿੰਡ ਨੂੰ, ਹੱਲੂਵਾਲ ਨੂੰ ਜਾਂਦੇ ਆ, ਸ਼ਹੀਦਾਂ ਦਾ ਗੁਰਦੁਆਰਾ, ਸਾਹਿਬਜ਼ਾਦਾ ਅਜੀਤ ਸਿੰਘ ਸ਼ਿਕਾਰ ਖੇਡਣ ਲਈ ਆਪਣੇ ਸਿੰਘਾਂ ਦੇ ਨਾਲ ਜੇਜੋਂ ਇਲਾਕੇ ਦੇ ਵਿੱਚ ਉਦੋਂ ਵਿਚਰ ਰਹੀ ਸੀ। ਤੇ ਇੱਕ ਜਿਹੜੇ ਮਾਣਯੋਗ ਪੰਡਤ ਜੀ ਸੀਗੇ, ਉਹਨਾਂ ਦੀ ਘਰਵਾਲੀ ਦਾ ਡੋਲਾ ਜਿਹੜਾ ਉਹ ਲੁੱਟ ਲਿਆ ਗਿਆ ਮੁਗਲਾਂ ਦੁਆਰਾ। ਉਸ ਵੇਲੇ ਉਹਨਾਂ ਨੇ ਜੀ ਜਦੋਂ ਗੁਹਾਰ ਲਾਈ ਸਾਹਿਬਜ਼ਾਦਾ ਅਜੀਤ ਸਿੰਘ ਦੇ ਅੱਗੇ, ਹਾਲਾਂਕਿ ਪਿੱਛੇ ਬੈਕਅਪ ਦੇ ਕੋਲ ਉਹਨਾਂ ਦੇ ਕੋਲ ਉਹਨੇ ਸਿੱਖ ਫੌਜੀ ਨਹੀਂ ਸੀਗੇ, ਲੇਕਿਨ ਉਹਨਾਂ ਨੇ ਉਸ ਥੋੜੀ ਫੌਜ ਦੇ ਨਾਲ ਹੀ ਇਸ ਗੱਲ ਨੂੰ ਮੰਨ ਲਿਆ ਕਿ ਠੀਕ ਆ, ਆਪਾਂ ਜੰਗ ਲੜਾਂਗੇ, ਕਿਉਂਕਿ ਗਰੀਬ ਗੁਰਬੇ ਦੀ, ਗਊ ਗਰੀਬ ਦੀ, ਹੱਕ ਸੱਚ ਦੀ ਰੱਖਿਆ ਕਰਨਾ ਇੱਕ ਸਿੱਖ ਦਾ ਫਰਜ਼ ਹੁੰਦਾ। ਸੋ ਉਹਨਾਂ ਦੇ ਕੁਝ ਸਿੰਘ ਸ਼ਹੀਦ ਹੋ ਗਏ, ਲੇਕਿਨ ਉਹਨਾਂ ਨੇ ਮੁਗਲਾਂ ਕੋਲੋਂ ਉਹ ਜਿਹੜੇ ਰਿਸਪੈਕਟਡ ਪੰਡਤ ਜੀ ਦੀ ਵਾਈਫ ਸੀ ਉਹਨਾਂ ਨੂੰ ਛੁਡਾ ਲਿਆਂਦਾ। ਤੇ ਜਿਹੜੇ ਸਿੰਘ ਸ਼ਹੀਦ ਹੋਏ ਉਹਨਾਂ ਦਾ ਸੰਸਕਾਰ ਉਹਨਾਂ ਨੇ ਕੀਤਾ ਜੀ। ਹਲੇ ਵੀ ਉਸ ਚਿਤਾ ਦੀਆਂ ਕੁਝ ਲੱਕੜੀਆਂ ਜਿਹੜੀਆਂ ਉਹ ਸ਼ਹੀਦਾਂ ਦੇ ਗੁਰਦੁਆਰੇ ਪਈਆਂ। ਸੋ ਮੇਰਾ ਜਿਹੜਾ ਬਚਪਨ ਸੀ ਜੀ, ਉਹ ਜ਼ਿਆਦਾਤਰ ਉਸ ਮਾਹੌਲ ਦੇ ਵਿੱਚ ਬੀਤਿਆ, ਜਿੱਥੇ ਚੋ ਦੀ ਰੇਤਾ ਦੇ ਵਿੱਚੋਂ ਪੈਰਾਂ ਦੇ ਵਿੱਚ ਭਖੜੇ ਦੇ ਕੰਡੇ ਲਵਾਉਂਦਿਆਂ ਅਸੀਂ ਉਸ ਸ਼ਹੀਦਾਂ ਦੇ ਗੁਰਦੁਆਰੇ ਨਤਮਸਤਕ ਹੋਣ ਲਈ ਜਾਂਦੇ। ਮੇਰੇ ਮਾਣਯੋਗ ਪਿਤਾ ਜੀ ਦਾ, ਮੇਰੇ ਮਾਣਯੋਗ ਮਾਤਾ ਜੀ ਦਾ ਬਹੁਤ ਵੱਡਾ ਜਿਹੜਾ ਸ਼ਰਧਾ ਦਾ ਇੱਕ ਕੇਂਦਰ ਉਹ ਗੁਰੂ ਘਰ ਰਿਹਾ, ਕਿਉਂਕਿ ਉਹਨਾਂ ਦੀ ਵਿਆਹ ਹੋਣ ਤੋਂ ਬਾਅਦ 7 ਸਾਲ ਤੱਕ ਉਹਨਾਂ ਦੇ ਘਰ 'ਚ ਕੋਈ ਔਲਾਦ ਨਹੀਂ ਸੀ। ਸੋ ਉਹਨਾਂ ਨੇ ਸਾਹਿਬਜ਼ਾਦਾ ਅਜੀਤ ਸਿੰਘ ਤੋਂ ਇਹ ਗੱਲ ਮੰਗੀ ਕਿ ਉਹਨਾਂ ਦੇ ਘਰ ਇੱਕ ਭਚੰਗੀ ਭੇਜਿਆ ਜਾਵੇ, ਜਿਹੜਾ ਕਿ ਉਹਨਾਂ ਦੀਆਂ ਫੌਜਾਂ ਦੇ ਵਿੱਚ ਜਿਹੜੇ ਸਿੰਘ ਸ਼ਹੀਦ ਹੋਏ ਸਨ, ਲਗਭਗ ਉਹਨਾਂ ਵਰਗੀ ਪ੍ਰਵਿਰਤੀ ਰੱਖਦਾ ਹੋਵੇ। ਹੁਣ ਇਹ ਗੱਲ ਮੈਂ ਤਾਂ ਨਹੀਂ ਜਾਣਦਾ, ਲੇਕਿਨ ਮੇਰੇ ਮਾਂ-ਬਾਪ ਜਾਣਦੇ ਹੋਣਗੇ ਕਿ ਉਹਨਾਂ ਨੇ ਜਿਹੜੀ ਭਾਵ ਨਾਲ, ਜਿਹੜੀ ਸ਼ਰਧਾ ਨਾਲ ਉਸ ਵੇਲੇ ਅਰਦਾਸ ਕੀਤੀ ਸੀ, ਉਹ ਕਿਸ ਹੱਦ ਤੱਕ ਪੂਰੀ ਹੋ ਸਕੀ ਜਾਂ ਨਹੀਂ। ਲੇਕਿਨ ਇੰਨਾ ਜ਼ਰੂਰ ਹੈ ਕਿ ਮੈਂ ਸੁਚੇਤ ਰੂਪ ਦੇ ਵਿੱਚ ਇਸ ਗੱਲ ਦਾ ਖਿਆਲ ਰੱਖਿਆ ਕਿ ਮੈਂ ਆਪਣੇ ਸਰੂਪ ਦੇ ਵਿੱਚ ਕੋਈ ਵੀ ਅਮਾਨਤ ਵਿੱਚ ਖਿਆਨਤ ਨਾ ਕਰਾਂ। ਸੋ ਇੰਨਾ ਕੁ ਮੈਨੂੰ ਜ਼ਰੂਰ ਕਹਿਣ ਦਾ ਹੱਕ ਹੈ ਜੀ। ਕਿਆ ਬਾਤ ਹੈ ਜੀ, ਅੱਜ ਤੁਸੀਂ ਇਹ ਗੱਲ ਕਲੀਅਰ ਕਰਤੀ ਵੀ ਜਿਹੜੀ ਸਰਦਾਰੀ ਕਿਉਂ ਕਾਇਮ ਰੱਖੀ ਗਈ ਅੱਜ ਤੱਕ। ਮੈਂ ਬੜਾ ਸੋਚਦਾ ਹੁੰਦਾ ਸੀ, ਮੈਂ ਕਿਹਾ ਲੱਕੀ ਵੀਰ ਨੇ ਵਾਲ ਕਟਾ ਰੱਖੇ ਨੇ, ਭਾਜੀ ਨੇ ਸਰਦਾਰੀ ਕਾਇਮ ਕਰ ਰੱਖੀ ਹੈ।
ਤੇ ਜੀ। ਅੱਜ ਤੁਸੀਂ ਜਿਹੜਾ ਹੈਗਾ ਇਸ ਚੀਜ਼ ਦੇ ਬਾਰੇ ਜਿਹੜਾ ਖੁਲਾਸਾ ਕੀਤਾ, ਬੜਾ ਚੰਗਾ ਜੀ। ਲੱਗਦਾ ਜੀ। ਬਹੁਤ ਥੋੜੇ ਲੋਕ ਨੇ ਜਿਹੜੇ ਆਪਣੇ ਰੂਟਸ ਨਾਲ ਜਾਂ ਆਪਣੇ ਮਾਤਾ-ਪਿਤਾ ਦੇ ਵਚਨਾਂ ਨਾਲ ਜੁੜੇ ਹੁੰਦੇ ਨੇ। ਸੋ ਬੜਾ ਚੰਗਾ ਲੱਗਿਆ। ਉਹ ਵੀ ਰੱਬ ਦੇ ਬੰਦੇ ਜੀ, ਜਿਹੜੇ ਜਿਹੜੇ ਸਰੂਪ ਦੇ ਵਿੱਚ ਫਰਜ਼ ਕਰ ਲਓ, ਕਈ ਲੋਕਾਂ ਦੀਆਂ ਨਰਿੰਦਰ ਵੀਰ ਮਜਬੂਰੀਆਂ ਰਹੀਆਂ ਪ੍ਰਦੇਸਾਂ ਦੇ ਵਿੱਚ, ਪ੍ਰਦੇਸੀ ਧਰਤੀ ਤੇ ਹੋ ਸਕਦਾ ਕਈਆਂ ਦਾ ਸ਼ੌਂਕ ਰਿਹਾ ਹੋਵੇ, ਲੇਕਿਨ ਮੈਂ ਏਦਾਂ ਦੇ ਬਹੁਤ ਲੋਕਾਂ ਨੂੰ ਜਾਣਦਾ ਜਿਨ੍ਹਾਂ ਦੀਆਂ ਮਜਬੂਰੀਆਂ ਰਹੀਆਂ, ਜਿਨ੍ਹਾਂ ਨੂੰ ਅਚਨਚੇਤ ਜਾਂ ਚਾਹੁੰਦੇ ਹੋਏ ਵੀ ਆਪਣਾ ਉਹ ਸਰੂਪ ਬਰਕਰਾਰ ਨਹੀਂ ਰੱਖ ਸਕੇ। ਸੋ ਮੇਰੀ ਹਮਦਰਦੀ ਉਹਨਾਂ ਦੇ ਨਾਲ ਹੈ, ਲੇਕਿਨ ਮੇਰਾ ਆਪਣੀ ਜੋ ਧਾਰਨਾ ਉਹ ਇਹੀ ਆ ਜੋ ਮੇਰੇ ਮਾਂ-ਬਾਪ ਨੇ ਮੈਨੂੰ ਸਿਖਾਇਆ। ਸਾਡੇ ਪੱਲੇ ਬਹੁਤ ਛੋਟੇ ਆ, ਦਾਤਾਂ ਬਹੁਤ ਵੱਡੀਆਂ। ਸਾਡੇ ਬਜ਼ੁਰਗਾਂ ਨੇ ਜਿਹੜੇ ਸੰਸਕਾਰ ਦਿੱਤੇ, ਸਾਡੀ ਨਲਾਇਕੀ ਆ, ਅਸੀਂ ਉਹਨਾਂ ਨੂੰ ਪੂਰਾ ਨਹੀਂ ਅਡਾਪਟ ਨਹੀਂ ਕਰ ਸਕੇ, ਗ੍ਰਹਿਣ ਨਹੀਂ ਕਰ ਸਕੇ। ਲੇਕਿਨ ਮੇਰਾ ਇਹ ਮੰਨਣਾ ਕਿ ਜਿਹੜੇ ਜੜ੍ਹਾਂ ਨਾਲ ਜੁੜੇ ਲੋਕ ਆ, ਉਹ ਆਪਣੇ ਪੈਰ ਜਿਹੜੇ ਉਹ ਜ਼ਮੀਨ ਤੇ ਰੱਖਦੇ ਆ, ਉਡਾਰੀਆਂ ਭਾਵੇਂ ਅੰਬਰਾਂ ਦੇ ਵਿੱਚ ਭਰਨ। ਸੋ ਜਿੰਨੇ ਵੀ ਰੁਤਬੇ ਤੁਸੀਂ ਗਿਣਾਏ ਆ, ਇਹ ਰੁਤਬੇ ਅਸਲ 'ਚ ਮੇਰੇ ਨਹੀਂ ਹੈਗੇ। ਇਹ ਰੁਤਬੇ ਮੇਰੇ ਪੁਰਖਿਆਂ ਦੀ ਉਸ ਬੁੱਧੀਮਤਾ ਨੂੰ ਜਾਂਦੇ ਆ, ਜਿਹੜੀ ਉਹਨਾਂ ਨੇ ਸੁਤੇ ਸਿੱਧ ਮੇਰੇ ਅੰਦਰ ਸੁਚੇਤ ਜਾਂ ਅਚੇਤ ਰੂਪ ਦੇ ਵਿੱਚ ਕਿਤੇ ਨਾ ਕਿਤੇ ਮੈਨੂੰ ਦੇਣ ਦੀ ਕੋਸ਼ਿਸ਼ ਕੀਤੀ। ਤੇ ਜਿੰਨੀ ਕੁ ਭੋਰਾ ਕੁ ਮੈਂ ਲੈ ਸਕਿਆ, ਸ਼ਾਇਦ ਉਸੇ ਗੱਲ ਦਾ ਹੀ ਇਹ ਪ੍ਰਮਾਣ ਆ ਕਿ ਇਹ ਰੁਤਬੇ ਜਿਹੜੇ ਆ ਪ੍ਰਦੇਸੀ ਧਰਤੀ ਉੱਤੇ ਮੈਨੂੰ ਪ੍ਰਾਪਤ ਹੋਏ। ਸੋ ਮੈਨੂੰ ਲੱਗਦਾ ਵੀ ਇਹ ਸਾਰਾ ਸਿਹਰਾ ਉਹਨਾਂ ਦੇ ਸਿਰ ਆ। ਜੀ। ਭਾਜੀ ਐਜੂਕੇਸ਼ਨ ਜਿਹੜੀ ਹੈਗੀ ਆ ਤੁਹਾਡੀ ਬੇਸਿਕ ਜਿਹੜੀ ਮੁੱਢਲੀ ਸਿੱਖਿਆ ਹਿੰਦੁਸਤਾਨ ਦੇ ਵਿੱਚ ਜੀ। ਤੁਸੀਂ ਕਿੱਥੇ ਤੱਕ ਕੀਤੀ? ਕਿਉਂਕਿ ਮੈਨੂੰ ਜਿੱਥੇ ਤੱਕ ਮੈਨੂੰ ਥੋੜ੍ਹੀ ਜਿਹੀ ਨੌਲੇਜ ਹੈ, ਤੁਸੀਂ ਜੋਬ ਵੀ ਕੀਤੀ ਹੈ ਇੰਡੀਆ ਦੇ ਵਿੱਚ। ਸੋ ਸਾਨੂੰ ਥੋੜ੍ਹਾ ਜਿਹਾ ਆਪਣਾ ਐਜੂਕੇਸ਼ਨ ਤੇ ਜੋਬ ਬਾਰੇ ਜਾਣਕਾਰੀ ਦਿਓ। ਫਿਰ ਅਸੀਂ ਤੁਹਾਡੇ ਸਫ਼ਰ ਵੱਲ ਵੱਧਦੇ ਹਾਂ ਕਿ ਕਿਵੇਂ ਕੰਗਾਰੂ ਤੋਂ ਤੁਸੀਂ ਕੀਵੀ ਬਣੇ। ਤੁਸੀਂ ਬਹੁਤ ਵਧੀਆ, ਤੁਸੀਂ ਲਫ਼ਜ਼ਾਂ ਦਾ ਜਿਹੜਾ ਖੇਡ ਆ ਉਹਨੂੰ ਬਹੁਤ ਵਧੀਆ ਖੇਡ ਰਹੇ ਹੋ। ਜਿਵੇਂ ਇੱਕ ਹਾਕੀ ਦਾ ਸੈਂਟਰ ਫਾਰਵਰਡ ਜਿਹੜਾ ਨਾ ਬਾਲ ਨੂੰ ਡਰਿਬਲ ਕਰਦਾ ਕਰਦਾ ਗੋਲ ਵੱਲ ਵੱਧ ਰਿਹਾ ਹੁੰਦਾ, ਇਸੇ ਤਰ੍ਹਾਂ ਤੁਸੀਂ ਸਮੇਂ ਦੀ ਬਹੁਤ ਜਿਹੜੀ ਸਮਝ ਲਓ ਵੀ ਸੀਮਿਤ ਸਮੇਂ ਨੂੰ ਵਧੀਆ ਢੰਗ ਦੇ ਨਾਲ ਲਫ਼ਜ਼ਾਂ ਦੇ ਵਿੱਚ ਵਰਤ ਰਹੇ ਹੋ। ਪਹਿਲਾਂ ਤਾਂ ਮੈਨੂੰ ਇਸ ਗੱਲ ਦੇ ਲਈ ਤੁਹਾਨੂੰ ਮੁਬਾਰਕ ਕਹਿਣ ਦਾ ਹੱਕ ਦਿਓ। ਬਹੁਤ ਥੋੜੇ ਪੇਸ਼ਕਾਰ ਆ ਜਿਹੜੇ ਇੰਨਾ ਹੋਮਵਰਕ ਕਰਕੇ ਆਉਂਦੇ ਆ। ਵੱਡੀ ਗੱਲ ਇਹ ਨਹੀਂ ਕਿ ਅਸੀਂ ਅੱਜ ਆਪਣੇ ਚੈਨਲ ਤੇ ਗੱਲ ਕਰ ਰਹੇ ਹਾਂ, ਵੱਡੀ ਗੱਲ ਇਹ ਆ ਕਿ ਜਿਹੜਾ ਤੁਹਾਡਾ ਹੋਮਵਰਕ ਆ ਪਰਦੇ ਦੇ ਪਿੱਛੇ, ਉਹ ਇੰਨਾ ਕੁ ਜ਼ਰੂਰ ਹੋਣਾ ਚਾਹੀਦਾ। ਇਹ ਗੱਲ ਮੈਨੂੰ ਤੁਹਾਡੇ ਤੋਂ ਸਿੱਖਣ ਦੀ ਲੋੜ ਆ, ਪਹਿਲੀ ਤਾਂ ਗੱਲ ਇਹ। ਦੂਜੀ ਨਰਿੰਦਰ ਵੀਰ, ਜਿਹੜੀ ਮੈਂ ਗੱਲ ਮਹਿਸੂਸ ਕਰਦਾ ਕਿ ਜਿਹੜਾ ਸਫ਼ਰ ਆ ਪੜ੍ਹਾਈ ਦਾ, ਉਹਦੇ ਵਿੱਚ ਨਾ ਜਦੋਂ ਮੇਰੀ ਪੜ੍ਹਾਈ ਦਾ ਦੌਰ ਸ਼ੁਰੂ ਹੋਇਆ, ਸਾਡੀਆਂ ਕਾਫੀ ਮਜਬੂਰੀਆਂ ਰਹੀਆਂ। ਪੇਂਡੂ ਜਨਜੀਵਨ ਹੋਣ ਕਰਕੇ ਸਾਡੇ ਲਈ ਇਹ ਬੜਾ ਸਮਾਂਤਰ ਤੌਰ ਦੇ ਉੱਤੇ ਚੱਲਣ ਵਾਲੀ ਗੱਲ ਸੀ ਕਿ ਜ਼ਮੀਨ ਦੇ ਨਾਲ ਵੀ ਤੁਸੀਂ ਆਪਣਾ ਰਿਸ਼ਤਾ ਉਨਾ ਹੀ ਗੂੜਾ ਰੱਖਣਾ ਜਿੰਨਾ ਤੁਸੀਂ ਪਿਤਾ ਜੀ ਦੀ ਇਹ ਸੁਪਨਾ ਸੀਗਾ ਕਿ ਸ਼ਹਿਰ ਦੇ ਵਿੱਚ, ਹੁਸ਼ਿਆਰਪੁਰ ਦੇ ਵਿੱਚ ਰਹਿ ਕੇ ਜਿਹੜੀਆਂ ਆਸ-ਪਾਸ ਉਹਨਾਂ ਦੀਆਂ ਪੋਸਟਿੰਗਸ ਹੁੰਦੀਆਂ ਸੀ, ਉਹਦੀ ਬਜਾਏ ਜਦੋਂ ਸਾਡੀ ਸਕੂਲਿੰਗ ਦਾ ਸਮਾਂ ਆਇਆ ਤਾਂ ਉਹਨਾਂ ਨੇ ਹੁਸ਼ਿਆਰਪੁਰ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਆਪਣਾ ਬਹਿਣ ਖਲੋਣ ਜੋਗਾ ਘਰ ਬਣਾ ਲਿਆ। ਤੇ ਉਹਨਾਂ ਦੀ ਇੱਛਾ ਸੀ ਕਿ ਮੈਂ ਇੰਗਲਿਸ਼ ਮੀਡੀਅਮ ਦੇ ਵਿੱਚ ਥਰੂ ਆਊਟ ਪੜ੍ਹਿਆ ਜੀ। ਜਿਹੜੀ ਇਹ ਪੰਜਾਬੀ ਮੈਂ ਬੋਲ ਰਿਹਾ, ਇਹ ਅਸਲ ਦੇ ਵਿੱਚ ਮੇਰੀ ਮਾਂ ਦੀ ਦੇਣ ਆ। ਪਿਤਾ ਜੀ ਨੂੰ ਹਰੇਕ ਮੱਧ ਵਰਗੀ ਪਰਿਵਾਰ ਦੇ ਬਾਪ ਵਾਂਗ ਉਹਨਾਂ ਦੇ ਦਿਲ 'ਚ ਬੜੀ ਰੀਝ ਸੀ ਕਿ ਮੈਂ ਥਰੂ ਆਊਟ ਬੱਚਿਆਂ ਨੂੰ ਇੰਗਲਿਸ਼ ਮੀਡੀਅਮ ਦੇ ਵਿੱਚ ਪੜ੍ਹਾਉਣਾ, ਤੇ ਮੈਂ ਪੜ੍ਹਿਆ ਵੀ। ਤੇ ਮੈਂ ਇੱਕ ਔਸਤਨ ਵਿਦਿਆਰਥੀ ਨਾਲੋਂ ਥੋੜ੍ਹਾ ਜਿਹਾ ਹੁਸ਼ਿਆਰ ਸੀ, ਬਹੁਤ ਜ਼ਿਆਦਾ ਹੁਸ਼ਿਆਰ ਤਾਂ ਨਹੀਂ। ਸੋ ਜਿਸ ਕਰਕੇ ਮੈਂ ਜਦੋਂ ITI ਕੀਤੀ ਜੀ ਡਰਾਫਟਸਮੈਨ ਦੀ, ਉਹਦੇ ਵਿੱਚ ਮੈਂ ਪੰਜਾਬ ਦੇ ਵਿੱਚੋਂ ਪਹਿਲੇ ਨੰਬਰ ਤੇ ਰਿਹਾ ਜੀ, 1988 ਤੋਂ 1990 ਦੇ ਬੈਚ ਵਿੱਚ। ਉਹਦੇ ਆਧਾਰ ਦੇ ਉੱਤੇ ਮੈਨੂੰ ਡਿਪਲੋਮੇ ਦੇ ਵਿੱਚ ਫਿਰ ਅੱਗੋਂ ਸੀਟ ਮਿਲ ਗਈ ਜੀ। ਸਰਕਾਰੀ ਪੋਲੀਟੈਕਨਿਕਸ ਉਹਨੀ ਨਹੀਂ, 5 ਹੁੰਦੇ ਸੀ, ਤੇ ਬੜੀ ਵੱਡੀ ਗੱਲ ਹੁੰਦੀ ਸੀ ਉਹਨਾਂ ਦਿਨਾਂ 'ਚ ਜੇ ਕਿਸੇ ਨੂੰ ਸਰਕਾਰੀ ਪੋਲੀਟੈਕਨਿਕ ਦੇ ਵਿੱਚ 3 ਈਅਰ ਡਿਪਲੋਮਾ ਇਨ ਇੰਜੀਨੀਅਰਿੰਗ ਦੇ ਵਿੱਚ ਐਡਮਿਸ਼ਨ ਮਿਲ ਜਾਂਦੀ ਸੀ। ਸੋ ਮੈਕੈਨੀਕਲ ਇੰਜੀਨੀਅਰਿੰਗ ਦੇ ਵਿੱਚ ਮੈਂ ਡਿਪਲੋਮਾ ਕੀਤਾ ਜੀ, ਉਹ ਵੀ ਸੁੱਖ ਨਾਲ ਇੰਗਲਿਸ਼ ਮੀਡੀਅਮ ਦੇ ਵਿੱਚ ਹੀ ਸੀਗਾ। ਤੇ ਉਸ ਤੋਂ ਬਾਅਦ ਫਿਰ ਮੈਂ ਪ੍ਰਾਈਵੇਟ ਜਿਹੜੀ ਪੜ੍ਹਾਈ ਕਰਕੇ ਡਿਗਰੀ ਕੀਤੀ ਜੀ ਮੈਕੈਨੀਕਲ ਇੰਜੀਨੀਅਰਿੰਗ ਦੇ ਵਿੱਚ, ਨਾਲ ਨਾਲ ਨੌਕਰੀ ਕਰਦਾ ਰਿਹਾ। ਮੈਂ ਅੰਬਾਲੇ ਮਹਾਰਿਸ਼ੀ ਮਾਰਕੰਡੇਸ਼ਵਰ ਇੰਜੀਨੀਅਰਿੰਗ ਕਾਲਜ ਸੀਗਾ ਜੀ ਹਰਿਆਣੇ ਦੇ ਵਿੱਚ, ਉੱਥੇ ਮੈਂ ਲੈਕਚਰਰ ਰਿਹਾ ਜੀ ਮਕੈਨੀਕਲ ਇੰਜੀਨੀਅਰਿੰਗ ਦਾ, ਜਿਹਦੇ ਵਿੱਚ ਮੈਂ ਇੰਜੀਨੀਅਰਿੰਗ ਡਰਾਇੰਗ ਤੇ ਅਪਲਾਈਡ ਮਕੈਨਿਕਸ, ਇਹ 2 ਸਬਜੈਕਟ ਜਿਹੜੇ ਆ ਉਹ ਮੈਂ ਟੀਚ ਕਰਦਾ ਰਿਹਾ। ਤੇ ਉਸ ਵੇਲੇ ਮੇਰੀ ਉਮਰ ਬਹੁਤ ਥੋੜੀ ਸੀ ਜੀ। ਸੋ ਮੈਨੂੰ ਸਿਰਫ ਇਹ ਦਰਸਾਉਣ ਲਈ ਕਿ ਮੈਂ ਪ੍ਰੋਫੈਸਰ ਆ, ਮੈਂ ਵਿਦਿਆਰਥੀ ਨਹੀਂ ਹਾਂ, ਮੈਨੂੰ ਹਰ ਵੇਲੇ ਹੱਥ ਦੇ ਵਿੱਚ ਡਸਟਰ, ਚੌਕ ਤੇ ਇੱਕ ਰਜਿਸਟਰ ਜਿਹੜਾ ਹਾਜ਼ਰੀ ਵਾਲਾ ਹੁੰਦਾ, ਉਹ ਹੱਥ 'ਚ ਰੱਖਣਾ ਪੈਂਦਾ ਸੀ। ਤੇ ਕੱਪੜਾ ਲੱਤਾ ਵੀ ਉਸ ਤਰੀਕੇ ਨਾਲ ਪਾਉਣਾ ਪੈਂਦਾ ਸੀ ਕਿ ਦੇਖਣ ਨੂੰ ਬੰਦਾ ਵਿਦਵਾਨ ਜਾਂ ਪ੍ਰੋਫੈਸਰ ਲੱਗੇ। ਸੋ ਇਹ ਬੜੀ ਮਤਲਬ ਆਪਣੇ ਆਪ ਦੇ ਵਿੱਚ ਫਨੀ ਗੱਲ ਲੱਗਦੀ ਮੈਨੂੰ ਹੁਣ ਵੀ ਕਈ ਵਾਰ। ਜੀ। ਭਾਜੀ ਤੁਸੀਂ ਆਪਣੀ ਲਾਈਫ ਦੱਸੀ ਕਿ ਤੁਸੀਂ ITI ਕੀਤੀ, ਬੜੇ ਤੁਸੀਂ ਲੱਕੀ ਹੋ ਕਿ ਉਹਨਾਂ ਸਮੇਂ, ਜਿਹੜੇ ਸਮੇਂ ਦੀ ਤੁਸੀਂ ਗੱਲ ਕਰ ਰਹੇ ਹੋ, ਜਿਸ ਸਮੇਂ ਪੰਜਾਬੀਅਤ ਦਾ ਪੂਰਾ ਜਿਹੜਾ ਸੀਗਾ ਦੌਰ, ਬੜਾ ਉਤਰਾਅ ਚੜਾਅ ਵਾਲਾ ਦੌਰ ਸੀ, ਉਹਨਾਂ ਦਿਨਾਂ ਦੇ ਵਿੱਚ ਤੁਸੀਂ ਸਟੱਡੀ ਕੀਤੀ। ਉਸ ਕਾਲੇ ਦੌਰ ਦੇ ਵਿੱਚ ਵੀ ਤੁਸੀਂ ਮੇਨਟੇਨ ਰੱਖਿਆ ਆਪਣੇ ਆਪ ਨੂੰ, ਜਿਹੜਾ ਹੈਗਾ ਫੋਕਸ ਕਰਦੇ ਹੋਏ ਸਟੱਡੀ ਦੇ ਵਿੱਚ ਅੱਗੇ ਵਧੇ। ਮੈਂ ਤੁਹਾਡਾ ਇੱਕ ਵੀਡੀਓ ਦੇਖ ਰਿਹਾ ਸੀਗਾ, ਨੈਸ਼ਨਲ ਚੈਨਲ ਦੇ ਉੱਤੇ, ਮੋਰੀ ਚੈਨਲ ਦੇ ਉੱਤੇ ਕਵਰੇਜ ਆਈ ਸੀ, ਉਹਦੇ ਵਿੱਚ ਤੁਸੀਂ ਜ਼ਿਕਰ ਕੀਤਾ ਸੀ ਇੱਕ ਕਾਲੇ ਦੌਰ ਦਾ। ਜੀ।
ਉਸ ਟਾਈਮ ਤੁਸੀਂ ਕਿਸ ਜਗ੍ਹਾ ਤੇ ਸੀ? ਉਸ ਟਾਈਮ ਤੁਸੀਂ ਅੰਬਾਲਾ 'ਚ ਸੀ ਜਾਂ ਕਿਸੇ ਹੋਰ ਜਗ੍ਹਾ ਤੇ ਸੀ? ਮੈਂ ਬਟਾਲੇ ਸੀ ਜੀ ਉਸ ਵਕਤ। ਪਹਿਲੀ ਤਾਂ ਗੱਲ ਇਹ ਕਿ ਮੇਰੀ ਉਮਰ 15.5 ਸਾਲ ਜਦੋਂ ਪਹਿਲੀ ਵਾਰ ਉਹਦਾ ਮੈਂ ਟਾਰਚਰ ਦਾ ਸ਼ਿਕਾਰ ਹੋਇਆ। ਦੂਜੀ ਵਾਰ ਮੇਰੀ ਉਮਰ 17 ਸਾਲ 3 ਕੁ ਮਹੀਨੇ ਸੀ। ਸੋ ਜੀ। ਪਹਿਲਾਂ ਜਦੋਂ ਮੈਨੂੰ ਜਿਵੇਂ ਐਡਮਿਸ਼ਨ ਮਿਲੀ ਬਟਾਲੇ ਤੇ ਉਦੋਂ ਨਰਿੰਦਰ ਸਮਝ ਨਹੀਂ ਸੀ ਇੰਨੀ। 15.5 ਸਾਲ ਦੀ ਉਮਰ ਦੇ ਵਿੱਚ 10ਵੀਂ ਕਰਕੇ ਜੋ ਉਦੋਂ ਬਾਅਦ ਵਾਲਾ ਜਿਹੜਾ ਦੌਰ ਸੀ, ਤੁਹਾਨੂੰ ਬਹੁਤ ਜ਼ਿਆਦਾ ਮਾਨਸਿਕ ਤੌਰ ਦੇ ਉੱਤੇ ਤੁਸੀਂ ਉਹਨੇ ਮੈਚਿਓਰ ਨਹੀਂ ਹੁੰਦੇ। ਦੂਸਰੀ ਗੱਲ ਆ, ਮੈਨੂੰ ਇਹ ਗੱਲ ਕਹਿਣ ਦੇ ਵਿੱਚ ਵੀ ਕੋਈ ਹਿਚਕਚਾਹਟ ਨਹੀਂ ਕਿ ਉਹ ਸਮਾਂ ਅਜਿਹਾ ਸੀ ਕਿ ਜਾਂ ਤੁਸੀਂ ਇਸ ਪਾਸੇ ਹੋ ਜਾਓ ਜਾਂ ਤੁਸੀਂ ਉਸ ਪਾਸੇ ਹੋ ਜਾਓ। ਖਾਸ ਤੌਰ ਤੇ ਜੇ ਤੁਸੀਂ ਸਿੱਖੀ ਸਰੂਪ ਦੇ ਵਿੱਚੋਂ, ਤੇ ਸਾਡੇ ਆਪਣੇ ਮੁੰਡੇ ਸੀ, ਸਾਡੇ ਹੀ ਭਰਾ ਸੀ ਉਹ ਵੀ ਜਿਹੜੇ ਪੁਲਿਸ ਦੇ ਵਿੱਚ ਵੀ ਸੀਗੇ। ਉਹਨਾਂ ਦੇ ਉੱਤੇ ਦਬਾਅ ਬਹੁਤ ਸੀ, ਉਹਨਾਂ ਤੇ ਪ੍ਰੈਸ਼ਰ ਬਹੁਤ ਸੀ, ਮੈਂ ਫੀਲ ਕਰ ਸਕਦਾ। ਦੋਨੀ ਵਾਰ ਜਿਹੜੇ ਆਫੀਸਰਸ ਨੇ ਮੈਨੂੰ ਟਾਰਚਰ ਦਾ ਸ਼ਿਕਾਰ ਬਣਾਇਆ, ਉਹ ਵੀ ਦੋਨੇ ਸਿੱਖ ਸਰਦਾਰ ਸੀਗੇ ਜੀ। ਔਰ ਉਹ ਦੋਨੇ ਦੁਨੀਆ ਤੇ ਹੈਗੇ ਆ ਹਲੇ, ਇੱਕ ਜੌਬ ਦੇ ਵਿੱਚ ਨੇ, ਇੱਕ ਜੌਬ ਤੋਂ ਰਿਟਾਇਰ ਹੋ ਚੁੱਕੇ ਆ। ਉਸ ਵੇਲੇ ਜਿਹੜਾ ਸਮਾਂ ਸੀ ਉਹ ਬਹੁਤ ਭਿਆਨਕ ਦੌਰ ਸੀ ਨਰਿੰਦਰ, ਤੇ ਮੈਂ ਇਸ ਗੱਲ ਨੂੰ ਖੁੱਲ ਕੇ ਬਿਆਨ ਕਰ ਸਕਦਾ ਕਿ ਸਵਰਗਵਾਸੀ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਜਿਹੜੀਆਂ 25,000 ਲਾਸ਼ਾਂ ਦੇ ਹਿਸਾਬ ਕਿਤਾਬ ਕੱਢ ਕੇ ਲਿਆਉਣ ਦੀ ਕੋਸ਼ਿਸ਼ ਕੀਤੀ, ਅਸਲ ਦੇ ਵਿੱਚ ਉਹ ਗਿਣਤੀ ਕਿਤੇ ਵੱਧ ਸੀ। ਤੇ ਜੇ ਮੈਂ ਗਲਤ ਨਹੀਂ ਤਾਂ 20 ਸਾਲ ਤੋਂ ਵੱਧ ਸਮਾਂ ਗੁਜ਼ਰ ਗਿਆ ਜਦੋਂ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਵਿੱਚੋਂ ਜਦੋਂ ਬਰਾਤਾਂ ਨਹੀਂ ਚੜੀਆਂ, ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਸਿਰਫ ਸਾਡੀਆਂ ਧੀਆਂ ਧਿਆਣੀਆਂ, ਭੈਣਾਂ ਭਰਜਾਈਆਂ, ਮਾਵਾਂ ਹੀ ਬਚੀਆਂ। ਨੌਜਵਾਨ ਜਾਂ ਮਰਦ ਜਿਹੜੇ ਸੀ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ ਔਰ ਗਿਣੇ ਮਿੱਥੇ ਤਰੀਕੇ ਨਾਲ ਖਤਮ ਕੀਤਾ ਗਿਆ। ਇਹਦੇ ਵਿੱਚ ਕੋਈ ਕਹਿਣ ਦੇ ਵਿੱਚ ਮੈਨੂੰ ਕੋਈ ਹਿਚਕਚਾਹਟ ਨਹੀਂ ਹੈ। ਲੇਕਿਨ ਇੱਕ ਗੱਲ ਮੰਨਣੀ ਪਏਗੀ ਕਿ ਅਸੀਂ ਜਿਹੜੇ ਲੋਕ ਆ, ਅਸੀਂ ਫੀਨਿਕਸ ਆ, ਅਸੀਂ ਆਪਣੀ ਰਾਖ ਦੇ ਵਿੱਚੋਂ ਪੈਦਾ ਹੋਣ ਵਾਲੇ ਲੋਕ ਆ। 25 ਸਾਲ ਬਾਅਦ ਜਦੋਂ ਮੈਂ ਤੇ ਮੇਰਾ ਨਿੱਕਾ ਵੀ ਨਤੇਜ ਰੰਧਾਵਾ, ਹੁਣ ਅਸੀਂ ਪਿਛਲੇ ਦਿਨੀ ਜਦੋਂ ਇੰਡੀਆ ਗਏ ਸੀ, ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਨੂੰ ਬਹੁਤ ਬਰੀਕ ਨਜ਼ਰ ਨਾਲ ਦੇਖਣ ਦੀ ਕੋਸ਼ਿਸ਼ ਕੀਤੀ। ਅਸੀਂ ਇਹ ਮਹਿਸੂਸ ਕੀਤਾ ਵੀ ਜਿਹੜੀ ਸਿੱਖੀ ਭਾਵਨਾ ਆ, ਜਿਹੜੀ ਪੰਜਾਬ ਦੇ ਵਿੱਚ ਜੁਝਾਰੂ ਭਾਵਨਾ ਹੈ, ਇਹਨੂੰ ਖਤਮ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਖਤਮ ਹੋਣੀ ਹੈ। ਸਮੇਂ ਦੇ ਹਾਕਮਾਂ ਨੂੰ ਇਹ ਬੜਾ ਵਹਿਮ ਰਿਹਾ। ਰਵਿੰਦਰ ਸਹਿਰਾਵ ਨੇ ਬਹੁਤ ਸੋਹਣਾ ਲਿਖਿਆ ਸੀ ਕਿ ਉਹਦੀ ਸਾਜ਼ਿਸ਼ ਜ਼ਰਾ ਦੇਖੋ, ਕਹੇ ਇਤਿਹਾਸ ਮਰ ਚੱਲਿਆ, ਮਗਰ ਉਹ ਜਾਣਦਾ ਨਹੀਂ ਕਿ ਸ਼ਬਦ ਹਰ ਯੁੱਗ 'ਚ ਸਿਆਣੇ ਹੁੰਦੇ ਨੇ। ਜਿਹੜੀ ਅੱਖਰਾਂ ਦੀ ਲੋੜ ਮੇਰੇ ਵਰਗੇ ਬਹੁਤ ਪੁਰਖਿਆਂ ਨੂੰ ਜਾਂ ਮੇਰੇ ਹਾਣੀਆਂ ਨੂੰ ਪ੍ਰਾਪਤ ਹੋਈ, ਮੇਰੇ ਤੋਂ ਆਉਣ ਵਾਲੇ ਅਗਲੀਆਂ ਪਨੀਰੀਆਂ ਨੂੰ ਪ੍ਰਾਪਤ ਹੋਣੀ ਹੈ। ਚਾਹੇ ਉਹ ਬਾਬੇ ਭਗਤ ਕਬੀਰ ਉਹਨਾਂ ਦੀ ਕ੍ਰਾਂਤੀਕਾਰੀ ਬਾਣੀ ਦੀ ਗੱਲ ਕਰੀਏ, ਭਗਤ ਰਵਿਦਾਸ ਦੀ ਸਮਾਜਿਕ ਤੌਰ ਦੇ ਉੱਤੇ ਇੱਕ ਨਵਾਂ ਹੁਲਾਰਾ ਦੇਣ ਵਾਲੀ ਬਾਣੀ ਦੀ ਗੱਲ ਕਰੀਏ, ਗੁਰੂ ਨਾਨਕ ਦੇਵ ਜੀ ਦੀ ਇੱਕ ਅਜਿਹੇ ਸਿਧਾਂਤ ਦੀ ਗੱਲ ਕਰੀਏ ਕਿ ਕਿਰਤ ਕਰੋ ਤੇ ਵੰਡ ਛਕੋ, ਜਿਹਨੀ ਬਜ਼ੁਰਗੀ ਦੇ ਵਿੱਚ ਹਲ ਵਾਏ। ਮੈਨੂੰ ਲੱਗਦਾ ਵੀ ਜਿਹੜੀ ਸਿੱਖੀ ਸਪਿਰਿਟ ਆ, ਇਹਨੂੰ ਦੁਨੀਆ ਦੇ ਕਿਸੇ ਵੀ ਹਿੱਸੇ ਚੋਂ ਖਤਮ ਕਰਨਾ ਬਹੁਤ ਔਖਾ। ਤੇ ਸਰਕਾਰਾਂ ਨੇ ਆਪਣੇ ਲੈਵਲ ਦੇ ਉੱਤੇ ਭਾਵੇਂ ਜਿੰਨੇ ਮਰਜ਼ੀ ਤਗੜੇ IT ਸੈੱਲ ਖੜੇ ਕਰ ਲੈ, ਲੇਕਿਨ ਖਾਲਸੇ ਦਾ ਝੰਡਾ ਬੁਲੰਦ ਰਹੂਗਾ ਤੇ ਲਾਲ ਕਿਲੇ ਦੀਆਂ ਕੰਧਾਂ ਜਿਹੜੀਆਂ ਏਦਾਂ ਹੀ ਕੰਬਦੀਆਂ ਰਹਿਣਗੀਆਂ। ਕਦੇ ਵੀ ਕੋਈ ਵੀ ਬਘੇਲ ਸਿੰਘ ਆ ਕੇ ਇਹਦੇ ਉੱਤੇ ਏਦਾਂ ਖਾਲਸਾਈ ਨਿਸ਼ਾਨ ਲਹਿਰਾਉਂਦਾ ਰਹੂਗਾ। ਜੀ, ਕਿਆ ਬਾਤ ਹੈ, ਬਹੁਤ ਵੱਡੀ ਗੱਲ ਕਹੀ ਆ ਭਾਜੀ ਤੁਸੀਂ। ਭਾਜੀ ਦੌਰ ਬੜਾ ਅਜੀਬ ਗਰੀਬ ਸੀ, ਤੁਸੀਂ ਬੜੇ ਔਖੇ ਦੌਰ ਦੇ ਵਿੱਚੋਂ ਨਿਕਲ ਕੇ ਅੱਗੇ ਵਧੇ। ਮੈਂ ਕੁਝ ਥੋੜੇ ਜਿਹੇ ਕਮੈਂਟ ਸਾਂਝੇ ਕਰ ਲਵਾਂ। ਗਗਨ ਮੰਗਟ, ਪਰਮਿੰਦਰ ਸਿੰਘ ਭਾਜੀ ਕੀ ਵੀ ਪੰਜਾਬੀਆਂ ਦਾ ਸੁਮੇਲ, ਮਿਹਨਤ ਤੇ ਸੰਘਰਸ਼ ਤੋਂ ਸਫਲਤਾ ਤੱਕ ਪੰਜਾਬ ਦੇ ਉਸ ਕਾਲੇ ਦੌਰ ਦਾ ਡਟ ਕੇ ਸਾਹਮਣਾ ਕਰਨ ਤੋਂ ਨਿਊਜ਼ੀਲੈਂਡ ਵਿੱਚ ਪੰਜਾਬੀਅਤ ਦਾ ਝੰਡਾ ਗੱਡਣ ਤੱਕ ਕੀਵੀਨਾਮੇ ਲਈ ਮੁਬਾਰਕਾਂ। ਗਗਨ ਮੰਗਟ ਦਾ ਕਮੈਂਟ ਆਇਆ ਜੀ। ਤੇ ਉਧਰੋਂ ਬਹੁਤ ਬੀਬਾ ਮਾਤਾ ਬੱਚਾ ਹੈ ਜੀ, ਬਹੁਤ ਬੀਬਾ ਬੱਚਾ। ਇਹਨੇ ਜ਼ਿੰਦਗੀ 'ਚ ਬੜੇ ਉਤਰਾਅ ਚੜ੍ਹਾਅ ਦੇਖਦਿਆਂ ਵੀ ਦਲੇਰੀ ਦਾ ਪੱਲਾ ਨਹੀਂ ਛੱਡਿਆ। ਦੇਖੋ, ਸਾਡੀਆਂ ਚੁਣੌਤੀਆਂ ਵੱਖਰੀਆਂ ਸੀ, ਨਰਿੰਦਰ ਵੀਰ ਦੀਆਂ ਚੁਣੌਤੀਆਂ ਵੱਖਰੀਆਂ, ਤੇ ਸਾਡਾ ਬੱਚਾ ਹੀ ਆ ਗਗਨ ਮਾਗਟ ਦੀਆਂ ਚੁਣੌਤੀਆਂ ਬਹੁਤ ਵੱਖਰੀਆਂ। ਲੇਕਿਨ ਮੈਨੂੰ ਇੰਨਾ ਪਤਾ ਕਿ ਉਹ ਹਰੇਕ ਚੁਣੌਤੀ ਨੂੰ ਵਧੀਆ ਢੰਗ ਦੇ ਨਾਲ ਸਰ ਕਰਨਾ ਜਾਣਦਾ ਤੇ ਅੱਗੋਂ ਵੀ ਸਾਡੀਆਂ ਜਿਹੜੀਆਂ ਸ਼ੁਭ ਇੱਛਾਵਾਂ ਉਹਦੇ ਨਾਲ ਆ। ਉਹ ਸਾਡੇ ਤੋਂ ਲਗਭਗ 5.5 ਘੰਟੇ ਦੀ ਡਰਾਈਵ ਦੇ ਉੱਤੇ ਇੱਕ ਬਹੁਤ ਪਿਆਰਾ ਨਗਰ ਹੈ, ਉੱਥੇ ਸਾਡੇ ਮਿੱਤਰ ਪਿਆਰਿਆਂ ਦੇ ਕੋਲ ਵਸਿਆ ਹੋਇਆ। ਤੇ ਸਾਨੂੰ ਹਮੇਸ਼ਾ ਬਹੁਤ ਉਮੀਦਾਂ, ਆਈ ਐਮ ਵੈਰੀ ਹੋਪਫੁਲ ਫਰੋਮ ਨੈਕਸਟ ਜਨਰੇਸ਼ਨ। ਅਗਲੀ ਪੀੜ੍ਹੀ ਤੋਂ ਮੈਂ ਬਹੁਤ ਪੁਰ ਉਮੀਦ ਹਾਂ ਤੇ ਇਸੇ ਉਮੀਦ ਦੇ ਵਿੱਚੋਂ ਨਵੀਆਂ ਸੰਭਾਵਨਾਵਾਂ ਨਿਕਲਦੀਆਂ। ਜਿੰਨੇ ਨਵੇਂ ਕਿੱਤਿਆਂ ਦੇ ਵਿੱਚ ਪ੍ਰੋਫੈਸ਼ਨਲ ਲੋਕ ਸਾਡੇ ਸੈਟਲ ਹੋ ਰਹੇ ਆ, ਉਹਨਾਂ ਦੇ ਵਿੱਚੋਂ ਬਹੁਤੇ ਜਿਹੜੇ ਨੇ ਉਹਨਾਂ ਦੀ ਕਹਾਣੀ ਸਫਲਤਾ ਦੀ ਕਹਾਣੀ ਆ। ਚਾਹੇ ਉਹ ਗਗਨ ਮਾਗਟ ਦੀ ਗੱਲ ਹੋਵੇ, ਚਾਹੇ ਸਾਡੇ ਨਵੇਂ ਆ ਰਹੇ ਭੈਣਾਂ ਭਰਾਵਾਂ ਦੀ ਗੱਲ ਹੋਵੇ, ਚਾਹੇ ਜਿਹੜੇ 1,65,000 ਹੁਣ ਐਲਾਨ ਹੋਇਆ ਸੀ ਉਹਦੇ ਵਿੱਚ ਲਗਭਗ 35,000 ਅੰਦਾਜ਼ਾ ਉਹ ਸਾਡੇ ਜਿਹੜੇ ਮੁੰਡੇ ਕੁੜੀਆਂ ਆ। ਤੇ ਅੱਜ ਵੀ ਬਹੁਤ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਿਆ। ਲੇਕਿਨ ਮੈਨੂੰ ਇਹ ਲੱਗਦਾ ਹੁੰਦਾ ਕਿ ਉਮੀਦ ਦਾ ਪੱਲਾ ਨਹੀਂ ਛੱਡਣਾ ਚਾਹੀਦਾ। ਸੋ ਇਹਦੀ ਇੱਕ ਉਦਾਹਰਨ ਗਗਨ ਮਾਗਟ ਵੀ ਹੈ। ਸੋ ਸ਼ੁਕਰੀਆ ਅਦਾ ਕਰਦਾ ਜੀ, ਉਹਨਾਂ ਨੇ ਇਸ ਕਾਬਲ ਸਮਝਿਆ ਜੀ। ਸੋ ਬਿਲਕੁਲ ਜੀ, ਨਾਲੋਂ ਨਾਲ ਆਲ ਦਾ ਵੇ ਇੰਡੀਆ ਤੋਂ ਤੁਹਾਡੇ ਲਈ ਬਲੈਸਿੰਗਸ ਆਈਆਂ ਨੇ ਸ਼ਿਵਿੰਦਰ ਕੌਰ ਜੀ ਦੀਆਂ, ਮਾਤਾ ਜੀ ਦੀਆਂ। ਗੋਡ ਬਲੈਸ ਯੂ। ਮਿਹਰਬਾਨੀ, ਬੜੀ ਉਹ ਮਿਹਰਬਾਨੀ, ਵੀ ਇਹਨਾਂ ਇਸ ਦਾ ਵਡੱਪਣ ਆ ਜੀ। ਉਹ ਵੀ ਵਾਚ ਕਰ ਰਹੇ ਨੇ ਇਸ ਸਮੇਂ। ਬਾਈ ਸ਼ੁਕਰੀਆ। ਜੀ, ਹੁਣ ਆਪਾਂ ਗੱਲ ਕਰਦੇ ਹਾਂ ਬਾਹਰ ਆਉਣ ਦਾ ਸਬੱਬ ਕਿਵੇਂ ਬਣਿਆ। ਵੈਲ ਐਸਟੈਬਲਿਸ਼ਡ ਟੀਚਰ ਬਣ ਕੇ ਕਾਲਾ ਦੌਰ ਦੇਖ ਲਿਆ, ਉਸ ਟਾਈਮ ਨਹੀਂ ਹਾਂਜੀ। ਭੱਜੇ, ਉਸ ਟਾਈਮ ਨਹੀਂ ਭੱਜੇ। ਪਰ
ਬਾਅਦ ਵਿੱਚ ਕਿਵੇਂ ਸਬੱਬ ਬਣਿਆ ਪੰਜਾਬੀ ਤੋਂ, ਇੱਕ ਪੰਜਾਬੀ ਸਰਦਾਰ ਤੋਂ ਕੰਗਾਰੂ ਕਿਵੇਂ ਬਣੇ? ਇੱਕ ਸ਼ੇਰ ਤੋਂ ਕੰਗਾਰੂ ਕਿਵੇਂ ਬਣੇ? ਪਹਿਲਾਂ ਤਾਂ ਹੁਣ ਸਾਨੂੰ ਇਹ ਦੱਸੋ। ਉਦੋਂ ਨਾ ਨਰਿੰਦਰ ਵੀ ਨਵਾਂ ਰਿਵਾਜ ਚੱਲਿਆ ਸੀ ਆਸਟ੍ਰੇਲੀਆ ਨੂੰ ਸਟੂਡੈਂਟ ਵੀਜ਼ੇ ਦਾ, ਤੇ ਜੀ। ਮੇਰੇ ਤੋਂ ਛੋਟਾ ਬ੍ਰਦਰ ਜਿਹੜਾ ਲੱਕੀ ਸੈਣੀ ਆ, ਉਹਨੇ ਮੇਰੇ ਇੱਕ ਦੋਸਤ ਦੇ ਨਾਲ ਗੱਲਬਾਤ ਕੀਤੀ, ਤੇ ਰਾਜਨ ਸ਼ਰਮਾ ਉਹਨਾਂ ਦਾ ਸ਼ੁਭ ਨਾਮ ਆ, ਉਹ ਅੱਜਕੱਲ ਬਰੈਂਪਟਨ ਚ ਵਸਦੇ ਨੇ ਕੈਨੇਡਾ ਦੇ ਵਿੱਚ, ਤੇ ਉਹਨਾਂ ਦੀ ਮਿਹਰਬਾਨੀ ਰਹੀ, ਉਹਨਾਂ ਦੀਆਂ ਗਾਈਡਲਾਈਨਸ ਰਹੀਆਂ। ਲੱਕੀ ਸੈਣੀ ਜਿਹੜਾ ਉਹ ਵਿਦਿਆਰਥੀ ਵੀਜ਼ੇ ਉੱਤੇ 1996 ਦੇ ਫਰਵਰੀ ਦੇ ਵਿੱਚ ਆਸਟ੍ਰੇਲੀਆ ਚਲਾ ਗਿਆ, ਤੇ ਰਾਜਨ ਸ਼ਰਮਾ ਨੇ ਤੇ ਮੇਰੇ ਕੁਝ ਹੋਰ ਦੋਸਤਾਂ ਨੇ ਉਹਨੂੰ ਬਹੁਤ ਅੱਛੇ ਢੰਗ ਦੇ ਨਾਲ ਸਾਂਭਿਆ, ਇਹਦੇ 'ਚ ਕੋਈ ਸ਼ੱਕ ਨਹੀਂ। ਜਿੰਨੀ ਉਹ ਹਮਾਇਤ ਕਰ ਸਕਦੀ ਸੀ ਉਹਨਾਂ ਨੇ ਹਮਾਇਤ ਦਿੱਤੀ, ਲੇਕਿਨ ਜਿਹੜੀ ਪੜ੍ਹਾਈ ਸੀ ਜੀ ਉਹਦੇ ਵਿੱਚ ਫੀਸ ਬਹੁਤ ਜ਼ਿਆਦਾ ਸੀ। $7,656 ਇੱਕ ਸਮੈਸਟਰ ਦੀ ਫੀਸ ਸੀ ਉਦੋਂ, ਉਹਨਾਂ ਟਾਈਮਾਂ ਦੇ ਵਿੱਚ, ਤੇ ਮੈਕੈਟ੍ਰੋਨਿਕਸ ਇੰਜੀਨੀਅਰਿੰਗ ਦੀ ਡਿਗਰੀ ਕਰਨ ਦੇ ਲਈ ਉਹ ਇੰਡੀਆ ਤੋਂ ਰਵਾਨਾ ਹੋਇਆ ਸੀ। ਹੁਣ ਹੋਇਆ ਕਿ ਜੀ, ਜਦੋਂ ਉਹ ਰਵਾਨਾ ਹੋਇਆ ਪਹਿਲੇ 6 ਮਹੀਨੇ ਤਾਂ ਬਾਪੂ ਜੀ ਨੇ ਜਿਹੜੀ ਫੀਸ ਦਿੱਤੀ ਸੀ ਉਹਦੇ ਨਾਲ ਸੌਖੇ ਲੰਘ ਗਏ, ਤੇ ਉਹ ਕਾਰ ਵਾਸ਼ ਦੇ ਉੱਤੇ ਕੰਮ ਕਰਕੇ ਆਪਣੀ ਕਿਰਾਏ ਜਾਂ ਬਾਕੀ ਖਰਚੇ ਜਿਹੜੇ ਆ ਉਹ ਕੱਢਣ ਲੱਗਿਆ। 6 ਮਹੀਨਿਆਂ ਬਾਅਦ ਉਹਦਾ ਮੈਨੂੰ ਫੋਨ ਆਇਆ, ਕਹਿੰਦਾ ਵੀ ਭਾਜੀ ਜੇ ਤੁਸੀਂ ਚਾਹੁੰਦੇ ਹੋ ਮੈਂ ਸੱਚੀ ਇਸ ਪੜ੍ਹਾਈ ਨੂੰ ਅੱਗੇ ਕੰਟੀਨਿਊ ਕਰਾਂ ਲਗਾਤਾਰਤਾ ਦੇ ਨਾਲ, ਤੇ ਮੈਨੂੰ ਸਪੋਰਟ ਚਾਹੀਦੀ ਆ ਆਸਟ੍ਰੇਲੀਅਨ ਡਾਲਰਾਂ ਦੇ ਵਿੱਚ, ਤੇ ਮੈਨੂੰ ਕੋਈ ਨਾ ਕੋਈ ਤੁਹਾਡੇ ਚੋਂ ਇੱਥੇ ਚਾਹੀਦਾ, ਤੇ ਮੈਂ ਬਾਪੂ ਜੀ ਕੋਲੋਂ ਹੋਰ ਪੈਸੇ ਮੰਗਣੇ ਨਹੀਂ। ਸੋ ਅਗੇਨ ਇੱਕ ਹੋਰ ਸ਼ਰਮਾ ਨਹੀਂ ਜਿਹੜੇ ਮੇਰੀ ਜ਼ਿੰਦਗੀ ਚ ਆਏ, ਜਿਹੜੇ ਕਿ ਜਿਹੜੀ ਹਰਿਆਣਾ ਸਟੇਟ ਟੈਕਨੀਕਲ ਐਜੂਕੇਸ਼ਨ ਬੋਰਡ ਦੇ ਇੱਕ ਬਹੁਤ ਸੁਹਿਰਦ ਅਫੀਸ਼ੀਅਲ ਸੀਗੇ, ਚੰਡੀਗੜ੍ਹ ਹੈੱਡ ਆਫਿਸ ਦੇ ਵਿੱਚ ਉਹਨਾਂ ਦੀ ਪੋਸਟਿੰਗ ਸੀ ਉਸ ਵੇਲੇ। ਮੈਂ ਰਾਜੀਵ ਸ਼ਰਮਾ ਜੀ ਨੂੰ ਬੇਨਤੀ ਕੀਤੀ, ਮੈਂ ਕਿਹਾ ਵੀ ਮੈਂ ਛੁੱਟੀ ਤੇ ਜਾਣਾ ਚਾਹੁੰਦਾ, ਮੈਂ ਵਿਦੇਸ਼ ਜਾਣਾ, ਇੱਥੋਂ 6 ਮਹੀਨੇ ਦੀ ਛੁੱਟੀ ਲੈ ਕੇ ਤਾਂ ਮੈਂ ਵਾਪਸ ਆ ਜਾਣਾ। ਉਹਨਾਂ ਨੇ ਬਹੁਤ ਔਖੇ ਹੋ ਕੇ ਰਾਜੀਵ ਸ਼ਰਮਾ ਉਹਨਾਂ ਨੇ ਮੇਰੀ ਛੁੱਟੀ ਮਨਜ਼ੂਰ ਕਰਵਾਈ ਹਰਿਆਣਾ ਸਟੇਟ ਟੈਕਨੀਕਲ ਐਜੂਕੇਸ਼ਨ ਬੋਰਡ ਤੋਂ, ਤੇ ਮੈਂ ਵੀਜ਼ਾ ਮੇਰਾ ਜੀ ਉਹ 2.5 ਮਹੀਨੇ ਦੇ ਵਿੱਚ ਹੀ ਆ ਗਿਆ ਸੀ ਵਰਕ ਪਰਮਿਟ ਦੇ ਉੱਤੇ। ਫਿਰ ਮੈਂ ਆਸਟ੍ਰੇਲੀਆ ਪਹੁੰਚਾ, ਤੇ ਜਦੋਂ ਮੈਂ ਪਹੁੰਚਾ ਤੇ ਸਾਡੀ ਜਿਹੜੀ ਰਿਸੈਪਸ਼ਨਿਸਟ ਸੀ ਉਹਦਾ ਨਾਂ ਸੀ ਵਿੱਕੀ ਬ੍ਰਾਈਟਸ। ਵਿੱਕੀ ਬ੍ਰਾਈਟਸ ਮੇਰੇ ਸਿਰ ਤੇ ਜਿਹੜੀ ਦਸਤਾਰ ਸੀ, ਉਹਨੇ ਉਸ ਤੋਂ ਪਹਿਲਾਂ ਸ਼ਾਇਦ ਕੋਈ ਸਰਦਾਰ ਨਹੀਂ ਸੀ ਦੇਖਿਆ, ਉਹਨੂੰ ਲੱਗਿਆ ਕਿ ਸ਼ਾਇਦ ਮੈਂ ਕੋਈ ਫੈਸ਼ਨ ਦੇ ਤੌਰ ਦੇ ਉੱਤੇ ਸਿਰ ਤੇ ਕੋਈ ਪੱਗ ਜਾਂ ਕੋਈ ਕੱਪੜਾ ਬੰਨਿਆ ਹੋਇਆ। ਐਂਡ ਪਹਿਲਾਂ ਤਾਂ ਉਹਨੇ ਕੁਛ ਨਹੀਂ ਕਿਹਾ, ਪਹਿਲਾਂ ਹੋਰ ਤਰ੍ਹਾਂ ਉਹਨੇ ਭਰਵੱਟੇ ਚੱਕੇ ਮੇਰੇ ਵੱਲ, ਤੇ ਬਾਅਦ ਚ ਉਹਨੇ ਮੈਨੂੰ ਪੁੱਛਿਆ ਕਿ ਤੂੰ ਏਦਾਂ ਹੀ ਕੰਮ ਤੇ ਆਇਆ ਕਰਨਾ ਕੱਲ ਤੋਂ ਜਦੋਂ ਤੂੰ ਕੰਮ ਤੇ ਆਉਣਾ, ਕਿਉਂਕਿ ਸਾਡੀ ਜਿਹੜੀ ਮੇਰੀ ਇੰਟਰਵਿਊ ਹੋਈ ਸੀ ਓਵਰ ਦਾ ਫੋਨ ਹੋਈ ਸੀ। ਉਦੋਂ STD ਦਾ ਦੌਰ ਸੀ, ਮੋਬਾਈਲ ਫੋਨ ਹਲੇ ਸ਼ੁਰੂ ਨਹੀਂ ਸੀ ਹੋਏ, ਸੋ ਉਹਨਾਂ ਨੇ ਓਵਰ ਦਾ ਫੋਨ ਹੀ ਮੇਰੀ ਇੰਟਰਵਿਊ ਕੀਤੀ, ਤੇ ਓਵਰ ਦਾ ਫੋਨ ਹੀ ਮੇਰਾ ਜਿਹੜਾ ਵਰਕ ਪਰਮਿਟ ਆ ਉਹ ਆਸਟ੍ਰੇਲੀਅਨ ਇਮੀਗ੍ਰੇਸ਼ਨ ਤੋਂ ਮੈਨੂੰ ਨਹੀਂ ਅਪਰੂਵ ਕਰਾ ਕੇ ਸਿੰਪਲੀ ਮੈਡੀਕਲ ਹੋਇਆ ਸੀ ਮੇਰਾ ਜਲੰਧਰ, ਤੇ ਉਸ ਤੋਂ ਬਾਅਦ ਮੈਂ ਸਿਡਨੀ ਲੈਂਡ ਕਰ ਗਿਆ। ਜਦੋਂ ਮੈਂ ਫੈਕਟਰੀ 'ਚ ਗਿਆ ਤੇ ਉਦੋਂ ਕਾਫੀ ਸਵਾਲ ਪੈਦਾ ਹੋਏ ਮੇਰੀ ਪੱਗ ਨੂੰ ਲੈ ਕੇ। ਉਹ ਕਹਿੰਦੇ ਵੀ ਤੂੰ ਪੋਨੀ ਟੇਲ ਕਰ ਲਿਆ ਕਰ ਪਿੱਛੇ ਨੂੰ, ਉਹ ਜਿੱਦਾਂ ਜੂੜੀ ਜੀ ਕਰਦੇ ਆ ਬਾਲ ਪਿੱਛੇ। ਮੈਂ ਕਿਹਾ ਵੀ ਨਹੀਂ, ਮੈਂ ਤਾਂ ਵੀ ਮੇਰੀ ਇਹ ਆਜ਼ਾਦੀ ਆ, ਧਾਰਮਿਕ ਆਜ਼ਾਦੀ ਆ, ਤੇ ਮੈਂ ਤਾਂ ਇਕੁਅਲ ਓਪਰਚੁਨਿਟੀ ਇੰਪਲੋਇਰ ਜੇ ਤੁਸੀਂ ਦਫ਼ਤਰ ਦੇ ਵਿੱਚ ਲਿਖ ਕੇ ਲਾਇਆ ਵੀ ਮੈਂ ਓਬਵੀਅਸਲੀ ਏਦਾਂ ਹੀ ਆਊਂਗਾ। ਤੇ ਉਹਨਾਂ ਨੇ ਮੈਨੂੰ 1.5 ਮਹੀਨਾ ਲੱਗਾ ਜੀ ਉਹਨਾਂ ਨੂੰ ਪ੍ਰਵਾਨ ਕਰਨੇ ਨੂੰ ਇਸ ਸਰੂਪ ਦੇ ਨਾਲ। ਲੇਕਿਨ ਇਹ ਆ ਕਿ ਉਨੀ ਦਿਨੀ ਸਾਡੇ ਐਗਰੀਕਲਚਰਲ ਇੰਜੀਨੀਅਰਿੰਗ ਦੇ ਨਾਲ ਸੰਬੰਧਿਤ ਬਹੁਤ ਸਾਰੇ ਗ੍ਰੈਜੂਏਟਸ ਜਿਹੜੇ ਲੁਧਿਆਣੇ ਤੋਂ, ਅੰਮ੍ਰਿਤਸਰ ਤੋਂ ਉਨੀ ਦਿਨੀ ਆਉਣੇ ਸ਼ੁਰੂ ਹੋ ਗਏ ਸਨ, ਤੇ ਭਾਵੇਂ ਕਿ ਉਹਨਾਂ ਵਿੱਚੋਂ ਬਹੁਤੇ ਟੈਕਸੀ ਚਲਾਉਂਦੇ ਸੀ, ਫੈਕਟਰੀ ਦੀਆਂ ਜੌਬਾਂ ਜਾਂ ਪੁਲਿਸ ਦੀਆਂ ਜੌਬਾਂ ਜਾਂ ਆਰਮੀ ਦੀਆਂ ਜਿਹੜੀਆਂ ਪ੍ਰੋਫੈਸ਼ਨਲਸ ਦੀਆਂ ਜੌਬਾਂ ਦੇ ਵਿੱਚ ਹਾਲੇ ਉਹਨਾਂ ਦਾ ਹੱਥ ਨਹੀਂ ਸੀ ਅੜਿਆ। ਲੇਕਿਨ ਉਹ ਦੌਰ ਸੰਘਰਸ਼ ਵਾਲਾ ਸੀ, ਇੱਕ ਨਵੀਂ ਤਰ੍ਹਾਂ ਦਾ ਸੰਘਰਸ਼ ਨਵੀਂ ਧਰਤੀ ਦੇ ਉੱਤੇ। ਲੇਕਿਨ ਮੈਨੂੰ ਲੱਗਦਾ ਕਿ ਜਿਹੜੇ ਸਾਡੇ ਪੁਰਖੇ ਪਹਿਲਾਂ ਤੋਂ ਇੰਗਲੈਂਡ ਜਾਂ ਕੈਨੇਡਾ ਗਏ ਸੀ, ਜਾਂ ਮੇਰੇ ਦਾਦਾ ਜੀ ਬ੍ਰਿਟਿਸ਼ ਆਰਮੀ ਦੇ ਵਿੱਚ ਸੈਕੰਡ ਵਰਲਡ ਵਾਰ ਦੇ ਵਿੱਚ ਪੱਗ ਬੰਨ ਕੇ ਹੀ ਬ੍ਰਿਟਿਸ਼ ਆਰਮੀ 'ਚ ਲੜੇ, ਉਹ ਰੰਗੂਨ ਫਰੰਟ ਦੇ ਉੱਤੇ ਐਜ਼ ਅ ਟੈਂਕ ਮਕੈਨਿਕ, ਉਹਨਾਂ ਦੀਆਂ ਮੇਰੇ ਕੋਲ ਫੋਟੋਜ਼ ਪਈਆਂ ਸੀ ਨਰਿੰਦਰ ਵੀਰ। ਉਹ ਫੋਟੋਜ਼ ਫਿਰ ਮੈਂ ਉਹਨਾਂ ਨੂੰ ਦਿਖਾਈਆਂ ਵੀ ਜਿਹੜੇ ਅਸੀਂ ਲੋਕ ਆ ਵੀ ਸਾਡੇ ਲਈ ਟਰਬਨ ਜਿਹੜੀ ਆ ਸਾਡਾ ਮਤਲਬ ਪਹਿਰਾਵਾ ਆ, ਅਸੀਂ ਏਦਾਂ ਹੀ ਹਰੇਕ ਥਾਂ ਉੱਤੇ ਹਾਜ਼ਰ ਹੁੰਦੇ ਆ, ਚਾਹੇ ਜੰਗ ਦਾ ਮੈਦਾਨ ਹੋਵੇ ਤੇ ਚਾਹੇ ਕੋਈ ਹੋਰ ਮੋਰਚਾ ਹੋਵੇ। ਤੇ 1.5 ਮਹੀਨੇ ਬਾਅਦ ਉਹਨਾਂ ਨੇ ਇਸ ਗੱਲ ਨੂੰ ਪ੍ਰਵਾਨਗੀ ਤਾਂ ਦੇ ਦਿੱਤੀ, ਪਰ ਬੜੇ ਅੱਕੇ ਹੋਏ ਮਨ ਦੇ ਨਾਲ ਉਹਨਾਂ ਨੇ ਇਸ ਗੱਲ ਨੂੰ ਮੰਨਿਆ। ਲੇਕਿਨ ਅੱਜ ਮੈਨੂੰ ਖੁਸ਼ੀ ਹੁੰਦੀ ਆ ਜਦੋਂ ਮੈਂ ਆਸਟ੍ਰੇਲੀਆ ਦੇ ਵਿੱਚ ਦੇਖਦਾ ਤਾਂ ਇਹ ਹੁਣ ਤੋਂ 2.5 ਸਾਲ ਪਹਿਲਾਂ ਜਦੋਂ ਕੋਵਿਡ ਦਾ ਹਲੇ ਨਹੀਂ ਦੌਰ ਸ਼ੁਰੂ ਹੋਇਆ ਸੀ, ਤਾਂ ਰਫਲੀ 22 ਮੁੰਡੇ ਜਿਹੜੇ ਆ ਕੁਆਰੰਟੀਨ ਦੇ ਵਿੱਚ ਆਸਟ੍ਰੇਲੀਅਨ ਪੁਲਿਸ ਦੇ ਵਿੱਚ, ਆਸਟ੍ਰੇਲੀਅਨ ਆਰਮੀ ਦੇ ਵਿੱਚ, ਹੁਣ ਤਾਂ ਕੇਸਕੀ ਵਾਲੀ ਸਿੰਘਣੀ ਵੀ ਵਿਕਟੋਰੀਅਨ ਪੁਲਿਸ ਦੇ ਵਿੱਚ ਮੈਲਬਰਨ ਦੇ ਵਿੱਚ ਤਾਇਨਾਤ ਆ। ਇਸੇ ਤਰ੍ਹਾਂ ਇੱਥੇ ਵੀ ਕਵਾਇਦ ਸ਼ੁਰੂ ਹੋ ਚੁੱਕੀ ਆ। ਜ਼ੀਨਾ ਅਲੀ ਹੁਣੀ ਹਿਜਾਬ ਦੇ ਨਾਲ ਪਹਿਲੀ ਵਾਰ ਨਿਊਜ਼ੀਲੈਂਡ ਪੁਲਿਸ 'ਚ ਆਇਆ। ਹੁਣ ਜਿਹੜੀ ਵੱਖਰੇ ਦਿੱਖ ਵਾਲੀ ਕਹਾਣੀ ਆ ਉਹਨੂੰ ਇੱਥੋਂ ਦੇ ਬਹੁਤ ਸੱਭਿਅਕ ਸਮਾਜ ਜਿਹੜੇ ਆ ਉਹਨਾਂ ਨੇ ਪ੍ਰਵਾਨ ਕਰਨਾ ਸ਼ੁਰੂ ਕਰਤਾ। ਲੇਕਿਨ ਇਹਦੇ ਵਿੱਚ ਮੈਨੂੰ ਇਹ ਕਹਿਣ ਦੀ ਇਜਾਜ਼ਤ ਦਿਓ, ਵੱਡਾ ਹੱਥ ਪਹਿਲਾਂ ਇੰਗਲੈਂਡ ਤੇ ਕੈਨੇਡਾ ਆਏ ਜਿਹੜੇ ਪ੍ਰਵਾਸੀ ਸਨ, ਉਹਨਾਂ ਨੇ ਜਿਹੜੀਆਂ ਪਰਮਿਸ਼ਨਸ ਲਈਆਂ, ਉਹਨਾਂ ਨੇ ਜਿਹੜੀ ਆਗਿਆ ਲਈ ਇਸੇ ਸਰੂਪ ਦੇ ਨਾਲ ਜਾਂ ਵੱਖ-ਵੱਖ ਦਿੱਖ ਜਿਹੜੀ ਵੀ ਉਹਨਾਂ ਦੀ ਹੈ, ਉਹਦੇ ਉੱਤੇ ਕ੍ਰੈਡਿਟ ਉਹਨਾਂ ਨੂੰ ਦੇਣਾ ਬਣਦਾ। ਉਹ ਸਿਹਰਾ ਉਹਨਾਂ ਦੇ ਸਿਰ ਵੱਜਦਾ ਜਿਨ੍ਹਾਂ ਨੇ ਸਾਡੇ ਲਈ ਰਾਹ ਸਖਾਲੇ ਕਰਤੇ। ਸਾਡੇ ਬਜ਼ੁਰਗ, ਜੇ ਮੈਂ ਗੱਲ ਕਰਾਂ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਹੁਣ ਤੋਂ 132-135 ਸਾਲ ਪਹਿਲਾਂ ਆਉਣੇ ਸ਼ੁਰੂ ਹੋਏ, ਉਹਨਾਂ ਨੇ ਸਾਰੇ ਜਿਹੜੇ ਬੈਰੀਅਰਸ ਸੀਗੇ, ਜਿਹੜੀਆਂ ਚੁਣੌਤੀਆਂ ਸੀਗੀਆਂ,
ਉਹਨਾਂ ਨੂੰ ਪਾਰ ਕਰਦਿਆਂ ਸਾਡੇ ਲਈ ਰਾਹ ਸੁਖਾਲੇ ਕੀਤੇ। ਸੋ ਪਗਡੰਡੀਆਂ ਉਹਨਾਂ ਨੇ ਬਣਾਈਆਂ, ਇਹ ਗੱਲ ਵੱਖਰੀ ਆ ਕਿ ਲੋਕਾਂ ਵਾਲੀ ਸੜਕ ਅਸੀਂ ਬਣਾ ਕੇ ਗੱਡੀਆਂ ਅਸੀਂ ਭਜਾਈਆਂ। ਜੀ, ਕਿਆ ਬਾਤ ਹੈ। ਭਾਜੀ ਨਾਲ ਥੋੜੇ ਹੋਰ ਕਮੈਂਟ ਆ ਰਹੇ ਨੇ। ਆਮਿਰ ਭੱਟੀ ਜੀ ਗੁਰਦਾਸਪੁਰੀਆ, ਵਾਹਿਗੁਰੂ ਜੀ ਕਾ ਖਾਲਸਾ, ਅੱਛਾ ਜੀ। ਵਾਹਿਗੁਰੂ ਜੀ ਕੀ ਫਤਿਹ, ਸਤਿ ਸ੍ਰੀ ਅਕਾਲ, ਅਸਲਾਮੋ ਅਲੈਕੁਮ, ਜੀ। ਮੇਰੀਆਂ ਦੁਆਵਾਂ ਵੀਰਾਂ ਨੂੰ। ਥੋੜਾ ਬਹੁਤ ਬਰੀਕ ਹੈ, ਮੈਨੂੰ ਲੱਗਦਾ ਮੇਰੀ ਨਿਗਾਹ ਬਹੁਤ ਲੱਗਦੀ ਹੈ। ਜਸਦੀਪ ਧਨੋਆ, ਗੁੱਡ ਜੌਬ ਵੀਰੋ, ਥੈਂਕ ਯੂ। ਤੇ ਬੱਬੂ ਸੈਣੀ ਭੈਣ ਦਾ ਕਮੈਂਟ ਆਇਆ ਜੀ, ਪ੍ਰਾਊਡ ਆਫ ਯੂ ਭਾਜੀ। ਹਾਂਜੀ, ਇਹ ਸੋ ਸਾਡੀ ਭਾਜੀ ਭੈਣ ਨਹੀਂ, ਇਹ ਭਰਾ ਹੀ ਆ। ਅੱਛਾ ਅਸੀਂ ਜੀ। 2 ਭਰਾ ਤੇ 1 ਭੈਣ ਆ। ਤੇ ਲੇਕਿਨ ਜਦੋਂ ਅਸੀਂ ਦੋਵੇਂ ਭਰਾ, ਜਿਵੇਂ ਪਹਿਲਾਂ ਮੈਂ ਆਪਣਾ ਸਫ਼ਰ ਬਿਆਨ ਕੀਤਾ, ਅਸੀਂ ਦੋਵੇਂ ਤਾਂ ਆ ਗਏ ਜੀ ਆਸਟ੍ਰੇਲੀਆ। ਜੀ ਤੇ ਸਾਡੇ ਕਰਕੇ ਬਾਪੂ ਦੀ ਜਿਹੜੀ ਬੈਂਕ ਵਾਲੀ ਪਾਸਬੁੱਕ ਸੀ, ਉਹਦੇ 'ਚ ਤਾਂ ਬੈਲੈਂਸ ਜ਼ਰੂਰ ਵਧਿਆ, ਲੇਕਿਨ ਜਿਹੜੀ ਸਾਡੀ ਖੇਤੀ ਵਾਲੀ ਜ਼ਮੀਨ ਸੀ, ਜਾਂ ਮਾਂ-ਬਾਪ ਦੀ ਸਿਹਤ ਨੂੰ ਲੈ ਕੇ, ਜਾਂ ਰੋਜ਼ ਦੇ ਰੁਟੀਨ ਨੂੰ ਲੈ ਕੇ, ਜਿਹੜੀ ਦਲੇਰੀ ਨਾਲ ਸਾਡੀ ਭੈਣ ਨੇ ਹਰਾ ਜਿਹਾ ਵੈਸਪਾ ਰੱਖਿਆ ਹੁੰਦਾ ਸੀ, ਤੇ ਉਹ ਖੇਤਾਂ ਦਾ ਗੇੜਾ ਵੀ ਮਾਰਨ ਜਾਣਾ, ਉਹਨੇ ਪਿੰਡੋਂ ਲੱਸੀ ਦਾ ਡੋਲੂ ਵੀ ਲੈ ਆਉਣਾ, ਤੇ ਨਾਲ ਆਪਣੀ ਜੀ ਐਜੂਕੇਸ਼ਨ ਵੀ ਕੰਪਲੀਟ ਕੀਤੀ। ਸਰਕਾਰੀ ਟੀਚਰ ਸੀ ਜੀ ਉੱਥੇ ਉਹ। ਸੋ ਜੀ ਉਹ ਸਾਡੀ ਭੈਣ ਘੱਟ ਆ ਤੇ ਭਰਾ ਜ਼ਿਆਦਾ ਜੀ। ਜੇ ਆਪਾਂ ਇੰਡੀਆ ਦੇ ਹਿਸਾਬ ਨਾਲ ਦੇਖਦੇ, ਮੈਂ ਵੂਮਨ ਇੰਪਾਵਰਮੈਂਟ ਦੀ ਐਡਵੋਕੇਸੀ ਹਮੇਸ਼ਾ ਹਰ ਦੌਰ ਦੇ ਵਿੱਚ ਕਰਦਾ ਰਿਹਾ, ਤੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਏਦਾਂ ਦੀ ਭੈਣ ਸਾਰਿਆਂ ਨੂੰ ਦੇਵੇ। ਆਮਰ ਭੱਟੀ ਉਹਨਾਂ ਦੀ ਗੱਲ ਕਰੀਏ, ਗਿੱਲ ਚੱਕ ਪਿੰਡ ਆ ਜੀ, ਜਿੱਥੋਂ ਸਾਰੇ ਦਾ ਸਾਰਾ ਪਿੰਡ ਜਿਹੜਾ ਉਜਾੜੇ ਵੇਲੇ ਉੱਠ ਕੇ ਇੱਧਰ ਆ ਗਿਆ ਸੀ। ਇਹਨਾਂ ਦਾ ਜਿਹੜਾ ਸਾਰਾ ਪਿੰਡ ਆ ਜੀ, ਉਹ ਸਾਰੇ ਦਾ ਸਾਰਾ ਬਟਾਲੇ ਲਾਗਿਓਂ ਉੱਠ ਕੇ ਉਹ ਉੱਧਰ ਚਲਾ ਗਿਆ ਗਿੱਲ ਚੱਕ ਦੇ ਵਿੱਚ। ਹਾਲੇ ਵੀ ਪੁਰਾਣੇ ਪੰਜਾਬ ਵਾਲੀਆਂ ਨਹਿਰਾਂ ਤੇ ਸਾਰਾ ਜਿਹੜਾ ਕਲਚਰ ਪੰਜਾਬ ਦਾ ਉਹਨਾਂ ਨੇ ਸਾਂਭਿਆ ਹੋਇਆ। ਸਾਨੂੰ ਇਹਨਾਂ ਦੇ ਘਰ ਜਾਣ ਦਾ ਪਾਕਿਸਤਾਨ ਮੌਕਾ ਮਿਲਿਆ ਜੀ, ਲਹਿੰਦੇ ਪੰਜਾਬ ਦੇ ਵਿੱਚ। ਫਰਕ ਕੋਈ ਨਹੀਂ ਜੀ, ਪਿਆਰਾਂ ਸਤਿਕਾਰਾਂ ਦੀ ਕੋਈ ਸਰਹੱਦ ਨਹੀਂ ਹੁੰਦੀ, ਖੁਸ਼ਬੂਆਂ ਦਾ ਕੋਈ ਦੇਸ਼ ਨਹੀਂ ਹੁੰਦਾ। ਇਸੇ ਤਰ੍ਹਾਂ ਅਮਰ ਭੱਟੀ ਜਦੋਂ ਗੁਰੂ ਫਤਿਹ ਬੁਲਾਉਂਦਾ ਨਾ, ਤਾਂ ਉਹਨੂੰ ਬਦਲਵੇਂ ਅੰਦਾਜ਼ ਦੇ ਵਿੱਚ ਵਾਲੇਕਮ ਸਲਾਮ ਕਹਿਣ ਨੂੰ ਮੱਲੋ ਮੱਲੀ ਦਿਲ ਕਰਦਾ। ਇਨੀ ਦਿਨੀ ਰੋਜ਼ੇ ਚੱਲ ਰਹੇ ਆ, ਸੋ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਸਾਡੇ ਇਸਲਾਮਿਕ ਭਾਈਚਾਰੇ ਨਾਲ ਸੰਬੰਧਿਤ ਜਿਹੜੇ ਭੈਣਾਂ ਭਰਾ ਨੇ, ਉਹਨਾਂ ਦੇ ਰੋਜ਼ੇ ਜਿਹੜੇ ਮੁਬਾਰਕ ਹੋਣ। ਅਗਲੇ 1-2 ਦਿਨਾਂ ਦੇ ਵਿੱਚ ਜਿਹੜਾ ਈਦ ਵਾਲਾ ਚੰਦ ਆ, ਉਹ ਦਿਖਣਾ ਸ਼ੁਰੂ ਹੋ ਜਾਣਾ, ਤੇ ਅਸੀਂ ਉਸ ਦਿਨ ਦੀ ਉਸੇ ਤਰ੍ਹਾਂ ਹੀ ਉਡੀਕ ਕਰਦੇ ਹਾਂ ਜਦ ਸਾਡੇ ਮੁਸਲਮਾਨ ਭਰਾ ਵੇਟ ਕਰਦੇ ਆ। ਪ੍ਰਮਾਤਮਾ ਕਰੇ ਏਦਾਂ ਚੜ੍ਹਦੀ ਕਲਾ 'ਚ ਰਹਿਣ, ਸਾਡਾ ਪਿਆਰ ਸਤਿਕਾਰ, ਸਾਡਾ ਇਤਫਾਕ ਜਿਹੜਾ ਉਹ ਇਸੇ ਤਰ੍ਹਾਂ ਬਣਿਆ ਰਹੇ। ਦੋਨਾਂ ਪੰਜਾਬਾਂ ਦੀ ਸ਼ਾਨ ਜਿਹੜੀ ਇਸ ਗੱਲ ਦੇ ਵਿੱਚ ਹੈ ਕਿ ਅਸੀਂ ਇੱਕ ਦੂਜੇ ਨੂੰ ਕਿੱਦਾਂ ਹੱਸ ਕੇ, ਕਿੱਦਾਂ ਵਧੀਆ ਢੰਗ ਦੇ ਨਾਲ ਗਲਵੱਕੜੀ ਪਾ ਕੇ ਮਿਲਦੇ ਆ। ਸਾਡੇ ਇੱਧਰ ਹੱਥ ਪਹਿਲਾਂ ਮਿਲਾਉਂਦੇ ਆ, ਲੇਕਿਨ ਲਹਿੰਦੇ ਪੰਜਾਬ ਦੇ ਵਿੱਚ ਪਹਿਲਾਂ ਗਲਵੱਕੜੀ ਪਾਉਂਦੇ ਆ, ਦਿਲਾਂ ਨਾਲ ਦਿਲ ਮਿਲਦੇ ਆ, ਫਿਰ ਉਹ ਹੱਥ ਮਿਲਾਉਂਦੇ ਆ। ਇਹ ਗੱਲ ਬੜੀ ਖੂਬਸੂਰਤ ਆ ਜੀ, ਮਾਸ਼ਾ ਅੱਲਾ, ਮਾਲਕ ਦੀ ਜਾਤ ਪਰਮਾਤਮਾ ਵਾਹਿਗੁਰੂ ਜੀ ਮੁਹੱਬਤਾਂ ਕਾਇਮ ਰੱਖੇ ਹਮੇਸ਼ਾ, ਆਮੀਨ। ਦੁਬਾਰਾ ਜੀ। ਕਮੈਂਟ ਆਇਆ ਜੀ ਬਾਈ ਆਮੀਨ ਜੀ ਦਾ। ਆਮੀਨ ਆਮੀਨ। ਜੀ ਆਮੀਨ। ਤੇ ਇਧਰ ਨਾਲ ਰਣਜੀਤ ਸਿੰਘ ਜੀ ਬਾਈ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਤੇ ਉਹਨਾਂ ਨੇ ਇੱਕ ਹੋਰ ਕਮੈਂਟ ਕੀਤਾ, ਇਨਸ਼ਾ ਅੱਲਾ ਆਮੀਨ ਭਾਜੀ, ਆਮੀਨ ਜੀ। ਜੀ ਅੱਛਾ, ਮੈਂ ਵਿੱਚ ਰੌਲੇ 'ਚ ਭੁੱਲ ਨਾ ਜਾਵਾਂ, ਕਿਉਂਕਿ ਤੁਸੀਂ ਵੀ ਜਾਣਦੇ ਹੋ ਜਿਹੜਾ ਆਪਣੇ ਮੁੰਡਾ ਜਸਦੀਪ ਸਿੰਘ ਧਨੋਆ, ਇਹ ਲੱਡੂ ਖਿਲਾਉਣ ਦਾ ਮਾਰਾ ਹੁਣੇ ਪੱਕਾ ਹੋਇਆ, ਪਰ ਲੇਕਿਨ ਏਦਾਂ ਆ ਵੀ ਹੈਮਿਲਟਨ ਤੱਕ ਹੀ ਰਹਿ ਗਿਆ। ਉੱਥੇ ਲੋਕਾਂ ਨੂੰ ਲੱਡੂ ਬਥੇਰੇ ਖਿਲਾਤੇ, ਲੇਕਿਨ ਨਾ ਤਾਂ ਡੋਨੇਡਨ ਲੱਡੂ ਪਹੁੰਚੇ ਤੇ ਨਾ ਹੀ ਆਕਲੈਂਡ ਵਾਲਿਆਂ ਕੋਲ ਪਹੁੰਚੇ ਆ। ਕੋਈ ਗੱਲ ਨਹੀਂ ਜੀ, ਆਪਾਂ ਆ ਰਹੇ ਹਾਂ ਅਗਲੇ ਵੀਕ, ਇਹਨੂੰ ਸੱਦਦੇ ਆ ਤੇ ਇਹ ਤੋਂ ਲੱਡੂ ਖਾਣੇ ਆ। ਭਾਜੀ ਥੋੜਾ ਹੁਣ ਅੱਗੇ ਵਧਦੇ ਆ। ਤੁਸੀਂ ਬੱਬਰ ਸ਼ੇਰ ਤੋਂ ਕੰਗਾਰੂ ਬਣੇ, ਆਸਟ੍ਰੇਲੀਆ ਦੀ ਤੁਸੀਂ ਗੱਲਬਾਤ ਕੀਤੀ। ਹੁਣ ਜੀ ਮੈਨੂੰ ਇਹ ਦੱਸੋ ਵੀ ਬੱਬਰ ਸ਼ੇਰ ਕੰਗਾਰੂ ਦਾ ਬਣ ਗਿਆ ਸੀ, ਕੰਗਾਰੂ ਤੋਂ ਜੀ ਕੀਵੀ ਬਣਨ ਦਾ ਸਬੱਬ ਕਿਵੇਂ ਬਣਿਆ? ਇਹ ਬੜੀ ਇੰਟਰਸਟਿੰਗ ਸਟੋਰੀ ਆ ਜੀ। ਮੇਰੇ ਇੱਕ ਬਹੁਤ ਪਿਆਰੇ ਮਿੱਤਰ ਆ, ਅਸੀਂ ਉੱਥੇ ਆਸਟ੍ਰੇਲੀਆ 'ਚ ਮੁਲਾਕਾਤ ਹੋਈ ਸੀ, ਤੀਰਥ ਸਿੰਘ ਅਟਵਾਲ, ਜਿਹੜੇ ਕਿ ਇੰਡੋ ਸਪਾਈਸ ਵਰਲਡ ਅਟਵਾਲ ਫੈਮਿਲੀ ਦੇ ਕਾਰੋਬਾਰ ਆ ਜਿਹੜੇ। ਸੋ ਉਹਨਾਂ ਦੀ ਮਾਸੀ ਦੇ ਬੇਟੇ ਰਘਵੀਰ ਸਿੰਘ ਜੇਪੀ, ਜਿਹੜੇ ਕਿ ਉਨੀ ਦਿਨੀ ਮੈਲਬਨ ਗਏ ਹੋਏ ਸਨ, ਤੇ ਇੱਥੋਂ ਤੀਰਥ ਸਿੰਘ ਅਟਵਾਲ ਹੋਣੀ ਕਹਿੰਦੇ ਵੀ ਮੇਰੀ ਮਾਸੀ ਦੇ ਬੇਟੇ ਮੈਲਬਨ ਗਏ ਆ, ਤੁਸੀਂ ਉਹਨਾਂ ਨੂੰ ਮਿਲ ਕੇ ਆਓ ਤਾਂ ਕਿ ਉਹਨਾਂ ਦਾ ਆਸਟ੍ਰੇਲੀਆ ਦੇ ਵਿੱਚ ਦਿਲ ਲੱਗ ਜਾਏ। ਜਿਵੇਂ ਅਕਸਰ ਨਿਊਜ਼ੀਲੈਂਡ ਤੋਂ ਬਹੁਤ ਸਾਰੇ ਪੰਜਾਬੀ ਤੁਹਾਨੂੰ ਪਤਾ ਆਸਟ੍ਰੇਲੀਆ ਜਾਂਦੇ ਰਹਿੰਦੇ ਆ, ਤੇ ਅਸੀਂ ਉਹਨਾਂ ਨੂੰ ਮਿਲਣ ਮੈਲਬਨ ਗਏ, ਤੇ ਉਹਨਾਂ ਦਾ ਵੀ ਦਿਲ ਉੱਥੇ ਮੈਲਬਨ 'ਚ ਖਾਸ ਲੱਗਾ ਨਹੀਂ। ਉਹ ਕਹਿੰਦੇ ਯਾਰ ਜੇ ਹੋ ਸਕਿਆ ਆਪਾਂ ਨਾ ਨਿਊਜ਼ੀਲੈਂਡ ਰਹਿਣਾ। ਮੈਂ ਉਹਨਾਂ ਨੂੰ ਕਿਹਾ ਜੀ ਵੀ ਸਾਡੇ ਦੋਨਾਂ ਭਰਾਵਾਂ ਦੀ ਤਮੰਨਾ ਹੈ ਕਿ ਅਸੀਂ ਆਪਣੇ ਬਹੁਤੇ ਰਿਸ਼ਤੇਦਾਰ ਜਿਹੜੇ ਕੈਨੇਡਾ ਰਹਿੰਦੇ ਆ, ਸੋ ਅਸੀਂ ਕੈਨੇਡਾ ਜਿਹੜਾ ਉਹ ਸੈਟਲ ਹੋਣਾ ਹੈ ਅਗਲੇ 2-3 ਸਾਲ ਦੇ ਵਿੱਚ, ਜਿੱਦਾਂ ਹੀ ਛੋਟੇ ਬ੍ਰਦਰ ਦੀ ਡਿਗਰੀ ਕੰਪਲੀਟ ਹੋ ਗਈ। ਸੋ ਇਨ ਦਾ ਮੇਨ ਟਾਈਮ ਕੀ ਹੋਇਆ ਕਿ ਤੀਰਥ ਹੋਣਾ ਨੇ ਇੱਥੇ ਬਹੁਤ ਸਾਡਾ ਜਾਣਿਆ ਪਛਾਣਿਆ ਪਰਿਵਾਰ ਆ, ਤੁਸੀਂ ਵੀ ਉਹਨਾਂ ਨੂੰ ਬਹੁਤ ਲਾਗਿਓਂ ਜਾਣਦੇ ਆ, ਜਗੈਤ ਫੈਮਿਲੀ, ਭਾਜੀ ਅਮਰੀਕ ਸਿੰਘ ਹੋਣੀ, ਤੇ ਉਹਨਾਂ ਦੇ ਸਿਸਟਰ ਦੀ ਸ਼ਾਦੀ ਜਿਹੜੀ ਆ ਉਹ ਮੇਰੇ ਛੋਟੇ ਬ੍ਰਦਰ ਦੇ ਨਾਲ, ਲੱਕੀ ਸੈਣੀ ਦੇ ਨਾਲ ਹੋ ਗਈ, ਤੇ ਵਿਚੋਲਾ ਜਿਹੜਾ ਉਹ ਸਾਡਾ ਭਰਾ ਤੀਰਥ ਸਿੰਘ ਅਟਵਾਲ ਸੀ। ਸੋ ਉਹਦੇ ਨਾਲ ਫਿਰ ਸਾਰੇ ਪਰਿਵਾਰ ਨੂੰ ਜਦੋਂ ਏਦਾਂ ਲੱਗਿਆ ਕਿ ਮਾਂ-ਬਾਪ ਦੇ ਲਈ ਇੱਥੇ ਇਮੀਗ੍ਰੇਸ਼ਨ ਨੀਤੀ ਉਨੀ ਦਿਨੀ ਬਹੁਤ ਸੌਖੀ ਹੁੰਦੀ ਸੀ। ਹੁਣ ਦੇ ਸਮੇਂ ਵਾਂਗ ਜਿਹੜੀਆਂ ਹਾਕਮ ਸਰਕਾਰਾਂ ਇੰਨੀਆਂ ਸਖਤ ਨਹੀਂ ਸੀ, ਉਦੋਂ ਬਹੁਤ ਨਰਮ ਸੀਗੀਆਂ ਨੀਤੀਆਂ। ਸੋ ਅਸੀਂ ਉਹਨਾਂ ਕਿਸਮਤ ਵਾਲੇ ਲੋਕਾਂ ਵਿੱਚੋਂ ਇੱਕ ਆ, ਜਦੋਂ ਫਿਰ ਅਸੀਂ ਦੋਨਾਂ ਭਰਾਵਾਂ ਨੇ ਇਹ ਫੈਸਲਾ ਲੈ ਲਿਆ ਕਿ ਅਸੀਂ ਨਾ ਤਾਂ ਕੈਨੇਡਾ ਰਵਾਂਗੇ, ਨਾ ਹੀ ਆਸਟ੍ਰੇਲੀਆ ਰਵਾਂਗੇ, ਬਲਕਿ ਖੂਬਸੂਰਤ ਮੁਲਕ ਨਿਊਜ਼ੀਲੈਂਡ 'ਚ ਰਵਾਂਗੇ, ਜਿੱਥੇ ਸਾਡੇ ਮਾਂ-ਬਾਪ, ਸਾਡੀ ਭੈਣ ਜਿਹੜੀ ਆ
ਉਹ ਸੁਖਾਲੀ ਵਧੀਆ ਪ੍ਰਵਾਸੀ ਨੀਤੀ ਕਰਕੇ ਆਉਣ ਦੇ ਵਿੱਚ ਤੇ ਪੱਕੇ ਕਾਗਜ਼ਾਂ ਦੀ ਜਿਹੜੀ ਖੈਰ ਆ ਉਹ ਸਾਨੂੰ ਛੇਤੀ ਨਾਲ ਪੈ ਗਈ, ਜਿਸ ਕਰਕੇ ਵੀ ਮੁਲਕ ਦਾ ਜਿਹੜਾ ਸਬੱਬ ਜੀ ਉਹ ਬਣ ਗਿਆ। ਵੈਸੇ ਆਪਾਂ ਆਮ ਤੌਰ ਤੇ ਕਹੀਦਾ ਵੀ ਰੱਬ ਬਣਾਵੇ ਸਬੱਬ, ਲੇਕਿਨ ਰੱਬ ਦੇ ਬੰਦੇ ਜਿਹੜੇ ਆ ਇਹਨਾਂ ਸਬੱਬਾਂ ਨੂੰ ਬਣਾਉਣ ਦੇ ਵਿੱਚ ਉਹਨਾਂ ਦਾ ਯੋਗਦਾਨ ਵੀ ਘੱਟ ਨਹੀਂ ਹੁੰਦਾ। ਭਾਜੀ ਬੜੀ ਵਧੀਆ ਗੱਲ ਕਹੀ ਆ। ਮੈਂ ਸਵਾਲ ਉੱਠ ਖੜਿਆ, ਤੁਹਾਨੂੰ ਪਤਾ ਮੈਂ ਗੱਲਾਂ ਜੀ ਬਾਤਾਂ ਦੇ ਵਿੱਚੋਂ ਸਵਾਲ ਕੱਢ ਲੈਣਾ। ਜੀ ਤੁਸੀਂ ਕੰਗਾਰੂ ਤੋਂ ਕੀਵੀ ਬਣੇ, ਤੁਸੀਂ ਗੱਲ ਕੀਤੀ ਕਿ ਨੀਤੀਆਂ ਬੜੀਆਂ ਸੌਖੀਆਂ ਸੀ ਉਸ ਸਮੇਂ ਦੇ ਵਿੱਚ। ਹੁਣ ਹਾਂਜੀ ਸਾਡੇ ਬਹੁਤ ਸਾਰੇ ਪ੍ਰਵਾਸੀ ਭੈਣ ਭਰਾ ਹਿੰਦੁਸਤਾਨ ਦੇ ਵਿੱਚ ਫਸੇ ਹੋਏ ਨੇ, ਉਹਨਾਂ ਦੇ ਲਈ ਹਰ ਰੋਜ਼ ਜਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਨੇ। ਮੈਂ ਥੋੜਾ ਜਿਹਾ ਉਹ ਚੱਲਿਆ, ਕੀ ਮਹਿਸੂਸ ਕਰਦੇ ਹੋ ਨੀਤੀਆਂ ਇੰਨੀਆਂ ਸਖਤ ਕਿਉਂ ਹੋਈਆਂ, ਕਿੱਥੇ ਕਮੀਆਂ ਸੀ? ਨਾ ਕਿਉਂਕਿ ਇਨਸਾਫੀ ਤੁਹਾਡੇ ਜਿਹੜੀ ਦੇਖੋ। ਕੀਵੀ ਨਾਮੇ ਦੇ ਹਾਂਜੀ ਨਾਲ ਹੀ ਜੁੜਦੀ ਮਿਰਜੀ ਗੱਲ ਹੈ। ਬਿਲਕੁਲ। ਇਹ ਕਿਵੇਂ ਇੰਨਾ ਚੇਂਜ ਕਿਵੇਂ ਆ ਗਿਆ? ਸਰਕਾਰ ਦੀ ਨੀਤੀਆਂ 'ਚ ਇੰਨਾ ਫਰਕ ਕਿਵੇਂ ਆਇਆ? ਕੀ ਕਾਰਨ ਮੰਨਦੇ ਹੋ? ਦੇਖੋ ਕੁਛ ਤਾਂ ਜਿਹੜੀ ਮੁਲਕ ਦੀ ਇਕਨੋਮੀ ਆ ਨਾ, ਉਹਨੂੰ ਜਿਹੜੇ ਚਲਾਉਣ ਵਾਲੇ ਲੋਕ ਆ, ਜਿਹੜੇ ਥਿੰਕ ਟੈਂਕ ਆ, ਉਹਨਾਂ ਦੀ ਸੋਚ ਤੇ ਬਹੁਤ ਡਿਪੈਂਡ ਕਰਦਾ। ਹੁੰਦਾ ਕੀ ਆ, ਕਈ ਵਾਰ ਜਿਹੜੇ ਅਸੀਂ ਜ਼ਿਮੀਂਦਾਰ ਲੋਕ ਆ, ਅਸੀਂ ਅਕਸਰ ਇਸ ਗੱਲ ਨੂੰ ਬਹੁਤ ਲਾਗਿਓਂ ਦੇਖਦੇ ਆ। ਫਸਲ ਜਿਹੜੀ ਆ ਚੰਗੀ ਭਲੀ ਹੋ ਰਹੀ ਹੁੰਦੀ ਆ, ਫਸਲ ਦੇ ਝਾੜ ਦੀ ਬੜੀ ਉਮੀਦ ਹੁੰਦੀ ਆ, ਲੇਕਿਨ ਬਦਕਿਸਮਤੀ ਨਾਲ ਕਈ ਵਾਰੀ ਉਹਦੇ ਵਿੱਚ ਕਾਂਗਿਆਰੀ ਵੀ ਉੱਗ ਪੈਂਦੀ ਆ। ਕੁਛ ਦੋਸ਼ ਤਾਂ ਉਹਨਾਂ ਲੋਕਾਂ ਦਾ ਵੀ ਆ ਜਿਨ੍ਹਾਂ ਨੇ ਇਸ ਨੀਤੀ ਨੂੰ ਗਲਤ ਤਰੀਕੇ ਦੇ ਨਾਲ ਇਹਦਾ ਦੁਰਉਪਯੋਗ ਕਰਕੇ ਇਸ ਮੁਲਕ ਦੇ ਵਿੱਚ ਰੈਜ਼ੀਡੈਂਸੀਆਂ ਹਾਸਲ ਕੀਤੀਆਂ। ਇੱਕ ਇਹ ਵੀ ਫੈਕਟਰ ਹੈਗਾ, ਭਾਵੇਂ ਕਿ ਬਹੁਤ ਵੱਡਾ ਫੈਕਟਰ ਨਹੀਂ, ਲੇਕਿਨ ਹੈ ਜ਼ਰੂਰ। ਦੂਜੀ ਗੱਲ ਜਿਹੜੀ ਮੈਂ ਮਹਿਸੂਸ ਕਰਦਾ, ਗਲੋਬਲ ਪੱਧਰ ਦੇ ਉੱਤੇ ਬਹੁਤ ਕੁਝ ਨਵਾਂ ਵਾਪਰਦਾ, ਉਹਨੂੰ ਲੈ ਕੇ ਕਿਸੇ ਵੀ ਮੁਲਕ ਦੀਆਂ ਜਿਹੜੀਆਂ ਅੰਤਰਰਾਸ਼ਟਰੀ ਨੀਤੀਆਂ ਜਾਂ ਪ੍ਰਵਾਸੀ ਨੀਤੀਆਂ ਉਹ ਬਹੁਤ ਪ੍ਰਭਾਵਿਤ ਹੁੰਦੀਆਂ। ਹਾਲਾਂਕਿ ਹੁਣ ਤੋਂ ਪਹਿਲਾਂ ਤੱਕ ਨਿਊਜ਼ੀਲੈਂਡ ਬਹੁਤ ਜ਼ਿਆਦਾ ਪ੍ਰਭਾਵਿਤ ਰਿਹਾ ਆਸਟ੍ਰੇਲੀਆ ਦੀਆਂ ਪ੍ਰਵਾਸੀ ਨੀਤੀਆਂ ਤੋਂ, ਲੇਕਿਨ ਜਦੋਂ ਹੁਣ ਦੇਖਦੇ ਹਾਂ ਤਾਂ ਹੁਣ ਕੰਮ ਉਲਟ ਹੋ ਗਿਆ। ਹੁਣ ਆਸਟ੍ਰੇਲੀਆ ਨੇ ਫਰਜ਼ ਕਰੋ ਨਰਮ ਕਰਤੇ ਬਾਰਡਰ, ਲੇਕਿਨ ਨਿਊਜ਼ੀਲੈਂਡ ਨੇ ਸਖਤ ਕੀਤੇ ਹੋਏ ਆ। ਹੁੰਦਾ ਕੀ ਆ, ਜਦੋਂ ਪਹਿਲੀਆਂ ਦੇ ਵਿੱਚ ਇੱਕ ਦੂਸਰੇ ਤੇ ਦੋਸ਼ ਇਹ ਲਾਇਆ ਜਾਂਦਾ ਸੀ ਵੀ ਦੇਖੋ ਜੀ ਸਾਡੀ ਤਾਂ ਗੱਠਜੋੜ ਵਾਲੀ ਸਰਕਾਰ ਆ ਤੇ ਵਿੰਸਟਨ ਪੀਟਰਸ ਜਿਹੜੇ ਆ ਉਹ ਸਾਨੂੰ ਇਸ ਗੱਲੋਂ ਰੋਕਦੇ ਆ ਕਿ ਅਸੀਂ ਨਰਮ ਨੀਤੀਆਂ ਬਣਾਈਏ। ਲੇਕਿਨ ਦੁੱਖ ਵਾਲੀ ਗੱਲ ਉਦੋਂ ਹੋਈ ਜਦੋਂ ਉਸ ਵਕਤ ਸੱਤਾ ਦੇ ਵਿੱਚ ਜਿਹੜੀ ਨੈਸ਼ਨਲ ਪਾਰਟੀ ਬਣੀ ਹੋਈ ਸੀ, ਉਹਨਾਂ ਨੇ ਪ੍ਰਵਾਸੀਆਂ ਬਾਰੇ ਕੋਟਾ ਜਦੋਂ ਤੈਅ ਕਰਨਾ ਸੀ ਉਹਦੇ ਵਿੱਚ ਸਖਤੀ ਕੀਤੀ, ਔਰ ਉਹਨਾਂ ਦੇ ਮੁਕਾਬਲੇ ਉਸ ਕੋਟੇ ਨੂੰ ਹੋਰ ਸਖਤ ਕਰਨ ਦੀ ਗੱਲ ਲੇਬਰ ਨੇ ਕੀਤੀ, ਜਿੱਥੋਂ ਇਹ ਮੁੱਢ ਵੱਜ ਗਿਆ। ਦੂਜੀ ਗੱਲ ਜਿਹੜੀ ਮੈਂ ਮਹਿਸੂਸ ਕਰਦਾ, ਜਿਹੜੀਆਂ ਪਾਲਿਸੀਜ਼ ਹਰੇਕ ਵਰੇ ਰਿਵਿਊ ਕੀਤੀਆਂ ਜਾਂਦੀਆਂ ਸੀ ਜਾਂ 2 ਸਾਲ ਬਾਅਦ ਰਿਵਿਊ ਕੀਤੀਆਂ ਜਾਂਦੀਆਂ ਸੀ। ਮੈਂ ਉਦਾਹਰਨ ਦੇ ਤੌਰ ਤੇ ਮਾਪਿਆਂ ਦੀ ਕੈਟਾਗਰੀ ਦੀ ਗੱਲ ਕਰ ਲੈਣਾ, ਪੇਰੈਂਟਸ ਕੈਟਾਗਰੀ 3.5 ਸਾਲ ਤੋਂ ਵੱਧ ਹੋ ਗਿਆ ਨਰਿੰਦਰ ਵੀਰ, ਉਸ ਨੂੰ ਰਿਵਿਊ ਨਹੀਂ ਕੀਤਾ ਗਿਆ ਤੇ ਕੋਈ ਪੁੱਛਣ ਵਾਲਾ ਨਹੀਂ। ਇਹ ਜਿਹੜੀ ਗੱਲ ਆ, ਇਹ ਮੇਰੇ ਹਿਸਾਬ ਦੇ ਨਾਲ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਆ। ਐਮਨੈਸਟੀ ਇੰਟਰਨੈਸ਼ਨਲ ਵਰਗੀਆਂ ਜਿਹੜੀਆਂ ਏਜੰਸੀਆਂ ਉਹ ਇਸ ਮੁਲਕ ਦੇ ਵਿੱਚ ਚੁੱਪ ਚਪੀਤੇ ਆਪਣਾ ਕੰਮ ਕਰੀ ਜਾਂਦੀਆਂ, ਨਾ ਹੀ ਯੂਐਨਓ ਕੋ ਦਖਲ ਦਿੰਦੀ ਆ, ਨਾ ਹਿਊਮਨ ਰਾਈਟਸ ਵਾਲੇ ਦਖਲ ਦਿੰਦੇ ਆ। ਮੈਂ ਇਹਨੂੰ ਇਨਹਿਊਮਨ ਗਿਣਦਾ। ਮੈਨੂੰ ਲੱਗਦਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਇਹ। ਅੱਜ 2 ਥਾਵਾਂ ਦੇ ਉੱਤੇ ਮੈਨੂੰ ਨਵਜੰਮੇ ਬੱਚੇ ਦੇਖਣ ਜਾਣ ਦਾ ਮੌਕਾ ਮਿਲਿਆ। ਇੱਕ ਸਾਡੇ ਟੀਮ ਮੈਂਬਰ ਨੇ ਹਰਮੀਤ ਸਿੰਘ ਤੇ ਇੱਕ ਸਾਡੇ ਐਨਜ਼ੈਡ ਪੰਜਾਬੀ ਵੋਲੰਟੀਅਰ ਦੇ ਬਹੁਤ ਸਰਗਰਮ ਮੈਂਬਰ ਨੇ ਤੇਜੀ ਧਾਲੀਵਾਲ ਬਠਿੰਡੇ ਤੋਂ। ਹਾਂਜੀ, ਸੋ ਦੋਵਾਂ ਦੇ ਬੱਚੇ ਛੋਟੇ ਆ ਜੀ, ਔਰ ਤੁਸੀਂ ਯਕੀਨ ਨਹੀਂ ਕਰਨਾ, ਮੈਨੂੰ ਇਸ ਗੱਲ ਦਾ ਇੰਨਾ ਦੁੱਖ ਹੋਇਆ ਕਿ ਜਦੋਂ ਸਾਡੇ ਬੱਚੇ ਪੈਦਾ ਹੋਏ ਇਸ ਮੁਲਕ ਦੇ ਵਿੱਚ, ਉਹਨਾਂ ਦੇ ਨਾਨਾ ਨਾਨੀ, ਉਹਨਾਂ ਦੇ ਦਾਦਾ ਦਾਦੀ, ਉਹਨਾਂ ਦਾ ਸਾਥ ਮਿਲਿਆ ਉਹਨਾਂ ਨੂੰ। ਵਿਗਿਆਨਕ ਸੋਚ ਵੀ ਇਸ ਗੱਲ ਨੂੰ ਹਾਮੀ ਭਰਦੀ ਆ ਕਿ ਜਦੋਂ ਨਵਜੰਮੇ ਬੱਚੇ ਜਿਹੜੇ ਆਪਣੇ ਦਾਦਾ ਦਾਦੀ ਜਾਂ ਨਾਨਾ ਨਾਨੀ ਬਜ਼ੁਰਗਾਂ ਦੀ ਦੇਖਭਾਲ ਦੇ ਵਿੱਚ ਪਲਦੇ ਆ, ਉਹ ਦੋਨੇ ਤਰ੍ਹਾਂ ਦੇ ਸੱਭਿਆਚਾਰਾਂ ਨੂੰ ਜਾਂ ਫੈਮਿਲੀ ਵੈਲਿਊ ਸਿਸਟਮ ਨੂੰ ਜਾਂ ਹਾਊਸ ਰੂਲਸ ਨੂੰ ਬਹੁਤ ਵਧੀਆ ਢੰਗ ਨਾਲ ਅੱਗੇ ਵਧਾਉਂਦੇ ਆ। ਸਿੰਗਾਪੁਰ ਵਰਗੀਆਂ ਮੁਲਕ ਦੀਆਂ ਸਰਕਾਰਾਂ, ਜਿਹੜਾ ਏਸ਼ੀਅਨ ਮੁਲਕਾਂ ਦੇ ਵਿੱਚ ਪੈਂਦਾ, ਉਹ ਵੀ ਇਸ ਗੱਲ ਨੂੰ ਸੁਚੇਤ ਰੂਪ ਦੇ ਵਿੱਚ ਜਾਣਦੀਆਂ ਵੀ ਨਹੀਂ, ਜਦੋਂ ਨਵਾਂ ਬੱਚਾ ਪੈਦਾ ਹੁੰਦਾ ਉਸ ਵੇਲੇ ਜੱਚਾ ਤੇ ਬੱਚਾ ਦੋਵਾਂ ਨੂੰ ਫੈਮਿਲੀ ਸਪੋਰਟ ਦੀ ਲੋੜ ਹੁੰਦੀ ਆ, ਚਾਹੇ ਭਾਸ਼ਾ ਵੱਲੋਂ ਚਾਹੇ ਕਲਚਰ ਵੱਲੋਂ। ਲੇਕਿਨ ਇਸ ਮੁਲਕ ਨੇ ਇਸ ਗੱਲ ਦਾ ਵੀ ਖਿਆਲ ਨਹੀਂ ਕੀਤਾ। ਕੋਵਿਡ ਦਾ ਬਹਾਨਾ ਲਾ ਕੇ ਇੰਨਾ ਲੰਮਾ ਸਮਾਂ ਇਹਨਾਂ ਲੋਕਾਂ ਦੇ ਨਾਲ ਬੇਇਨਸਾਫੀ ਕੀਤੀ ਜਾ ਰਹੀ ਆ। ਹੁਣ ਅੱਜ ਅਸੀਂ ਜਿੱਥੇ ਇਕੱਠੇ ਹੋਏ ਸੀ, ਤੁਹਾਨੂੰ ਵੀ ਪਤਾ, ਬਹੁਤ ਵੱਡਾ ਇੱਕ ਮਾਰਚ ਹੋਇਆ ਜਿਹਦੇ ਵਿੱਚ ਜਿਹੜੇ ਆਫਸ਼ੋਰ ਸਟਕ ਮਾਈਗ੍ਰੈਂਟ ਸਾਡੇ ਭੈਣਾਂ ਭਰਾ ਜਿਨ੍ਹਾਂ ਦੇ ਵੀਜ਼ੇ ਐਕਸਪਾਇਰ ਹੋ ਚੁੱਕੇ ਨਰਿੰਦਰ ਵੀਰ, ਜਿਹੜੇ ਵਿਚਾਰੇ ਬਿਲਕੁਲ ਜੈਨੂਇਨ ਰੀਜ਼ਨ ਕਰਕੇ ਆਪਣੇ ਮਾਂ-ਬਾਪ ਨੂੰ ਮਿਲਣ ਦੇ ਲਈ, ਕਿਸੇ ਦੁੱਖ ਸੁੱਖ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਵਾਪਸ ਆਪਣੇ ਵਤਨ ਨੂੰ ਗਏ। ਇਕੱਲੇ ਸਾਡੇ ਪੰਜਾਬੀ ਭੈਣਾਂ ਭਰਾ ਨਹੀਂ, ਹੋਰਾਂ ਮੁਲਕਾਂ ਦੇ ਲੋਕ ਬਹੁਤ ਆ। ਲੇਕਿਨ ਸਰਕਾਰ ਨੇ ਆਪਣੀ ਮਰਜ਼ੀ ਨਾਲ ਉਹਨਾਂ ਨੂੰ ਅੰਦਰ ਮੁੜ ਕੇ ਨਹੀਂ ਆਉਣ ਦਿੱਤਾ, ਬਾਰਡਰ ਬੰਦ ਕਰ ਦਿੱਤੇ। ਉਹਦੇ ਵਿੱਚ ਉਹਨਾਂ ਦਾ ਤਾਂ ਕਸੂਰ ਹੀ ਕੋਈ ਨਹੀਂ। ਸੋ ਸਾਰਾ ਕਸੂਰ ਉਹਨਾਂ ਦਾ ਕੱਢ ਕੇ ਹੁਣ ਜਿੰਨੇ ਪੋਲੀਟੀਕਲ ਬੰਦੇ ਆ, ਚਾਹੇ ਆਪੋਜੀਸ਼ਨ ਪਾਰਟੀਆਂ, ਚਾਹੇ ਨਾਨ ਪੋਲੀਟੀਕਲ ਲੌਬਿੰਗ ਕਰਨ ਵਾਲੇ ਬੰਦੇ ਆ, ਉਹਨਾਂ ਵਿੱਚੋਂ ਕਈ ਲੋਕ ਉਹਨਾਂ ਦੇ ਹਮਦਰਦ ਹੈਗੇ ਆ। ਮੀਡੀਆ ਵਿੱਚੋਂ ਵੀ ਤੁਹਾਡੇ ਵਰਗੇ ਸਵੇਰ ਦੇ ਲੋਕ ਜਿਹੜੇ ਆ, ਉਹ ਲਗਾਤਾਰ, ਮੈਨੂੰ ਯਾਦ ਆ ਮੈਨੂੰ ਕਿੱਦਾਂ ਈਮੇਲਸ ਦੇ ਵਿੱਚ ਉਹ ਲੈਟਰ ਆਉਂਦੇ ਰਹੇ, ਕਿੱਦਾਂ ਅਸੀਂ ਜਾ ਕੇ ਫਰਜ਼ ਕਰ ਲਓ ਭਾਵੇਂ ਸਿਰ ਵਿੱਚੋਂ ਪੂਣੀ ਕੱਤੀ, ਲੇਕਿਨ ਅਸੀਂ ਜਿੰਨਾ ਕੁ ਹੋ ਸਕਿਆ ਉਹਨਾਂ ਲੋਕਾਂ ਨੂੰ, ਆਪਣੇ ਭੈਣਾਂ ਭਰਾਵਾਂ ਨੂੰ ਮਿਲੇ, ਉਹਨਾਂ ਦੇ ਦੁੱਖ ਦਰਦ ਨੂੰ ਦੇਖਿਆ। ਔਰ ਬਿਆਨ ਕਰਨ ਤੋਂ ਬਾਹਰ ਆ ਜੀ, ਜਿਹੜੀਆਂ ਉਹਨਾਂ ਦੀਆਂ ਕਹਾਣੀਆਂ, ਕਈ ਵਾਰ ਅਸੀਂ ਸੋਚੀਦਾ ਕਿ ਯਾਰ ਇਹ ਲੋਕ ਆਮ ਰੂਟੀਨ ਦੇ ਵਿੱਚ ਕਿੱਦਾਂ ਜੀਂਦੇ ਹੋਣਗੇ,
ਇਹਨਾਂ ਦੀਆਂ ਰਾਤਾਂ, ਇਹਨਾਂ ਦੇ ਦਿਨ, ਇਹਨਾਂ ਦੇ ਪਰਿਵਾਰ, ਇਹਨਾਂ ਦੇ ਦੁੱਖ ਸੁੱਖ ਜਿਹੜੇ ਆ, ਹਰ ਵੇਲੇ ਉਹਨਾਂ ਦੇ ਦਿਮਾਗ 'ਚ ਇੱਕੋ ਸੋਚ ਰਹਿੰਦੀ ਆ ਕਿ ਸਾਡੇ ਨਾਲ ਏਡਾ ਵੱਡਾ ਧੱਕਾ ਕਿਉਂ। ਸੋ ਉਹ ਧੱਕਾ ਲਗਾਤਾਰ ਜਾਰੀ ਆ ਜੀ, ਲੇਕਿਨ ਇਹ ਆ ਕਿ ਅਸੀਂ ਜੰਗ ਹਾਰਨੀ ਨਹੀਂ, ਆਪਾਂ ਜੰਗ ਜਾਰੀ ਰੱਖਣੀ ਆ। ਉਮੀਦ ਜਿਹੜੀ ਆ ਉਹ ਕਦੀ ਵੀ, ਦੇਖੋ ਹਰੇਕ ਹਨੇਰੀ ਰਾਤ ਤੋਂ ਬਾਅਦ ਸਵੇਰਾ ਹੁੰਦਾ ਜ਼ਰੂਰ ਆ। ਸੋ ਮੈਨੂੰ ਉਮੀਦ ਹੈਗੀ ਆ ਕਿ ਕਿਤੇ ਨਾ ਕਿਤੇ ਚਾਹੇ ਐਰਕਾ ਸਟੈਨਫੋਰਡ ਦੇ ਨਾਲ ਸਾਡੀਆਂ ਗੱਲਾਂ ਬਾਤਾਂ ਹੁੰਦੀਆਂ, ਚਾਹੇ ਡੇਵਿਡ ਸੀਮੋਰ ਦੇ ਨਾਲ ਹੁੰਦੀਆਂ, ਸਮਾਜ ਦੇ ਵਿੱਚ ਇਹ ਸਾਡੇ ਭੈਣ ਭਰਾ ਜਿਹੜੇ ਆ ਇਹ ਬਰਾਬਰ ਦੇ ਹੱਕਦਾਰ ਆ। ਜਿੰਨੇ ਹੱਕਦਾਰ ਤੁਸੀਂ ਤੇ ਮੈਂ, ਇੰਨੇ ਹੀ ਹੱਕਦਾਰ ਸਾਡੇ ਆਫਸ਼ੋਰ ਸਟੱਕ ਮਾਈਗ੍ਰੈਂਟਸ ਵੀ ਹੈਗੇ ਆ। ਅੱਜ ਨਹੀਂ ਤੇ ਕੱਲ, ਤੇ ਕੱਲ ਨਹੀਂ ਤੇ ਪਰਸੋਂ ਸਰਕਾਰ ਦੇ ਕੰਨਾਂ ਤੇ ਜੂੰ ਸਰਕਣੀ ਚਾਹੀਦੀ ਆ। ਜੀ, ਬਹੁਤ ਵਧੀਆ ਗੱਲ ਕੀਤੀ ਆ ਭਾਜੀ। ਥੋੜਾ ਆਫ ਦਾ ਟਰੈਕ ਹੋ ਗਏ ਸੀ, ਪਰ ਗੱਲ ਜਿਹੜੀ ਸੀਗੀ ਜ਼ਰੂਰੀ ਸੀਗੀ, ਕਿਉਂਕਿ ਬਹੁਤ ਸਾਰੇ ਲੋਕ ਇਸ ਚੀਜ਼ ਨੂੰ ਪੁੱਛਦੇ ਨੇ, ਬਹੁਤ ਸਾਰੇ ਸਵਾਲ ਉੱਠਦੇ ਨੇ। ਤੁਸੀਂ ਬੜੇ ਸੁਹਿਰਦ ਤਰੀਕੇ ਨਾਲ ਤੇ ਬੜੀ ਉਹਦੇ ਨਾਲ ਡਿਟੇਲ ਦੇ ਨਾਲ ਇਸ ਚੀਜ਼ ਦੀ ਜਾਣਕਾਰੀ। ਵਾਪਸ ਤੁਹਾਡੇ ਵੱਲ ਆਉਂਦੇ ਆ। ਕੀਵੀ ਬਣ ਗਏ ਕਰਾਰੂ ਤੋਂ, ਤਾਂ ਸ਼ੁਰੂਆਤ ਕਿੱਦਾਂ ਦੀ ਰਹੀ? ਸਭ ਤੋਂ ਪਹਿਲਾਂ ਸ਼ੁਰੂਆਤ ਕਾਫੀ ਸਟਰਗਲ ਵਾਲੀ ਸੀ ਜੀ, ਮੈਂ ਐਵੇਂ ਕਹਾਂ, ਕਿਉਂਕਿ ਸਾਡੇ ਘਰ ਦੇ ਵਿੱਚ ਪ੍ਰਮਾਤਮਾ ਨੇ ਇੱਕ ਬਹੁਤ ਪਿਆਰੀ ਬੱਚੀ ਸਾਨੂੰ 2001 ਦੇ ਵਿੱਚ ਉਹਦਾ ਜਨਮ ਹੋਇਆ। ਉਹ ਸਿਰਫ 1 ਮਹੀਨੇ ਦੀ ਸੀ ਜਦੋਂ ਇੰਡੀਆ ਤੋਂ ਅਸੀਂ ਸਾਰੇ ਇਕੱਠੇ ਤੁਰੇ ਫਿਰ ਪੇਪਰ ਵਰਕ ਕਰਕੇ, ਕਿਉਂਕਿ ਆਸਟ੍ਰੇਲੀਆ ਤਾਂ ਅਸੀਂ ਦੋਵੇਂ ਭਰਾ ਹੀ ਸੀਗੇ, ਲੇਕਿਨ ਫਿਰ ਵਾਪਸ ਇੰਡੀਆ ਜਾ ਕੇ ਵਿਆਹ ਕਰਾ ਕੇ ਪੇਪਰ ਵਰਕ ਕਰਦਿਆਂ ਆਪਣੀ ਧਰਮ ਪਤਨੀ ਦਾ ਤੇ ਮਾਂ-ਬਾਪ ਦਾ, ਭੈਣ ਜੀ ਹੁਣਾਂ ਦਾ, ਸਾਰਿਆਂ ਦਾ ਪੇਪਰ ਵਰਕ ਕਰਦਿਆਂ ਕਾਫੀ ਸਮਾਂ ਲੱਗ ਗਿਆ। ਤੇ ਉਸ ਸਮੇਂ ਦੇ ਦੌਰਾਨ ਸਾਡੇ ਘਰ ਪਿਆਰੀ ਬੱਚੀ ਪੈਦਾ ਹੋਈ, ਜਿਹੜੀ ਅੱਜ ਕੱਲ੍ਹ ਕੈਂਸਰ ਰਿਸਰਚ ਦੇ ਵਿੱਚ ਮਹਾਰਾਜ ਨੂੰ ਤੌਫੀਕ ਬਖਸ਼ੇ, ਤਲੀਮ ਬਖਸ਼ੇ, ਤਾਂ ਕਿ ਉਹ ਇਨਸਾਨੀਅਤ ਦੀ ਸੇਵਾ ਕਰ ਸਕੇ। ਉਹਦਾ ਜਨਮ ਹੋਇਆ ਜੀ। ਜਦੋਂ ਉਹਦਾ ਜਨਮ ਹੋ ਗਿਆ ਤੇ ਫਿਰ ਘਰ ਦੀ ਸਾਰੀ ਸਿਚੁਏਸ਼ਨ ਜਿਹੜੀ ਬਦਲ ਜਾਂਦੀ ਜਦੋਂ ਬੱਚਾ ਹੁੰਦਾ। ਤੇ ਅਸੀਂ ਜਦੋਂ ਇੱਥੇ ਆਏ ਜੀ, ਤੇ ਮੈਨੂੰ ਨਾਈਟ ਸ਼ਿਫਟ ਦੇ ਵਿੱਚ ਜੌਬ ਮਿਲ ਗਈ। 12 ਘੰਟੇ ਦੀ ਸ਼ਿਫਟ ਹੁੰਦੀ ਸੀ ਜੀ ਉਹ, ਤੇ 12 ਘੰਟੇ ਨਰਿੰਦਰ ਵੀ ਰਾਤ ਨੂੰ ਕਾਫੀ ਹੈਵੀ ਕੰਮ ਕਰਕੇ ਫੋਰਡ ਮੋਟਰ ਕਾਰ ਕੰਪਨੀ ਤੇ ਹੁੰਦੀ ਸੀ। ਉਹਨਾਂ ਦਾ ਅਲੋਏ ਵੀਲ, ਜਿਹੜੇ ਰਿਮ ਬਣਦੇ ਟਾਇਰਾਂ ਦੇ, ਜਿਹੜੇ ਆਪਾਂ ਆਮ ਤੌਰ ਤੇ ਸ਼ੌਂਕ ਦੇ ਨਾਲ ਮੈਗ ਵੀਲ ਪਾਉਨੇ ਆ, ਉਹ ਮੈਗ ਵੀਲ ਜਿਹੜੇ ਆ ਉਸ ਪਲਾਂਟ ਦੇ ਵਿੱਚ ਮੈਂ ਕੰਮ ਕਰਦਾ ਸੀ, ਵੀਰੀ ਦੇ ਵਿੱਚ। ਤੇ ਉਹਦੇ ਵਿੱਚ ਹੁੰਦਾ ਕੀ ਸੀ ਵੀ ਦਿਨੇ ਜਦੋਂ ਮੈਂ ਸੌਣਾ, ਦਿਨੇ ਹੁਣ ਛੋਟੀ ਬੱਚੀ ਨੇ ਆਪਣੇ ਢੰਗ ਨਾਲ ਰੋਣਾ ਵੀ, ਤੇ ਹੋਰ ਵੀ ਕਾਰਵਾਈ ਪਾਉਣੀ। ਤੋ ਸਾਡੇ ਮਾਤਾ ਜੀ ਹੁਣਾਂ ਨੇ, ਮੇਰੇ ਜਿਹੜੇ ਵਾਈਫ ਸੀਗੇ, ਉਹਨਾਂ ਨੇ ਆ ਕੇ ਪੜ੍ਹਨਾ ਸ਼ੁਰੂ ਕਰਤਾ, ਟੀਚਿੰਗ ਦੀ ਡਿਗਰੀ ਕਰਨੀ ਸ਼ੁਰੂ ਕਰ ਦਿੱਤੀ। ਜਿਹੜੇ ਸਾਡੇ ਮਾਤਾ ਜੀ ਸੀ ਜਾਂ ਸਾਡੇ ਪੂਜਨੀਕ ਪਿਤਾ ਜੀ ਆ, ਉਹਨਾਂ ਦੀਆਂ ਅਸੀਸਾਂ ਸਾਨੂੰ ਹਾਸਲ ਨੇ, ਹੁਣ ਵੀ ਹਾਸਲ ਨੇ, ਪ੍ਰਮਾਤਮਾ ਕਰੇ ਉਹ ਚੜ੍ਹਦੀ ਕਲਾ 'ਚ ਰਹਿਣ। ਉਹਨਾਂ ਨੇ ਬੜੀ ਸੰਘਰਸ਼ ਦੇ ਨਾਲ ਫਿਰ ਉਹਨਾਂ ਨੂੰ ਬੱਚਿਆਂ ਨੂੰ ਪਾਲਿਆ ਜੀ। ਸੋ ਬਾਅਦ ਵਿੱਚ ਆ ਕੇ 2 ਬੱਚੇ ਸਾਡੇ ਹੋਏ, 2 ਬੱਚੇ ਛੋਟੇ ਭਰਾ ਦੇ ਹੋਏ। ਅਸੀਂ ਸਾਂਝੇ ਪਰਿਵਾਰ ਦੇ ਵਿੱਚ ਰਹਿੰਦੇ ਹਾਂ। ਉਹ ਸਾਰੀਆਂ ਜਿਹੜੀਆਂ ਪ੍ਰਾਪਤੀਆਂ ਕੀਤੀਆਂ, ਹੈਵੀ ਕੰਮ ਕੀਤੇ। ਮੈਨੂੰ ਯਾਦ ਆ $9.40 ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਮੇਰੀ ਪਹਿਲੀ ਜੌਬ ਸੀਗੀ ਜੀ। ਤੇ ਫਿਰ ਜਲਦੀ ਮੈਂ ਜਦੋਂ 3 ਮਹੀਨੇ ਦਾ ਪ੍ਰੋਬੇਸ਼ਨ ਪੀਰੀਅਡ ਪੂਰਾ ਕੀਤਾ, ਫਿਰ ਉਹ $12 ਘੰਟੇ ਦੇ ਹੋ ਗਿਆ ਜੀ। ਤੇ ਉਹਨਾਂ ਦਿਨਾਂ ਦੀ ਗੱਲ ਆ ਜਦੋਂ $2.18 ਪਰ ਮਿੰਟ ਦੀ ਕਾਲ ਹੁੰਦੀ ਸੀ, ਜਦੋਂ ਇੰਡੀਆ ਨੂੰ ਗੱਲ ਕਰਨੀ ਹੁੰਦੀ ਸੀ। ਹੁਣ ਤਾਂ ਲੋਕ ਫ੍ਰੀ 'ਚ ਗੱਲ ਕਰਦੇ ਆ, ਚੰਗੀ ਗੱਲ ਆ, ਲੇਕਿਨ ਚੁਣੌਤੀਆਂ ਸੀਗੀਆਂ ਜੀ, ਉਹ ਵੱਖਰੀਆਂ ਚੁਣੌਤੀਆਂ ਸੀਗੀਆਂ। ਇੰਟਰਨੈਟ ਕੋਈ ਨਹੀਂ ਸੀਗਾ, ਮੋਬਾਈਲ ਕਿਸੇ ਕੋਲ ਹੁੰਦਾ ਸੀ। ਕਿਸੇ ਕੋਲ ਜੇ ਮੋਬਾਈਲ ਹੋਣਾ ਵੀ ਤਾਂ ਉਹ ਬੜੀ ਵੱਡੀ ਗੱਲ ਸਮਝੀ ਜਾਂਦੀ ਸੀ ਕਿ ਫਲਾਣਾ ਬੰਦੇ ਕੋਲ ਮੋਬਾਈਲ ਆ ਬਈ। ਉਹਦੀ ਦਿਨੀ ਪੇਜਰ ਹੁੰਦੇ ਸੀ ਜ਼ਿਆਦਾਤਰ ਲੋਕਾਂ ਕੋਲ, ਜਿਹੜੇ ਪ੍ਰੋਫੈਸ਼ਨਲਸ ਵੀ ਸੀਗੇ, ਡਾਕਟਰਸ, ਨਰਸਾਂ। ਤੇ ਪਰ ਜ਼ਿੰਦਗੀ ਸਾਦੀ ਸੀ, ਚੰਗੀ ਸੀ। ਅਸੀਂ ਹਫ਼ਤੇ ਅੰਤ ਦੌਰਾਨ ਗੁਰੂ ਘਰਾਂ ਦੇ ਬਹਾਨੇ, ਜਿਹੜੇ ਗੁਰਦੁਆਰਾ ਜਾਂ ਸਾਡੇ ਉਹ ਰਿਲੀਜੀਅਸ ਕੰਗਰੀਗੇਸ਼ਨ ਤਾਂ ਚਲੋ ਹੈ ਹੀ, ਬਾਬੇ ਦੀ ਕਿਰਪਾ ਨਾ, ਉਹ ਸੋਸ਼ਲ ਮੀਟਿੰਗ ਪੁਆਇੰਟਸ ਵੀ ਸੀਗੇ। ਉੱਥੇ ਫਿਰ ਆਪਣੇ ਸੰਗੀਆਂ ਸਾਥੀਆਂ ਨੂੰ ਮਿਲਣਾ, ਕਈ ਪੁਰਾਣੇ ਬੰਦੇ ਮਿਲਣੇ ਕਾਲਜ ਸਮੇਂ ਦੇ ਜਾਂ ਆਪਣੇ ਨਗਰ ਦੇ, ਗਰਾਂ ਦੇ, ਜਿਨ੍ਹਾਂ ਦੇ ਨਾਲ ਤੁਸੀਂ ਜ਼ਿੰਦਗੀ ਦੇ ਔਖੇ ਸੌਖੇ ਵਕਤ ਗੁਜ਼ਾਰੇ ਹੁੰਦੇ ਆ। ਸੋ ਇੱਕ ਦੂਸਰੇ ਦੇ ਸਹਾਰੇ ਬਣ ਕੇ ਜਿਹੜੇ ਨਵੇਂ ਮਾਈਗ੍ਰੈਂਟ ਸੀ, ਉਹਨਾਂ ਨੇ ਸਮਾਂ ਗੁਜ਼ਾਰਿਆ। ਲੇਕਿਨ ਇੰਨਾ ਸੀ ਕਿ ਅਸੀਂ ਸਾਰੇ ਪਰਮਾਨੈਂਟ ਰੈਜ਼ੀਡੈਂਟ ਸੀਗੇ। ਇਸ ਗੱਲ ਦਾ ਹੌਸਲਾ ਬਹੁਤ ਸੀ। ਕਿਆ ਬਾਤ ਹੈ ਜੀ ਭਾਜੀ। ਤੁਸੀਂ ਆਪਣਾ ਸ਼ੁਰੂਆਤ ਦੀ ਡਿਸਕਸ ਕੀਤੀ। ਤੁਹਾਡਾ ਜਿਹੜੇ ਸ਼ੌਂਕ ਨੇ ਭੰਗੜੇ ਦੇ, ਹਿੰਦੁਸਤਾਨ ਤੋਂ ਨੇ, ਮੈਨੂੰ ਇਸ ਗੱਲ ਦਾ ਪਤਾ। ਬਾਕੀ ਤੁਹਾਡੀ ਸੰਗਤ ਜਿਹੜੀ ਸੀਗੀ ਇੱਥੇ ਆ ਕੇ, ਅਮਰੀਕ ਭਾਜੀ ਢੋਲ ਦੇ ਬੜੇ ਤਕੜੇ ਸ਼ੌਕੀਨ ਸੀ। ਸੱਭਿਆਚਾਰ ਦੇ ਨਾਲ ਜੁੜਦੇ ਰੇਡੀਓ ਵੱਲ ਕਿਵੇਂ ਵਧੇ? ਮੈਂ ਜਦੋਂ ਫੈਕਟਰੀ 'ਚ ਕੰਮ ਕਰਦਾ ਸੀ ਜੀ, ਮੁੜ ਕੇ ਮੇਰੀ ਡੇ ਸ਼ਿਫਟ ਦੇ ਵਿੱਚ ਫਿਸ਼ਰਨ ਪਾਈਕਲ ਦੇ ਵਿੱਚ ਮੈਨੂੰ ਜੌਬ ਮਿਲ ਗਈ। ਜੌਬ ਬਹੁਤ ਵਧੀਆ ਸੀ, ਮੈਂ ਐਵੇਂ ਕਹਾਂ, 4 ਪੈਸੇ ਵੀ ਜੇਬ 'ਚ ਆਉਂਦੇ ਸੀ। ਮੈਂ ਜਦੋਂ ਮੰਗਲਵਾਰ ਨੂੰ ਭਾਜੀ ਨੇ 104.6 FM ਦੇ ਉੱਤੇ ਪ੍ਰੋਗਰਾਮ ਕਰਨਾ, ਤੇ ਮੈਨੂੰ ਮਸ਼ੀਨ ਤੇ ਬੈਠੇ ਨੂੰ ਸਾਡੇ ਫੋਰਮੈਨ ਨੇ ਉਹ ਟੂਟੀਆਂ ਲਾ ਕੇ ਜਿਹੜਾ ਪੰਜਾਬੀ ਪ੍ਰੋਗਰਾਮ ਸੁਣਨ ਦੀ ਕਦੀ ਵੀ ਆਗਿਆ ਨਹੀਂ ਸੀ ਦਿੱਤੀ, ਕਿਉਂਕਿ ਜ਼ਬਾਨ ਹੋਰ ਸੀ, ਪੰਜਾਬੀ ਜ਼ਬਾਨ ਦੇ ਵਿੱਚ ਪ੍ਰੋਗਰਾਮ ਚੱਲਦਾ ਹੁੰਦਾ ਸੀ। ਤਾਂ ਉਹਨੇ ਕਹਿਣਾ ਨਹੀਂ, ਤੁਸੀਂ ਏਦਾਂ ਨਹੀਂ ਲਾ ਸਕਦੇ ਫੈਕਟਰੀ ਦੇ ਪ੍ਰੋਡਕਸ਼ਨ ਫਲੋਰ ਦੇ ਉੱਤੇ। ਤੇ ਠੀਕ ਆ, ਰੂਲ ਤਾਂ ਰੂਲ ਆ।
ਲੇਕਿਨ ਮੈਨੂੰ ਇਹ ਗੱਲ ਮਹਿਸੂਸ ਹੋਣੀ ਕਿ ਮੈਂ ਅਸਲ ਦੇ ਵਿੱਚ ਕਿਸੇ ਹੋਰ ਕਾਰਜ ਲਈ ਬਣਿਆ, ਭਾਵੇਂ ਕਿ ਮੇਰੀ ਕੁਆਲੀਫਿਕੇਸ਼ਨ ਜਿਹੜੀ ਹੈ ਉਹ ਕਦੇ ਵੀ ਪੰਜਾਬੀ ਜ਼ਬਾਨ ਦੀ ਨਹੀਂ ਰਹੀ, ਲੇਕਿਨ ਪੰਜਾਬੀ ਜ਼ਬਾਨ ਜਿਹੜੀ ਮੈਂ ਆਸਟ੍ਰੇਲੀਆ ਆ ਕੇ ਸਿੱਖੀ, ਜਾਂ ਮੇਰੀ ਮਾਂ ਦੀ ਕਿਰਪਾ ਇਹ, ਤੇ ਫਿਰ ਮੈਂ ਪੜ੍ਹਨਾ ਕਾਫੀ ਸ਼ੁਰੂ ਕੀਤਾ ਜੀ। ਉਸ ਦੌਰ ਦੇ ਵਿੱਚ ਮੈਨੂੰ ਮਹਿਸੂਸ ਹੋਇਆ ਕਿ ਅਸਲ 'ਚ ਭਾਈ ਵੀਰ ਸਿੰਘ ਹੁਣੀ ਜਾਂ ਈਵਨ ਸ਼ਹੀਦ ਆਜ਼ਮ ਭਗਤ ਸਿੰਘ ਉਹਨਾਂ ਦੀਆਂ ਲਿਖਤਾਂ ਜਿਹੜੀਆਂ ਬਾਅਦ ਵਿੱਚ ਕਿਤਾਬੀ ਰੂਪ 'ਚ ਛਪੀਆਂ, ਸੋ ਉਸ ਤੋਂ ਬਾਅਦ ਅੰਮ੍ਰਿਤਾ ਪ੍ਰੀਤਮ ਹੁਣਾਂ ਨੂੰ, ਬਲਵੰਤ ਗਾਰਗੀ ਹੁਣਾਂ ਨੂੰ, ਸੁਰਜੀਤ ਪਾਤਰ ਸਾਹਿਬ ਨੂੰ, ਡਾਕਟਰ ਜਗਤਾਰ ਨੂੰ, ਦਲੀਪ ਕੌਰ ਟਵਾਣਾ ਜੀ ਨੂੰ, ਪ੍ਰੋਫੈਸਰ ਕੁਲਵੰਤ ਸਿੰਘ ਉਹਨਾਂ ਨੂੰ, ਪ੍ਰੋਫੈਸਰ ਪੂਰਨ ਸਿੰਘ ਉਹਨਾਂ ਨੂੰ, ਸੋ ਇਹਨਾਂ ਨੂੰ ਮੈਂ ਪੜ੍ਹਨਾ ਸ਼ੁਰੂ ਕੀਤਾ, ਰਘੁਵੀਰ ਸਿੰਘ ਸਿਰਜਣਾ ਉਹਨਾਂ ਨੂੰ, ਜਸਵੰਤ ਦੀਦ ਉਹਨਾਂ ਨੂੰ। ਹਾਂਜੀ, ਸੋ ਮੈਨੂੰ ਲੱਗਿਆ ਕਿ ਨਹੀਂ ਯਾਰ, ਪੰਜਾਬੀ ਜਿਹੜਾ ਸੱਭਿਆਚਾਰ ਆ, ਜਿਹੜਾ ਪੰਜਾਬੀ ਲੋਕਾਂ ਦੀ ਜੀਵਨ ਜਾਚ ਆ, ਜਦੋਂ ਤੁਸੀਂ ਕਿਸੇ ਚੀਜ਼ ਤੋਂ ਦੂਰ ਚਲੇ ਜਾਂਦੇ ਨਰਿੰਦਰ ਵੀਰ, ਉਹ ਚੀਜ਼ ਤੁਹਾਨੂੰ ਨਹੀਂ ਖਿੱਚ ਪਾਉਂਦੀ ਆ। ਸੋ ਜਿਵੇਂ ਜਿਵੇਂ ਮੈਂ ਪੰਜਾਬ ਤੋਂ ਦੂਰ ਹੁੰਦਾ ਗਿਆ, ਤਿਵੇਂ ਤਿਵੇਂ ਮੈਨੂੰ ਅਹਿਸਾਸ ਹੋਇਆ ਕਿ ਨਹੀਂ ਯਾਰ, ਕੋਈ ਨਾ ਕੋਈ ਚੀਜ਼ ਜਿਹੜੀ ਆ ਉਹ ਮੇਰੀ ਸ਼ਖਸੀਅਤ ਦੇ ਵਿੱਚੋਂ ਗੁੰਮ ਹੋ ਗਈ, ਉਹ ਮਨਫੀ ਹੋ ਗਈ, ਜਦੋਂ ਕਿ ਮਨਫੀ ਹੋਣੀ ਨਹੀਂ ਚਾਹੀਦੀ, ਉਹ ਤਾਂ ਪਰਛਾਵੇਂ ਵਾਂਗ ਨਾਲ ਨਾਲ ਤੁਰਨੀ ਚਾਹੀਦੀ ਆ ਨਾ, ਚਾਹੇ ਤੁਸੀਂ ਕਿਤੇ ਵੀ ਰਹੋ, ਕਿਉਂਕਿ ਯੂ ਕੈਨ ਟੇਕ ਪੀਪਲ ਆਊਟ ਆਫ ਦਾ ਕੰਟਰੀ ਬਟ ਯੂ ਕਾਂਟ ਟੇਕ ਕੰਟਰੀ ਆਊਟ ਆਫ ਦਾ ਪੀਪਲ। ਤੋ ਉਦਾਂ ਹੀ ਹੋਇਆ ਜੀ, ਜਿਵੇਂ ਕੁਲਵੀਰ ਝੰਜਰ ਹੋਣੀ ਕਹਿੰਦੇ ਹੁੰਦੇ ਆ ਵੀ ਮੈਂ ਪਿੰਡ ਚੋਂ ਨਿਕਲ ਗਿਆ ਭਾਵੇਂ ਮੈਂ, ਲੇਕਿਨ ਮੇਰੇ ਅੰਦਰੋਂ ਪਿੰਡ ਨਹੀਂ ਨਿਕਲਦਾ, ਹਨਾ। ਸੋ ਸਾਡੇ ਸਾਰਿਆਂ ਦੇ ਅੰਦਰ ਕਿਤੇ ਨਾ ਕਿਤੇ ਉਹ ਪਿੰਡ ਵਸਦਾ ਹੁੰਦਾ, ਜਿਵੇਂ ਤੁਹਾਡੇ ਅੰਦਰ ਨਾਭਾ ਵਸਦਾ, ਅੱਜ ਵੀ ਤੁਹਾਡੀ ਪਲੇਟ ਜਿਹੜੀ ਉਹ ਨਵੈਤ ਆ। ਤੇ ਡੋਨੇਡਨ ਦੇ ਵਿੱਚ ਜਿਹੜੇ ਕੋਈ ਸਾਡੇ ਮਿੱਤਰ ਪਿਆਰੇ ਮਨਦੀਪ ਵਰਗੇ ਜਾਂ ਹੋਰ ਸੱਜਣ ਮਿਲਦੇ ਆ, ਉਹਨਾਂ ਨੂੰ ਖੁਸ਼ੀ ਹੁੰਦੀ ਜਦੋਂ ਤੁਸੀਂ ਮੋਹਰੇ ਛੂੰ ਕਰਕੇ ਲੰਘਦੇ ਆ। ਮੈਂ ਉਮੀਦ ਕਰਦਾ ਤੁਸੀਂ ਓਵਰ ਸਪੀਡ ਨਹੀਂ ਜਾਂਦੇ ਹੋਗੇ। ਉਹ ਕਹਿੰਦੇ ਵੀ ਸਾਨੂੰ ਬਹੁਤ ਖੁਸ਼ੀ ਹੁੰਦੀ ਜਦੋਂ ਨਾਭੇ ਵਾਲੀ ਪਲੇਟ ਅਸੀਂ ਦੇਖੀ ਦੀ ਆ, ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਕਿ ਅੱਛਾ ਯਾਰ ਵੀ ਆਪਣੇ ਭੈਣਾਂ ਭਰਾ ਸਾਡੇ ਇੱਥੇ ਵੀ ਜਿਹੜੇ ਐਸਟੈਬਲਿਸ਼ ਹੋ ਰਹੇ ਆ। ਸੋ ਉਹ ਦੌਰ ਆਇਆ ਜੀ, ਉਸ ਦੌਰ ਦੇ ਵਿੱਚ ਮੈਂ ਪੜ੍ਹਿਆ ਬਹੁਤ ਜੀ, ਮੈਂ ਆਪਣੀ ਨੀਂਦ ਦੀ ਕਟੌਤੀ ਕਰ ਦਿੱਤੀ, ਤੇ ਮੈਨੂੰ ਹੰਕਾਰ ਨਹੀਂ, ਲੇਕਿਨ ਇਸ ਗੱਲ ਦਾ ਫਖਰ ਅੱਜ ਵੀ ਮੈਂ ਪੜ੍ਹਦਾ ਬਹੁਤ ਹਾਂ ਜੀ। ਮੈਂ 5-5.5 ਘੰਟੇ ਸੌਣਾ, ਆਪਣੀ ਨੀਂਦ ਦੀ ਕਟੌਤੀ ਕਰਕੇ ਉਸ ਨੀਂਦ ਦੇ ਜਿਹੜੇ 2 ਘੰਟੇ ਜਾਂ 3 ਘੰਟੇ ਜਿਹੜੇ ਆਮ ਲੋਕ ਸੌਂਦੇ ਆ, ਉਹ ਮੈਂ ਭਾਈ ਕਾਹਨ ਸਿੰਘ ਨਾਭਾ ਜੀ ਦਾ ਮਹਾਨ ਕੋਸ਼ ਹੋ ਗਿਆ, ਜਾਂ ਹੋਰ ਏਦਾਂ ਦੀਆਂ ਲਿਖਤਾਂ ਆ, ਪੰਜਾਬ ਦੇ ਮੁਹਾਵਰੇ ਆ, ਅਖਾਣ ਆ, ਕਹਾਣੀਆਂ ਆ, ਨਾਨਕ ਸਿੰਘ ਜੀ ਦੇ ਨਾਵਲ ਆ, ਮੈਂ ਇਹਨਾਂ ਚੀਜ਼ਾਂ ਨੂੰ ਪੜ੍ਹਦਾ ਜੀ। ਉਹਦੇ ਵਿੱਚੋਂ ਰਾਮ ਸਰੂਪ ਅਣਖੀ ਜੀ ਦੇ ਨਾਵਲ ਆ, ਹਾਂਜੀ, ਇਹਨਾਂ ਦੇ ਵਿੱਚੋਂ ਜਿਹੜੀ ਪੰਜਾਬ ਦੀ ਰਹਿਤਲ ਆ, ਪੰਜਾਬ ਦੀ ਜੀਵਨ ਜਾਚ ਦਾ ਅਕਸ ਜਿਹੜਾ, ਉਹ ਤੁਹਾਨੂੰ ਸਹਿਜੇ ਹੀ ਪਤਾ ਲੱਗਦਾ। ਤੁਸੀਂ ਭਾਵੇਂ ਘੁੰਮਦੇ ਆਕਲੈਂਡ ਦੇ ਕਿਸੇ ਹਿੱਸੇ 'ਚ ਹੋਵੋ, ਲੇਕਿਨ ਤੁਸੀਂ ਜੀ ਰਹੇ ਹੁੰਦੇ ਉਹਨਾਂ ਪਲਾਂ ਨੂੰ ਜਿਹੜੇ ਮਾਲਵੇ ਦੇ ਕਿਸੇ ਪਿੰਡ ਦੇ ਵਿੱਚ ਜੱਸੀ ਸਰਪੰਚ ਨੇ ਸੋਨੇ ਦਾ ਕੜਾ ਪਾ ਕੇ ਬਿਤਾਏ ਹੁੰਦੇ ਆ ਨਾ। ਉਹ ਪ੍ਰਤਾਪੀ ਨਾਵਲ ਦੇ ਵਿੱਚ ਜਿਹੜੀ ਕਹੇ ਦੀ ਬਾਟੀ ਦੇ ਵਿੱਚ ਔਰਤ ਨੂੰ ਉਹ ਦਿਖਾਲਦਾ ਰਾਮ ਸਰੂਪ ਅਣਖੀ, ਉਹ ਤੁਹਾਡੇ ਸਾਹਮਣੇ ਅੱਖਾਂ ਦੇ ਸਾਹਮਣੇ ਉਹ ਪਾਤਰ ਜਿਹੜੇ ਉਹ ਜਿਉਂਦੇ ਹੁੰਦੇ ਆ। ਸੋ ਉਹਦੇ ਨਾਲ ਮਨ ਦੇ ਵਿੱਚ ਤਮੰਨਾ ਹੋਈ ਕਿ ਨਹੀਂ ਯਾਰ, ਮੈਂ ਜਿੰਨੀ ਕੁ ਗੁਜ਼ਾਰੇ ਜੋਗੀ ਜਾਣਕਾਰੀ ਹੈ ਮੇਰੇ ਕੋਲ, ਜਾਂ ਆਮ ਗਿਆਨ ਹੈ ਜਿਹਨੂੰ ਜਨਰਲ ਨੌਲੇਜ ਕਹਿ ਲਿਆ ਜਾਂਦਾ, ਵੀ ਉਹਦੇ ਬਿਹਾਫ ਤੇ ਮੈਂ ਵੀ ਗੱਲ ਕਰ ਸਕਦਾ। ਫਿਰ ਮੈਂ ਅਮਰੀਕ ਭਾਈ ਦਾ ਮਿਹਨਤ ਤਾਲਾ ਕੀਤਾ, ਐਂਡ ਹੀ ਵਾਸ ਕਾਈਂਡ ਇਨਫ ਕਿ ਉਹਨਾਂ ਨੇ ਮੈਨੂੰ ਜਗ੍ਹਾ ਦਿੱਤੀ ਕਿ ਮੈਂ ਉਹਨਾਂ ਦੇ ਨਾਲ ਦੀ ਕੁਰਸੀ ਤੇ ਬੈਠ ਕੇ ਦੁਨੀਆ 'ਚ ਥੋੜ੍ਹਾ ਜਿਹਾ ਬੋਲਣ ਜੋਗਾ ਹੋ ਗਿਆ ਜੀ। ਇਹ ਉਹਨਾਂ ਦੀ ਮਿਹਰਬਾਨੀ ਆ ਜੋ ਅੱਜ ਮੈਂ ਤੁਹਾਡੇ ਨਾਲ ਗੱਲਾਂ ਕਰ ਰਿਹਾ। ਸੋ ਉਹਨਾਂ ਦਾ ਵਡੱਪਣ ਹੈ। ਕਿਆ ਬਾਤ ਹੈ ਭਾਜੀ। ਪਲੈਨਟ FM ਤੋਂ ਚੱਲਦੇ ਅਦਾਰਾ ਐਸਟੈਬਲਿਸ਼ ਕਰਨ ਦੀ ਗੱਲ ਹੋਈ, ਰੇਡੀਓ ਸਪਾਈਸ, ਜਿਹਦੀਆਂ ਕਿ ਅੱਜ ਪੂਰੇ ਸੰਸਾਰ ਦੇ ਵਿੱਚ ਧੂਮਾਂ ਨੇ, ਜਿਹਦੀ ਵਜ੍ਹਾ ਕਰਕੇ ਸਾਨੂੰ ਲੋਕ ਜਾਣਦੇ ਨੇ ਵੀ ਹਾਂ ਨਾਭੇ ਵਾਲਾ ਮੁੰਡਾ ਹੈਗਾ, ਆਕਲੈਂਡ ਤੋਂ ਡਨੇਡਨ ਤੱਕ ਆਇਆ, ਅਗਲੇ ਜਾਣਦੇ ਨੇ। ਰੇਡੀਓ ਸਪਾਈਸ ਜਿਹਨੇ ਸਾਨੂੰ ਪਹਿਚਾਣ ਦਿੱਤੀ, ਉਹਦਾ ਸਫ਼ਰ ਕਿਵੇਂ ਬਣਿਆ, ਕਿਵੇਂ ਦਿਲ ਕੀਤਾ ਕਿ ਇੱਕ ਪ੍ਰਾਈਵੇਟ ਚੈਨਲ ਦੇ ਉੱਤੇ ਪੇ ਕਰਕੇ ਤੁਸੀਂ ਜਿਹੜਾ ਸੀਗਾ ਸਲੋਟ ਲੈਂਦੇ ਸੀ, ਉੱਥੋਂ ਆਪਣਾ ਚੈਨਲ ਬਣਾਉਣ ਦੀ ਸਬੱਬ ਕਿਵੇਂ ਬਣਿਆ? ਜੀ, ਮੈਂ ਉਸ ਤੋਂ ਪਹਿਲਾਂ ਪਾਤਰ ਸਾਹਿਬ ਦੀ ਇੱਕ ਬਹੁਤ ਖੂਬਸੂਰਤ ਗੱਲ ਆ, ਮੈਂ ਉਹਦੇ ਨਾਲ ਸ਼ੁਰੂ ਕਰਨਾ ਚਾਹੂੰਗਾ। ਉਹ ਕਹਿੰਦੇ ਵੀ ਸੁਖਨਵਰ ਜਿਉਣ ਮਰ ਕੇ ਵੀ ਜਦੋਂ ਤੱਕ ਲਫ਼ਜ਼ ਜਿਉਂਦੇ ਨੇ, ਉਹ ਕੇਵਲ ਜਿਸਮ ਹੁੰਦੇ ਨੇ ਜੋ ਸਿਵਿਆਂ ਵਿੱਚ ਸੁਆਹ ਬਣਦੇ, ਜੋ ਲੋ ਮੱਥੇ 'ਚ ਫੁੱਟਦੀ ਹੈ ਉਹ ਅਸਲੀ ਤਾਜ ਹੁੰਦੀ ਹੈ, ਕਿ ਤੱਤੀ ਤਵੀ ਤੇ ਹੀ ਬੈਠ ਕੇ ਸੱਚੇ ਪਾਤਸ਼ਾਹ ਬਣਦੇ। ਸੋ ਹੁੰਦਾ ਕੀ ਅਸਲ ਦੇ ਵਿੱਚ, ਜਿਹੜੀ ਮੈਂ ਪਹਿਲਾਂ ਬੇਨਤੀ ਕੀਤੀ ਕਿ ਲਫ਼ਜ਼ਾਂ ਦੇ ਵਿੱਚ ਬਹੁਤ ਬਹੁਤ ਸ਼ਕਤੀ ਆ ਜੀ। ਇਹ ਅੱਖਰਾਂ ਦੀ ਲੋੜ ਜਿਹੜੀ ਆ ਬਾਬੇ ਨਾਨਕ ਨੇ ਸਾਨੂੰ ਬਖਸ਼ੀ, ਅਸੀਂ ਦੇਣਦਾਰ ਆ ਬਾਬੇ ਦੇ, ਕਿ ਦੁਨੀਆ ਦੇ ਹਰੇਕ ਖਿੱਤੇ 'ਚ ਵਸ ਕੇ, ਪੰਜਾਬ ਤੋਂ ਜਿੱਥੇ ਜਨਮ ਹੋਇਆ ਮੇਰਾ ਜਾਂ ਤੁਹਾਡਾ, ਉੱਥੋਂ ਅਸੀਂ ਲਗਭਗ 13,000 ਕਿਲੋਮੀਟਰ ਦੀ ਦੂਰੀ ਤੇ ਬੈਠ ਕੇ ਵੀ ਇਹਨਾਂ ਅੱਖਰਾਂ ਦੀ ਰੌਸ਼ਨੀ ਦੇ ਆਸਰੇ ਇੱਕ ਦੂਜੇ ਨੂੰ ਲੱਭ ਲੈਂਦੇ ਆ, ਇਸ ਦੁਨੀਆ ਨੂੰ ਪਛਾਣ ਲੈਂਦੇ ਆ। ਸਾਧ ਤੇ ਚੋਰ ਦਾ ਫਰਕ ਜਿਹੜਾ ਉਹ ਸਿੱਖ ਜਾਂਦੇ ਆ ਕਿਵੇਂ ਕਰਨਾ ਨਾ। ਸੋ ਇਹ ਜਿਹੜੀ ਸਮਝ ਆ, ਮੈਨੂੰ ਲੱਗਦਾ ਹੁੰਦਾ ਵੀ ਇਹ ਕਿਤੇ ਨਾ ਕਿਤੇ, ਜਦੋਂ ਇੱਕ ਵਾਰ ਫਿਰ ਮੈਂ ਸਮੁੱਚਤਾ ਦੇ ਸੰਕਲਪ ਤੇ ਆਊਂਗਾ, ਸਾਡੇ ਬਹੁਤ ਪਿਆਰੇ ਵੀਰ ਆ, ਵੀਰ ਹਰਪ੍ਰੀਤ ਹੈਪੀ ਤੇ ਗੁਰਸਿਮਰਨ ਮਿੰਟੂ, ਇਹ ਦੋਵੇਂ ਵੀਰ ਜਿਹੜੇ ਆ 990 ਦੇ ਉੱਤੇ ਕੰਮ ਕਰਦੇ ਸੀ, ਨਰਤੇਜ ਜੀ ਤੇ ਮੈਂ, ਅਸੀਂ 104.6 ਦੇ ਉੱਤੇ ਕੰਮ ਕਰਦੇ ਸੀ। ਸੋ ਸਾਡੀ ਕਦੇ ਕਦੇ ਮੁਲਾਕਾਤ ਹੋਣੀ, ਇਨੀ ਪ੍ਰੋਗਰਾਮ ਕਰਾਉਂਦੇ ਸੀ, ਬੜਾ ਖੂਬਸੂਰਤ ਨੱਚ ਲੈ ਗੱਲ ਹੈ।
ਤਾਂ ਉਹਦੇ ਵਿੱਚ ਸਾਡੀ ਮੁਲਾਕਾਤ ਹੋਈ ਇੱਕ ਦੋ ਵਾਰ। ਇਹਨਾਂ ਨੇ ਮੈਨੂੰ ਜ਼ਿੰਮਾ ਸੌਂਪਿਆ ਭੰਗੜੇ ਦੀ ਜੱਜਮੈਂਟ ਦਾ। ਉਦੋਂ ਜੀ। ਬਹੁਤ ਜ਼ਿਆਦਾ ਮਕਬੂਲੀਅਤ ਨਹੀਂ ਸੀ ਹੁੰਦੀ, ਬਹੁਤ ਜ਼ਿਆਦਾ ਭੰਗੜਾ ਪਾਉਣ ਵਾਲੇ ਜਾਂ ਕਬੱਡੀ ਵਾਲੇ ਲੋਕ ਇਸ ਮੁਲਕ 'ਚ ਨਹੀਂ ਹੁੰਦੇ ਸੀ। ਤਾਂ ਮੈਂ ਉਨੀ ਦਿਨ ਇੰਨਿਆਂ 'ਚ ਗਾਣਾ ਰਾਜਾ ਹੁੰਦਾ ਸੀ, ਜੇ ਕਿਤੇ ਕਬੱਡੀ ਹੋਣੀ ਤਾਂ ਉੱਥੇ ਕਮੈਂਟਰੀ ਮੈਂ ਕਰਦਾ ਹੁੰਦਾ ਸੀ। ਠੀਕ ਹੈ ਜੀ। ਹੁਣ ਤਾਂ ਸੁਖਨਾ ਲਹਿਰਾਂ ਬਹਿਰਾਂ ਲੱਗ ਗਈਆਂ, ਰੰਗ ਭਾਗ ਲੱਗ ਗਏ। ਤੇ ਉਹਨਾਂ ਦੌਰਾਂ ਦੇ ਵਿੱਚ ਉਹਨਾਂ ਨੂੰ ਲੱਗਿਆ ਕਿ ਨਹੀਂ ਯਾਰ, ਆਪਣੇ ਅੰਦਰ ਇਹ ਪੋਟੈਂਸ਼ੀਅਲ ਹੈਗਾ ਕਿ ਅਸੀਂ ਇੱਦਾਂ ਦਾ ਕੁਝ ਕਰ ਸਕਦੇ ਹਾਂ। ਸੋ LPFM ਦਾ ਉਹਨਾਂ ਨੇ ਬੜੀ ਰਿਸਰਚ ਕੀਤੀ, ਦੋਨਾਂ ਭਰਾਵਾਂ ਨੇ। ਉਸ ਤੋਂ ਬਾਅਦ ਸਾਡੀ ਨੰਬਰ 44 ਹੋਟੀਓ ਐਵਨਿਊ, ਜਿਹੜਾ ਨਵਤੇਜ ਉਹਨਾਂ ਦਾ ਨਿਵਾਸ ਸਥਾਨ ਆ, ਹੁਣ ਵੀ ਆ, ਚੌਥੀ ਪੀੜ੍ਹੀ ਵਾਲੇ ਰੰਧਾਵੇ। ਤੇ ਉੱਥੇ ਅਸੀਂ ਬਾਹਰ ਘਾਹ ਤੇ ਬਹਿ ਕੇ ਇਹਨੂੰ ਪਲਾਨ ਕੀਤਾ। ਤਾਂ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਗੱਲ ਚੱਲੀ ਤੇ ਫਿਰ ਅਸੀਂ ਚਾਰਾਂ ਨੇ ਬਹੁਤ ਯਤਨ ਕੀਤੇ ਜੀ। ਕਦੇ ਕਿਤੇ ਜਾ ਕੇ ਰਿਸਰਚ ਕਰਨੀ, ਕਦੇ ਕਿਸੇ ਨਾਲ ਮੱਥਾ ਮਾਰਨਾ। ਨੌਲੇਜ ਸਾਨੂੰ ਬਹੁਤੀ ਹੈ ਨਹੀਂ ਸੀ, ਕਿਉਂਕਿ ਅਸੀਂ ਚਾਰੇ ਹੀ ਜ਼ਿਮੀਂਦਾਰਾਂ ਦੇ ਵਿੱਚੋਂ, ਖੇਤ ਮਜ਼ਦੂਰਾਂ ਦੇ ਵਿੱਚੋਂ ਆਏ ਹੋਏ ਲੋਕ ਆ, ਮੱਧ ਵਰਗੀ ਪਰਿਵਾਰਾਂ ਵਿੱਚੋਂ ਆ ਤੇ ਮਿੱਟੀ ਨਾਲ ਜੁੜੇ ਹੋਏ ਆ। ਤੇ ਮੈਨੂੰ ਇਹ ਲੱਗਦਾ ਸੀ ਵੀ ਨਹੀਂ ਯਾਰ, ਇਹ ਬੜੀ ਤਕਨੀਕੀ ਜਿਹੀ ਗੱਲ ਆ, ਲੇਕਿਨ ਮਹਾਰਾਜ ਨੇ ਸਫਲਤਾ ਬਖਸ਼ੀ। ਆਮ ਸਰੋਤਿਆਂ ਦਾ ਪਿਆਰ ਬਹੁਤ ਮਿਲਿਆ ਤੇ ਤੁਹਾਡੇ ਵਰਗੇ ਜਿਹੜੇ ਟੀਮ ਮੈਂਬਰ ਸੀ, ਉਹ ਸ਼ੁਰੂਆਤੀ ਦੌਰ ਦੇ ਵਿੱਚ ਵੀ ਇਸੇ ਤਰ੍ਹਾਂ ਕਾਫਲਾ ਜਿਹੜਾ ਵੱਡਾ ਹੁੰਦਾ ਗਿਆ। 5 ਮਈ ਨੂੰ, ਹੁਣ 5 ਮਈ ਆਉਣੇ ਵਾਲੀ ਆ ਸੁੱਖ ਨਾਲ, ਅੱਜ 1 ਮਈ ਹੋ ਗਈ। 5 ਮਈ 2009 ਨੂੰ 11:37 ਤੇ ਪਹਿਲੀ ਵਾਰ ਰੇਡੀਓ ਤੋਂ ਮੈਂ ਬੋਲਿਆ ਸੀ ਜੀ। ਤੇ ਪਹਿਲੀ ਵਾਰ ਸਾਡਾ ਜਿਹੜਾ ਪਹਿਲਾ ਸਰੋਤਾ ਸੀ, ਉਹ ਵੀਰ ਹਰਪ੍ਰੀਤ ਹੈਪੀ ਸੀ। ਉਹਨੇ ਕਿਹਾ ਸੀ ਵੀ ਹਾਂਜੀ ਭਾਜੀ, ਆਵਾਜ਼ ਆ ਰਹੀ ਆ। ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ ਜੀ। ਤੁਹਾਡੇ ਚਿਹਰੇ ਦੀ ਰੌਣਕ ਦੱਸਦੀ ਹੈ ਕਿ ਉਹ ਦੁਬਾਰਾ ਫੇਰ ਉਹੀ ਜਲਾਓ ਤੁਹਾਡੇ ਚਿਹਰੇ ਤੇ ਦਿਖ ਰਿਹਾ ਕਿ ਸੈਟੀਸਫੈਕਸ਼ਨ। ਹੁਣ ਥੋੜਾ ਜਿਹਾ ਮੈਂ ਤੁਹਾਡੇ ਵੱਲ ਫੇਰ ਵੱਧਦਾ ਹੌਲੀ ਹੌਲੀ, ਕਿਉਂਕਿ ਮੈਂ ਆਉਣਾ ਕੀਵੀਨਾਮੇ ਦੇ ਆ, ਪਰ ਮੈਂ ਪਹਿਲਾਂ ਥੋੜੀ ਗੱਲ ਕਰ ਲਾਂ। ਪਰਮਿੰਦਰ ਸਿੰਘ ਸੈਣੀ ਤੋਂ ਜੀ ਪਰਮਿੰਦਰ ਸਿੰਘ ਪਾਪਾ ਟੋਟੋਏ ਬਣੇ, ਇਹ ਕਿਵੇਂ ਬਣਿਆ ਸਬੱਬ? ਬਸ ਉਹੀ ਗੱਲ ਹੈ ਜਿਹੜੀ ਗੁਰਦਾਸ ਹੋਣੀ ਕਹਿੰਦੇ ਸੀ ਵੀ ਜਿਹੜੇ ਮੁਲਕ ਦਾ ਖਾਈਏ ਉਹਦਾ ਬੁਰਾ ਨਹੀਂ ਮੰਗੀਦਾ। ਮੈਨੂੰ ਲੱਗਦਾ ਵੀ ਇਸ ਮੁਲਕ ਨੇ ਸਾਨੂੰ ਨਰਿੰਦਰ ਵੀਰ ਦਿੱਤਾ ਬਹੁਤ। ਅੱਜ ਵੀ ਮੇਰੇ ਪਿਤਾ ਜੀ ਦੀ ਉਮਰ ਜਿਹੜੀ 86 ਸਾਲ ਆ, ਸਾਡੇ ਮਾਤਾ ਜੀ ਦੀ ਉਮਰ ਲਗਭਗ 76 ਸਾਲ ਆ। ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਪਰਿਵਾਰਕ ਤੌਰ ਤੇ, ਸਿਹਤ ਪੱਖੋਂ, ਸਮਾਜਿਕ ਤੌਰ ਦੇ ਉੱਤੇ ਜਾਂ ਧਾਰਮਿਕ ਪੱਖ ਤੋਂ ਉਹਨਾਂ ਦੀ ਰੂਹ ਦੀ ਖੁਰਾਕ ਜੋ ਵੀ, ਉਹ ਸਾਰਾ ਪਾਪਾ ਟੋਇਡੋ ਨੇ ਦਿੱਤਾ ਜੀ। ਈਵਨ ਸਾਡੇ ਬੱਚਿਆਂ ਦੇ ਵਿਆਹ ਜਿਹੜੇ ਲੱਕੀ ਸੈਣੀ ਦਾ ਤੇ ਸਾਡੀ ਸਿਸਟਰ ਬੱਬੂ ਸੈਣੀ ਦਾ ਵਿਆਹ ਵੀ ਇੱਥੇ ਕੋਲਮਾ ਰੋਡ ਪਾਪਾ ਟੋਇਟੋ ਵਾਲੇ ਗੁਰੂ ਘਰ ਹੋਇਆ। ਬਹੁਤ ਫਲੈਕਸੀਬਿਲਿਟੀ ਤੇ ਬਹੁਤ ਤਰ੍ਹਾਂ ਦੀਆਂ ਮੋਹਲਤਾਂ ਤੇ ਖੁੱਲ੍ਹਾਂ ਤੇ ਹਮਾਇਤ ਜਿਹੜੀ ਆ, ਉਹ ਪਾਪਾ ਟੋਏ ਨੇ ਸਾਨੂੰ ਬਖਸ਼ੀ। ਕਿਉਂਕਿ ਸਾਡੇ ਵਿੱਚੋਂ ਬਹੁਤੇ ਜਿਹੜੇ ਆ ਅੱਜ ਭਾਵੇਂ ਕੋਈ ਕਿਸੇ ਇਲਾਕੇ 'ਚ ਆ, ਕੋਈ ਕਿਸੇ ਇਲਾਕੇ 'ਚ ਆ, ਲੇਕਿਨ ਬਹੁਤਿਆਂ ਦੀਆਂ ਜੜ੍ਹਾਂ ਜਿਹੜੀਆਂ ਉਹ ਪਾਪਾ ਟੋਏ 'ਚ ਹੀ ਆ। ਸੋ ਅੱਜ ਵੀ ਜਿਹੜਾ ਸਾਡਾ ਜੱਦੀ ਪੁਸ਼ਤੀ ਮਕਾਨ ਆ ਜੀ, ਜਿਵੇਂ ਪਹਿਲਾਂ ਮੈਂ ਜ਼ਿਕਰ ਕੀਤਾ ਵੀ ਪਿੰਡ ਸਤੌਰ ਆ ਹੁਸ਼ਿਆਰਪੁਰ ਦੇ ਵਿੱਚ, ਇਸ ਤਰ੍ਹਾਂ ਸਾਡਾ ਜਿਹੜਾ ਜੱਦੀ ਮਕਾਨ ਆ ਉਹ ਨੰਬਰ 20 ਮਿਲਾਨ ਰੋਡ ਪਾਪਾ ਟੋਏ ਦੇ ਵਿੱਚ ਆ। ਤੇ ਮੈਨੂੰ ਇਸ ਗੱਲ ਦਾ ਹਮੇਸ਼ਾ ਫਖਰ ਰਹਿੰਦਾ ਔਰ ਰਹੂਗਾ ਵੀ। ਪਰਮਾਤਮਾ ਨੇ ਬਹੁਤ ਵਧੀਆ ਦਿਨ ਦਿਖਾਏ। ਲੰਡਨ ਦਾ ਚੰਡੋਲ ਵੀ ਝੂਟ ਕੇ ਦੇਖ ਲਿਆ ਤੇ CN ਟਾਵਰ ਵੀ ਜਿਹੜਾ ਉੱਪਰਲੀ ਮੰਜ਼ਿਲ ਤੇ ਚੜ੍ਹ ਕੇ ਦੇਖ ਲਿਆ ਟੋਰਾਂਟੋ ਦੇ। ਤੇ ਲਗਭਗ 26 ਮੁਲਕਾਂ ਦੇ ਵਿੱਚ ਮੈਂ ਗਿਆ ਨਹੀਂ, ਲੇਕਿਨ ਮੈਨੂੰ ਅੱਜ ਵੀ ਪਾਪਾ ਟੋਏ ਬਹੁਤ ਪਿਆਰਾ ਆ। ਮੈਨੂੰ ਏਦਾਂ ਲੱਗਦਾ ਰਹਿੰਦਾ ਵੀ ਮੈਂ ਜੇ ਇੰਟਰਲੇਕਨ ਸਵਿਟਜ਼ਰਲੈਂਡ ਦੇ ਵਿੱਚ ਟੌਪ ਆਫ ਦਾ ਯੂਰਪ ਜੰਗਫਰਾਓ ਮਾਊਂਟੇਨ ਦੇ ਉੱਤੇ ਟਰੈਕਿੰਗ ਕਰ ਰਿਹਾ, ਤੇ ਫਿਰ ਵੀ ਮੈਨੂੰ ਪਾਪਾ ਟੋਏ ਦੀ ਸੇਂਟ ਜੋਰਜ ਸਟਰੀਟ ਜਿਹੜੀ ਆ ਉਹ ਉਨੀ ਸ਼ਿੱਦਤ ਨਾਲ ਹੀ ਯਾਦ ਆਉਂਦੀ ਆ, ਜਿਵੇਂ ਇੱਕ ਪਰਦੇਸੀ ਨੂੰ ਆਪਣੇ ਪਿੰਡ ਦਾ ਸੁਪਨਾ ਆਉਂਦਾ। ਕਿਆ ਬਾਤ ਹੈ ਜੀ ਭਾਜੀ। ਗੱਲਾਂ ਤੁਸੀਂ ਬੜੀਆਂ ਸੋਹਣੀਆਂ ਕਰ ਰਹੇ ਹੋ। ਸਫ਼ਰ ਥੋੜਾ ਹੌਲੀ ਹੌਲੀ ਅੱਗੇ ਵੱਧਦਾ ਹੋਇਆ ਅਸੀਂ ਚੱਲ ਰਹੇ ਹਾਂ। ਸੋ ਜੇਕਰ ਸਰੋਤਿਆਂ ਨੇ ਵੀ ਕਿਸੇ ਨੇ ਸਵਾਲ ਪੁੱਛਣਾ ਹੋਵੇ ਤਾਂ ਪਰਮਿੰਦਰ ਭਾਜੀ ਤੋਂ ਤੁਸੀਂ ਸਾਡੇ ਨਾਲ ਬਕਾਇਦਾ ਕਮੈਂਟਾਂ ਦੇ ਵਿੱਚ ਆ ਕੇ ਸਵਾਲ ਪੁੱਛ ਸਕਦੇ ਹੋ। ਹੁਣ ਥੋੜਾ ਅੱਗੇ ਵਧਦਾ ਭਾਜੀ, ਮੈਂ ਤੁਹਾਡੇ ਕੋਟ ਦੇ ਉੱਤੇ ਥੋੜੀ ਜਿਹੀ ਮੇਰੀ ਨਿਗਾਹ ਗਈ ਹੈ। ਇਹ ਚੀਜ਼ ਮੈਨੂੰ ਹਮੇਸ਼ਾ ਕਰਦੀ ਹੈ। ਥੋੜੇ ਜਿਹੇ ਬੈਚ ਸਾਨੂੰ ਦਿਖ ਰਹੇ ਨੇ, ਸੋ ਮੈਨੂੰ ਲੱਗਦਾ ਬਹੁਤ ਸਾਰੇ ਸਰੋਤੇ ਜਾਣਨਾ ਚਾਹੁੰਦੇ ਹੋਣਗੇ। ਥੋੜਾ ਸਾਨੂੰ ਇਹਨਾਂ ਦੇ ਬਾਰੇ ਐਕਸਪਲੇਨ ਕਰੋ। ਪਹਿਲਾਂ ਬੈਚਸ ਬਾਰੇ ਦੱਸੋ। ਮੈਨੂੰ ਲੱਗਦਾ ਅੱਜ ਇੱਕ ਬੈਚ ਘੱਟ ਵੀ ਹੈ। ਅੱਜ ਇੱਕ ਬੈਚ ਘੱਟ ਆ ਜੀ, ਉਹ ਮੈਂ ਉਹ ਤੁਹਾਨੂੰ ਪਤਾ ਮੈਂ ਕਿਉਂ ਘੱਟ ਲਾਇਆ, ਉਹਦੇ ਬਾਰੇ ਵੀ ਗੱਲ ਕਰਾਂਗੇ। ਪਰ ਤੁਸੀਂ ਸਾਨੂੰ ਜਿਹੜੇ ਆ ਬਰੌਜ ਲੱਗੇ ਇਹਨਾਂ ਬਾਰੇ, ਜਿਹੜਾ ਇਹ ਹੈ ਜੀ ਵਾਈਟ ਰਿਬਨ ਜਿਹੜਾ ਹੈਗਾ, ਇਹ ਜਿਹੜੀ ਔਰਤਾਂ ਦੇ ਖਿਲਾਫ ਹਿੰਸਾ ਹੁੰਦੀ ਸਮਾਜ ਦੇ ਵਿੱਚ, ਇਹ ਉਹਨੂੰ ਠੱਲ ਪਾਉਣ ਦੇ ਲਈ ਜਿਹੜੇ ਵਾਈਟ ਰਿਬਨ ਐਂਬੈਸਡਰਸ ਨੇ ਇਸ ਮੁਲਕ ਦੇ ਵਿੱਚ, ਪਰਮਾਤਮਾ ਦੀ ਕਿਰਪਾ ਦੇ ਨਾਲ ਮੈਂ ਉਹਨਾਂ ਵਿੱਚੋਂ ਇੱਕ ਹਾਂ ਜੀ। ਤੇ ਇੱਧਰੋਂ ਜੇ ਮੈਂ ਨਜ਼ਰ ਮਾਰਦਾ ਤੇ ਇਹ ਜਸਟਿਸ ਆਫ ਦਾ ਪੀਸ ਮਿਨਿਸਟਰੀ ਆਫ ਐਜੂਕੇਸ਼ਨ ਵੱਲੋਂ ਆ ਜੀ। ਉੱਪਰ ਵਾਲਾ ਜਿਹੜਾ ਕਰਾਊਨ ਲੱਗਾ ਹੋਇਆ ਇਹਦੇ ਉੱਤੇ ਸਾਡੇ ਬਹੁਤ ਸਾਰੇ ਪੰਜਾਬੀ ਭੈਣਾਂ ਭਰਾ ਜਿਹੜੇ ਹੁਣ ਜਸਟਿਸ ਆਫ ਦਾ ਪੀਸ ਨੇ ਉਹਨੂੰ ਜਾਣਦੇ ਨੇ। ਨੀਚੇ ਜਿਹੜਾ ਜੀ ਇਹ ਤੁਸੀਂ ਦੇਖ ਰਹੇ, ਇਹ ਸਾਡੇ ਜਿਹੜੇ ਤੁਸੀਂ ਜਾਣਦੇ ਹੋ ਕਿ ਮੈਂ ਡਿਸਟ੍ਰਿਕਟ ਕਮਾਂਡਰ ਦੇ ਨਾਲ ਐਡਵਾਈਜ਼ਰ ਹਾਂ ਪੁਲਿਸ ਦੇ ਵਿੱਚ। ਸੋ
ਸਾਡੇ ਜਿਹੜੇ ਪੁਲਿਸ ਵਾਲੇ ਬਹੁਤ ਭੈਣਾਂ ਭਰਾ ਜਿਹੜੇ ਲਾਈਨ ਆਫ ਡਿਊਟੀ ਦੇ ਉੱਤੇ ਸ਼ਹੀਦ ਹੋ ਗਏ, ਸੋ ਉਹਨਾਂ ਦੀ ਪਵਿੱਤਰ ਯਾਦ ਜਿਹੜੀ ਆ ਉਹ ਅਸੀਂ ਹਿੱਕ ਨਾਲ ਲਾ ਕੇ ਰੱਖਦੇ ਹਾਂ ਜੀ। ਅਸੀਂ ਉਹਨਾਂ ਨੂੰ ਸ਼ਿੱਦਤ ਨਾਲ ਯਾਦ ਕਰਦੇ ਹਾਂ। ਤੁਸੀਂ ਦੇਖਿਆ ਹੋਣਾ ਐਨਜ਼ੈਕ ਡੇ ਦੇ ਮੌਕੇ ਗਲੀ ਪੁਲੀ ਦੇ ਜਿਹੜੇ ਸ਼ਹੀਦ ਨੇ ਜਾਂ ਸਾਡੇ ਸਿੱਖ ਜਾਂ ਪੰਜਾਬੀ ਸ਼ਹੀਦ ਹੋਏ, ਅਸੀਂ ਪੋਪੀ ਫੁੱਲ ਜਿਹੜਾ ਉਹ ਹਿੱਕ ਤੇ ਲਾ ਕੇ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ। ਤੇ ਇਹ ਯਾਦ ਹਮੇਸ਼ਾ ਜਿੰਦੀ ਰਹਿਣੀ ਚਾਹੀਦੀ ਹੈ ਜੀ, ਕਿਉਂਕਿ ਤੁਹਾਡੇ ਕੀਤੇ ਕੰਮਾਂ ਦੇ ਅਕਸ ਜਿਹੜੇ ਆ ਉਹ ਜੀਵਨ ਤੋਂ ਬਾਅਦ ਵੀ ਉਹ ਲੋਕਾਂ ਦੇ ਨਾਲ ਤੁਰਦੇ ਆ ਜੀ। ਤੇ ਮੈਨੂੰ ਇਹ ਲੱਗਦਾ ਹੁੰਦਾ ਇਕੱਲੀ ਤੁਹਾਡੀ ਔਲਾਦ ਜਾਂ ਤੁਹਾਡੇ ਵਾਰਸਾਂ ਤੱਕ ਹੀ ਨਹੀਂ, ਤੁਹਾਡੇ ਪੁਰਖਿਆਂ ਦੇ ਕੀਤੇ ਹੋਏ ਜਾਂ ਤੁਹਾਡੇ ਕੀਤੇ ਹੋਏ ਕਾਰਜ ਜਿਹੜੇ ਆ ਤੁਹਾਡੀਆਂ ਅਗਲੀਆਂ ਕਈ ਪੀੜ੍ਹੀਆਂ ਤੱਕ ਜਿਹੜੇ ਆ ਉਹ ਲੋਕ ਯਾਦ ਰੱਖਦੇ ਆ। ਔਰ ਬੰਦ ਕਮਰਿਆਂ ਦੇ ਵਿੱਚ ਉਹਨਾਂ ਦੀ ਚਰਚਾ ਹੁੰਦੀ ਆ। ਕਈ ਵਾਰੀ ਤੁਹਾਨੂੰ ਜਿਹੜਾ ਮੂੰਹ ਦੇ ਉੱਤੇ ਲੋਕ ਉਹ ਗੱਲ ਨਾ ਵੀ ਕਰਨ, ਲੇਕਿਨ ਪਿੱਠ ਪਿੱਛੇ ਇਸ ਗੱਲ ਨੂੰ ਬਹੁਤ ਸਲੀਕੇ ਨਾਲ ਯਾਦ ਕਰਦੇ ਕਿ ਹਾਂ ਇਹ ਫਲਾਨਿਆਂ ਦੇ ਅਗਲੀ ਪੀੜ੍ਹੀ ਚੋਂ ਆ। ਜਿਵੇਂ ਮੈਂ ਨਵਤੇਜ ਰੰਧਾਵਾ ਉਹਨਾਂ ਦਾ ਜ਼ਿਕਰ ਕੀਤਾ, ਜੇ ਅੱਜ 1920 ਦੇ ਵਿੱਚ ਆਏ ਉਹਨਾਂ ਦੇ ਜਿਹੜੇ ਪੜਦਾਦਾ ਜੀ ਸੀ ਸਰਦਾਰ ਇੰਦਰ ਸਿੰਘ ਰੰਧਾਵਾ, ਜੇ ਉਹਨਾਂ ਨੇ ਉਹਨਾਂ ਟਾਈਮਾਂ ਦੇ ਵਿੱਚ ਉਹ ਸੰਘਰਸ਼ ਨਾ ਕੀਤਾ ਹੁੰਦਾ ਸੈਂਟਰਲ ਇੰਡੀਅਨ ਐਸੋਸੀਏਸ਼ਨ ਬਣਾ ਕੇ, ਤਾਂ ਅੱਜ ਪੰਜਾਬੀਆਂ ਦੇ ਕੋਲ ਜ਼ਮੀਨਾਂ ਦੀ ਮਲਕੀਅਤ ਨਾ ਹੁੰਦੀ। ਅੱਜ ਜੱਜ ਆਨੰਦ ਸਤਿਆਨੰਦ ਜੇ ਫਾਦਰ ਜਿਹੜੇ ਆ ਉਹ ਵਾਪਸ ਫਿਜੀ ਡਿਪੋਰਟ ਹੋ ਗਏ ਹੁੰਦੇ, ਤੇ ਜੱਜ ਆਨੰਦ ਸਤਿਆਨੰਦ ਕਦੇ ਵੀ ਨਿਊਜ਼ੀਲੈਂਡ ਦੇ ਗਵਰਨਰ ਜਨਰਲ ਨਾ ਬਣ ਪਾਉਂਦੇ। ਸੋ ਇਦਾਂ ਦੀਆਂ ਬਹੁਤ ਜਿਹੜੀਆਂ ਕਿੱਸੇ ਕਹਾਣੀਆਂ, ਬਹੁਤ ਅਫਸਾਨੇ ਜਿਹੜੇ ਆ ਉਹ ਸਾਡੀ ਜ਼ਿੰਦਗੀ ਦੇ ਨਾਲ ਜੁੜੇ ਹੋਏ ਆ। ਇੱਕ ਪਰਦੇਸੀ ਬੰਦੇ ਦੀ ਜ਼ਿੰਦਗੀ ਦੇ ਵਿੱਚ ਬਹੁਤ ਕੁਛ ਏਦਾਂ ਦਾ ਹੁੰਦਾ। ਅਸਲ ਦੇ ਵਿੱਚ ਮੈਨੂੰ ਇਹ ਕਹਿਣ ਦੀ ਇਜਾਜ਼ਤ ਦਿਓ ਕਿ ਜਿਹੜੇ ਸਾਡੇ ਬਸੰਤੀ ਰੰਗ, ਬਸੰਤੀ ਬਗੀਚੇ ਤੁਹਾਨੂੰ ਨਜ਼ਰ ਆਉਂਦੇ ਆ, ਇਹਦੇ ਪਿੱਛੇ ਜਿਹੜੀ ਪਤਝੜ ਆ ਨਾ, ਉਹ ਲਿਖਣ ਕਰਕੇ ਹੀ ਮੈਨੂੰ ਕੀਵੀਨਾਮਾ ਲਿਖਣਾ ਪਿਆ। ਕਿਆ ਬਾਤ ਹੈ ਜੀ ਭਾਜੀ। ਹੁਣ ਥੋੜਾ ਵੱਧਦੇ ਆ, ਤੁਹਾਡੇ ਪ੍ਰੋਸੈਸ ਦੀ ਗੱਲ ਕੀਤੀ ਆ। ਮੈਂ ਹੁਣ ਇਹ ਜਾਣਨਾ ਚਾਹੁੰਦਾ, ਕਿਉਂਕਿ ਤੁਸੀਂ ਮੈਨੂੰ ਜਿੱਥੇ ਤੱਕ ਮੈਨੂੰ ਨੌਲੇਜ, ਤੁਸੀਂ ਕਿਤਾਬਾਂ ਬਹੁਤ ਪੜ੍ਹਦੇ ਹੋ, ਤੁਸੀਂ ਮਲਟੀ ਟੈਲੈਂਟਡ ਪਰਸਨੈਲਿਟੀ ਮੈਂ ਕਹਿ ਸਕਦਾ। ਮੌਰੀ ਲੈਂਗੁਏਜ ਸਿੱਖੀ ਹੈ ਤੁਸੀਂ, ਹਾਂਜੀ, ਪਰ ਉਸ ਤੋਂ ਪਹਿਲਾਂ ਮੈਂ ਇਹ ਜਾਣਨਾ ਚਾਹੁੰਦਾ, ਐਡਵਾਈਜ਼ਰ ਦੀ ਤੁਸੀਂ ਗੱਲ ਕੀਤੀ, ਇਹਦਾ ਸਬੱਬ ਕਿਵੇਂ ਬਣਿਆ? ਇਸ ਚੀਜ਼ ਦਾ ਸਬੱਬ ਕਿਵੇਂ ਬਣਿਆ? ਕਲਚਰਲ ਐਕਟੀਵਿਟੀਜ਼ ਤੋਂ ਹੌਲੀ ਵੱਧਦੇ ਤੁਸੀਂ ਡਿਸਟ੍ਰਿਕਟ ਕਮਾਂਡਰ ਦੇ ਨਾਲ ਬੈਠ ਕੇ ਸਲਾਹਕਾਰ ਦੇ ਰੂਪ ਦੇ ਵਿੱਚ ਪੰਜਾਬੀਆਂ ਦੀ ਗੱਲ ਕਰਦੇ ਹੋ। ਇਹਦਾ ਸਬੱਬ ਤੁਹਾਨੂੰ ਕਿਵੇਂ ਮਿਲਿਆ? ਕੀ ਕਾਰਨ ਸੀ ਕਿ ਬਹੁਤ ਸਾਰੇ ਪੰਜਾਬੀ ਨੇ ਜਿਹੜੇ ਇੱਥੇ ਹੈਗੇ ਨੇ, ਉਹਨਾਂ ਦੇ ਵਿੱਚੋਂ ਤੁਹਾਨੂੰ ਹੀ ਕਿਉਂ ਚੁਣਿਆ ਗਿਆ? ਇਹ ਇੱਕ ਵੱਡਾ ਸਵਾਲ ਹੈ। ਨਹੀਂ, ਬਹੁਤ ਵਧੀਆ ਸਵਾਲ ਤੁਸੀਂ ਕੀਤਾ, ਕਿਉਂਕਿ ਇਹ ਸਾਡੇ ਵਿੱਚੋਂ ਬਹੁਤਿਆਂ ਨੂੰ ਅਸਲ 'ਚ ਪਤਾ ਨਹੀਂ ਕਿ ਮੇਰੀ ਜਿਹੜੀ ਸ਼ੁਰੂਆਤ ਹੋਈ ਸੀ ਜੀ, ਉਹ ਕੁਛ ਇਸ ਢੰਗ ਨਾਲ ਹੋਈ ਸੀ। ਸਾਡੀ ਇੱਕ ਬਹੁਤ ਪਿਆਰੀ ਭੈਣ ਆ ਬਠਿੰਡੇ ਦੇ ਰੇਤਲੇ ਟਿੱਬਿਆਂ ਤੋਂ, ਪਿਓਰ ਮਲਵਈ ਸੁਭਾਅ ਵਾਲੀ ਬੀਬਾ ਮਨਦੀਪ ਕੌਰ ਸਿੱਧੂ, ਤੇ ਨਾਲ ਤੁਹਾਡੇ ਨਾਭੇ ਤੋਂ ਬਹੁਤ ਲਾਗੇ ਸ਼ਹਿਰ ਪੈਂਦਾ ਪਟਿਆਲਾ, ਉੱਥੋਂ ਵੀਰ ਗੁਰਪ੍ਰੀਤ ਸਿੰਘ ਅਰੋੜਾ। ਸੋ ਇਹਨਾਂ ਦੇ ਮਨ ਦੇ ਵਿੱਚ ਇੱਛਾ ਸੀ, ਇਹਨਾਂ ਦੇ ਮਨ 'ਚ ਰੀਝ ਸੀਗੀ ਜੀ। ਥੋੜੀ ਗੱਲ ਟੋਕਣ ਲੱਗਿਆ, ਤੁਸੀਂ ਮਨਦੀਪ ਭੈਣ ਜੀ ਦੀ ਗੱਲ ਕੀਤੀ ਆ ਕਿ ਬਠਿੰਡੇ ਮਾਲਵੇ ਤੋਂ, ਉਹਨਾਂ ਦੀਆਂ ਜਿਹੜੀਆਂ ਜੜ੍ਹਾਂ ਨੇ ਉਹ ਨਾਭੇ ਦੇ ਨਾਲ ਨੇ। ਅੱਛਾ, ਵੈਰੀ ਇੰਟਰਸਟਿੰਗ, ਬਹੁਤ ਦਿਲਚਸਪ ਗੱਲ ਆ। ਤੋ ਹੋਇਆ ਕਿ ਉਹਨਾਂ ਨੇ ਬਹੁਤ ਸੋਹਣਾ ਇੱਕ ਪਹਿਲ ਕਦਮੀ ਕੀਤੀ ਕਿ ਜਿਹੜੇ ਵਰਦੀ ਦੇ ਵਿੱਚ ਨਿਊਜ਼ੀਲੈਂਡ ਦੀ ਪੁਲਿਸ ਦੇ ਜਿਹੜੇ ਸਾਡੇ ਭੈਣਾਂ ਭਰਾ ਆ, ਚਾਹੇ ਉਹ ਪੰਜਾਬੀ ਨੇ, ਚਾਹੇ ਉਹ ਮੌਰੀ ਆ, ਚਾਹੇ ਕਿਸੇ ਹੋਰ ਪਿਛੋਕੜ ਦੇ ਨਾਲ ਸੰਬੰਧਿਤ ਆ, ਵੀ ਉਹਨਾਂ ਨੇ ਅਸਲ 'ਚ ਗੁਰਪ੍ਰੀਤ ਅਰੋੜਾ ਉਹਨਾਂ ਨੇ ਪਹਿਲਾਂ ਇਹ ਪਹਿਲ ਕਦਮੀ ਕੀਤੀ ਕਿ ਮੈਨਕੋ ਪੁਲਿਸ ਸਟੇਸ਼ਨ ਦੇ ਅੰਦਰ ਦੀਵਾਲੀ ਮਨਾਈ ਜਾਣ ਲੱਗੀ, ਜਿਹਦੇ 'ਚ ਤੁਸੀਂ ਵੀ ਆਉਂਦੇ ਰਹੇ ਆ, ਤੁਹਾਨੂੰ ਪਤਾ ਨਾ ਜੀ। ਤੇ ਉਹਦੇ ਤੋਂ ਇਲਾਵਾ ਭੈਣ ਜੀ ਮਨਦੀਪ ਕੌਰ ਸਿੱਧੂ ਜਿਹੜੇ ਸੀਗੇ, ਇਹਨਾਂ ਦੀ ਇੱਛਾ ਸੀਗੀ ਕਿ ਪੁਲਿਸ ਦੀ ਵਰਦੀ ਦੇ ਵਿੱਚ ਹੀ ਸਟੇਜ ਦੇ ਉੱਤੇ ਭੰਗੜਾ ਪੇਸ਼ ਕੀਤਾ ਜਾਵੇ, ਜਿਹਦੇ ਲਈ ਉਹਨਾਂ ਨੂੰ ਬਹੁਤ ਰੱਦਦ ਕਰਕੇ ਕਈ ਤਰ੍ਹਾਂ ਦੀਆਂ ਜਿਹੜੀਆਂ ਇਜਾਜ਼ਤਾਂ ਲੈਣੀਆਂ ਪਈਆਂ, ਪਰਮਿਸ਼ਨ ਲੈਣੀ ਪਈ, ਕਿਉਂਕਿ ਪੁਲਿਸ ਦੇ ਪ੍ਰੋਟੋਕੋਲ ਬਹੁਤ ਸਖਤ ਆ, ਤੁਸੀਂ ਜਾਣਦੇ ਆ ਨਾ ਜੀ। ਜਦੋਂ ਸਾਰਾ ਕੁਝ ਹੋ ਰਿਹਾ ਸੀ ਤਾਂ ਮੇਰੇ ਖਿਆਲ 50-60 ਈਮੇਲਾਂ ਕਦੇ ਕਿਸੇ ਏਰੀਆ ਕਮਾਂਡਰ ਨੂੰ, ਜਿਹੜੇ ਵੀ ਥਾਣੇ ਦੇ ਵਿੱਚ ਜਿਹੜਾ ਵੀ ਪੁਲਿਸ ਆਫੀਸਰ ਆਪਣੀ ਡਿਊਟੀ ਨਿਭਾ ਰਿਹਾ ਸੀ, ਉਹਦੇ ਉੱਚ ਅਫਸਰ ਦੇ ਕੋਲੋਂ ਉਹ ਪਰਮਿਸ਼ਨ ਲੈਣੀ ਲਾਜ਼ਮੀ ਸੀ ਕਿ ਉਹ ਭੰਗੜੇ ਦੀ ਪ੍ਰੈਕਟਿਸ ਕਰੇ। ਤੇ ਵਰਦੀ ਦੇ ਵਿੱਚ ਹੀ ਉਹ ਫਾਈਨਲੀ ਜਿਹੜੀ ਸਿਟੀ ਵਾਲੀ ਦੀਵਾਲੀ ਆ, ਜਿੱਥੇ ਲਗਭਗ 54,000 ਲੋਕ 2 ਦਿਨਾਂ ਦੇ ਵਿੱਚ ਵਿਜ਼ਿਟ ਕਰਦੇ ਰਹੇ ਕਿਸੇ ਸਮੇਂ, ਵੀ ਉੱਥੇ ਉਹਨਾਂ ਦੇ ਸਾਹਮਣੇ ਮੇਨ ਸਟੇਜ ਦੇ ਉੱਤੋਂ ਪਰਫਾਰਮ ਕਰਨਾ ਜੀ। ਹੁਣ ਉਹਦੇ ਵਿੱਚ ਸਾਨੂੰ ਡਰ ਵੀ ਬਹੁਤ ਸੀ ਕਿ ਯਾਰ ਵਰਦੀ ਦੇ ਵਿੱਚ ਜਦੋਂ ਪਰਫਾਰਮ ਕਰਨਾ, ਕੋਈ ਵੀ ਬੰਦਾ ਦੇਖਣ ਨੂੰ ਉਹਨੂੰ ਏਦਾਂ ਨਾ ਲੱਗੇ ਕਿ ਨਹੀਂ ਯਾਰ ਇਹ ਐਵੇਂ ਟੁੱਚ ਜਿਹਾ ਹੀ ਲਾਉਣ ਡਿਆ ਵਾ ਨਾ, ਵੀ ਕੋਈ ਵਧੀਆ ਨਹੀਂ ਲੱਗ ਰਿਹਾ ਜਾਂ ਇੱਕ ਸਾਰਤਾ ਨਹੀਂ ਹੈ ਇਹਨਾਂ ਦੇ ਭੰਗੜੇ ਦੇ ਵਿੱਚ। ਉਹ ਸਾਰੀ ਚੀਜ਼ ਉਹਨਾਂ ਦੇ ਜ਼ਿਹਨ ਦੇ ਵਿੱਚ ਸੀ। ਸੋ ਉਹਨਾਂ ਦੇ ਸਿਰੇ ਸਿਹਰਾ ਜਾਂਦਾ, ਜਿਨ੍ਹਾਂ ਨੇ ਇਹ ਸਾਰੀ ਗੱਲ ਦੇ ਲਈ ਆਪਣੇ ਡਿਪਾਰਟਮੈਂਟ ਦੇ ਨਾਲ ਗੱਲ ਕੀਤੀ, ਔਰ ਮੈਨੂੰ ਇਹ ਖੂਬਸੂਰਤ ਇਜਾਜ਼ਤ ਮਿਲੀ ਕਿ ਮੈਂ ਉਹਨਾਂ ਦੀ ਟੀਮ ਦਾ ਇੰਸਟਰਕਟਰ ਬਣਿਆ। ਮੇਰੇ ਨਾਲ
ਕਦੇ ਗੁਰਨੀਤ ਸਿੰਘ ਰੈਸੀ ਢੋਲ ਵਜਾਉਂਦੇ, ਕਦੇ ਅੰਮ੍ਰਿਤ ਜਗੈਰ ਢੋਲ ਵਜਾਉਂਦਾ, ਕਦੇ ਅਮਰੀਕ ਭਾਜੀ ਢੋਲ ਵਜਾਉਂਦੇ, ਜਾਂ ਕਦੇ ਗੁਰਪਾਲ ਸਿੰਘ ਜਿਹੜਾ ਸਾਡੀ ਰਿਸ਼ਤੇਦਾਰੀ ਚੋਂ ਹੀ ਆ ਉਹ ਭੰਗੜਾ ਸਿਖਾਉਂਦਾ, ਕਦੇ ਲੱਕੀ ਸੈਣੀ ਜਾਂਦਾ। ਸੋ ਇਦਾਂ, ਲੇਕਿਨ ਇਹ ਹੈ ਕਿ ਰੈਗੂਲਰ ਬੇਸਿਸ ਦੇ ਉੱਤੇ ਮੈਨੂੰ ਮਾਣ ਹਾਸਲ ਹੋਇਆ ਕਿ ਮੈਂ ਸਮਾਂ ਕੱਢ ਕੇ ਆਪਣਾ ਨਾਲ ਮੋਹਰੀ ਭਾਸ਼ਾ ਵੀ ਸਿੱਖ ਰਿਹਾ ਸੀ ਉਹਨੀ ਦਿਨੀ ਮੈਂ ਸ਼ਾਮ ਨੂੰ, ਤੇ ਉਧਰੋਂ ਹੋ ਕੇ ਫਿਰ ਮੈਂ ਉੱਧਰ ਜਾਂਦਾ। ਬਹੁਤ ਲੰਬਾ ਦਿਨ ਹੋ ਜਾਂਦਾ ਸੀ ਮੇਰੇ ਵਾਸਤੇ, ਲੇਕਿਨ ਇਹ ਹੈ ਕਿ ਉਹਨਾਂ ਨੇ ਵੀ ਥੰਮਾ ਜਿਹੜਾ ਸਬਰ ਸੰਤੋਖ ਦਾ ਪੱਲਾ ਨਹੀਂ ਛੱਡਿਆ। ਕਈ ਤਾਂ ਬਿਲਕੁਲ ਹੀ ਨਵੇਂ ਰਿਕਰੂਟ ਸੀਗੇ ਜਿਨ੍ਹਾਂ ਨੇ ਦਿਲ ਚ ਰੀਝ ਸੀਗੀ ਕਿ ਅਸੀਂ ਭੰਗੜਾ ਸਿੱਖਣਾ ਆ ਤੇ ਸਿੱਖ ਕੇ ਵਧੀਆ ਢੰਗ ਦੇ ਨਾਲ ਇਸ ਨੂੰ ਸਟੇਜ ਦੇ ਉੱਤੇ, ਮੰਚ ਦੇ ਉੱਤੇ ਪਰਫਾਰਮ ਕਰਨਾ ਹੈ। ਕਿਸੇ ਵੀ ਭਾਸ਼ਾ, ਕਿਸੇ ਵੀ ਸੱਭਿਆਚਾਰ ਦੇ ਨਰਿੰਦਰ ਵੀਰ ਜਿਹੜੇ ਲੋਕ ਨਾਚ ਹੁੰਦੇ ਆ ਨਾ, ਉਹਨਾਂ ਦਾ ਰੁਤਬਾ ਬਹੁਤ ਵੱਖਰਾ ਹੁੰਦਾ। ਜਿਹੜਾ ਅਸੀਂ ਉਦਾਂ ਸ਼ੁਗਲ ਮੇਲਾ ਕਰਦੇ ਹਾਂ ਵਿਆਹਾਂ ਦੇ ਵਿੱਚ ਜਾਂ ਪਾਰਟੀਆਂ ਦੇ ਵਿੱਚ, ਉਹ ਵੱਖਰਾ ਹੁੰਦਾ। ਤੁਸੀਂ ਜਾਣਦੇ ਇਸ ਗੱਲ ਨੂੰ ਨਾ। ਹੁਣ ਜਿਹੜੇ ਸਾਡੇ ਵਰਗੇ ਉਸਤਾਦਾਂ ਦੇ ਚੰਡੇ ਹੋਏ ਸ਼ਾਗਿਰਦ ਆ, ਜਿਨ੍ਹਾਂ ਨੇ ਉਸਤਾਦ ਦੇਸਰਾਜ ਕਾਕੂ ਜੀ ਤੋਂ ਕੁੱਟ ਖਾ ਕੇ ਸਿੱਖਿਆ, ਜਿਨ੍ਹਾਂ ਦਾ ਬੇਟਾ ਹੁਣ ਗੁਰਦਾਸ ਮਾਨ ਉਹਨਾਂ ਦੇ ਨਾਲ ਢੋਲ ਵਜਾਉਂਦਾ, ਇਹ ਬੜੇ ਲਿਮਟਡ ਜਿਹੇ, ਬੜੇ ਸੀਮਿਤ ਜਿਹੇ ਲੋਕ ਸੀਗੇ, ਉਸਤਾਦ ਲੋਕ, ਜਿਨ੍ਹਾਂ ਨੇ ਆਪਣੇ ਗੁਰ ਆਪਣੇ ਚੇਲਿਆਂ ਨੂੰ ਬਖਸ਼ੇ। ਲੇਕਿਨ ਸਮਾਂ ਬਦਲ ਗਿਆ, ਸਮਾਂ ਇਸ ਤਰੀਕੇ ਨਾਲ ਬਦਲ ਗਿਆ ਕਿ ਮਿਊਜ਼ਿਕ ਵੈਸਟਰਨਾਈਜ਼ ਹੋ ਗਿਆ। ਫੋਕ ਜਿਹੜਾ ਉਹਦੀ ਬਜਾਏ ਕਿਸੇ ਵੀ ਤਰ੍ਹਾਂ ਆਪਣੇ ਲੋਕ ਨਾਚਾਂ ਦੀ ਪੇਸ਼ਕਾਰੀ ਕਰਨੀ ਬਾਹਰਲੇ ਦੇਸ਼ਾਂ ਦੇ ਉੱਤੇ, ਬਾਹਰਲੇ ਮੰਚਾਂ ਦੇ ਉੱਤੇ, ਉਹ ਆਪਣੇ ਆਪ ਦੇ ਵਿੱਚ ਇੱਕ ਚੈਲੰਜ ਬਣ ਗਿਆ। ਲੇਕਿਨ ਫਿਰ ਵੀ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਸਾਡੇ ਡਿਸਟ੍ਰਿਕਟ ਕਮਾਂਡਰ ਦਾ, ਜੌਨ ਟਿਮਸ ਉਨੀ ਦਿਨੀ ਡਿਸਟ੍ਰਿਕਟ ਕਮਾਂਡਰ ਸੀਗੇ, ਤੁਸੀਂ ਉਹਨਾਂ ਨੂੰ ਮਿਲੇ ਹੋਏ ਆ, ਤੇ ਉਹ ਇੰਨੀ ਦਿਨੀ ਓਟਾਹੂ ਦੇ ਵਿੱਚ ਨੇ, ਕਾਫੀ ਉੱਚੇ ਰੁਤਬੇ ਤੇ ਪਹੁੰਚ ਗਿਆ ਨਿਊਜ਼ੀਲੈਂਡ ਪੁਲਿਸ ਦੇ ਵਿੱਚ। ਉਹਨਾਂ ਨੇ ਇਸ ਨੂੰ ਆਗਿਆ ਦਿੱਤੀ ਕਿ ਹਾਂ ਤੁਸੀਂ ਵਰਦੀ ਦੇ ਵਿੱਚ ਵੀ ਪਰਫਾਰਮ ਕਰ ਸਕਦੇ ਹੋ। ਸੋ ਉਸ ਤੋਂ ਬਾਅਦ ਹੌਲੀ ਹੌਲੀ ਗੱਲਾਂ ਚੱਲਦੀਆਂ ਨੋਮੀਨੇਸ਼ਨਾਂ ਦੀ ਗੱਲ ਚੱਲੀ ਕਿ ਸਾਊਥ ਏਸ਼ੀਅਨ, ਇਕੱਲੇ ਪੰਜਾਬੀਆਂ ਨਹੀਂ, ਸਾਊਥ ਏਸ਼ੀਅਨ ਭਾਈਚਾਰੇ ਦੇ ਲਈ ਜਿਵੇਂ ਮੌਰੀ ਭਾਈਚਾਰੇ ਦੇ ਐਡਵਾਈਜ਼ਰ ਨੇ, ਪੈਸੀਫਿਕ ਆਈਲੈਂਡਰ ਦੇ ਐਡਵਾਈਜ਼ਰ ਨੇ, ਬੜਾ ਸਟਰੋਂਗ ਰੋਲ ਆ ਜੀ ਉਹਨਾਂ ਦਾ ਪੁਲਿਸ ਦੇ ਵਿੱਚ ਜੀ। ਇਸੇ ਤਰ੍ਹਾਂ ਗੱਲਾਂ ਉੱਠੀਆਂ ਕਿ ਸਾਊਥ ਏਸ਼ੀਅਨ ਭਾਈਚਾਰੇ ਦੇ ਵਿੱਚ ਵੀ ਐਡਵਾਈਜ਼ਰ ਜਿਹੜਾ ਉਹ ਹੋਣਾ ਚਾਹੀਦਾ। ਤੇ ਮੈਂ ਸਮਝਦਾ ਵੀ ਮੈਂ ਵਡਭਾਗੀ ਹਾਂ ਵੀ ਗੁਰੂ ਸਾਹਿਬ ਦੀ ਬਖਸ਼ੀ ਹੋਈ ਦਸਤਾਰ ਜਿਹੜੀ ਆ ਸਿਰ ਤੇ ਸਜਾ ਕੇ, ਉਹਦੇ ਵਿੱਚ ਫਿਰ ਜਿਹੜੇ ਬਹੁਤ ਨੋਮੀਨੇਟ ਕਰਨ ਵਾਲੀਆਂ ਸਾਡੀਆਂ ਸੰਸਥਾਵਾਂ ਸੀ, ਉਹਨਾਂ ਨੇ ਮੇਰਾ ਨਾਮ ਅੱਗੇ ਕੀਤਾ ਜੀ। ਜਦੋਂ ਨੋਮੀਨੇਸ਼ਨਾਂ ਮੰਗੀਆਂ ਗਈਆਂ, ਉਹਦੇ ਵਿੱਚ ਕੂਕ ਪੰਜਾਬੀ ਸਮਾਚਾਰ, ਜਿਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਮੇਰੇ ਆਰਟੀਕਲ ਛਪਦੇ ਰਹੇ ਪੰਜਾਬੀ ਦੇ, ਬੀਬਾ ਕੁਲਵੰਤ ਕੌਰ ਹੋਣੀ, ਉਹਨਾਂ ਦੀ ਨੋਮੀਨੇਸ਼ਨ ਸੀ। ਆਪਣੇ ਸਰਦਾਰ ਅਜੀਤ ਸਿੰਘ ਰੰਧਾਵਾ ਹੋਣੀ, ਨਵਤੇਜ ਰੰਧਾਵਾ ਦੇ ਫਾਦਰ ਸਾਹਿਬ, ਇਹਨਾਂ ਦੀ ਨੋਮੀਨੇਸ਼ਨ ਸੀ। ਸੁਪਰੀਮ ਸਿੱਖ ਸੁਸਾਇਟੀ ਵੱਲੋਂ ਨੋਮੀਨੇਸ਼ਨ ਸੀ। ਬਸਿਆਲਾ ਜੀ ਵੱਲੋਂ ਜਿਹੜੇ ਪੰਜਾਬੀ ਹੈਰਲਡ ਦੇ, ਉਹਨਾਂ ਦੀ ਨੋਮੀਨੇਸ਼ਨ ਸੀ। ਸੋ ਇਹਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਬਕਾਇਦਾ ਇਹਦੀ ਇੱਕ ਸੈਰਾਮਨੀ ਹੋਈ। ਨਰਿੰਦਰ ਵੀ ਸ਼ਾਇਦ ਤੁਸੀਂ ਸੀਗੇ ਉਸ ਸੈਰਾਮਨੀ 'ਚ ਨਾ? ਜੀ ਜੀ ਜੀ, ਬਕਾਇਦਾ ਉਹ ਸੈਰਾਮਨੀ ਇੱਕ ਬੜੀ ਸਾਦੀ ਜੀ ਸੈਰਾਮਨੀ ਜਿਹੜੀ ਆ ਉਹ ਰੱਖੀ ਗਈ ਮੈਰਕਾਓ ਪੁਲਿਸ ਸਟੇਸ਼ਨ ਦੇ ਵਿੱਚ, ਜਿੱਥੇ ਮੈਨੂੰ ਆਪਣੇ ਜਿਹੜੇ ਅਹੁਦੇ ਦੀ ਸਹੁੰ ਚੁਕਾਈ ਗਈ। ਔਰ ਬੜੀ ਇਹ ਪਹਿਲੀ ਵਾਰ ਤੇ ਇੱਕ ਬੜੀ ਸ਼ਾਨਦਾਰ ਘਟਨਾ ਸੀ ਨਿਊਜ਼ੀਲੈਂਡ ਦੇ ਇਤਿਹਾਸ ਵਿੱਚ, ਜਿੱਥੇ ਮੈਂ ਪਹਿਲਾਂ ਜ਼ਿਕਰ ਕੀਤਾ ਵੀ 132 ਸਾਲ ਤੋਂ ਪੰਜਾਬੀ ਰਹਿੰਦੇ ਆ ਰਹੇ ਆ, ਤੇ ਲੇਕਿਨ ਇਹਨਾਂ ਰੁਤਬਿਆਂ ਤੱਕ ਜਿਹੜੀ ਪਹੁੰਚ ਕਰਨੀ, ਉਹ ਸਾਡੇ ਪੁਰਖਿਆਂ ਦੀ ਮਿਹਨਤ ਕਰਕੇ ਜਾਂ ਸਾਡੀ ਕਮਿਊਨਿਟੀ ਦੀ ਜਿਹੜੀ ਨੋਮੀਨੇਸ਼ਨ ਸੀ ਉਹਦੇ ਕਰਕੇ ਸੰਭਵ ਹੋ ਸਕੀ। ਸ਼ੁਰੂਆਤੀ ਦੌਰ ਦੇ ਵਿੱਚ ਅਪ੍ਰੈਲ 2016 ਤੋਂ 1 ਸਾਲ ਵਾਸਤੇ ਇਸ ਰੋਲ ਦੇ ਵਾਸਤੇ ਮੈਨੂੰ ਨਿਯੁਕਤ ਕੀਤਾ ਗਿਆ ਸੀ, ਔਰ ਬਾਅਦ ਵਿੱਚ ਫਿਰ ਇਹ ਨਿਯੁਕਤੀ ਜਿਹੜੀ ਆ ਉਹਨੂੰ ਲਗਾਤਾਰਤਾ ਦੇ ਨਾਲ ਕਾਇਮ ਰੱਖਿਆ ਗਿਆ। ਸੋ ਸਾਊਥ ਏਸ਼ੀਅਨ ਭਾਈਚਾਰਾ ਪੂਰਾ ਜਿਹੜਾ ਉਹਦੀ ਪ੍ਰਤੀਨਿਧਤਾ ਕਰਨ ਦਾ ਜਿਹੜਾ ਫਖਰ ਹੈ ਜੀ, ਉਹ ਹਾਸਲ ਹੋਇਆ। ਲੇਕਿਨ ਇਹਦੇ ਵਿੱਚ ਗੁਰਪ੍ਰੀਤ ਅਰੋੜਾ ਹੋਣਾ ਦਾ ਤੇ ਸਾਡੀ ਸੀਨੀਅਰ ਸਾਰਜੈਂਟ ਹੁਣ ਬੀਬਾ ਮਨਦੀਪ ਕੌਰ ਸਿੱਧੂ, ਉਹਨਾਂ ਦਾ ਬਹੁਤ ਵੱਡਾ ਰੋਲ ਹੈ। ਹੋਰ ਵੀ ਜਿਹੜੀਆਂ ਏਜੰਸੀਜ਼ ਆ, ਜਿਵੇਂ ਨਿਊਜ਼ੀਲੈਂਡ ਸਿੱਖ ਵੂਮਨ ਐਸੋਸੀਏਸ਼ਨ ਆ, ਸਹਾਇਤਾ ਤੋਂ ਸੁਚਰਿਤਾ ਜੀ ਨੇ, ਇਹਨਾਂ ਸਾਰਿਆਂ ਦਾ ਬਹੁਤ ਸਪੋਰਟ ਰਿਹਾ। ਨਿਮੀ ਬੇਦੀ, ਉਹਨਾਂ ਦਾ ਬੜਾ ਸਹਿਯੋਗ ਰਿਹਾ। ਜਿਹੜੇ ਕਮਿਊਨਿਟੀ ਦੇ ਵਿੱਚ ਬੰਦੇ ਸਰਗਰਮ ਨੇ, ਤੁਸੀਂ ਵੀ ਜਾਣਦੇ ਹੋ, 25 ਤੋਂ 30 ਚਿਹਰੇ ਆ ਜਿਹੜੇ ਸਰਗਰਮੀ ਨਾਲ ਹਮੇਸ਼ਾ ਅੱਗੇ ਰਹਿੰਦੇ ਆ ਔਰ ਭਾਈਚਾਰੇ ਦੀ ਭਲਾਈ ਦੇ ਲਈ ਕੁਛ ਨਾ ਕੁਛ ਨਵਾਂ ਲੈ ਕੇ ਆਉਂਦੇ ਆ। ਉਹਨਾਂ ਦਾ ਸਾਰਿਆਂ ਦਾ ਜਿਹੜਾ ਹਮਾਇਤ ਸੀ, ਉਹ ਮੇਰੇ ਨਾਲ ਰਹੀ ਜੀ, ਔਰ ਹੁਣ ਵੀ ਹੈ। ਇਸ ਗੱਲ ਦੀ ਬਹੁਤ ਖੁਸ਼ੀ ਆ। ਕਿਆ ਬਾਤ ਹੈ ਭਾਜੀ। ਤੁਸੀਂ ਪੁਲਿਸ ਦਾ ਰੋਲ ਦਾ ਜਿਹੜੀ ਅਦਾਇਗੀ ਕੀਤੀ, ਦੂਜੇ ਪਾਸੇ ਤੁਸੀਂ ਪੰਜਾਬੀਅਤ ਨੂੰ ਵਧਾ ਰਹੇ ਹੋ। ਉਸ ਤੋਂ ਬਾਅਦ ਇਹ ਬਹੁਤ ਵੱਡੀ ਗੱਲ ਹੈ, ਇੱਕ ਸਰਦਾਰ ਪੱਗ ਬੰਨ੍ਹ ਕੇ ਤੁਸੀਂ ਮੌਰੀ ਲੈਂਗੁਏਜ ਵੱਲ ਝੁਕਾਅ ਕੀਤਾ। ਇਹ ਸਬੱਬ ਕਿਵੇਂ ਬਣਿਆ? ਇਹ ਸਬੱਬ ਬੜਾ ਖੂਬਸੂਰਤ ਹੈ ਜੀ। ਮੇਰੀ ਜਿਹੜੀ ਟੀਚਰ ਹੈ, ਤੁਸੀਂ ਹੈਰਾਨ ਹੋਵੋਗੇ, ਮੇਰੀ ਜਿਹੜੀ ਅਧਿਆਪਕ ਆ ਉਹਦੀ ਉਮਰ 33 ਸਾਲ ਆ ਜੀ, ਤੇ ਮੈਂ 48 ਸਾਲ ਦਾ ਆ। ਤੇ ਪਰ ਉਹ ਬੜੀ ਸਟ੍ਰਿਕਟ ਟੀਚਰ ਆ ਜੀ, ਰੋਬਿਨ ਲੀ ਕੋਵਾਨ ਉਹਦਾ ਨਾਂ ਆ। ਤੇ ਤੁਸੀਂ ਜਿਹੜੀ ਮੌਰੀ ਟੀਵੀ ਵੱਲੋਂ ਜਿਹੜੀ ਡਾਕੂਮੈਂਟਰੀ ਦੀ ਪਹਿਲਾਂ ਜ਼ਿਕਰ ਕੀਤਾ, ਉਹਦੇ ਵਿੱਚ ਵੀ ਉਹਨਾਂ ਦੇ ਕੁਝ ਸ਼ਾਰਟ ਸੀਗੇ ਕਿ ਮੈਨੂੰ ਮੌਰੀ ਭਾਸ਼ਾ ਸਿਖਾ ਰਿਹਾ, ਨੰਬਰਸ ਦੇ ਬਾਰੇ, ਕਲਰਸ ਦੇ ਬਾਰੇ। ਤੇ ਉਹ ਬੜੀ ਸਟ੍ਰਿਕਟ ਟੀਚਰ ਹੈ ਜੀ। ਸੋ ਉਹਨਾਂ ਨੇ ਮੈਨੂੰ ਕਿਤੇ ਰਾਬਤਾ ਹੈ ਮਿਨਿਸਟਰੀ ਆਫ ਐਜੂਕੇਸ਼ਨ ਦੇ ਇੱਕ ਦਫ਼ਤਰ ਦੇ ਵਿੱਚ, ਮਾਊਂਟ ਈਡਨ ਦੇ ਵਿੱਚ, ਉਹਨਾਂ ਦਾ ਨਾ ਜ਼ੋਨਲ ਹੈੱਡ ਆਫਿਸ ਆ ਮਿਨਿਸਟਰੀ ਆਫ ਐਜੂਕੇਸ਼ਨ ਦਾ। ਉੱਥੇ ਮੈਂ ਕਿਸੇ ਹੋਰ ਕੰਮ ਗਿਆ ਹੋਇਆ ਸੀ, ਤਾਂ ਉਹਨਾਂ ਦੇ ਇੱਕ ਸੈਮੀਨਾਰ ਦੇ ਵਿੱਚ
ਉੱਥੋਂ ਦੇ ਜਿਹੜੇ ਆਫਿਸ ਬੀਅਰਰ ਸੀਗੇ ਉਹਨਾਂ ਨੂੰ ਮੌਰੀ ਭਾਸ਼ਾ ਸਿਖਾਉਣ ਦੀ ਗੱਲ ਚੱਲ ਰਹੀ ਸੀ। ਤਾਂ ਉਹਨਾਂ ਨੇ ਰੈਂਡਮਲੀ, ਪਤਾ ਨਹੀਂ ਤਾਂ ਮੈਂ ਪੱਗ ਬੰਨੀ ਹੋਈ ਸੀ ਵੱਖਰੀ ਦੇਖ ਹੋਣ ਕਰਕੇ, ਮੈਨੂੰ ਕਿਹਾ ਕਿ ਤੁਸੀਂ ਕੀ ਸੋਚਦੇ ਆ ਇਹਦੇ ਬਾਰੇ। ਮੈਨੂੰ ਲੱਗਿਆ ਕਿ ਮੌਕਾ ਬੜਾ ਵਧੀਆ। ਮੈਂ ਉੱਥੇ ਆਪਣੀ ਗੱਲ ਰੱਖਣ ਦੇ ਲਈ ਕਿ ਕਿਸੇ ਦਿਨ ਨੂੰ ਪਾਪਾ ਟੋਇਟੇ ਰੇਲਵੇ ਸਟੇਸ਼ਨ ਉੱਤੇ, ਜਿਵੇਂ ਵੈਨਕੂਵਰ 에ਅਰਪੋਰਟ ਦੇ ਉੱਤੇ ਉਤਰਦੇ ਪੰਜਾਬੀ ਦੇ ਵਿੱਚ ਜੀ ਆਇਆਂ ਨੂੰ ਲਿਖਿਆ ਹੋਇਆ, ਇਸੇ ਤਰ੍ਹਾਂ ਸਾਡੇ ਪਾਪਾ ਟੋਇਟੇ ਦੇ ਰੇਲਵੇ ਸਟੇਸ਼ਨ ਉੱਤੇ ਵੀ ਕਿਸੇ ਦਿਨ ਨੂੰ ਪੰਜਾਬੀ 'ਚ ਜੀ ਆਇਆਂ ਨੂੰ ਤਾਂ ਲਿਖਾਉਣਾ ਜੇ ਅਸੀਂ ਇਹਨਾਂ ਸੱਭਿਆਚਾਰਾਂ ਦੇ ਨਾਲ ਮਿਕਸ ਐਂਡ ਮਿੰਗਲ ਹੋਵਾਂਗੇ, ਅਸੀਂ ਆਪਣਾ ਮੇਲ ਮਿਲਾਪ ਇਹਨਾਂ ਦੇ ਨਾਲ ਵਧਾਵਾਂਗੇ, ਤਾਂ ਕਿ ਕੱਲ ਨੂੰ ਅਸੀਂ ਵੀ ਇਹ ਦਾਅਵਾ ਕਰਨ ਜੋਗੇ ਹਾਂ ਵੀ ਭਾਈ ਅਸੀਂ ਤੁਹਾਡੀ ਜ਼ਬਾਨ ਨੂੰ ਆਪਣੀ ਜ਼ਬਾਨ ਵਾਂਗ ਹੀ ਪਿਆਰੀ ਸਮਝਦੇ ਹਾਂ। ਹਰੇਕ ਨੂੰ ਆਪਣੀ ਭਾਸ਼ਾ, ਆਪਣੇ ਸੱਭਿਆਚਾਰ ਤੇ ਮਾਣ ਹੁੰਦਾ। ਅਸੀਂ ਉਸ ਮਾਣ ਨੂੰ ਜਦੋਂ ਮਾਨਤਾ ਦੇਵਾਂਗੇ ਤਾਂ ਕੱਲ ਨੂੰ ਉਹ ਵੀ ਸਾਡੀ ਭਾਸ਼ਾ ਨੂੰ ਉਨੀ ਸ਼ਿੱਦਤ ਦੇ ਨਾਲ ਮਾਨਤਾ ਦੇਣਗੇ। ਉਹ ਵੀ ਸਾਡੀ ਪੱਗ ਨੂੰ, ਸਾਡੇ ਜਨੇਊ ਨੂੰ, ਸਾਡੀ ਇਸਲਾਮਿਕ ਟੋਪੀ ਨੂੰ, ਸਾਡੇ ਕ੍ਰਾਸ ਨੂੰ ਉਹ ਉਸੇ ਤਰ੍ਹਾਂ ਉਸੇ ਪਿਆਰ ਦੇ ਨਾਲ, ਸਤਿਕਾਰ ਦੇ ਨਾਲ ਦੇਖਣਗੇ ਤੇ ਮਾਨਤਾ ਦੇਣਗੇ। ਸੋ ਇਹ ਇੱਕ ਵੱਡੀ ਮੋਟੀਵੇਸ਼ਨ ਮੇਰੇ ਦਿਮਾਗ ਦੇ ਵਿੱਚ ਰਹੀ। ਲੇਕਿਨ ਬਿਗ ਥੈਂਕਸ ਟੂ ਰੋਬਿਨ ਲੀ ਤੇ ਮੇਰੇ ਜਿਹੜੇ ਕਲਾਸਮੇਟ ਸੀਗੇ ਉਹ ਵੱਖ-ਵੱਖ ਸਮਿਆਂ ਦੇ ਉੱਤੇ ਮੌਰੀ ਪਿਛੋਕੜ ਦੇ ਨਾਲ ਸੰਬੰਧਿਤ ਸੀਗੇ। ਲੇਕਿਨ ਅਸੀਂ ਮਜ਼ਾਕ ਦੇ ਵਿੱਚ ਕਈ ਵਾਰੀ ਉਹਨਾਂ ਨੂੰ ਪਲਾਸਟਿਕ ਮੌਰੀ ਕਹੀਦਾ, ਜਿਵੇਂ ਸਾਡੇ ਜਿਹੜੇ ਪੰਜਾਬੀ ਬੰਬੇ ਰਹਿੰਦੇ ਆ ਉਹ ਕਹਿੰਦੇ ਨਾ ਹਾਏ ਹਮ ਵੀ ਪੰਜਾਬੀ ਹੈ। ਇਹਦੇ ਮੌਰੀਆਂ ਦੇ ਵਿੱਚ ਵੀ ਬਹੁਤ ਭਾਈਚਾਰੇ ਆ ਜਿਹੜੇ ਨਿਖੜ ਗਏ ਆਪਣੀ ਭਾਸ਼ਾ ਨਾਲੋਂ। ਤਾਂ ਉਹਨਾਂ ਨੂੰ ਦੁਬਾਰਾ ਆਪਣੀਆਂ ਜੜ੍ਹਾਂ ਦੇ ਨਾਲ ਜੁੜਨ ਦੇ ਲਈ ਓਬਵੀਅਸਲੀ ਮੇਰੇ ਨਾਲ ਹੀ ਕਲਾਸ ਦੇ ਵਿੱਚ ਬਹਿ ਕੇ ਮੌਰੀ ਸਿੱਖਣੀ ਪੈਣੀ ਸੀ। ਸੋ ਉਹਨਾਂ ਦੇ ਨਾਲ ਜਦੋਂ ਮੇਲ ਮਿਲਾਪ ਵਧਿਆ, ਫਿਰ ਮੈਨੂੰ ਉਹਨਾਂ ਦੇ ਬਾਰੇ ਬਹੁਤ ਜਾਣਨ ਦਾ ਮੌਕਾ ਮਿਲਿਆ, ਉਹਨਾਂ ਨੂੰ ਸਾਡੇ ਬਾਰੇ ਜਾਣਨ ਦਾ ਬਹੁਤ ਮੌਕਾ ਮਿਲਿਆ। ਨਹੀਂ ਤਾਂ ਉਹਨਾਂ ਨੂੰ ਲੱਗਦਾ ਸੀ ਵੀ ਨਹੀਂ ਯਾਰ ਇਹ ਬੰਦਿਆਂ ਦਾ ਕਲਚਰ ਪਤਾ ਨਹੀਂ ਕਿੰਨਾ ਕੁ ਵੱਖਰਾ ਹੋਣਾ, ਹਨਾ। ਸੋ ਉਹਦੇ ਨਾਲ ਓਵਰਆਲ ਜਿਹੜਾ ਭਾਈਚਾਰਾ ਸਾਡਾ ਸਮਾਜ ਦੇ ਵਿੱਚ, ਜਿਹੜੀ ਸਦਭਾਵਨਾ ਹੈ, ਜਿਹੜੀ ਪੀਸ ਐਂਡ ਹਾਰਮਨੀ ਆ, ਉਹ ਕਾਫੀ ਵੱਧਦੀ ਆ ਜੀ। ਮੈਂ ਨਹੀਂ ਕਹਿੰਦਾ ਵੀ ਮੇਰੇ ਇਕੱਲੇ ਦੇ ਅਜਿਹਾ ਕਰਨ ਦੇ ਨਾਲ ਬਹੁਤ ਵੱਡਾ ਫਰਕ ਪੈ ਗਿਆ ਹੋਊਗਾ, ਲੇਕਿਨ ਘੱਟੋ ਘੱਟ ਤੁਸੀਂ ਉਹਨਾਂ ਲੋਕਾਂ 'ਚ ਸ਼ਾਮਲ ਜ਼ਰੂਰ ਹੋਵੋ ਜਿਹੜੇ ਲੋਕ ਯਤਨ ਕਰਦੇ ਆ। ਫੋਰ ਐਗਜ਼ਾਮਪਲ, ਮੈਂ ਇਹ ਗੱਲ ਕਹਿੰਦਾ ਹਿਚਕਿਚਾਉਂਦਾ ਨਹੀਂ ਕਿ ਇੱਕ ਸਮਾਂ ਸੀ ਜਦੋਂ ਸਾਡੇ ਆਪਣੇ ਭਾਈਚਾਰੇ ਦੇ ਵਿੱਚ ਭਾਵੇਂ ਕਿ ਵੱਡੀ ਗਿਣਤੀ 'ਚ ਲੋਕ ਆ ਗਏ ਸਨ, ਲੇਕਿਨ ਇੱਕ ਝਾਕਾ ਜਿਹਾ ਸੀ ਜਿਹਦੇ ਕਰਕੇ ਬਲੱਡ ਡੋਨੇਸ਼ਨ ਕੈਂਪ, ਟਰੀ ਪਲਾਂਟੇਸ਼ਨ ਵਰਗੀਆਂ ਜਿਹੜੀਆਂ ਕੈਂਪੇਨ ਸੀਗੀਆਂ ਉਹ ਨਹੀਂ ਹੁੰਦੀਆਂ ਸੀ। ਲੇਕਿਨ ਹੁਣ ਤੁਸੀਂ ਦੇਖੋ ਸਾਲ ਦੇ ਵਿੱਚ, ਚਾਹੇ ਹੈਮਿਲਟਨ ਦੀ ਗੱਲ ਕਰੀਏ, ਭਗਤ ਸਿੰਘ ਟਰੱਸਟ ਦੀ, ਚਾਹੇ ਇੱਥੇ ਦੀ ਗੱਲ ਕਰੀਏ, ਚਾਹੇ ਟੋਰੋਂਗੇ ਦੀ ਗੱਲ ਕਰੀਏ, ਚਾਹੇ ਕ੍ਰਾਈਸਟਚਰਚ ਦੀ ਗੱਲ ਕਰੀਏ, ਜਿੱਥੇ ਜਿੱਥੇ ਵੀ ਸਾਡੇ ਭਾਈ ਬੰਦ ਗਏ, ਉਹਨਾਂ ਨੇ ਵਾਈਡਰ ਕਮਿਊਨਿਟੀ ਦੇ ਵਿੱਚ ਬੜੇ ਸ਼ਾਨਦਾਰ ਢੰਗ ਦੇ ਨਾਲ ਇਸ ਤਰ੍ਹਾਂ ਦੀਆਂ ਐਕਟੀਵਿਟੀ, ਇਸ ਤਰ੍ਹਾਂ ਦੀਆਂ ਜਿਹੜੀਆਂ ਕੈਂਪੇਨਸ ਨੇ ਉਹਨਾਂ ਨੂੰ ਸਿਰੇ ਚੜਾਉਣਾ ਸ਼ੁਰੂ ਕੀਤਾ। ਹੁਣ ਤੁਸੀਂ ਦੇਖੋ ਵੀ ਜਿਹੜੇ ਸਾਡੇ ਯੂਰਪੀਅਨ ਭਾਈ ਬੰਦ ਆ ਜਾਂ ਮੌਰੀ ਸਾਡੇ ਕਜ਼ਨ ਆ ਜਿਹੜੇ, ਉਹ ਇਸ ਗੱਲ ਨੂੰ ਬਹੁਤ ਰਿਸਪੈਕਟ ਕਰਦੇ ਆ ਕਿ ਹਾਂ ਯਾਰ ਵੀ ਤੁਹਾਡੇ ਕਿਸੇ ਵੀ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ 40 ਤੋਂ 50 ਲੋਕ ਤਾਂ ਵੈਸੇ ਹੀ ਆ ਜਾਂਦੇ ਆ, ਤੇ ਕਈ ਵਾਰ ਗਿਣਤੀ ਇੰਨੀ ਹੁੰਦੀ ਵੀ ਬੰਦੇ ਵਾਪਸ ਮੋੜਨੇ ਪੈਂਦੇ ਆ। ਕੀ ਬਾਤ ਆ ਜੀ ਭਾਜੀ। ਹੁਣ ਸਟੂਡੀਓ ਦੇ ਘੜੀਆਂ ਉੱਤੇ 8:01 ਹੋ ਚੁੱਕਿਆ, ਸੋ ਸਮਾਂ ਪਤਾ ਹੀ ਨਹੀਂ ਲੱਗਿਆ ਕਿ ਗੱਲਾਂ ਦੇ ਵਿੱਚ ਕਿੱਦਾਂ ਲੰਘ ਗਿਆ। ਅਸਲ ਮੁੱਦੇ ਵੱਲ ਆਉਂਦੇ ਆ। ਕੀਵੀਨਾਮਾ ਜੀ ਜੀ ਟੈਕਨੋਲੋਜੀ ਦਾ ਯੁੱਗ ਆ, ਲੋਕ ਬਲੌਗਸ ਬਣਾਉਂਦੇ ਨੇ, ਕੋਈ ਕੁਝ ਕਰਦਾ। ਤੁਸੀਂ ਕਿਤਾਬਾਂ ਨੂੰ ਸਰੋਤ ਮੰਨ ਕੇ, ਕਿਤਾਬਾਂ ਤੋਂ ਜ਼ਿੰਦਗੀ ਸ਼ੁਰੂ ਕਰਦੇ ਹੋਏ, ਕਿਤਾਬ ਦੇ ਵਿੱਚ ਅਫਸਾਨੇ ਲਿਖਣ ਦਾ ਸਬੱਬ ਕਿਵੇਂ ਬਣਿਆ? ਜੀ 2005 ਦੇ ਵਿੱਚ ਮੈਨੂੰ ਮੌਕਾ ਮਿਲਿਆ ਅਮਰੀਕ ਭਾਜੀ ਦੀ ਰਹਿਨਮਾਈ ਦੇ ਹੇਠਾਂ ਕੈਨੇਡਾ ਜਾਣ ਦਾ। ਬਰੈਂਪਟਨ ਦੇ ਵਿੱਚ ਇੱਕ ਭੰਗੜੇ ਦਾ ਵਰਲਡ ਕੱਪ ਹੋਇਆ। ਜਿਵੇਂ ਤੁਸੀਂ ਜ਼ਿਕਰ ਕਰੀ ਦਿੱਤਾ ਕਿ ਵੀਰ ਸੋਹਣ ਸਿੰਘ ਜਾਂ ਅਮਰੀਕ ਭਾਜੀ, ਹੋਰ ਬਹੁਤ ਸਾਰੇ ਸੱਜਣ ਜਿਹੜੇ ਜਿਨ੍ਹਾਂ ਨੇ ਹੁਣ ਤਾਂ ਖੈਰ ਭੰਗੜੇ 'ਚ ਬਹੁਤ ਵਧੀਆ ਬੰਦੇ ਆ ਗਏ, ਗੁਰਿੰਦਰ ਸੰਧੂ ਵਰਗੇ। ਉਸ ਵੇਲੇ ਮਤਲਬ ਸਾਡੀ ਸਾਰਿਆਂ ਦੀ ਕੋਸ਼ਿਸ਼ ਇਹ ਹੁੰਦੀ ਸੀ ਕਿ ਜਿਹੜਾ ਅਸਲ ਸਰੂਪ ਆ, ਅਸਲ ਮੁਹਾਂਦਰਾ ਪੰਜਾਬ ਦੇ ਲੋਕ ਨਾਚਾਂ ਦਾ, ਇਹਨਾਂ ਨੂੰ ਬਚਾਇਆ ਜਾਵੇ। ਜਦੋਂ ਕੈਨੇਡਾ ਦੇ ਵਿੱਚ ਸਾਡੇ ਕੁਛ ਵੀਰ ਬੈਠੇ ਸੀ, ਉਹਨਾਂ ਨੇ ਇਟਲੀ ਤੋਂ, ਨਿਊਯਾਰਕ ਤੋਂ, ਵੈਨਕੂਵਰ ਤੋਂ, ਮਲੇਸ਼ੀਆ ਤੋਂ, ਜਦੋਂ ਉੱਥੋਂ ਟੀਮਾਂ ਨੂੰ ਉਹਨਾਂ ਨੇ ਇਨਵਾਈਟ ਕੀਤਾ, ਉਹਨਾਂ ਨੇ ਨਾਲ ਲੱਗਦਾ ਸਾਨੂੰ ਇੱਥੋਂ ਵੀ ਇਨਵਾਈਟ ਕੀਤਾ। ਤੇ ਇੱਥੋਂ ਇਨਵਾਈਟ ਕਰਨ ਤੋਂ ਬਾਅਦ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਨਹੀਂ ਇੱਥੇ ਟੀਮ ਜਿਹੜੀ ਆ ਉਹ ਪੂਰੀ ਦੀ ਪੂਰੀ ਟੀਮ ਵੀ ਆ ਸਕਦੀ ਕੰਪੀਟੀਸ਼ਨ ਦੇ ਵਿੱਚ, ਫਿਰ ਅਸੀਂ ਵੀ ਥੋੜਾ ਸੁਹਿਰਦ ਹੋ ਗਏ, ਥੋੜਾ ਸੀਰੀਅਸ ਹੋ ਕੇ ਗੰਭੀਰਤਾ ਨਾਲ ਅਸੀਂ ਪ੍ਰੈਕਟਿਸ ਕਰਨੀ ਸ਼ੁਰੂ ਕੀਤੀ। ਤੇ ਅਸੀਂ ਉਹ ਭੰਗੜਾ ਜਿਹੜਾ ਵਰਲਡ ਕੱਪ ਸੀ ਜੀ, ਉਹਦੇ ਵਿੱਚ ਜਦੋਂ ਉੱਥੇ ਗਏ ਨਰਿੰਦਰ ਵੀਰ, ਅਸੀਂ ਜਦੋਂ ਲੈਂਡ ਕੀਤੇ ਟੋਰਾਂਟੋ ਦੇ ਵਿੱਚ, ਤੇ ਅਸੀਂ ਸਾਰਿਆਂ ਨੇ, ਹਾਲਾਂਕਿ ਸਾਡੇ ਵਿੱਚੋਂ 3 ਜਿਹੜੇ ਸਾਡੇ ਭਰਾ ਸੀ ਉਹ ਕੇਸ ਨਹੀਂ ਸੀ ਰੱਖੇ ਉਹਨਾਂ ਨੇ, ਲੇਕਿਨ ਉਹ ਪੱਗਾਂ ਬੰਨ੍ਹ ਕੇ ਉਤਰੇ ਜੀ। ਤੇ ਜਦੋਂ ਪੱਗਾਂ ਬੰਨ੍ਹ ਕੇ 8 ਦੇ 8 ਜਾਂ 9 ਦੇ 9 ਬੰਦੇ ਸੀ ਉਤਰੇ, 8 ਜਣੇ ਅਸੀਂ ਭੰਗੜਾ ਪਾਉਣ ਵਾਲੇ ਸੀ। 9ਵੇਂ ਅਮਰੀਕ ਭਾਜੀ ਸੀ ਜਿਨ੍ਹਾਂ ਨੇ ਢੋਲ ਵਜਾਉਣਾ ਸੀ, 10ਵਾਂ ਸੋਹਣ ਸਿੰਘ ਸੀ ਜਿਹਨੇ ਚਿਮਟਾ ਵਜਾਉਣਾ ਸੀ। ਹਾਂਜੀ, ਸੋ 10 ਬੰਦੇ ਜਦੋਂ ਪੱਗਾਂ ਬੰਨ੍ਹ ਕੇ ਇਕੱਠੇ ਉਤਰੇ, ਤਾਂ ਉੱਥੇ ਜਿਹੜੇ ਬੰਦੇ ਸਾਡੇ ਪ੍ਰਬੰਧਕ ਲੈਣ ਆਏ ਹੋਏ ਸੀ, 1-2 ਹੋਰ ਵੀ ਜਿਹੜੇ ਮੇਜ਼ਬਾਨ ਸੀ ਸਾਡੀ ਰਿਸ਼ਤੇਦਾਰੀ ਚੋਂ, ਉਹ ਇਸ ਗੱਲੋਂ ਬੜੇ ਪ੍ਰਭਾਵਿਤ ਹੋਏ ਕਿ ਅਸੀਂ ਸੋਚਦੇ ਸੀ ਨਿਊਜ਼ੀਲੈਂਡ ਦੇ ਵਿੱਚ ਭੇਡਾਂ ਜ਼ਿਆਦਾ, ਲੇਕਿਨ ਨਿਊਜ਼ੀਲੈਂਡ ਸਰਦਾਰ ਵੀ ਬਹੁਤ ਆ। ਸੋ ਉਹ ਪਹਿਲਾ ਪ੍ਰਭਾਵ ਸੀ ਜਿਹੜਾ ਮੈਨੂੰ ਲੱਗਿਆ ਕਿ ਕੈਨੇਡਾ ਦੂਜਾ ਘਰ ਆ ਪੰਜਾਬੀਆਂ ਦਾ। ਜੇ ਕੈਨੇਡਾ ਦੇ ਵਸਦੇ ਪੰਜਾਬੀ ਇਸ ਗੱਲ ਨੂੰ ਸ਼ਿੱਦਤ ਨਾਲ ਮਹਿਸੂਸ ਕਰਦੇ ਆ ਕਿ ਦੇਖੋ ਕਿ ਨਿਊਜ਼ੀਲੈਂਡ ਦੇ
ਛੋਟੇ ਜਿਹੇ ਭਾਈਚਾਰੇ ਦੇ ਵਿੱਚੋਂ, ਹਾਲਾਂਕਿ ਛੋਟਾ ਨਹੀਂ ਸੀ, ਲੇਕਿਨ ਉਹਨਾਂ ਦਾ ਜੋ ਪ੍ਰਭਾਵ ਸੀ ਉਹ ਇਹੀ ਸੀ ਕਿ ਸ਼ਾਇਦ ਥੋੜੇ ਲੋਕ ਰਹਿੰਦੇ ਉੱਥੇ ਪੰਜਾਬੀ, ਲੇਕਿਨ ਉਹਨਾਂ ਨੇ ਸਾਨੂੰ ਬਹੁਤ ਖੇੜੇ ਮੱਥੇ ਪ੍ਰਵਾਨ ਕੀਤਾ। ਸਾਡੀ ਚਾਹ ਦਾ ਸੱਦਾ ਕਿਤੇ ਹੋਣਾ, ਰੋਟੀ ਦਾ ਸੱਦਾ ਕਿਤੇ ਹੋਣਾ, ਤੇ ਸਾਡਾ ਜਿਹੜਾ ਉਹ ਪ੍ਰਭਾਵ ਸੀ ਇਮੇਜ ਦਾ, ਉਹਦੇ ਮੱਦੇਨਜ਼ਰ ਅਸੀਂ ਪੱਗਾਂ ਬੰਨ੍ਹ ਕੇ ਲਗਭਗ ਹਰੇਕ ਥਾਂ ਜਾਣਾ। ਚਾਹੇ MP ਗੁਰਬਖਸ਼ ਸਿੰਘ ਮੱਲੀ ਉਹਨਾਂ ਨੇ ਸਾਡਾ ਸਨਮਾਨ ਕੀਤਾ, ਚਾਹੇ ਕੋਈ ਕਿਸੇ ਨੇ ਸਾਨੂੰ ਰਾਤਰੀ ਭੋਜ ਤੇ ਸੱਦਿਆ, ਲੇਕਿਨ ਮੈਂ ਪ੍ਰਭਾਵ ਲਿਆ ਕਿ ਉੱਥੋਂ ਦੇ ਲੋਕਾਂ ਦੇ ਕਿੱਸੇ ਜਿਹੜੇ ਆ, ਕਿਉਂਕਿ ਨੰਬਰਸ ਬਹੁਤ ਜ਼ਿਆਦਾ ਉੱਥੇ ਪੰਜਾਬੀਆਂ ਦੇ, ਉਹਨਾਂ ਦੇ ਕਿੱਸੇ ਬੜੇ ਦਿਲਚਸਪ ਸੀ। ਸੋ ਇਹੀ ਵਜ੍ਹਾ ਰਹੀ ਕਿ ਕੀਵੀ ਨਾਵਾਂ ਦਾ ਕਿਤਾਬ, ਭਾਵੇਂ ਕੀਵੀ ਨਾਵਾਂ ਦਾ ਨਾਂ ਆ, ਲੇਕਿਨ ਉਹਦੇ ਵਿੱਚ ਬਹੁਤੇ ਜਿਹੜੇ ਕਿੱਸੇ ਆ ਉਹ ਕੈਨੇਡਾ ਦੇ ਸ਼ਾਮਲ ਕੀਤੇ ਗਏ। ਲੇਕਿਨ ਮੈਂ ਕੋਸ਼ਿਸ਼ ਇਹ ਕੀਤੀ ਆ ਕਿ ਸਿੱਧੀ ਗੱਲ ਕਹਿਣ ਦੀ ਬਜਾਏ, ਉਹ ਕਹਿੰਦੇ ਨਾ ਵੀ ਧੀਏ ਗੱਲ ਕਰ ਨੋਹੇ ਕੰਨ ਕਰ, ਸੋ ਜਾਣ ਕੇ ਮੈਂ ਗੱਲਾਂ ਕੈਨੇਡਾ ਦੇ ਕਿੱਸਿਆਂ ਦੀਆਂ ਕੀਤੀਆਂ, ਲੇਕਿਨ ਸੁਣਾਈਆਂ ਆਪਣੇ ਵਾਲਿਆਂ ਨੂੰ। ਕਿਆ ਭਾਜੀ, ਕਿਤਾਬ ਜਿਹੜੀ ਆ ਹਜੇ ਤੱਕ ਮੈਂ ਪਹਿਲਾਂ ਹੀ ਦੱਸ ਦੇਵਾਂ ਸਾਰੇ ਸਰੋਤਿਆਂ ਨੂੰ ਕਿ ਜਿਸ ਦਿਨ ਰਿਲੀਜ਼ ਹੋਣੀ ਸੀ, ਆਪਣੀ ਫਲਾਈਟ ਸਾਨੂੰ ਇੱਥੇ ਲਿਆਈ। ਜਦ ਤੱਕ ਭਾਜੀ ਦਾ ਇਨਵੀਟੇਸ਼ਨ ਆਇਆ ਕਿ ਕਾਕਾ ਜੀ ਆ ਤੁਹਾਡਾ ਸਪੈਸ਼ਲ ਇਨਵੀਟੇਸ਼ਨ ਹੈ, ਤੁਸੀਂ ਪਹੁੰਚਣਾ, ਮੈਂ ਭਾਜੀ ਨੂੰ ਫੋਨ ਦਿੱਤੇ ਗਿਆ, ਮੈਂ ਕਿਹਾ ਭਾਜੀ ਅਸੀਂ ਡੋਨੇਟਰ ਨੂੰ ਫਲਾਈ ਕਰ ਚੁੱਕੇ ਆ, ਸਾਡਾ ਜਹਾਜ਼ ਡਾਰੀ ਮਾਰ ਗਿਆ, ਮੈਂ ਮਿਸ ਕਰ ਗਿਆ। ਕਿਤਾਬ ਪੜ੍ਹਨ ਦਾ ਜਿਹੜਾ ਸਬੱਬ ਹੈ ਉਹ ਮੈਂ ਆ ਕੇ ਜਿਹੜਾ ਮੈਂ ਬਕਾਇਦਾ ਇਸ ਚੀਜ਼ ਨੂੰ, ਜਦੋਂ ਹੁਣ ਮੈਂ ਆਉਣਾ ਹੈ ਪਹਿਲਾਂ ਆ ਕੇ ਕਿਤਾਬ ਹੀ ਚੱਕਣੀ ਹੈ ਮੈਂ। ਸੋ ਪਰ ਇਹਦੇ ਵਿੱਚੋਂ ਮੈਂ ਇਹ ਜਾਣਨਾ ਚਾਹੁੰਦਾ, ਤੁਸੀਂ ਕਿਹਾ ਕਿ ਮੈਂ ਕੈਨੇਡਾ ਦੇ ਉਹਨਾਂ ਦੀਆਂ ਹੀ, ਤੁਸੀਂ ਇਹ ਵੀ ਕੀਤਾ ਕਿ ਉਹਦੇ ਤੁਸੀਂ ਉਹਨਾਂ ਦੇ ਕਿੱਸਿਆਂ ਨੂੰ ਜਿਹੜਾ ਸੀਗਾ ਤਰਜੀਹ ਦਿੱਤੀ, ਪਰ ਮੈਂ ਇਹ ਜਾਣਨਾ ਚਾਹੁੰਦਾ, ਬਹੁਤੇ ਲੋਕ ਅੱਜ, ਮੈਂ ਜਿੱਦਾਂ ਪਹਿਲਾਂ ਗੱਲ ਕੀਤੀ ਹੈ, ਟੈਕਨੋਲੋਜੀ ਆ, ਬਲੌਗਸ ਨੇ, ਤੁਸੀਂ ਕਿਤਾਬ, ਕਿਉਂਕਿ ਤੁਹਾਡੀ ਜ਼ਿੰਦਗੀ ਜਿਹੜੀ ਆ ਬਹੁਤ ਬਿਜ਼ੀ ਆ, ਮੈਂ ਦੇਖਿਆ ਤੁਸੀਂ ਵੈਸੇ ਹੀ 2:30 3 ਵਜੇ ਤੱਕ ਜਿਹੜਾ ਹੈਗਾ, ਤੁਸੀਂ 3 ਵਜੇ ਮੇਰੇ ਖਿਆਲ 3 ਜਾਂ 4 ਵਜੇ ਉੱਠਦੇ ਹੋ, ਤੇ ਰਾਤ ਨੂੰ 10-11 ਵਜੇ ਤੱਕ ਤੁਸੀਂ ਨਾਰਮਲੀ ਹੁੰਦੇ ਹੋ। ਕਿਤਾਬ ਲਿਖਣ ਦਾ ਸਮਾਂ ਕਿੱਥੋਂ, 11:30 ਵੱਜ ਜਾਂਦੇ ਗੁਰੂਦੇਵ, ਕਿਤਾਬ ਲਿਖਣ ਦਾ ਸਮਾਂ ਕਿੱਥੋਂ ਕੱਢ ਲਿਆ, ਮੈਨੂੰ ਹੁਣ ਥੋੜਾ ਜਿਹਾ ਇਹਦੇ ਉੱਤੇ ਚਾਨਣਾ ਪਾ ਦਿਓ। ਇਹ ਸਿਰਾ ਜਿਹੜਾ ਨਾ ਕੂਕ ਪੰਜਾਬੀ ਸਮਾਚਾਰ ਨੂੰ ਜਾਂਦਾ ਜੀ, ਹਰਜਿੰਦਰ ਬਸਿਆਲਾ ਜੀ ਨੂੰ ਜਾਂਦਾ, ਅਵਤਾਰ ਤਰਕਸ਼ੀਲ ਉਹਨਾਂ ਨੂੰ ਜਾਂਦਾ, ਭਾਸ਼ਾ ਵਿਭਾਗ ਦੇ ਤੁਹਾਡੇ ਜਾਣੇ ਪਛਾਣੇ ਡਾਕਟਰ ਹਰਨੇਕ ਸਿੰਘ ਢੋਟ ਉਹਨਾਂ ਨੂੰ ਜਾਂਦਾ। ਇਹਨਾਂ ਨੇ ਬਹੁਤ ਪੁਸ਼ ਕੀਤਾ ਜੀ ਮੈਨੂੰ, ਲਵਤੇਜ ਰੰਧਾਵਾ ਉਹਨਾਂ ਨੇ ਬਹੁਤ ਪੁਸ਼ ਕੀਤਾ, ਵੀਰ ਮੁਖਤਿਆਰ ਉਹਨਾਂ ਨੇ ਬਹੁਤ ਪੁਸ਼ ਕੀਤਾ। ਇਹ ਉਹ ਬੰਦੇ ਜੀ ਜਿਨ੍ਹਾਂ ਨੇ ਹਮੇਸ਼ਾ ਕਹਿਣਾ ਕਿ ਨਹੀਂ ਯਾਰ ਤੂੰ ਇੰਨੇ ਵਧੀਆ ਆਰਟੀਕਲ ਲਿਖਦਾ। ਅਖਬਾਰਾਂ ਦੇ ਵਿੱਚ ਜਦੋਂ ਆਰਟੀਕਲ ਲਗਾਤਾਰਤਾ ਦੇ ਨਾਲ ਛਪਦੇ ਗਏ ਕੂਕ ਪੰਜਾਬੀ ਸਮਾਚਾਰ ਦੇ ਵਿੱਚ, ਤੇ ਮੈਨੂੰ ਪਤਾ ਹੀ ਨਹੀਂ ਲੱਗਾ ਕਦੋਂ ਮੈਨੂੰ ਬਸਾਲਾ ਜੀ ਕਹਿੰਦੇ ਵੀ ਇਹ ਤਾਂ 300 ਤੋਂ ਵੀ ਵੱਧ ਪੇਜ ਬਣ ਜਾਣੇ, ਤੁਸੀਂ ਇਹਦੀ ਕਿਤਾਬ ਛਪਾਓ। ਮੈਂ ਕਿਹਾ ਜੀ ਛੱਡੋ, ਵੀ ਕਿਤਾਬ ਅੱਜ ਕੱਲ੍ਹ ਦੇ ਜ਼ਮਾਨੇ 'ਚ ਕੌਣ ਪੜ੍ਹਦਾ। ਫਿਰ ਹੋਇਆ ਕੀ, ਸਾਡੇ ਨਾਲ ਹਰਜੋਤ ਸਿੰਘ ਵਰਗੇ ਸੁਹਿਰਦ ਲੋਕ ਜੁੜ ਗਏ, ਜਿਹੜੇ ਪੰਜਾਬ ਟੂ ਆਏ ਤੁਰਵਾ ਪੇਜ ਦੇ ਰੀੜ ਦੀ ਹੱਡੀ ਆ। ਉਹਨਾਂ ਨੇ ਪੰਜਾਬ ਦੇ ਜਿਹੜੇ ਇੱਥੇ ਮਾਈਗ੍ਰੈਂਟ 1890 ਤੋਂ ਲੈ ਕੇ ਫੁੰਮਣ ਸਿੰਘ ਗਿੱਲ ਉਹਨਾਂ ਤੋਂ ਸ਼ੁਰੂਆਤਾਂ ਹੋਈਆਂ, ਉਹਨੂੰ ਹੌਲੀ ਹੌਲੀ ਸ਼ੋਕੇਸ ਕਰਨ ਦੇ ਲਈ ਜਦੋਂ ਸਟੋਰੀਆਂ ਪਾਉਣੀਆਂ ਸ਼ੁਰੂ ਕੀਤਾ, ਜਿਹੜੀ ਤੁਸੀਂ ਵੀ ਗੱਲ ਕੀਤੀ ਵਲੌਗਸ ਦੀ, ਤਾਂ ਉਹ ਕਹਿੰਦੇ ਵੀ ਆਪਾਂ ਇਹਨੂੰ ਆਡੀਓ ਵੀਡੀਓ ਤੇ ਨਾਲ ਬੁੱਕ ਦੇ ਰੂਪ 'ਚ ਸਾਂਭੀਏ। ਪੰਜਾਬ ਟੂ ਆਲਤਰੂਆ ਦੇ ਵਿੱਚ ਸਰਦਾਰ ਸੰਤੋਖ ਸਿੰਘ ਭੁੱਲਰ ਤੇ WH ਮੈਕਲੋਇਡ ਨੇ 1890 ਤੋਂ 1990 ਤੱਕ ਦੇ ਪੰਜਾਬੀ ਪ੍ਰਵਾਸੀਆਂ ਦਾ ਇਤਿਹਾਸ ਜਿਹੜਾ ਉਸ ਨੂੰ ਸ਼ਾਮਲ ਕੀਤਾ ਜੀ। 1990 ਤੋਂ ਲੈ ਕੇ ਹੁਣ ਤੱਕ ਦੀ ਜਦੋਂ ਗੱਲ ਕਰਦੇ 2022 ਆ ਗਿਆ, ਇਹਨਾਂ ਦੀ ਗੱਲ ਬਹੁਤ ਘੱਟ ਹੋਈ ਜੀ। ਫਿਰ ਜਦੋਂ ਮੈਂ ਉਹਨਾਂ ਨੂੰ ਕਿਹਾ ਵੀ ਨਹੀਂ ਯਾਰ ਆਪਾਂ ਨੂੰ ਇਹਦੇ ਉੱਤੇ ਕੰਮ ਕਰਨਾ ਚਾਹੀਦਾ, ਚਾਹੇ ਉਹਦੇ 'ਚ ਕਬੱਡੀ ਵਾਲਿਆਂ ਦੀ ਗੱਲ ਹੋਵੇ, ਚਾਹੇ ਉਹਦੇ 'ਚ ਜਿਹੜੇ ਸਾਡੇ ਖਾੜਕੂਵਾਦ ਦੇ ਦੌਰਾਨ ਸਾਡੇ ਰਾਜਨੀਤਿਕ ਸ਼ਰਨ ਲੈ ਕੇ ਪੱਕੇ ਹੋਏ ਭੈਣਾਂ ਭਰਾ ਉਹਨਾਂ ਦੀ ਗੱਲ ਹੋਵੇ, ਚਾਹੇ ਇਹਦੇ ਵਿੱਚ ਸਟੂਡੈਂਟ ਵੀਜ਼ੇ ਵਾਲਿਆਂ ਦੀ ਗੱਲ ਹੋਵੇ, ਚਾਹੇ ਵਰਕ ਪਰਮਿਟ ਤੋਂ ਰੈਜ਼ੀਡੈਂਸੀ ਪ੍ਰਾਪਤ ਕਰਨ ਵਾਲੇ ਭੈਣਾਂ ਭਰਾਵਾਂ ਦੀ ਗੱਲ ਹੋਵੇ, ਉਹਨਾਂ ਦਾ ਤਾਂ ਕਦੇ ਜ਼ਿਕਰ ਹੀ ਨਹੀਂ ਹੋਇਆ। ਸੋ ਉਹ ਜਦੋਂ ਜ਼ਿਕਰ ਦੀ ਗੱਲ ਚੱਲੀ, ਉਹ ਕਹਿੰਦੇ ਨਹੀਂ ਤੁਸੀਂ ਇਸ ਗੱਲ ਨੂੰ ਇਸ ਤਰੀਕੇ ਨਾਲ, ਇਸ ਸਿਲਸਿਲੇ ਨਾਲ ਸ਼ੁਰੂ ਕਰੋ ਕਿ ਪਹਿਲਾਂ ਤੁਸੀਂ ਲੋਕਾਂ ਨੂੰ ਚੇਟਕ ਪਾਓ ਇਸ ਗੱਲ ਦੀ, ਕਿ ਲੋਕਾਂ ਨੂੰ ਪਤਾ ਲੱਗੇ ਕਿ ਨਹੀਂ ਯਾਰ ਕੱਲ੍ਹ ਨੂੰ ਰੈਫਰੈਂਸ ਬੁੱਕ ਜਿਹੜੀ ਆ ਉਹ ਵੀ ਪੰਜਾਬੀ ਭਾਸ਼ਾ ਦੀ, ਪੰਜਾਬੀ ਲੇਖਕ ਦੀ ਹੋਵੇ। ਇਹ ਠੀਕ ਆ ਕਿ ਸੰਤੋਖ ਸਿੰਘ ਭੁੱਲਰ ਉਹਨਾਂ ਨੇ ਵੱਡਾ ਯੋਗਦਾਨ ਪਾਇਆ WH ਮੈਕਲੋਇਡ ਦੀਆਂ ਲਿਖਤਾਂ ਦੇ ਵਿੱਚ, ਲੇਕਿਨ ਚਾਹੇ ਉਹਦੇ ਵਿੱਚ ਤੁਸੀਂ ਪਿਛਲੀ ਰਿਸਰਚ ਕਰਕੇ ਦੇਖ ਰਹੇ ਨਰਿੰਦਰ ਵੀਰ, ਤੁਸੀਂ ਜਿਹੜੇ ਸ਼ਹਿਰ 'ਚ ਬੈਠੇ ਹੋ ਡੋਨੇਟਨ ਦੇ ਵਿੱਚ, ਉਹ ਕਲਾ ਤੇ ਸਾਹਿਤ ਦਾ ਮੱਕਾ ਆ, ਤੇ ਉੱਥੇ ਆਪਾਂ ਇਹ ਚੀਜ਼ਾਂ ਮਹਿਸੂਸ ਕਰਦੇ ਹਾਂ ਵੀ ਰਿਸਰਚ ਬੇਸਡ ਚੀਜ਼ਾਂ ਜਿਹੜੀਆਂ ਉਹਨਾਂ ਦੀ ਵੈਲਿਊ ਬਹੁਤ ਆ। ਸਾਡੀ ਬਦਕਿਸਮਤੀ ਰਹੀ ਆ ਵੀ ਅਸੀਂ ਇਤਿਹਾਸ ਰਚਨਾ ਜਾਣਦੇ ਹਾਂ, ਇਤਿਹਾਸ ਲਿਖਣਾ ਨਹੀਂ ਜਾਣਦੇ। ਅਸੀਂ ਘੋੜਿਆਂ ਦੀਆਂ ਕਾਠੀਆਂ ਤੇ ਸੌਣ ਵਾਲੇ ਲੋਕ, ਸਿਰਫ ਮੁੱਠੀ ਭਰ ਛੋਲੇ ਚੱਬ ਕੇ ਦੁਸ਼ਮਣ ਦੇ ਨਾਲ ਲੋਹਾ ਲੈਣ ਵਾਲੇ ਲੋਕ, ਅਸੀਂ ਇਤਿਹਾਸ ਰਚੇ ਬਹੁਤ ਆ, ਲੇਕਿਨ ਅਸੀਂ ਉਹਨੂੰ ਸਾਂਭਿਆ ਨਹੀਂ, ਲਿਖਿਆ ਨਹੀਂ। ਸੋ ਮੈਨੂੰ ਲੱਗਿਆ ਵੀ ਨਹੀਂ, ਕੱਲ੍ਹ ਨੂੰ ਜਦੋਂ ਸਾਡਾ ਕੋਈ ਅਗਲਾ ਪੋਤਾ ਦੋਤਾ ਜਾਂ ਅਗਲੀ ਪੀੜ੍ਹੀ ਵਾਲੇ ਰੈਫਰੈਂਸ ਬੁੱਕ ਲੱਭਣਗੇ ਤਾਂ ਉਹ ਸਾਡੇ ਕੋਲ ਲਿਖਤੀ ਤਾਂ ਹੈ ਹੀ ਨਹੀਂ। ਸੋ ਇਹਨਾਂ ਕਿੱਸਿਆਂ ਕਹਾਣੀਆਂ ਦੇ ਵਿੱਚੋਂ ਉਹ ਆਪਣੇ ਦਾਦਿਆਂ ਦੇ ਪੜਦਾਦਿਆਂ ਦੇ ਚਿਹਰੇ ਉਹ ਸੌਖੇ ਪਛਾਣ ਲਿਆ ਕਰਨਗੇ। ਸੋ ਪਹਿਲੀ ਕਿਤਾਬ ਭਾਵੇਂ ਕਿ ਜ਼ਿਆਦਾਤਰ ਰਿਸਰਚ ਬੇਸਡ ਨਿਊਜ਼ੀਲੈਂਡ ਦੇ ਉੱਤੇ ਨਹੀਂ ਹੈ, ਲੇਕਿਨ ਉਹਦੀ ਅਗਲੀ ਕਿਸ਼ਤ ਜਿਹੜੀ ਕੀਵੀਨਾਮਾ 2 ਆਉਣੀ ਆ,
ਉਹ ਪੰਜਾਬ ਟੂ ਅੱਜ ਤਰੋਆ ਦਾ 1990 ਤੋਂ ਅਗਲਾ ਇਤਿਹਾਸ। 1990 ਤੋਂ ਪਿਛਲਾ ਜਿਹੜੀਆਂ ਬਹੁਤ ਗੱਲਾਂ ਗੋਰੇ ਕਹਾਣੀਕਾਰਾਂ ਦੇ, ਗੋਰੇ ਲੇਖਕਾਂ ਦੇ ਗੇਟ 'ਚ ਨਹੀਂ ਆਈਆਂ, ਜਿਹੜੇ ਬੈਰੀਅਰ ਕ੍ਰਾਸ ਕਰਨੇ ਪਏ, ਚਾਹੇ ਉਹ ਨਸਲਵਾਦ ਦਾ, ਚਾਹੇ ਉਹ ਭਾਸ਼ਾ ਦਾ, ਚਾਹੇ ਉਹ ਜੀਵਨ ਸਾਥੀ ਨੂੰ ਇੱਥੇ ਨਾ ਆਉਣ ਦੇਣ ਵਾਲੀ ਸਖਤ ਪ੍ਰਵਾਸੀ ਨੀਤੀ ਦਾ, ਚਾਹੇ ਜ਼ਮੀਨ ਦੀ ਮਲਕੀਅਤ ਨਾ ਦੇਣ ਦਾ। ਗੋਰਿਆਂ ਨੇ ਧੱਕੇ ਬਹੁਤ ਕੀਤੇ, ਚਾਹੇ ਚੀਨਿਆਂ ਨਾਲ, ਚਾਹੇ ਸਾਡੇ ਨਾਲ। ਇਹ ਗੱਲ ਵੱਖਰੀ, ਅੱਜ ਇਹ ਮਿੱਠੀ ਜ਼ਬਾਨ ਦੇ ਨਾਲ ਸਾਨੂੰ ਪਿਆਰੇ ਪਿਆਰੇ ਬਣ ਕੇ ਮੋਹ ਲੈਂਦੇ ਆ, ਲੁੱਟ ਲੈਂਦੇ ਆ, ਲੇਕਿਨ ਧੱਕਾ ਬਹੁਤ ਹੋਇਆ। ਉਹ ਧੱਕਿਆਂ ਦੀ ਜਾਣਕਾਰੀ ਹੁਣ ਗੋਰਿਆਂ ਨੇ ਉਨੀ ਪਾਰਦਰਸ਼ਤਾ ਦੇ ਨਾਲ ਦਿੱਤੀ ਨਹੀਂ ਜਿੰਨੀ ਇੱਕ ਪੰਜਾਬੀ ਲੇਖਕ ਦੇ ਸਕਦਾ। ਉਹ ਮੈਂ ਨਹੀਂ ਕਹਿੰਦਾ ਕਿ ਮੈਂ ਹੀ ਦੇਣੀ ਆ, ਮੇਰੇ ਨਾਲ ਦੂਜੀ ਕਿਤਾਬ ਵੇਲੇ ਜਿਹੜੀ ਟੀਮ ਸ਼ਾਮਲ ਹੋ ਰਹੀ, ਉਹਦੇ ਵਿੱਚ ਹਰਜਿੰਦਰ ਬਸਿਆਲਾ ਜੀ ਆ, ਨਵਤੇਜ ਰੰਧਾਵਾ ਜੀ ਆ, ਅਜੀਤ ਸਿੰਘ ਰੰਧਾਵਾ ਜੀ ਆ, ਹਰਜੋਤ ਸਿੰਘ ਮਾਨ ਆ ਸਾਡਾ ਵੀਰ, ਹਰਪਾਲ ਸਿੰਘ ਗੁਰੂ ਆ, ਤੇ ਏਦਾਂ ਦੇ ਬਹੁਤ ਸਾਰੇ ਲੋਕ ਆ ਜਿਨ੍ਹਾਂ ਦੇ ਕੋਲ ਰਿਸਰਚ ਨੂੰ ਲੈ ਕੇ ਆਡੀਓ, ਵੀਡੀਓ ਤੇ ਨਾਲ ਨਾਲ ਲਿਖਤੀ ਤੌਰ ਤੇ ਸਾਂਭਣ ਦੀਆਂ ਗੱਲਾਂ ਜਿਹੜੀਆਂ ਉਹ ਹੋਣ ਲੱਗੀਆਂ। ਇਹਦੇ ਵਿੱਚ ਮੌਰੀ ਟੀਵੀ ਨੇ ਇਸ ਚੀਜ਼ ਦਾ ਨੋਟਿਸ ਲੈਣਾ ਸ਼ੁਰੂ ਕਰਤਾ, ਉਹਨੇ ਇਹਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ। 1984 ਉੱਤੇ ਹੁਣ ਡਾਕੂਮੈਂਟਰੀ ਬਣਨੀ ਸ਼ੁਰੂ ਹੋ ਗਈ। ਤੁਸੀਂ ਕਦੇ ਸੋਚਿਆ ਸੀ ਵੀ ਨਿਊਜ਼ੀਲੈਂਡ ਦੇ ਨੇਟਿਵ ਨਿਊਜ਼ੀਲੈਂਡਰਸ ਜਾਂ ਮੌਰੀ ਟੀਵੀ ਜਿਹੜਾ ਨੈਸ਼ਨਲ ਟੀਵੀ ਆ, ਉਹ ਸਿੱਖਾਂ ਦੇ ਨਾਲ 1984 ਜਿਹੜਾ ਦਫਾਂਤ ਵਾਪਰਿਆ ਉਹਦੇ ਉੱਤੇ ਇੱਕ ਪੂਰੀ ਡਾਕੂਮੈਂਟਰੀ ਬਣਾਊਗਾ ਜੀ? ਜਾਂ ਜਿਹੜੀ ਮੇਰੇ ਬਾਰੇ ਵੀ ਗੱਲ ਹੋਈ ਆ, ਉਹ ਕਦੇ ਸਾਡੇ ਆਪਣੇ ਪੰਜਾਬੀ ਦੇ ਜਾਂ ਭਾਰਤ ਦੇ ਜਿਹੜੇ ਸਾਡੇ ਚੈਨਲ ਆ, ਉਹ ਕਦੇ ਵੀ ਏਦਾਂ ਦੀ ਡਾਕੂਮੈਂਟਰੀ ਕਿਸੇ ਪ੍ਰਦੇਸੀ ਪੰਜਾਬੀ ਉੱਤੇ ਬਣਾਉਣਗੇ? ਉਹਦੀ ਜ਼ਿੰਦਗੀ 'ਚ ਜਿਹੜੇ ਦਰਪੇਸ਼ ਚੁਣੌਤੀਆਂ ਆਈਆਂ ਉਹਨਾਂ ਉੱਤੇ ਉਹ ਚਰਚਾ ਕਰਨਗੇ? ਉਹ ਸਿਰਫ ਤੇ ਸਿਰਫ ਉਹਨਾਂ ਪ੍ਰਾਪਤੀਆਂ ਵਾਲੇ ਬੰਦਿਆਂ ਨੂੰ ਹੀ ਪਿਕ ਕਰਦੇ ਆ ਚੈਨਲ ਜਿੱਥੇ ਉਹਨਾਂ ਨੇ ਆਪਣਾ ਸੌਦਾ ਵੇਚਣਾ ਹੁੰਦਾ। ਲੇਕਿਨ ਇਹ ਜਿਹੜੇ ਚੈਨਲ ਆ, ਅਸੀਂ ਕਿਸਮਤ ਵਾਲੇ ਆ ਕਿ ਇਹਨਾਂ ਨੇ ਸਾਨੂੰ ਹਰੇਕ ਦ੍ਰਿਸ਼ਟੀਕੋਣ ਤੋਂ, ਸਾਡਾ ਹੀ ਸ਼ਖਸੀਅਤ ਦਾ ਹਰੇਕ ਐਂਗਲ, ਕਿ ਪੱਗ ਕਿਵੇਂ ਬੰਨ੍ਹਦਾ ਬੰਦਾ, ਚਾਹ ਕਿਵੇਂ ਬਣਾਉਂਦਾ, ਪੁਲਿਸ ਨਾਲ ਇੰਟਰੈਕਸ਼ਨ ਕਿਵੇਂ ਕਰਦਾ, ਸੌਦੇ ਵਾਲੀ ਦੁਕਾਨ ਤੇ ਜਾ ਕੇ ਸੌਦਾ ਕਿਵੇਂ ਖਰੀਦਦਾ, ਉਹ ਪੁਲਿਸ ਟਾਰਚਰ ਦੇ ਵਿੱਚ ਉਹਦੀ ਹਿਸਟਰੀ ਜਿਹੜੀ ਕਿਵੇਂ ਆ। ਮਤਲਬ ਮੈਂ ਜੇ ਗਲਤ ਨਹੀਂ ਤਾਂ ਮੇਰੇ ਖਿਆਲ ਮੇਰੇ ਆਲੇ ਦੁਆਲੇ ਵਸੇ 60% ਲੋਕਾਂ ਨੂੰ ਹੁਣ ਜਾ ਕੇ ਪਤਾ ਲੱਗਾ ਕਿ ਮੇਰੀ ਅਸਲ ਸਟੋਰੀ ਹੈ ਕੀ। ਉਸ ਤੋਂ ਪਹਿਲਾਂ ਲੋਕ ਸਿਰਫ ਹੱਸਦੇ ਚਿਹਰਿਆਂ ਨੂੰ ਜਾਣਦੇ ਆ। ਮੈਂ ਇਸੇ ਕਰਕੇ ਆਪਣੇ ਟੈਗ ਵਿੱਚ ਵੀ ਕਹਿੰਦਾ ਨਾ ਕਿ ਅਨੁਵਾਦ ਕਰ ਸਕੇ ਨਾ ਹਾਸੇ 'ਚ ਦਰਦ, ਆਪਣੇ ਨਜ਼ਰਾਂ 'ਚ ਦੂਜਿਆਂ ਦੇ ਬੰਦੇ ਕਮਾਲ ਦੇ ਹਾਂ। ਕਿਆ ਬਾਤ ਆ ਭਾਜੀ। ਭਾਜੀ ਮੈਂ ਅਕਸਰ ਨਾ ਇਹ ਗੱਲ ਮੈਂ ਰੂਪ ਨਾਲ ਕਰਦਾ ਹੁੰਦਾ ਸੀ। ਮੈਂ ਕਿਹਾ ਭਾਜੀ ਦਾ ਚਿਹਰਾ ਬੜਾ ਹੱਸਦਾ, ਪਰ ਡੂੰਘਾਈ ਆ ਵਿੱਚ। ਤੇ ਇਹ ਡੂੰਘਾਈ ਦਾ ਮੈਨੂੰ ਉਸ ਦਿਨ ਪਤਾ ਲੱਗਿਆ ਜਦੋਂ ਮੈਂ ਮੌਰੀ ਚੈਨਲ ਦੇ ਉੱਤੇ ਉਹ ਛੋਟਾ ਜਿਹਾ ਕਲਿੱਪ ਦੇਖਿਆ। ਤੁਹਾਡੀਆਂ ਜੇ ਬਹੁਤੇ ਲੋਕ ਮੇਰੀ ਅੱਜ ਇਸ ਗੱਲ ਨਾਲ ਸਹਿਮਤ ਹੋ ਜਾਣਗੇ, ਕਦੇ ਧਿਆਨ ਨਾਲ ਪਰਮਿੰਦਰ ਪਾਪਾ ਟੋਟੋ ਦੇ ਚਿਹਰੇ ਨੂੰ ਦੇਖਿਓ, ਜਿਹਦੇ ਵਿੱਚ ਤੁਹਾਨੂੰ ਅੱਖਾਂ ਦੇ ਵਿੱਚੋਂ ਡੂੰਘਾਈ ਦੀ ਜਿਹੜੀ ਉਹ ਦਿਖਦੀ ਹੈ ਨਾ, ਉਹ ਦੱਸਦੀ ਹੈ ਕਿ ਇਹ ਬੰਦੇ ਦੇ ਪਿੱਛੇ ਬਹੁਤ ਕੁਝ ਲੁਕੋਈ ਫਿਰਦਾ। ਇਹ ਹੱਸਦਾ ਚਿਹਰਾ, ਇਹ ਨੱਚਦਾ ਚਿਹਰਾ, ਇਹ ਟੌਰ ਪੱਗ ਸਰਦਾਰ ਦੀ ਕਿਤੇ ਨਾ ਕਿਤੇ ਬਹੁਤ ਕੁਝ ਬੁੱਕਲ ਵਿੱਚ ਲੁਕੋਈ ਬੈਠੀ ਹੈ। ਉਹ ਚੀਜ਼ ਸਾਨੂੰ ਵੀ ਉਸ ਦਿਨ ਜਾ ਕੇ ਪਤਾ ਲੱਗੀ। ਐਂਡ ਆਈ ਵਾਜ਼ ਰੀਅਲੀ ਕਿ ਮੈਨੂੰ ਬੜਾ ਉਹ ਲੱਗਿਆ। ਮੈਂ ਕਿਹਾ ਯਾਰ ਅੱਜ ਤੱਕ ਇੰਨੇ ਸਾਲ ਹੋ ਗਏ ਭਾਜੀ ਨੂੰ ਜਾਣਦਿਆਂ ਨੂੰ, ਕਦੇ ਇਸ ਚੀਜ਼ ਦਾ ਜ਼ਿਕਰ ਹੀ ਨਹੀਂ ਆਇਆ। ਤੇ ਇੱਥੇ ਉਹ ਵੀ ਲੋਕ ਨੇ, ਮੈਂ ਥੋੜਾ ਜਿਹਾ ਇੱਥੇ ਐਡ ਕਰਨਾ ਚਾਹੂੰਗਾ, ਇੱਥੇ ਉਹ ਵੀ ਦੁਨੀਆ ਜਿਹੜੀ ਗਾ ਕੇ ਦੱਸਦੀ ਹੈ ਕਿ ਅਸੀਂ ਜੀ ਆਹ ਚੱਲਿਆ, ਅਸੀਂ ਉਹ ਚੱਲਿਆ, ਤੇ ਅੱਜ ਉਹਨਾਂ ਦੇ ਕਿਸੇ ਪਾਸੇ ਵੀ ਨਹੀਂ ਹੈਗਾ। ਉਸ ਚੀਜ਼ ਨੂੰ ਗਾ ਕੇ ਲੋਕਾਂ ਨੇ ਬੜਾ ਦਿਖਾਤਾ, ਬੜਾ ਕ੍ਰੈਡਿਟ ਵੀ ਲੈ ਲਿਆ। ਪਰ ਤੁਸੀਂ ਕਦੇ ਇਸ ਚੀਜ਼ ਦਾ ਜ਼ਿਕਰ ਨਹੀਂ ਕੀਤਾ। ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਹੜੇ ਜ਼ਿਕਰ ਨਹੀਂ ਕਰਦੇ ਉਹਨਾਂ ਚੀਜ਼ਾਂ ਦਾ, ਕਿ ਉਹ ਕਿਹੜੇ ਸਮੇਂ ਚੋਂ ਲੰਘੇ ਨੇ ਤੇ ਉਹ ਆਪਣੇ ਅੰਦਰ ਹੀ ਲੁਕੋ ਕੇ ਬਹਿ ਜਾਂਦੇ ਨੇ। ਸੋ ਜਿਹੜਾ ਕੀਵੀਨਾਮੇ ਦਾ ਬੇਸ ਬਣਿਆ, ਤੁਸੀਂ ਇਹ ਸੋਚਦੇ ਹੋ ਵੀ ਕੀਵੀਨਾਮੇ ਦੇ ਵਿੱਚ ਤੁਸੀਂ ਉਹਨਾਂ ਲੋਕਾਂ ਦੀਆਂ ਨਿੱਜੀ ਜ਼ਿੰਦਗੀਆਂ ਨੂੰ ਅੱਗੇ ਲੈ ਕੇ ਆਓਗੇ? ਬਿਲਕੁਲ ਬਿਲਕੁਲ, ਕਿਉਂਕਿ ਜਿਹੜਾ ਲੇਖਕ ਹੁੰਦਾ ਜੀ, ਲੇਖਕ ਨੇ ਜਿਹੜੀ ਤਵੀਤ ਦੇ ਅੰਦਰ ਜਿਹੜੀ ਕੁਰਾਨ ਦੀ ਆਇਤ ਜਾਂ ਕੁਰਾਨ ਦੇ ਜਾਂ ਤਵੀਤ ਦੇ ਅੰਦਰ ਕੋਈ ਕਿਸੇ ਨੇ ਮੰਤਰ ਲਿਖ ਕੇ ਜਿਹੜਾ ਤਵੀਤ ਦੇ ਵਿੱਚ ਜੜਿਆ ਹੋਇਆ ਨਾ, ਲੇਖਕ ਨੇ ਉਹ ਮੰਤਰ ਦੀ ਸਾਂਝ ਪਾਉਣੀ ਆ ਪਾਠਕਾਂ ਦੇ ਨਾਲ। ਜਿਹੜਾ ਬਿਲਡਿੰਗ ਦੇ ਬਾਹਰ ਝੰਡਾ ਝੂਲਦਾ ਹੈ ਉਹ ਤਾਂ ਹਰੇਕ ਨੂੰ ਨਜ਼ਰ ਆ ਰਿਹਾ, ਲੇਕਿਨ ਜਿਹੜੀਆਂ ਅੰਦਰਲੀਆਂ ਗੱਲਾਂ ਆ, ਜਿਹੜੀਆਂ ਅੰਦਰਲੀਆਂ ਪਰਤਾਂ ਆ, ਕਿਉਂਕਿ ਹਰ ਆਦਮੀ ਦੇ ਅੰਦਰ ਸਰਤਾਜ ਦੇ ਕਹਿਣ ਵਾਂਗੂ ਫਕੀਰ ਵੀ ਲੁਕਿਆ ਤੇ ਯਾਸ਼ ਵੀ ਲੁਕਿਆ, ਉਹ ਜਿਹੜੀਆਂ ਖਿੱਦੋਂ ਦੀਆਂ ਪਰਤਾਂ ਆ ਉਹਨਾਂ ਨੂੰ ਖੋਲਣਾ ਤੇ ਕਿਸੇ ਚੰਗਿਆਈ ਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ ਵਰਤਣਾ, ਔਰ ਉਹ ਇਤਿਹਾਸ ਜਿਹਦੇ ਤੋਂ ਲੋਕ ਭਵਿੱਖ ਦੇ ਵਿੱਚ ਸੇਧ ਲੈ ਸਕਣ, ਜਿਹੜਾ ਉਹਨਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਨਾਲ ਅਸਲ 'ਚ ਹੋਇਆ ਕੀ। ਇਹ ਬੜਾ ਲਾਜ਼ਮੀ ਹੈ ਜੀ, ਕਿਉਂਕਿ ਉਹ ਕਹਿੰਦੇ ਨੇ ਵੀ ਸਾਡੀ ਆਸ਼ਨਾਈ ਦੀ ਬਿਨਾ ਡੂੰਘੀ ਹੈ ਇਸ ਨਾਲੋਂ, ਕਿ ਲੁਕੋਇਆ ਕੀ ਹੈ ਤੂੰ ਸਾਥੋਂ ਤੇ ਸਾਨੂੰ ਦੱਸਿਆ ਕੀ ਹੈ। ਇਹ ਬਹੁਤ ਜ਼ਰੂਰੀ ਆ ਵੀ ਤੁਹਾਨੂੰ ਦੱਸਿਆ ਕੀ ਗਿਆ। ਇਤਿਹਾਸ ਦੇ ਵਿੱਚ ਬਹੁਤ ਗੱਲਾਂ ਜਿਹੜੀਆਂ ਤੋੜ ਮਰੋੜ ਕੇ ਪੇਸ਼ ਕੀਤੀਆਂ ਜਾਂਦੀਆਂ, ਚਾਹੇ ਮਿਸਲਾਂ ਦੀ ਗੱਲ ਹੋਵੇ, ਚਾਹੇ ਸਰਬੱਤ ਖਾਲਸਾ ਦੀ ਗੱਲ ਹੋਵੇ, ਚਾਹੇ ਸਾਡੀਆਂ ਸ਼ਹੀਦੀਆਂ ਦੀ ਗੱਲ ਹੋਵੇ, ਜਿਹੜੀਆਂ ਸਾਡੀਆਂ ਇਤਿਹਾਸ ਦੀਆਂ ਸੂਰਮਗਤੀਆਂ ਆ, ਉਹਨਾਂ ਦੀ ਸਹੀ ਅਰਥਾਂ ਦੇ ਵਿੱਚ ਚਰਚਾ ਤਾਂ ਸਾਡੇ ਤੱਕ ਪਹੁੰਚੀ ਹੀ ਨਹੀਂ। ਉਹ ਮੈਨੂਪਲੇਟ ਕਰਕੇ ਜਿਹੜੀ ਪਹੁੰਚਾਈ ਗਈ ਪਾਠ ਪੁਸਤਕਾਂ ਦੇ ਵਿੱਚ ਰੋਜ਼ ਰੌਲਾ ਪੈਂਦਾ ਵੀ ਦੇਖੋ ਜੀ ਆਹ ਲਿਖਤਾ ਜੀ,
ਆਹ ਗਲਤ ਲਿਖਤਾ ਜੀ, ਇਹਨੂੰ ਉਹਨੂੰ ਤਰੀਕੇ ਨਾਲ ਘੁਮਾ ਕੇ ਲਿਖ ਦਿੱਤਾ। ਲੇਕਿਨ ਇਹ ਸਾਡਾ ਫਰਜ਼ ਬਣਦਾ ਕਿ ਅਸੀਂ ਇਹਨਾਂ ਚੀਜ਼ਾਂ ਦੀ ਤਹਿ ਤੱਕ ਜਾਈਏ। ਤਹਿ ਤੱਕ ਉਦੋਂ ਜਾ ਹੋਣਾ ਨਰਿੰਦਰ ਵੀਰ ਜੀ, ਜਦੋਂ ਨਿੱਜੀ ਤੌਰ ਤੇ ਆਪਾਂ ਚੇਤੰਨ ਹੋਵਾਂਗੇ, ਆਪਣੇ ਹੱਕ ਹਕੂਕ ਨੂੰ ਲੈ ਕੇ, ਆਪਣੇ ਮਸਲਿਆਂ ਨੂੰ ਲੈ ਕੇ, ਆਪਣੀ ਖੁਦ ਮੁਖਤਿਆਰੀ ਨੂੰ ਲੈ ਕੇ। ਜਿੰਨੀ ਦੇਰ ਕੋਈ ਬੰਦਾ ਨਿੱਜੀ ਤੌਰ ਤੇ ਚੇਤੰਨ ਨਹੀਂ ਹੈ, ਉਹ ਸਮਾਜ ਨੂੰ, ਅੱਜ ਵੀ ਮੈਂ ਤੇਜੀ ਧਾਲੀਵਾਲ ਨਾਲ ਗੱਲ ਕਰ ਰਿਹਾ ਸੀ, ਉਹ ਕਹਿੰਦਾ ਬਾਈ ਜੀ ਵੀ ਮੈਨੂੰ ਇਹ ਗੱਲ ਬਹੁਤ ਅਪੀਲ ਕਰਦੀ ਹੈ ਕਿ ਤੁਸੀਂ ਸਮੁੱਚਤਾ ਦੇ ਸੰਕਲਪ ਦੀ ਅਕਸਰ ਚਰਚਾ ਕਰਦੇ ਰੇਡੀਓ ਦੇ ਉੱਤੇ ਜਦੋਂ ਵੀ ਮੈਂ ਸੁਣਦਾ ਹੁੰਦਾ। ਮੇਰਾ ਪੁਆਇੰਟ ਇਹ ਕਿਹਾ ਵੀ ਜੇ ਤੁਹਾਡਾ ਗੁਆਂਢੀ ਭੁੱਖਾ ਸੁੱਤਾ ਆ, ਤੁਸੀਂ 3 ਰੋਟੀਆਂ ਖਾ ਕੇ ਖੁਸ਼ੀ ਖੁਸ਼ੀ ਨਹੀਂ ਸੌਂ ਸਕਦੇ। ਜੇ ਖੇੜੇ ਸੁੱਖਿਆ ਤਾਂ ਵਿਹੜੇ ਸੁੱਖਿਆ, ਇਹ ਕਨਸੈਪਟ ਜਿਹੜਾ ਗੁਰੂ ਸਾਹਿਬ ਸਾਨੂੰ ਦੇ ਕੇ ਗਏ, ਇਹਦੇ ਬਾਰੇ ਸਰਬੱਤ ਦਾ ਭਲਾ ਲਫ਼ਜ਼ ਕੱਲਾ 3 ਲਫ਼ਜ਼ਾਂ ਦਾ ਸਿਰਫ ਨਾਅਰਾ ਨਹੀਂ ਹੈ। ਸਰਬੱਤ ਦੇ ਭਲੇ ਦਾ ਕੋਈ ਮਤਲਬ ਆ। ਤੇ ਉਦਾਂ ਵੀ ਜਿੱਦਾਂ ਆਪਾਂ ਪਾਸ਼ ਦੀ ਵੀ ਮੈਂ ਕਈ ਵਾਰੀ ਗੱਲ ਕਰਦਾ ਹੁੰਦਾ ਵੀ ਹੱਥ ਜਿਹੜੇ ਆ ਉਹ ਸਿਰਫ ਹੀਰ ਦੇ ਹੱਥੋਂ ਚੂਰੀ ਲੈਣ ਲਈ ਨਹੀਂ ਹੁੰਦੇ। ਹੱਥਾਂ ਦਾ ਇੱਕ ਧਰਮ ਹੁੰਦਾ, ਹੱਥਾਂ ਨੇ ਸਹਾਰੇ ਦੇਣੇ ਹੁੰਦੇ ਇਨਸਾਨੀਅਤ ਨੂੰ। ਸੋ ਸਾਡਾ ਇੱਕ ਲੇਖਕ ਹੋਣ ਦੇ ਨਾਤੇ, ਇੱਕ ਗਾਇਕ ਹੋਣ ਦੇ ਨਾਤੇ, ਇੱਕ ਫਨਕਾਰ ਹੋਣ ਦੇ ਨਾਤੇ, ਰੱਬ ਨੇ ਜੇ ਸਾਨੂੰ ਇਹ ਬੁੱਧੀ ਦਿੱਤੀ ਆ, ਫਰੀਦਾ ਜੇ ਤੂੰ ਅਕਲ ਲਤੀਫ ਹੈ ਕਾਲੇ ਲਿਖ ਨਾ ਲੇਖ, ਆਪਣੜੇ ਗਨਵਾਨ ਮੈਂ ਸਿਰ ਨੀਵਾਂ ਕਰ ਦੇਖ। ਸਾਨੂੰ ਜੇ ਉਹ ਸਮਰੱਥਾ ਬਖਸ਼ੀ, ਇਹ ਉਹਦੀ ਮਿਹਰਬਾਨੀ ਆ, ਇਹ ਉਹਦਾ ਵਡੱਪਣ ਆ ਕਿ ਉਹਨੇ ਸਾਨੂੰ ਬਾਕੀਆਂ ਨਾਲੋਂ ਇੱਕ ਸਲਾਈਟ ਐਜ, ਜਿਹੜੇ ਗੋਰੇ ਕਹਿੰਦੇ ਹੁੰਦੇ ਆ, ਉਹ ਬਖਸ਼ੀ ਕਿ ਤੁਸੀਂ ਚੰਗੇ ਤਰੀਕੇ ਨਾਲ ਸੇਵਾ ਕਰ ਸਕੋ। ਸੋਭਾ ਸਿੰਘ ਉਹਨਾਂ ਦੀ ਆਰਟ ਗੈਲਰੀ ਅੰਦਰੇਟਾ ਦੇ ਵਿੱਚ, ਜਦੋਂ ਤੁਸੀਂ ਉਹ ਆਰਟ ਗੈਲਰੀ ਦੇ ਅੰਦਰ ਵੜਦੇ ਆ, ਉਹ ਦਰਵਾਜ਼ੇ ਦੇ ਮੱਥੇ ਉੱਤੇ ਲਿਖਿਆ ਆ ਕਿ ਦੁਨੀਆ ਭਰ ਵਿੱਚ ਚੰਗਿਆਈ ਦਾ ਪ੍ਰਸਾਰ ਕਰੋ। ਸੋ ਬੜੀ ਸਿੱਧੀ ਗੱਲ ਆ, ਬਹੁਤ ਸਿੱਧਾ ਮੰਤਰ ਆ। ਜੇ ਤਪਰਸਾ ਸਵਈਏ ਦੇ ਵਿੱਚ 10ਵੇਂ ਬਾਬਾ ਜੀ ਕਹਿ ਗਏ ਵੀ ਸਾਚ ਕਹੋ ਸੁਣ ਲਿਓ ਸਭੈ ਜਨ ਪ੍ਰੇਮ ਕਿਉ ਤਿਨ ਹੀ ਪ੍ਰਭ ਪਾਇਓ, ਉਹਦਾ ਕੋਈ ਮਕਸਦ ਆ, ਏਦਾਂ ਤਾਂ ਕਿਹਾ ਨਹੀਂ ਹੋਣੀ। ਜੀ ਭਾਜੀ, ਤੁਸੀਂ ਗੱਲ ਕੀਤੀ ਕੀਵੀਨਾਮੇ ਦੇ ਵਿੱਚ ਤੁਸੀਂ ਆਪਣੀਆਂ ਜਿਹੜੀਆਂ ਜਰਨੀਜ਼ ਨੇ, ਵੱਖੋ ਵੱਖਰੀਆਂ ਜਰਨੀਜ਼ ਨੂੰ ਤੁਸੀਂ ਕੀਵੀਜ਼ ਤੱਕ ਪਹੁੰਚਾਉਣ ਦੀ ਗੱਲ ਕੀਤੀ ਆ। ਮੇਰੇ ਕੋਲੇ ਇੱਕ ਜਿਹੜਾ ਸਵਾਲ ਸੀਗਾ ਇਸ ਪ੍ਰੋਗਰਾਮ ਤੋਂ ਪਹਿਲਾਂ ਆਇਆ ਸੀ, ਉਹਨਾਂ ਨੇ ਪੁੱਛਿਆ ਕਿ ਭਾਜੀ ਨੇ ਜਿਹੜੀਆਂ ਜਰਨੀਆਂ ਨੇ ਉਹ ਸਾਰੀਆਂ ਆਪਣੀਆਂ ਜਿਹੜੀ ਸੀਗੀਆਂ ਨਿੱਜੀ, ਉਹ ਜ਼ਿਆਦਾ ਪਾਉਣ ਦੀ ਕੋਸ਼ਿਸ਼ ਕੀਤੀ। ਤੁਸੀਂ ਕਿਹਾ ਕਿ ਅਸੀਂ ਅਗਲੀ ਕਿਤਾਬ ਦੇ ਵਿੱਚ ਹੋਰ ਚੀਜ਼ਾਂ ਲੈ ਕੇ ਆ ਰਹੇ ਹਾਂ, ਪਰ ਸਵਾਲ ਮੇਰਾ ਹੁਣ ਇਹ ਹੈ ਕਿ ਜਦੋਂ ਤੁਸੀਂ ਇਹ ਕਿਤਾਬ ਲਿਖੀ, ਤੁਹਾਨੂੰ ਜਿੱਦਾਂ ਹਰਜਿੰਦਰ ਬਸਿਆਲਾ ਭਾਜੀ ਨੇ ਕਿਹਾ ਕਿ 300 ਤੋਂ ਉੱਪਰ ਪੇਜ ਬਣ ਚੁੱਕੇ ਨੇ, ਜਾਂ ਬਾਕੀਆਂ ਨੇ ਤੁਹਾਨੂੰ ਕਿਹਾ, ਤੁਹਾਨੂੰ ਨਹੀਂ ਲੱਗਿਆ ਕਿ ਕਿਤਾਬ ਜਿਹੜੀ ਆਲਰੇਡੀ ਚੀਜ਼ ਇੱਕ ਜਾ ਚੁੱਕੀ ਆ, ਉਸ ਤੋਂ ਜਿਹੜਾ ਹੈਗਾ ਕੁਝ ਹੋਰ ਨਵਾਂ ਲੈ ਕੇ ਇਹਦੇ ਵਿੱਚ ਪਾਇਆ ਜਾਵੇ, ਜਾਂ ਸਿਰਫ ਇੱਕ ਬੇਸ ਤਿਆਰ ਕੀਤਾ ਗਿਆ? ਬੇਸ ਤਿਆਰ ਕੀਤਾ ਗਿਆ। ਹੋਇਆ ਕਿ ਇਹ ਕਿਤਾਬ ਅਸਲ 'ਚ ਨਰਿੰਦਰ ਵੀਰ ਬਹੁਤ ਪਹਿਲਾਂ ਦੀ ਤਿਆਰ ਹੋਈ ਹੋਆ। ਸੋ ਬਾਰ-ਬਾਰ ਮੇਰੇ ਜਿਹੜੇ ਸਾਹਿਤ ਨਾਲ ਜੁੜੇ ਮਿੱਤਰ ਆ, ਉਹਨਾਂ ਨੇ ਮੈਨੂੰ ਕਹਿਣਾ ਕਿ ਯਾਰ ਤੂੰ ਇਹ ਗੱਡਾ ਅੜਿਆ, ਕੱਢਦਾ ਕਿਉਂ ਨਹੀਂ। ਸੋ ਮੇਰੇ ਕੋਲ ਇਹਨਾਂ ਸਮਾਂ ਨਹੀਂ ਸੀ ਹੁੰਦਾ। ਫਿਰ ਕੋਵਿਡ ਆ ਗਿਆ ਜੀ। ਕੋਵਿਡ ਦੇ ਵਿੱਚ ਮੈਨੂੰ ਮੌਕਾ ਮਿਲਿਆ ਕਿ ਡਾਕਟਰ ਹਰਨੇਕ ਸਿੰਘ ਢੋਟ ਹੋਣਾ ਦੀ ਮਦਦ ਦੇ ਨਾਲ ਇਹਨੂੰ ਸੰਪਾਦਨ ਕੀਤਾ ਗਿਆ। ਸੋ ਇਹਨੂੰ ਕਾਂਟ ਛਾਂਟ ਕੇ ਵਧੀਆ ਢੰਗ ਦੇ ਨਾਲ ਤਕਨੀਕੀ ਪੱਖ ਤੋਂ ਵੀਰ ਹਰਜਿੰਦਰ ਸਿੰਘ ਬਸਿਆਲਾ ਉਹਨਾਂ ਨੇ ਸਵਾਰਿਆ। ਹੋਰ ਵੀ ਜਿਹੜੇ ਬੰਦੇ ਥੋੜੇ ਜਿਹੇ ਟੈਕਨੀਕਲ ਆ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਮੇਰੇ ਕੋਲ ਸਮੇਂ ਦੀ ਬਹੁਤ ਘਾਟ ਹੁੰਦੀ ਆ, ਸੋ ਇਹ ਉਹਨਾਂ ਨੇ ਇਸ ਨੂੰ ਛਾਂਕ ਕੇ ਉਹਨਾਂ ਨੇ ਕਿਹਾ ਵੀ ਨਹੀਂ, ਇਹਨੂੰ ਕਿਤਾਬ ਦਾ ਰੂਪ ਆਪਾਂ ਦੇਣਾ। ਕੀਵੀਨਾਮਾ ਲਫ਼ਜ਼ ਜਿਹੜਾ, ਉਹ ਜਿਹੜੇ ਦਿਲਚਸਪ ਕਿੱਸੇ ਆ, ਉਹ ਦਿਲਚਸਪ ਕਹਾਣੀਆਂ ਜਿਹੜੀਆਂ ਪ੍ਰਵਾਸੀਆਂ ਦੇ ਨਾਲ ਜੁੜੀਆਂ ਹੋਈਆਂ, ਉਹ ਨਰਿੰਦਰ ਵੀਰ ਲਗਭਗ ਨਾ ਇੱਕੋ ਜਿਹੀਆਂ ਹੁੰਦੀਆਂ। ਚਾਹੇ ਫਿਜੀ ਦੇ ਪੰਜਾਬੀਆਂ ਦੀ ਗੱਲ ਕਰ ਲਈਏ, ਚਾਹੇ ਦੱਖਣੀ ਅਫਰੀਕਾ 'ਚ ਰੇਲਵੇ ਲਾਈਨਾਂ ਵਿਛਾਉਣ ਆਏ ਗੋਰਿਆਂ ਦੀ ਅਧੀਨਗੀ ਦੇ ਵਿੱਚ ਪੰਜਾਬੀਆਂ ਦੀ ਗੱਲ ਕਰ ਲਈਏ, ਚਾਹੇ ਆਸਟ੍ਰੇਲੀਆ ਦੇ ਵਲਗੂਲਗਾ ਦੇ ਵਿੱਚ ਪਹਾੜੀਆਂ ਦੇ ਉੱਤੇ ਕੇਲਿਆਂ ਦੀ ਖੇਤੀ ਕੰਮ ਕਰਨ ਆਏ ਗਿਆਨ ਸਿੰਘ ਬੈਂਸ ਉਹਨਾਂ ਦੇ ਪਰਿਵਾਰ ਦੀ ਗੱਲ ਕਰ ਲਈਏ, ਚਾਹੇ ਇੱਥੇ ਪਿੰਡ ਚੜਿੱਕ ਜ਼ਿਲ੍ਹਾ ਮੋਗਾ ਤੋਂ ਆਏ 1890 ਦੇ ਵਿੱਚ ਆਪਣੇ ਭਰਾ ਵੀਰ ਸਿੰਘ ਗਿੱਲ ਨੂੰ ਲੱਭਣ ਲਈ ਆਏ ਫੁੰਮਣ ਸਿੰਘ ਗਿੱਲ ਉਹਨਾਂ ਦੀ ਗੱਲ ਕਰ ਲਈਏ। ਇਹਨਾਂ ਦੀ ਜ਼ਿੰਦਗੀਆਂ ਜਿਹੜੀਆਂ ਦੁਸ਼ਵਾਰੀਆਂ ਸੀ ਨਾ, ਉਹ ਬਹੁਤ ਜਗ੍ਹਾ ਦੇ ਉੱਤੇ ਸਾਂਝੀਆਂ ਆ ਜੀ। ਜਿਸ ਕਰਕੇ ਮੈਨੂੰ ਲੱਗਿਆ ਕਿ ਕਿਤੋਂ ਨਾ ਕਿਤੋਂ ਸ਼ੁਰੂਆਤ ਕਰਨੀ ਪਊਗੀ, ਔਰ ਸ਼ੁਰੂਆਤ ਰੌਚਕ ਹੋਵੇ, ਉਹਦੇ ਵਿੱਚ ਸਿਰਫ ਤੇ ਸਿਰਫ ਅੰਕੜੇ ਹੀ ਨਾ ਹੋਣ। ਕਿਉਂਕਿ ਲੋਕ ਜਿਹੜੇ ਆ, ਜਿਹੜੀ ਤੁਸੀਂ ਪਹਿਲਾਂ ਗੱਲ ਆਖੀ ਨਾ ਟਰੈਵਲ ਬਲੌਗ ਨੂੰ ਲੈ ਕੇ, ਜਾਂ ਤਕਨੀਕੀ ਪੱਖ ਤੋਂ ਸਾਡੀ ਜਿਹੜੀ ਅਗਲੇਰੀ ਸਟੇਜ ਆ ਉਹਨੂੰ ਲੈ ਕੇ, ਲੋਕ ਦਿਲਚਸਪੀ ਲੱਭਦੇ ਆ, ਲੋਕ ਰੌਚਕਤਾ ਲੱਭਦੇ ਆ। ਸੋ ਮੈਨੂੰ ਲੱਗਿਆ ਕਿ ਇਹ ਇੱਕ ਤਰੀਕਾ ਬੜਾ ਵਧੀਆ ਹੋਊਗਾ ਕਿ ਕਿਤੇ ਨਾ ਕਿਤੇ ਇਹਨੂੰ ਸ਼ੁਰੂਆਤ ਇਸ ਤਰੀਕੇ ਨਾਲ ਕਰ ਦਈਏ ਵੀ ਰੌਚਕਤਾ ਜਿਹੜੀ ਆ ਉਹਦਾ ਪੱਲਾ ਫੜ ਕੇ ਪਾਠਕ ਨਾਲ ਨਾਲ ਤੁਰੇ, ਉਹ ਅਗਲੀ ਕਿਤਾਬ ਦਾ ਇੰਤਜ਼ਾਰ ਕਰੇ। ਜਿਹੜੇ ਪਾਤਰ ਅਸਲੀ ਨਾਮ ਨਹੀਂ ਵੀ ਲਿਖੇ ਗਏ ਇਹਦੇ ਵਿੱਚ, ਜਦੋਂ ਅਗਲੀ ਵਾਰ ਜੋ ਅਸਲੀ ਨਾਮ ਲਿਖੀਏ ਨਾ, ਉਹਨਾਂ ਨੂੰ ਪਤਾ ਲੱਗੇ ਵੀ ਹਾਂ ਮੈਂ ਇਹਦੇ ਬਾਰੇ ਜਾਣਦਾ, ਵੀ ਮੈਂ ਯਾਰ ਇਹ ਬਾਈ ਉਹਨਾਂ ਨੂੰ ਪਹਿਲਾਂ ਮਿਲਿਆ ਹਾਂ ਫਲਾਨੀ ਕਿਤਾਬ ਦੇ ਵਿੱਚ। ਜਿਵੇਂ ਮੈਂ ਜ਼ਿਆਦਾ ਵੱਡੀ ਗੱਲ ਨਹੀਂ ਕਹਿੰਦਾ, ਛੋਟਾ ਮੂੰਹ ਵੱਡੀ ਗੱਲ ਹੋ ਜਾਣੀ ਆ। ਮਾਲਵੇ ਦੇ ਬਹੁਤ ਜਾਣੇ ਪਛਾਣੇ ਜਿਹੜੇ ਨਾਵਲਕਾਰ ਹੋਏ, ਰਾਮ ਸਰੂਪ ਅਣਖੀ, ਉਹਨਾਂ ਦੇ ਤੁਸੀਂ ਨਾਵਲਾਂ ਦੇ ਵਿੱਚ ਦੇਖ ਲਓ, ਲੋਕਲ ਪਾਤਰ ਆ ਜੀ ਸਾਰੇ। ਉਹਨਾਂ ਦੇ ਉਹੀ 4-5 ਪਿੰਡਾਂ ਦੇ ਪਾਤਰ ਆ, ਚਾਹੇ ਪ੍ਰਤਾਪੀ ਆ, ਚਾਹੇ ਉਹਨਾਂ ਦੇ ਬਾਕੀ ਜਿਹੜੇ ਹਿੱਟ ਨਾਵਲ ਆ, ਉਹਨਾਂ ਸਾਰਿਆਂ ਦੇ ਵਿੱਚ ਉਹਨੀ ਲੋਕਲ ਜਿਹੜੇ ਪਾਤਰ ਹੈਗੇ ਆ, ਉਹਨਾਂ ਦੇ ਸਿੰਪਲੀ ਕਈ ਵਾਰੀ ਨਾਂ ਚੇਂਜ ਕੀਤੇ, ਕਈ ਵਾਰੀ ਨਾਂ ਵੀ ਨਹੀਂ ਚੇਂਜ ਕੀਤੇ, ਇੱਦਾਂ ਹੀ ਲਿਖਤਾ। ਉਹਨਾਂ ਲੋਕਾਂ ਨਾਲ ਵੈਰ ਵੀ ਪੈ ਗਿਆ ਉਹਨਾਂ ਦਾ। ਸੋ ਮੇਰੀ ਵੀ ਕੋਸ਼ਿਸ਼ ਇਹ ਆ ਕਿ ਜਿਹੜਾ ਵੀ ਸੰਘਰਸ਼ ਦਾ ਦੌਰ, ਜਾਂ ਜਿਵੇਂ ਵੀ ਉਹਨਾਂ ਨੂੰ ਇਸ ਸਾਰੀਆਂ ਚੁਣੌਤੀਆਂ ਦੇ ਵਿੱਚੋਂ ਪਾਰ ਹੋਣ ਦਾ ਮੌਕਾ ਮਿਲਿਆ, ਕੋਸ਼ਿਸ਼ ਇਹ ਰਵੇ ਕਿ ਉਹਨਾਂ ਦੀ ਅਗਲੀ ਪੀੜ੍ਹੀ ਉਸ ਸੰਘਰਸ਼ ਨੂੰ
ਯਾਦ ਰੱਖੇ, ਉਹਨਾਂ ਨੂੰ ਪਤਾ ਰਹੇ ਕਿ ਸਾਡੇ ਬਜ਼ੁਰਗਾਂ ਨੇ ਬਹੁਤ ਸੰਘਰਸ਼ ਕੀਤੇ ਤਾਂ ਜਾ ਕੇ ਸਾਡੇ ਥੱਲੇ ਇਹ ਫਰਾਰੀਆਂ ਆਈਆਂ। ਏਦਾਂ ਨਾ ਹੋਵੇ ਕਿ ਉਹਨਾਂ ਨੂੰ ਇਹ ਲੱਗੇ ਕਿ ਬਸ ਠੀਕ ਆ ਵੀ ਅਸੀਂ ਤਾਂ ਪਹਿਲਾਂ ਹੀ ਇਹਦੇ ਮਾਲਕ ਸੀਗੇ। ਮੈਂ ਇੱਥੇ ਜਿਹੜੇ ਪੁਰਾਣੇ ਬਜ਼ੁਰਗ ਆਏ ਸਾਡੇ, ਉਹਨਾਂ ਵਿੱਚੋਂ ਕਈ ਏਦਾਂ ਦੇ ਸੀਗੇ ਜਿਨ੍ਹਾਂ ਦੇ ਮਾਪੇ ਜਾਂ ਜਿਨ੍ਹਾਂ ਦੇ ਫਾਦਰ ਸਾਹਿਬ ਜਿਹੜੇ ਆ ਉਹ ਗੱਡਾ ਵਾਹੁੰਦੇ ਰਹੇ ਜੀ। ਗੱਡੇ ਦੇ ਉੱਤੇ, ਪਹਾੜੇ ਦੇ ਉੱਤੇ ਉਹਨਾਂ ਨੇ ਜਿਹੜੀਆਂ ਕਦੇ ਫਗਵਾੜੇ ਤੋਂ ਗੋਭੀ ਲੈ ਕੇ ਚੱਲ ਜਾਣਾ ਮੰਡੀ ਨੂੰ, ਜਾਂ ਹੋਰ ਏਦਾਂ ਦੇ ਕੰਮ ਕੀਤੇ। ਅੱਜ ਉਹ ਬੰਦੇ ਬਿਲੀਅਨਰ ਆ ਜੀ ਇੱਥੇ। ਤੋ ਮੇਰਾ ਪੁਆਇੰਟ ਇਹ ਆ ਵੀ ਤੁਸੀਂ ਤਰੱਕੀ ਕਰੋ, ਬਹੁਤ ਵਧੀਆ ਗੱਲ ਆ, ਲੇਕਿਨ ਤਰੱਕੀ ਦੇ ਪਿਛਲੇ ਉਸ ਸੰਘਰਸ਼ ਦੇ ਦੌਰ ਨੂੰ ਯਾਦ ਰੱਖਣ ਦੇ ਲਈ ਤੁਹਾਨੂੰ ਆਪਣੀ ਭਾਸ਼ਾ, ਆਪਣੇ ਸੱਭਿਆਚਾਰ ਦੇ ਵਿੱਚ ਉਸ ਰੌਚਕਤਾ ਦੇ ਨਾਲ ਗੱਲ ਲਿਖਣੀ ਪਊਗੀ ਜਿਹਦੇ ਨਾਲ ਲੋਕਾਂ ਦਾ ਦਿਲਚਸਪੀ ਬਣੇ, ਉਹਨਾਂ ਨੂੰ ਲੱਗੇ ਕਿ ਨਹੀਂ ਯਾਰ ਵੀ ਇਹ ਚੀਜ਼ ਪੜ੍ਹਨੇ ਵਾਲੀ ਆ। ਸਾਡੀ ਅਗਲੀ ਪੀੜ੍ਹੀ ਨੂੰ ਆਪਾਂ ਇਹਦੀਆਂ ਗੱਲਾਂ ਸੁਣਾ ਸਕਦੇ ਹਾਂ, ਇਹਦੀਆਂ ਸਾਖੀਆਂ ਰਾਤ ਨੂੰ ਸੌਣ ਲੱਗੇ ਅਸੀਂ ਆਪਸ ਦੇ ਵਿੱਚ ਇਹਨਾਂ ਉੱਤੇ ਚਰਚਾ ਕਰ ਸਕਦੇ ਹਾਂ। ਸੋ ਇਹ ਕਾਰਨ ਰਿਹਾ ਜੀ ਕਿ ਕਿਤੇ ਨਾ ਕਿਤੇ ਸ਼ੁਰੂ ਕਰਨ ਦੇ ਲਈ ਕਹਾਣੀ ਨੂੰ, ਇਹ ਬਾਤ ਜਿਹੜੀ ਆ ਉਹਨੂੰ ਹੁੰਗਾਰਾ ਮਿਲਣਾ ਲਾਜ਼ਮੀ ਸੀ। ਸੋ ਮੈਨੂੰ ਬੜੀ ਖੁਸ਼ੀ ਹੈ ਜੀ, ਮੈਂ ਤੁਹਾਡੇ ਬਿਨਾਂ ਪੁੱਛੇ ਦੱਸ ਦੇਣਾ ਵੀ 300 ਕਿਤਾਬਾਂ ਛਪਾਈਆਂ ਸੀ। 300 ਦੇ ਵਿੱਚੋਂ ਜਿਹੜੀਆਂ 67 ਕਿਤਾਬਾਂ ਜੀ ਉਹ ਸੋਲਡ ਹੋ ਚੁੱਕੀਆਂ, ਤੇ ਬਾਕੀ ਮੇਰੇ ਕੋਲ ਹੁਣ ਇੱਥੇ ਸਿਰਫ 2 ਕਿਤਾਬਾਂ ਬਚੀਆਂ, ਤੇ ਬਾਕੀ ਕਿਤਾਬਾਂ ਜਿਹੜੀਆਂ 200 ਕਿਤਾਬਾਂ ਉਹ ਕੰਟੇਨਰ 'ਚ ਆ ਰਹੀਆਂ, ਤੇ 30 ਕਿਤਾਬਾਂ ਸਰਦਾਰ ਹਰਨੇਕ ਸਿੰਘ ਢੋਟ ਜਿਹੜੇ ਮੈਂ ਉਹਨਾਂ ਦੇ ਕੋਲ ਛੱਡਿਆ ਸੀ, ਕਿਉਂਕਿ ਜਿਹੜੇ ਪੰਜਾਬ ਦੇ ਵਿੱਚ ਮੇਰੇ ਸੀਨੀਅਰ ਨੇ ਜਤਿੰਦਰ ਪੰਨੂ ਜੀ ਜਾਂ ਹੋਰ ਜਿਹੜੇ ਬੰਦੇ, ਸੋ ਉਹਨਾਂ ਨੂੰ ਮੈਂ ਕਿਹਾ ਉਹ ਪਟਿਆਲੇ ਤੋਂ ਫਿਰ ਕੋਰੀਅਰ ਕਰਾ ਕੇ ਉਹ ਕਿਤਾਬ ਪਹੁੰਚਾ ਦੇਣਗੇ। ਔਰ ਇਹਦਾ ਰਿਵਿਊ ਜਿਹੜਾ ਉਹ ਮੈਨੂੰ ਬੜਾ ਮਾਣ ਮਹਿਸੂਸ ਹੁੰਦਾ। ਭਾਸ਼ਾ ਵਿਭਾਗ ਦੇ ਡਾਇਰੈਕਟਰ ਜਿਹੜੇ ਡਾਕਟਰ ਕਰਮਜੀਤ ਕੌਰ, ਉਹਨਾਂ ਨੇ ਲਿਖਿਆ ਜੀ। ਜਸਵੰਤ ਜ਼ਫਰ ਸਾਹਿਬ ਨੇ ਲਿਖਿਆ, ਇਸੇ ਤਰ੍ਹਾਂ ਧਰਮ ਕੰਮਿਆਣਾ ਸਾਹਿਬ ਫਰੀਦਕੋਟ ਤੋਂ, ਉਹਨਾਂ ਨੇ ਲਿਖਿਆ। ਵੱਡੀ ਗੱਲ ਜਤਿੰਦਰ ਪੰਨੂ ਸਾਹਿਬ ਨੇ ਲਿਖਿਆ, ਜਿਨ੍ਹਾਂ ਨੂੰ ਅਸੀਂ ਰੋਜ਼ ਦੇਖਦੇ ਹਾਂ, ਆਪਾਂ ਦੇਖਦੇ ਹਾਂ ਸਿਰਮੌਰ ਪੱਤਰਕਾਰ ਦੇ ਤੌਰ ਤੇ। ਸੋ ਬਹੁਤ ਸਾਰੇ ਲੋਕ ਇੱਥੋਂ ਦੇ ਲੋਕਲ ਵੀ, ਦੀਪਪ੍ਰੀਤ ਸੈਣੀ ਜਾਂ ਹੋਰ ਜਿਹੜੇ ਸਾਡੇ ਸਥਾਨਕ ਪ੍ਰਤਿਭਾਵਾਨ ਜਿਹੜੇ ਸਾਹਿਤਕਾਰ ਆ, ਉਹਨਾਂ ਨੇ ਵੀ ਇਹਦੇ ਵਿੱਚ ਆਪਣੀਆਂ ਗੱਲਾਂ ਜਿਹੜੀਆਂ ਉਹ ਪੂਰਾ ਖਰੜਾ ਪੜ੍ਹ ਕੇ ਜੀ ਉਹ ਦਰਜ ਕੀਤੀਆਂ ਵੀ ਉਹ ਕੀ ਮਹਿਸੂਸ ਕਰਦੇ। ਇਸ ਤਰ੍ਹਾਂ ਜਿਹੜੇ ਆਸਟ੍ਰੇਲੀਆ ਮੇਰੇ ਮਿੱਤਰ ਪਿਆਰੇ ਆ, ਪੁਰਾਣੇ ਜਿਹੜੇ ਸਾਡੇ ਹਾਣੀ ਆ, ਉਹਨਾਂ ਨੇ ਵੀ ਹਾਲ ਦੀ ਘੜੀ ਉਹ ਕਹਿੰਦੇ ਵੀ ਬਹੁਤ ਰੌਚਕ ਗੱਲਾਂ, ਬੜੇ ਦਿਲਚਸਪ ਕਿੱਸੇ ਆ। ਸੋ ਅੱਗੇ ਚੱਲ ਕੇ ਜਿਹੜੇ ਸਾਡੇ ਬਜ਼ੁਰਗ ਜਿਨ੍ਹਾਂ ਨੂੰ ਅੰਕੜਿਆਂ ਦੇ ਵਿੱਚ ਸਰਕਾਰੀ ਜਿਹੜੇ ਆਰਕਾਈਵਸ ਆ ਵੈਲਿੰਗਟਨ ਦੇ ਵਿੱਚ, ਉਹਨਾਂ 'ਚ ਬਹੁਤ ਵਧੀਆ ਥਾਂ ਮਿਲੀ ਆ, ਚਾਹੇ ਉਹ ਫੌਜ 'ਚ ਸੀਗੇ, ਚਾਹੇ ਉਹ ਡਾਕਟਰ ਸੀਗੇ, ਚਾਹੇ ਉਹ ਹਾਕੀ ਖਿਡਾਰੀ ਸੀਗੇ। ਉਹਨਾਂ ਦਾ ਇੱਕ ਬਹੁਤ ਅਮੀਰ ਵਿਰਸਾ ਹੈ ਜੀ ਇਸ ਮੁਲਕ ਦੇ ਵਿੱਚ, ਜਿਹਨੂੰ ਵਾਈਡਰ ਕਮਿਊਨਿਟੀ ਤੱਕ ਤਾਂ ਪਹੁੰਚਾਇਆ ਜਾਣਾ ਜੇਕਰ ਸਭ ਤੋਂ ਪਹਿਲਾਂ ਅਸੀਂ ਜਾਣਾਂਗੇ ਸਾਡੇ ਬਜ਼ੁਰਗਾਂ ਨੇ ਇਸ ਮੁਲਕ ਦੇ ਵਿੱਚ ਰਹਿੰਦਿਆਂ ਕੀ ਕੁਝ ਕੀਤਾ। ਅੱਛਾ, ਉਹ 'ਚ ਮਾੜਾ ਵੀ ਹੋਇਆ, ਉਹ 'ਚ ਗੋਲੀ ਵੀ ਚੱਲੀ, ਉਹ 'ਚ ਪੰਜਾਬੀਆਂ ਦੇ ਕਤਲ ਵੀ ਹੋਏ, ਉਹ ਸਾਰਾ ਲਿਖਣਾ ਜੀ। ਅੱਧਾ ਤਾਂ ਮੈਂ ਲਿਖ ਹੀ ਲਿਆ ਜੀ। ਜੀ ਭਾਜੀ, ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ 200 ਕਿਤਾਬਾਂ ਕੰਟੇਨਰ 'ਚ ਆ ਰਹੀਆਂ ਨੇ, 30 ਇੰਡੀਆ 'ਚ ਰਹਿ ਗਈਆਂ, 67 ਕਿਤਾਬਾਂ ਜਾ ਚੁੱਕੀਆਂ ਨੇ ਤੇ ਤੁਹਾਡੇ ਕੋਲ 2 ਬਚੀਆਂ ਨੇ। ਆਹ ਦੇਖੋ, ਚੱਲਦੇ ਪ੍ਰੋਗਰਾਮ 'ਚ ਹੱਥ ਜੋੜ ਕੇ ਬੇਨਤੀ ਹੈ, ਇੱਕ ਕਿਤਾਬ ਮੇਰੀ ਹੈ। ਠੀਕ ਹੈ ਜੀ, 7 ਵਚਨ ਵਾਦਾ ਰਿਹਾ। ਹਾਂ, ਜੇ ਕਿਤਾਬ ਕਿਤੇ ਚਲੀ ਗਈ, ਤੁਸੀਂ ਜਦੋਂ 6 ਤਰੀਕ ਨੂੰ ਉਤਰੋਗੇ, ਤੁਸੀਂ 6 ਤਰੀਕ ਨੂੰ ਉਤਰੋਗੇ, 7 ਤਰੀਕ ਨੂੰ ਰੇਡੀਓ ਦਾ ਜਨਮ ਦਿਨ ਤੁਹਾਡੇ ਆਇਆਂ ਤੇ ਮਨਾਉਣਾ ਸੀ, ਮੈਂ ਉੱਥੇ ਤੁਹਾਨੂੰ ਗਿਫਟ ਜਿਹੜੀ ਆ ਉਹ ਦਊਂਗਾ, ਕਿਤਾਬ ਮੇਰਾ ਵਾਦਾ ਰਿਹਾ। ਕਿਆ ਬਾਤ ਹੈ। ਇਹ ਹੁਸ਼ਿਆਰਪੁਰ ਇਲਾਕੇ ਦਾ ਨਾਭੇ ਦੀ ਰਿਆਸਤ ਨਾਲ ਵਾਦਾ ਰਿਹਾ। ਗੱਲ ਸੁਣ ਲਓ ਜੀ, ਜੇ ਵਾਅਦੇ ਤੋਂ ਮੁੱਕਰੇ ਤਾਂ ਕਿਰਪਾਨਾਂ ਚੱਲ ਜਾਣਗੀਆਂ। ਨਹੀਂ, ਉਹ ਪਟਿਆਲੇ ਚੱਲ ਹਟੀਆਂ। ਮੈਂ ਉੱਥੇ ਹੀ ਆਉਣ ਲੱਗਿਆ ਭਾਜੀ। ਪਟਿਆਲੇ ਦੀ ਤੁਸੀਂ ਗੱਲ ਕੀਤੀ ਆ, ਕਿੱਦਾਂ ਦੇਖਦੇ ਹੋ ਇਸ ਚੀਜ਼ ਨੂੰ? ਜਿਸ ਪਾਸੇ ਇੱਕ ਪਾਸੇ ਅਸੀਂ ਵੱਡੇ ਸੰਘਰਸ਼ ਦੇ ਦੌਰ ਦੇ ਵਿੱਚੋਂ ਜਾ ਰਹੇ ਹਾਂ, ਕੋਵਿਡ ਵਰਗੇ ਦੌਰ ਦੇ ਵਿੱਚੋਂ ਨਿਕਲੇ ਆ, ਬੜੀ ਮੁਸ਼ਕਲ ਨਾਲ ਕਿਸਾਨੀ ਸੰਘਰਸ਼ ਦੇ ਵਿੱਚੋਂ ਨਿਕਲੇ, ਇੱਕ ਨਵਾਂ ਦੌਰ ਆਇਆ ਪੰਜਾਬ ਦੇ ਵਿੱਚ, ਬੜਾ ਮਾਣ। ਬਹੁਤ ਸਾਰੇ ਸਾਡੇ ਕੀਵੀ ਭੈਣ ਭਰਾ ਇਸ ਸਮੇਂ ਪੰਜਾਬ ਦੇ ਵਿੱਚ ਗਏ ਹੋਏ ਨੇ, ਕਿਉਂਕਿ ਬੜੀ ਮੁਸ਼ਕਲ ਨਾਲ ਕੋਵਿਡ ਦਾ ਜਿਹੜਾ ਸੀ ਇੱਕ ਲੰਬਾ ਦੌਰ ਸੀ। ਤੁਸੀਂ ਵੀ ਪੰਜਾਬ ਜਾ ਕੇ ਆਏ ਹੋ, ਮੈਂ ਵਾਪਸ ਤੁਹਾਡੇ ਪਾਕਿਸਤਾਨ ਦੌਰੇ ਦੇ ਵੱਲ ਵੀ ਥੋੜੀ ਗੱਲ ਕਰੂੰਗਾ। ਕਿੱਦਾਂ ਦੇਖਦੇ ਹੋ ਇਸ ਚੀਜ਼ ਨੂੰ? ਜਿਹੜਾ ਮੈਨੂੰ ਲੱਗਦਾ ਜੀ ਪਹਿਲੀ ਗੱਲ ਤੇ ਨਰਿੰਦਰ ਵੀ ਸਾਡੇ ਪੱਤਰਕਾਰ ਭਾਈਚਾਰੇ ਦੀ, ਆਪਣੀ ਬਰਾਦਰੀ ਨੂੰ ਮੈਂ ਸਭ ਤੋਂ ਪਹਿਲਾਂ ਮਾੜਾ ਕਹੂੰਗਾ, ਜਿਹੜੇ ਬੰਦੇ ਇਸ ਕਾਬਲ ਨਹੀਂ ਹੈਗੇ ਕਿ ਉਹਨਾਂ ਦੀ ਗੱਲ ਜਿਹੜੀ ਆ ਉਹਨੂੰ ਏਡੇ ਵਜ਼ਨਦਾਰ ਤਰੀਕੇ ਨਾਲ ਪੇਸ਼ ਕੀਤਾ ਜਾਵੇ, ਉਹਨਾਂ ਨੂੰ ਹੌਲੀ ਹੌਲੀ ਇੰਨਾ ਭੂਏ ਚੜਾਤਾ, ਉਹ ਇੰਨਾ ਮੱਛਰ ਗਏ ਕਿ ਉਹਨਾਂ ਨੇ ਜਿਹੜੀ ਧਾਰਮਿਕ ਫਿਰਕਾ ਪ੍ਰਸਤੀ, ਹੁਣ ਪਟਿਆਲੇ ਦੇ ਵਿੱਚ ਕਿੰਨੇ ਚਿਰਾਂ ਤੋਂ, ਸਾਲਾਂ ਤੋਂ, ਸਦੀਆਂ ਤੋਂ, ਮੈਨੂੰ ਕਹਿਣ ਦੀ ਇਜਾਜ਼ਤ ਦਿਓ ਕਿ ਹਿੰਦੂ ਸਿੱਖ ਭਾਈਚਾਰਾ, ਚਾਹੇ ਦੁੱਖ ਨਿਵਾਰਨ ਸਾਹਿਬ ਗੁਰਦੁਆਰੇ ਦੀ ਗੱਲ ਆ, ਚਾਹੇ ਕਾਲੀ ਮਾਤਾ ਦੇ ਮੰਦਿਰ ਦੀ ਗੱਲ ਆ, ਮੈਨੂੰ ਨਹੀਂ ਲੱਗਦਾ ਕਦੇ ਕੋਈ ਕੌਨਫਲਿਕਟ ਹੋਇਆ। ਲੇਕਿਨ ਇਹ ਜਿਹੜੇ ਕੱਲ ਦੇ ਛਲਾਰੂ ਉੱਠੇ, ਮੈਂ ਇਹ ਗੱਲ ਕਹਿਣ ਤੋਂ ਗੁਰੇਜ਼ ਨਹੀਂ ਕਰੂੰਗਾ, ਚਾਹੇ ਉਹਦੇ 'ਚ ਹਰੀਸ਼ ਸਿੰਗਲੇ ਦੀ ਗੱਲ ਕਰੀਏ, ਚਾਹੇ ਬਲਜਿੰਦਰ ਪਰਵਾਨਾ ਉਹਨਾਂ ਦੀ ਗੱਲ ਕਰੀਏ, ਦੇਖੋ ਚੀਜ਼ਾਂ ਨੂੰ ਸੰਵਾਦ ਦੇ ਰਾਹੀਂ ਕਿਤੇ ਨਾ ਕਿਤੇ ਹੱਲ ਕੀਤਾ ਜਾ ਸਕਦਾ। ਦੂਜੀ ਗਲਤੀ ਪੁਲਿਸ ਦੀ ਗਲਤੀ ਆ ਨਰਿੰਦਰ ਵੀਰ, ਤੁਸੀਂ ਮੰਨੋ ਭਾਵੇਂ ਨਾ ਮੰਨੋ, ਜਦੋਂ ਪੁਲਿਸ ਨੂੰ ਸ਼ਰੇਆਮ ਪਤਾ ਲੱਗ ਰਿਹਾ ਕਿ ਸੋਸ਼ਲ ਮੀਡੀਆ ਦੇ ਉੱਤੇ ਆਹ ਗੱਲਾਂ ਕੀਤੀਆਂ ਜਾ ਰਹੀਆਂ, ਔਰ ਸ਼ਰੇਆਮ ਕੀਤੀਆਂ ਜਾ ਰਹੀਆਂ, ਕਿਸੇ ਵੀ ਧਿਰ ਵੱਲੋਂ ਕੀਤੀਆਂ ਜਾ ਰਹੀਆਂ, ਤੁਸੀਂ ਯਾਰ ਉਹਨਾਂ ਨੂੰ ਪਹਿਲਾਂ ਨੱਪ ਸਕਦੇ ਸੀ, ਤੁਸੀਂ ਉਹਨੂੰ ਰੋਕ ਸਕਦੇ। ਹਰੇਕ ਸ਼ਹਿਰ ਦੇ ਵਿੱਚ
ਬਹੁਤ ਵਧੀਆ ਸਰਬ ਪਾਰਟੀ ਮੀਟਿੰਗਾਂ ਕਰਕੇ ਇਦਾਂ ਦੇ ਮੁੱਦਿਆਂ ਨੂੰ ਕਾਬੂ ਕਰ ਲਿਆ ਜਾਂਦਾ। ਪਟਿਆਲਾ ਇੱਕ ਇਤਿਹਾਸਕ ਨਗਰ ਆ, ਰਾਗਾਂ ਤੇ ਬਾਗਾਂ ਦਾ ਸ਼ਹਿਰ ਆ। ਉਹ ਇਸ ਗੱਲ ਕਰਕੇ ਜਾਣਿਆ ਜਾਂਦਾ। ਉਹ ਇਸ ਗੱਲ ਕਰਕੇ ਨਹੀਂ ਜਾਣਿਆ ਜਾਂਦਾ ਕਿ ਹਿੰਦੂ ਤੇ ਸੋ ਕਾਲਡ ਸਿੱਖ ਜਿਹੜੇ ਆ ਉਹ ਇੱਕ ਦੂਸਰੇ ਦੇ ਉੱਤੇ ਇੱਟਾਂ ਰੋੜੇ ਚਲਾਉਣਗੇ ਕੋਠਿਆਂ ਤੇ ਚੜ੍ਹ ਕੇ, ਉਹ ਵੀ ਧਾਰਮਿਕ ਸੰਸਥਾਵਾਂ ਦੇ ਕੋਠਿਆਂ ਤੇ ਚੜ੍ਹ ਕੇ। ਸੋ ਇਹ ਫਿਰਕਾ ਪ੍ਰਸਤੀ ਦਾ ਜਿਹੜਾ ਮੁਸ਼ਕ ਆ ਇਹ ਬਹੁਤ ਦੂਰ ਤੱਕ ਗਿਆ। ਔਰ ਪੰਜਾਬ ਜਿਹੜਾ ਹੈ ਜੀ, ਮੈਨੂੰ ਨਹੀਂ ਲੱਗਦਾ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਥਾਂ ਇਸ ਤਰ੍ਹਾਂ ਦੇ ਇਨਸੀਡੈਂਟ ਦੀ ਹੈਗੀ ਆ। ਤੇ ਮੈਨੂੰ ਇਸ ਗੱਲ ਦੀ ਤਸੱਲੀ ਆ ਕਿ ਵਧੀਆ ਢੰਗ ਦੇ ਨਾਲ ਪਹਿਲਾਂ ਭਾਵੇਂ ਨਹੀਂ, ਲੇਕਿਨ ਬਾਅਦ ਵਿੱਚ ਪੁਲਿਸ ਨੇ ਕਾਫੀ ਅਕਲਮੰਦੀ ਤੋਂ ਕੰਮ ਲਿਆ। ਇੰਸੀਡੈਂਟ ਦੇ ਦੌਰਾਨ ਵੀ ਮੇਰੇ ਇੱਕ ਦੋ ਜਿਹੜੇ ਪੁਲਿਸ ਆਫੀਸਰ ਆ ਉਹਨਾਂ ਦੇ ਨਾਲ ਗੱਲਾਂ ਬਾਤਾਂ ਹੋਈਆਂ। ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਵੱਲੋਂ ਬਹੁਤ ਕੋਸ਼ਿਸ਼ ਕਰਕੇ ਸਿਚੁਏਸ਼ਨ ਨੂੰ ਡਿਫਿਊਜ਼ ਕੀਤਾ, ਨਹੀਂ ਤਾਂ ਨੁਕਸਾਨ ਜ਼ਿਆਦਾ ਹੋ ਸਕਦਾ ਸੀ। ਲੇਕਿਨ ਇਦਾਂ ਦੀ ਸੋਚ ਦੀ, ਇਦਾਂ ਦੀ ਘਟੀਆ ਵਿਚਾਰਧਾਰਾ ਦੀ ਨਾ ਤਾਂ ਸਿੱਖਾਂ ਦੇ ਵਿੱਚ ਕੋਈ ਥਾਂ ਹੈ ਤੇ ਨਾ ਹੀ ਹਿੰਦੂਆਂ 'ਚ, ਮੈਨੂੰ ਪੱਕਾ ਯਕੀਨ ਆ। ਠੀਕ ਹੈ ਜੀ ਭਾਜੀ। ਇਸ ਚੀਜ਼ ਦੇ ਉੱਤੇ ਮੈਂ ਵਾਪਸ ਆਉਂਦਾ ਹਾਂ ਕੀਵੀਨਾਮੇ ਵੱਲ ਇੱਕ ਵਾਰੀ ਹੋਰ ਵੱਧਦਾ ਹੋਇਆ। ਮੇਰਾ ਅਗਲਾ, ਜਿੱਦਾਂ ਤੁਸੀਂ ਕਿਹਾ ਕਿ ਬਹੁਤ ਸਾਰੇ ਲੋਕਾਂ ਨੇ ਜਿਹੜੇ ਰਿਵਿਊ ਦਿੱਤੇ ਇਸ ਕਿਤਾਬ ਦੇ ਬਾਰੇ, ਇੱਕ ਲੇਖਕ ਦੇ ਤੌਰ ਤੇ ਮੇਰਾ ਹੁਣ ਸਵਾਲ ਆ ਜਿਹੜਾ ਹੈਗਾ ਤੁਹਾਡੇ ਤੱਕ ਹੈ। ਇੱਕ ਲੇਖਕ ਦੇ ਤੌਰ ਤੇ, ਕਿਉਂਕਿ ਸਮਾਂ ਬਹੁਤ ਥੋੜਾ ਰਹਿ ਗਿਆ, ਸੋ ਇੱਕ ਲੇਖਕ ਦੇ ਤੌਰ ਤੇ ਤੁਸੀਂ ਆਪਣੀਆਂ ਲਿਖਤਾਂ ਨੂੰ ਕਿਸ ਤਰ੍ਹਾਂ ਵੇਖਦੇ ਹੋ? ਹਾਲ ਦੀ ਘੜੀ ਮੈਨੂੰ ਨਹੀਂ ਲੱਗਦਾ ਜੀ ਕਿ ਮੈਂ ਲੇਖਕ ਹਾਂ। ਮੈਨੂੰ ਇਹ ਲੱਗਦਾ ਹੁੰਦਾ ਜਿਵੇਂ ਮਨੀ ਔਜਲਾ ਦੇ ਫਾਦਰ ਸਾਹਿਬ ਨੇ ਇੱਕ ਵਾਰ ਕਿਹਾ ਸੀ, ਅਜੈਬ ਸਿੰਘ ਔਜਲਾ ਚੰਡੀਗੜ੍ਹ ਤੋਂ ਟ੍ਰਿਬਿਊਨ ਦੇ ਪੱਤਰਕਾਰ ਨੇ, ਉਹਨਾਂ ਨੂੰ ਕਿਸੇ ਨੇ ਪੁੱਛਿਆ ਵੀ ਮਨੀ ਔਜਲਾ ਦੇ ਗੀਤਾਂ ਨੂੰ ਲੈ ਕੇ ਕੋਈ ਗੱਲ ਚੱਲੀ, ਤਾਂ ਉਹਨਾਂ ਨੇ ਕਿਹਾ ਵੀ ਮੈਂ ਨਹੀਂ ਮੰਨਦਾ ਕਿ ਮਨੀ ਔਜਲਾ ਇੱਕ ਗਾਇਕ ਆ। ਉਹ ਕਹਿੰਦੇ ਮੈਂ ਇਹ ਸੋਚਦਾ ਕਿ ਮਨੀ ਔਜਲਾ ਇੱਕ ਚੰਗਾ ਪਰਫਾਰਮਰ ਆ। ਸੋ ਏਦਾਂ ਹੀ ਜੇ ਮੈਨੂੰ ਇੱਕ ਲੇਖਕ ਦੇ ਤੌਰ ਤੇ ਤੁਸੀਂ ਇਹ ਸਵਾਲ ਕਰ ਰਹੇ ਹੋ, ਮੈਨੂੰ ਇਹ ਲੱਗਦਾ ਕਿ ਮੈਂ ਤੁਹਾਡੇ ਵਾਂਗ ਹੀ ਇੱਕ ਆਮ ਬੰਦਾ ਆ, ਪਰ ਪ੍ਰਵਾਸ ਦੇ ਜਿਹੜੇ ਕੌੜੇ ਮਿੱਠੇ ਤਜਰਬੇ ਆ, ਨੰਗੀ ਅੱਖ ਦੇ ਨਾਲ ਕੀਤੀਆਂ ਜਿਹੜੀਆਂ ਆਬਜ਼ਰਵੇਸ਼ਨਸ ਆ, ਤੇ ਜਾਂ ਫਿਰ ਸਾਡੇ ਬਜ਼ੁਰਗਾਂ ਦੇ ਜਿਹੜੇ ਕਿੱਸੇ ਕਹਾਣੀਆਂ ਜਿਹੜੇ ਕਾਫੀ ਹੱਦ ਤੱਕ ਯਥਾਰਥ ਦੇ ਲਾਗੇ ਆ, ਹਕੀਕਤ ਦੇ ਲਾਗੇ ਆ, ਉਹਨਾਂ ਨੂੰ ਕਾਗਜ਼ ਦੀ ਹਿੱਕ ਦੇ ਉੱਤੇ ਉਤਾਰਨਾ ਮੈਨੂੰ ਆਪਣਾ ਕਰਤੱਵ ਲੱਗਿਆ, ਮੈਨੂੰ ਆਪਣਾ ਫਰਜ਼ ਸਮਝਿਆ ਮੈਂ। ਸੋ ਮੈਂ ਉਹ ਇੱਕ ਨਿਮਾਣੀ ਜੀ ਕੋਸ਼ਿਸ਼ ਕੀਤੀ ਆ। ਮੈਂ ਹੁਣ ਉਹਦੇ 'ਚ ਕਿੰਨਾ ਸਫਲ ਹੋ ਸਕਿਆ ਇਹਦੇ ਬਾਰੇ ਤਾਂ ਜਿਹੜੇ ਪਾਠਕ ਆ ਜੀ ਉਹ ਜ਼ਿਆਦਾ ਬਿਹਤਰ ਦੱਸ ਸਕਦੇ ਆ, ਕਿਉਂਕਿ ਅੰਮ੍ਰਿਤਾ ਪ੍ਰੀਤਮ ਨੇ ਬਹੁਤ ਨਿਆਣੀ ਉਮਰੇ ਇੱਕ ਬੜੀ ਖੂਬਸੂਰਤ ਗੱਲ ਲਿਖੀ ਸੀ ਕਿ ਕਲਮ ਦੇ ਇਸ ਭੇਦ ਨੂੰ ਕੋਈ ਇਲਮ ਵਾਲਾ ਪਾਏਗਾ। ਜਿਹੜੇ ਇਲਮਾਂ ਵਾਲੇ ਲੋਕ ਆ ਜੀ, ਸੂਝ-ਬੂਝ ਵਾਲੇ ਲੋਕ ਆ, ਉਹ ਜਾਣ ਸਕਦੇ ਆ ਕਿ ਮਾਣ ਸੁੱਚੇ ਇਸ਼ਕ ਦਾ ਹੈ, ਹੁਨਰ ਦਾ ਦਾਵਾ ਨਹੀਂ, ਕਲਮ ਦੇ ਇਸ ਭੇਦ ਨੂੰ ਕੋਈ ਇਲਮ ਵਾਲਾ ਪਾਏਗਾ। ਸੋ ਮੈਨੂੰ ਇਹ ਲੱਗਦਾ ਹੁੰਦਾ ਵੀ ਜਿਹੜੇ ਪੜ੍ਹਨ ਵਾਲੇ ਆ ਜੀ, ਜਿਹੜੇ ਪਾਰਖੂ ਆ ਜੀ, ਉਹ ਆਪਣੀ ਤੱਕੜੀ 'ਚ, ਉਹ ਆਪਣੀ ਕਸਵੱਟੀ ਤੇ ਤੋਲ ਕੇ ਦੱਸਣਗੇ ਕਿ ਅਸਲ ਦੇ ਵਿੱਚ ਇਹ ਲਿਖਤਾਂ ਜਿਹੜੀਆਂ ਇਹ ਕੱਚ ਘਰ ਲਿਖਤਾਂ ਆ, ਜਾਂ ਆਉਣ ਵਾਲੇ ਸਮਿਆਂ ਦੇ ਵਿੱਚ ਜਿਹੜੀ ਆਉਣ ਵਾਲੀਆਂ ਪੀੜ੍ਹੀਆਂ ਸਾਡੀਆਂ, ਜਦੋਂ ਇਹਦਾ ਹੁਣ ਉਰਦੂ 'ਚ ਅਨੁਵਾਦ ਹੋਣਾ, ਇੰਗਲਿਸ਼ ਦੇ ਵਿੱਚ ਅਨੁਵਾਦ ਹੋਣਾ, ਉਹ ਓਬਵੀਅਸਲੀ ਵੱਡੇ ਸੁਭਾਵਿਕ ਤੌਰ ਤੇ ਵੱਡੇ ਘੇਰੇ ਤੱਕ ਉਹ ਗੱਲ ਪਹੁੰਚਣੀ ਆ। ਸੋ ਇਹਨਾਂ ਚੀਜ਼ਾਂ ਨੂੰ ਅੱਖੋਂ ਪਰੋਖੇ ਵੀ ਨਹੀਂ ਕੀਤਾ ਜਾ ਸਕਦਾ, ਕਿਉਂਕਿ ਪ੍ਰਵਾਸ ਦਾ ਸੰਤਾਪ ਜਿਹੜਾ ਉਹ ਜਿਹੜਾ ਬੰਦਾ ਆਪਣੇ ਪਿੰਡੇ ਤੇ ਹੰਢਾਉਂਦਾ ਉਹੀ ਉਹਦੇ ਬਾਰੇ ਦੱਸ ਸਕਦਾ। ਸੋ ਮੈਨੂੰ ਇੰਨਾ ਕੁ ਫਖਰ ਜ਼ਰੂਰ ਆ ਕਿ ਮੈਂ ਜਾਂ ਮੇਰੇ ਵਰਗੇ ਹੋਰ ਭੈਣਾਂ ਭਰਾਵਾਂ ਨੇ ਜਾਂ ਬਜ਼ੁਰਗਾਂ ਨੇ ਜੋ ਪਿੰਡੇ ਤੇ ਹੰਢਾਇਆ, ਉਹਨਾਂ ਨੇ ਉਹਦੇ ਬਾਰੇ ਨਿੱਠ ਕੇ ਉਹਦੇ ਬਾਰੇ ਪੜ੍ਹਨ ਦੀ ਕੋਸ਼ਿਸ਼ ਕਰਨੀ ਹੈ, ਕੀਵੀਨਾਮਾ 1 ਦੇ ਵਿੱਚ ਵੀ ਤੇ ਕੀਵੀਨਾਮਾ 2 ਦੇ ਵਿੱਚ ਵੀ। ਸੋ ਜਿਹੜੀ ਵੀ ਕੋਈ ਫੀਡਬੈਕ ਆ ਮੈਂ ਉਹਨੂੰ ਹਮੇਸ਼ਾ ਜੀ ਆਇਆਂ ਨੂੰ ਕਹਿੰਦਾ ਜੀ। ਆਲੋਚਨਾ ਜਿਹੜੀ ਆ ਉਹ ਸਿਰ ਮੱਥੇ ਆ। ਮੈਨੂੰ ਖੁਸ਼ੀ ਆ ਕਿ ਤੁਸੀਂ ਜਿਹੜੀ ਮੁਲਾਕਾਤ ਆ ਇਹ ਬਹੁਤ ਵਧੀਆ ਮਾਹੌਲ ਦੇ ਵਿੱਚ ਕੀਤੀ, ਤੇ ਮੈਂ ਕਦੇ ਵੀ ਅਸਹਿਜ ਨਹੀਂ ਮਹਿਸੂਸ ਕਰਦਾ। ਮੈਂ ਆਪਣੇ ਪਿਆਰਿਆਂ ਦੇ ਸਾਹਮਣੇ ਜਿਹੜੀ ਗਠੜੀ ਆ ਬਿਲਕੁਲ ਓਪਨਲੀ ਇੱਕ ਓਪਨ ਬੁੱਕ ਵਾਂਗੂ ਰੱਖੀ ਆ। ਮੈਂ ਉਮੀਦ ਕਰਦਾ ਕਿ ਜਿੱਥੇ ਕੋਈ ਕਿਤਾਬ ਦੇ ਵਿੱਚ ਉਹਨਾਂ ਨੂੰ ਕੋਈ ਗੱਲ ਏਦਾਂ ਦੀ ਲੱਗੀ ਹੋਵੇ ਜਿਹੜੀ ਥੋੜੀ ਚੁੱਭਵੀਂ ਆ ਜਾਂ ਯਥਾਰਥ ਦੇ ਲਾਗੇ ਨਹੀਂ ਹੈਗੀ, ਜਾਂ ਉਹਨਾਂ ਨੂੰ ਲੱਗਦਾ ਕਿ ਨਹੀਂ ਯਾਰ ਏਦਾਂ ਦਾ ਨਹੀਂ ਹੋ ਸਕਦਾ, ਉਹ ਮੈਨੂੰ ਫੀਡਬੈਕ ਜ਼ਰੂਰ ਦੇ ਸਕਦੇ ਆ। ਮੇਰਾ ਫੋਨ ਨੰਬਰ ਵੀ ਤੇ ਈਮੇਲ ਵੀ ਜਿਹੜੀ ਆ ਬਹੁਤ ਸਖਾਲੀ ਜਿਹੀ ਆ। ਮੈਂ ਉਹਨੂੰ ਇੱਕ ਉਸਾਰੂ ਆਲੋਚਨਾ ਦੇ ਤੌਰ ਤੇ ਲੈ ਕੇ ਪ੍ਰਵਾਨ ਕਰਕੇ ਅਗਲੀ ਕਿਤਾਬ ਦੇ ਵਿੱਚ ਉਹਨੂੰ ਹੋਰ ਬਿਹਤਰ ਕਰਨ ਦੀ ਕੋਸ਼ਿਸ਼ ਕਰੂੰਗਾ, ਤਾਂ ਕਿ ਉਹ ਗਲਤੀਆਂ ਦੁਹਰਾਵਾਂ ਨਾ। ਇੱਕ ਬੜੀ ਖੂਬਸੂਰਤ ਗੱਲ ਆ, ਜੈ ਕਿਸ਼ਨਪੁਰੀ ਸਾਹਿਬ ਜਿਹੜੇ ਬੜੇ ਅੱਛੇ ਸ਼ਾਇਰ ਆ, ਉਹ ਕਹਿੰਦੇ ਹੁੰਦੇ ਆ ਵੀ ਜੇ ਹੁਨਰ ਕੋਈ ਦਿਸੇ ਤਾਂ ਨਸ਼ਰ ਕਰਿਓ ਮਿੱਤਰੋ, ਜੇ ਹੁਨਰ ਕੋਈ ਦਿਸੇ ਤਾਂ ਨਸ਼ਰ ਕਰਿਓ ਮਿੱਤਰੋ, ਐਬ ਮੇਰੇ ਆਪੇ ਹੀ ਲੈਣਾ ਕੱਜ ਮੇਰੇ ਦੋਸਤੋ। ਕਿਆ ਬਾਤ ਹੈ ਜੀ, ਕਿਆ ਬਾਤ ਹੈ ਭਾਜੀ। ਮੈਨੂੰ ਤੁਹਾਡੀ ਇਹ ਗੱਲ ਹਮੇਸ਼ਾ ਚੰਗੀ ਲੱਗਦੀ ਹੈ, ਕਿਉਂਕਿ ਤੁਸੀਂ ਅਕਸਰ ਸਾਨੂੰ ਵੀ ਜ਼ੋਰ ਦੇ ਕੇ ਗੱਲ ਕਹਿੰਦੇ ਹੋ ਕਿ ਨਰਿੰਦਰ ਵੀਰ ਸਵੈ ਚਿੰਤਨ ਦੀ ਲੋੜ ਹੈ। ਜਦ ਤੱਕ ਤੁਸੀਂ ਆਪਣੇ ਅੰਦਰੋਂ, ਜਦੋਂ ਤੱਕ ਤੁਸੀਂ ਆਪਣੇ ਅੰਦਰੋਂ ਸਵੈ ਚਿੰਤਨ ਨਹੀਂ ਕਰਦੇ, ਤਦ ਤੱਕ ਤੁਸੀਂ ਕਿਸੇ ਦੂਸਰੇ ਵੱਲ ਉਂਗਲ ਨਹੀਂ ਉਠਾ ਸਕਦੇ। ਸੋ ਇਹ ਚੀਜ਼ ਨੂੰ ਮੈਂ ਹਮੇਸ਼ਾ ਤੁਹਾਡੇ ਜਿਹੜੀ ਇਸ ਸ਼ਬਦਾਂ ਨੂੰ ਮੈਂ ਹਮੇਸ਼ਾ ਧਿਆਨ 'ਚ ਰੱਖਦਾ, ਕਿਉਂਕਿ ਮੈਂ ਅਕਸਰ ਇਹ ਗੱਲ ਰੇਡੀਓ ਦੇ ਉੱਤੇ, ਮੈਨੂੰ ਅੱਜ ਵੀ ਮਾਣ ਹੈ ਕਿ ਮੈਂ ਬਿਲਕੁਲ ਕੱਚੇ ਰਾਹਾਂ ਦਾ ਰਾਹੀ ਸੀ। ਪਗਡੰਡੀਆਂ ਤੋਂ ਚੱਲਦਾ ਹੋਇਆ ਮੈਂ ਪੱਕੀਆਂ ਲੀਹਾਂ ਦੇ ਵੱਲ ਤੁਸੀਂ ਤੋਰਿਆ। ਜੋ ਵੀ ਅੱਜ ਹੈਗੇ ਆ, ਤੁਹਾਡੇ ਆਸ਼ੀਰਵਾਦ ਦੇ ਸਦਕਾ
ਮਿਹਨਤ ਜਿਹੜੀ ਆ ਤੁਸੀਂ ਸਾਨੂੰ ਕਰਨੀ ਸਿਖਾਈ ਆ। ਜੇ ਤੁਸੀਂ ਸਵੈ ਚਿੰਤਨ ਦੇ ਰਾਹ ਤੇ ਸਾਨੂੰ ਨਾ ਪਾਉਂਦੇ ਤਾਂ ਸ਼ਾਇਦ NV ਜਿਹੜਾ ਹੈ ਉਹ ਅੱਜ ਇਸ ਮੁਕਾਮ ਤੱਕ ਨਾ ਪਹੁੰਚਦਾ। ਪਰ ਸਾਨੂੰ ਇਹ ਬੜਾ ਇਹ ਮਾਣ ਹੈ ਇਹ ਕਿ ਤੁਹਾਡੀ ਤੁਸੀਂ ਇਹ ਤੁਹਾਡੇ ਰੱਬ ਵਰਗੇ ਜਿਹੜੇ ਮਾਂ-ਬਾਪ ਆ, ਇਹ ਉਹਨਾਂ ਦੀ ਕਿਰਪਾ ਆ ਅਸਲ ਦੇ ਵਿੱਚ। ਭੂਸ਼ਣ ਧਿਆਨਪੁਰੀ ਹੁਣੀ ਸਿਰਫ ਇੱਕੋ ਕਿਤਾਬ ਲਿਖੀ, ਉਹਨਾਂ ਦੀ ਕਿਤਾਬ ਦਾ ਨਾਂ ਸੀ ਪਹਿਲੀ ਕਿਤਾਬ। ਉਹ ਕਿਤਾਬ ਪੜ੍ਹ ਕੇ ਕਿਸੇ ਮੇਰੇ ਵਰਗੇ ਪ੍ਰਸ਼ੰਸਕ ਨੇ ਉਹਨਾਂ ਨੂੰ ਕਿਹਾ ਕਿ ਭੂਸ਼ਣ ਜੀ ਤੁਸੀਂ ਬਹੁਤ ਸੋਹਣਾ ਲਿਖਿਆ। ਉਹ ਕਹਿੰਦੇ ਵੀ ਇਸ ਵਿੱਚ ਮੇਰਾ ਕੁਝ ਵੀ ਨਹੀਂ ਹੈ, ਇਹਦਾ ਸਿਹਰਾ ਮੌਸਮਾਂ ਸਿਰ ਹੈ, ਜੇਕਰ ਤੁਹਾਨੂੰ ਮੇਰੇ ਵਿੱਚ ਗੁਲਦਸਤੇ ਵਿਚਲੇ ਫੁੱਲ ਪਿਆਰੇ ਲੱਗੇ। ਸੋ ਇਹ ਸਿਹਰਾ ਜਿਹੜਾ ਉਹ ਮਾਂ-ਬਾਪ ਦੇ ਸਿਰ ਮੈਂ ਬੰਨ੍ਹਦਾ ਜੀ। ਚਾਹੇ ਤੁਹਾਡੀ ਪਰਵਰਿਸ਼ ਦੀ ਗੱਲ ਕਰੀਏ, ਚਾਹੇ ਸਾਡੇ ਵਿੱਚੋਂ ਕਿਸੇ ਵੀ ਪਰਵਰਿਸ਼ ਦੀ ਗੱਲ ਕਰੀਏ, ਜੋ ਉਹ ਸਾਨੂੰ ਸੰਸਕਾਰ ਦਿੰਦੇ ਆ, ਜੇ ਅਸੀਂ ਸੱਚੀ 100% ਜੇ ਅਸੀਂ ਉਹ ਗ੍ਰਹਿਣ ਕਰ ਲਈਏ, ਮੈਨੂੰ ਲੱਗਦਾ ਵੀ ਇਹ ਦੁਨੀਆ ਜਿਹੜੀ ਸਵਰਗ ਦਾ ਝੂਟਾ ਹੋ ਜਾਏ। ਸੋ ਇਹ ਸਾਡੀਆਂ ਨਲਾਇਕੀਆਂ ਕਿ ਅਸੀਂ ਆਪਣੇ ਵਡੇਰਿਆਂ ਦੀਆਂ ਉਹ ਚੰਗਿਆਈਆਂ ਜਿਹੜੀਆਂ ਉਹ ਸਾਡੇ ਪੱਲੇ 'ਚ ਆਪਣੇ ਪੱਲੇ 'ਚ ਸਮਾ ਨਹੀਂ ਸਕੇ। ਸਵੈ ਚਿੰਤਨ ਜਾਂ ਨਿੱਜੀ ਚੇਤਨਤਾ ਜਿਹੜੀ ਆ ਉਹ ਇਸ ਕਰਕੇ ਜ਼ਿਆਦਾ ਲਾਜ਼ਮੀ ਆ। ਮੈਂ ਤਾਂ ਵਾਰ-ਵਾਰ ਇਸ ਗੱਲ ਤੇ ਜ਼ੋਰ ਦਿੰਦਾ ਕਿ ਸਾਡੇ ਪੱਲੇ 'ਚ ਕੀ ਆ, ਉਹਦੇ ਬਾਰੇ ਜਾਣਨਾ ਬੜਾ ਲਾਜ਼ਮੀ ਆ, ਤਾਂ ਕਿ ਤੁਸੀਂ ਦੁਨੀਆ ਨੂੰ ਆਪਣੇ ਬਾਰੇ, ਆਪਣੀ ਪਛਾਣ ਬਾਰੇ, ਆਪਣੇ ਲੋਕਾਂ ਬਾਰੇ, ਆਪਣੇ ਸਮਾਜ ਬਾਰੇ, ਆਪਣੇ ਸੱਭਿਆਚਾਰ ਬਾਰੇ ਪਹਿਲਾਂ ਦੱਸ ਸਕੋ। ਫਿਰ ਉਹਦੇ ਵਿੱਚ ਜਿਹੜੀਆਂ ਕਿਤੇ ਨਾ ਕਿਤੇ ਕੁਰੀਤੀਆਂ ਰਹਿ ਗਈਆਂ, ਕਿਉਂਕਿ ਸਮਾਂ ਪਾ ਕੇ ਹਰੇਕ ਧਰਮ, ਹਰੇਕ ਕਲਚਰ ਦੇ ਵਿੱਚ ਕੁਰੀਤੀਆਂ ਆ ਜਾਂਦੀਆਂ। ਤੁਸੀਂ ਆਸ-ਪਾਸ ਨਿਗਾਹ ਮਾਰ ਕੇ ਦੇਖੋ, ਲੇਕਿਨ ਉਹਨਾਂ ਨੂੰ ਬਿਹਤਰ ਕਰਨ ਵਾਲੇ, ਉਹਨਾਂ ਕੁਰੀਤੀਆਂ ਨੂੰ ਦੂਰ ਭਜਾਉਣ ਵਾਲੇ ਵੀ ਉਸੇ ਸਮਾਜ ਦੇ ਵਿੱਚੋਂ ਹੀ ਪੈਦਾ ਹੁੰਦੇ ਆ। ਸੋ ਇਹ ਇਤਿਹਾਸ ਗਵਾਹ ਹੈ ਇਸ ਗੱਲ ਦਾ। ਸੋ ਉਹ ਵੀ ਸਾਨੂੰ ਹੀ ਸਾਫ਼ ਕਰਨਾ ਪੈਣਾ, ਜਿਹੜਾ ਕਿਤੇ ਨਾ ਕਿਤੇ ਕੋਈ ਗੰਦ ਪੈ ਗਿਆ, ਚਾਹੇ ਉਸ ਨੂੰ ਸਮਾਜਿਕ ਤੌਰ ਤੇ, ਚਾਹੇ ਧਾਰਮਿਕ ਤੌਰ ਤੇ ਦੇਖਿਆ ਜਾਵੇ। ਜਿਹੜੇ ਮੁਲਕ ਦੇ ਅਸੀਂ ਵਸਨੀਕ ਆ, ਉਸ ਮੁਲਕ ਦੇ ਆਰਥਿਕ, ਰਾਜਨੀਤਿਕ ਮੁੱਦਿਆਂ ਦੇ ਉੱਤੇ ਆਪਣੀ ਪਕੜ ਰੱਖੋ। ਜਿਹੜਾ ਆਪਣਾ ਫੇਅਰ ਸ਼ੇਅਰ ਆ, ਜਿਹੜਾ ਸਾਡੀ ਰਾਜਨੀਤਿਕ ਹਿੱਸੇਦਾਰੀ ਆ, ਉਹ ਬਣਦੀ ਆ ਜੀ। ਉਹ ਜਿੰਨੀ ਰੇਸ਼ੋ ਦੇ ਵਿੱਚ ਅੱਜ ਸਾਡੀ ਆਬਾਦੀ ਆ ਇਸ ਮੁਲਕ ਦੇ ਵਿੱਚ, ਉਹਦੇ ਮੁਤਾਬਕ ਇਹਨਾਂ ਮੁੱਦਿਆਂ ਦੇ ਬਾਰੇ ਸਥਾਨਕ ਪੱਧਰ ਦੇ ਉੱਤੇ ਜਾਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਆਪਣੀ ਜਾਣਕਾਰੀ ਦਾ ਘੇਰਾ ਜਿਹੜਾ ਉਹ ਵੱਡਾ ਰੱਖੋ, ਤਾਂ ਕਿ ਸਮਾਂ ਆਉਣ ਦੇ ਉੱਤੇ ਜਦੋਂ ਤੁਹਾਨੂੰ ਪਲੇਟਫਾਰਮ ਦਿੱਤਾ ਜਾਂਦਾ, ਤੁਸੀਂ ਠੋਕ ਵਜਾ ਕੇ ਆਪਣੀ ਗੱਲ ਕਹਿ ਸਕੋ। ਜੀ ਭਾਜੀ, ਬੜੀ ਵਧੀਆ ਗੱਲ ਕੀਤੀ ਹੈ। ਇੱਕ ਲੇਖਕ ਦੇ ਤੌਰ ਤੇ, ਕੀਵੀਨਾਮੇ ਦੇ ਤੌਰ ਤੇ ਤੁਸੀਂ ਅੱਗੇ ਵਧ ਰਹੇ ਹੋ। ਅਫਸਾਨਿਆਂ ਦੀ ਗੱਲ ਚੱਲ ਰਹੀ ਹੈ, ਰਾਜਨੀਤੀ ਦੀ ਗੱਲ ਆਈ ਹੈ। ਮੈਂ ਹੁਣ ਥੋੜਾ ਜਿਹਾ ਇੱਕ ਸਵਾਲ ਤੁਹਾਡੇ ਤੋਂ ਇਹਦੇ ਉੱਤੇ ਵੀ ਰੱਖ ਲਵਾਂ। ਕੀ ਤੁਸੀਂ ਇਸ ਚੀਜ਼ ਨਾਲ ਸਹਿਮਤ ਹੋ ਕਿ ਸਾਡੀ ਜਿਹੜੀ ਰਿਪਰੈਜ਼ੈਂਟੇਸ਼ਨ ਆ ਉਹ ਫੇਅਰ ਹੈ? ਨਹੀਂ ਜੀ ਨਹੀਂ, ਸਾਡੀ ਤਾਂ ਪ੍ਰੈਜੈਂਟੇਸ਼ਨ ਕੁਛ ਵੀ ਨਹੀਂ ਹੈਗੀ ਹਲੇ, ਕੁਛ ਵੀ ਨਹੀਂ ਹਲੇ ਤਾਂ ਮੇਰੇ ਹਿਸਾਬ ਦੇ ਨਾਲ ਜੇ ਮੈਂ ਜ਼ਿਆਦਾ ਲਾਲਚ ਨਾ ਵੀ ਕਰਾਂ ਤਾਂ ਮੇਰੇ ਹਿਸਾਬ ਦੇ ਨਾਲ 120 ਹਰੀਆਂ ਸੀਟਾਂ ਜੀ ਪਾਰਲੀਮੈਂਟ ਦੇ ਵਿੱਚ ਐਮਪੀਆਂ ਦੇ ਬਹਿਣ ਦੇ ਲਈ, ਉਹਨਾਂ ਦੇ ਵਿੱਚੋਂ 5 ਤੋਂ 7 ਐਮਪੀ ਸਾਡੇ ਹੋਣੇ ਚਾਹੀਦੇ ਆ। ਜਿਸ ਰੇਸ਼ੋ ਦੇ ਵਿੱਚ ਸਾਡਾ ਇੱਥੋਂ ਦੀ GDP ਦੇ ਵਿੱਚ ਯੋਗਦਾਨ ਆ, ਜਿਸ ਰੇਸ਼ੋ ਦੇ ਵਿੱਚ ਐਸੈਂਸ਼ੀਅਲ ਵਰਕਰ ਦੇ ਤੌਰ ਤੇ ਕੋਵਿਡ ਦੇ ਵਿੱਚ ਸਾਡੇ ਮੁੰਡੇ ਕੁੜੀਆਂ ਨੇ ਕੰਮ ਕੀਤਾ, ਉਸ ਰੇਸ਼ੋ ਦੇ ਅਨੁਸਾਰ ਮੈਂ ਗੱਲ ਕਰ ਰਿਹਾ। ਮੈਂ ਇਹਦੇ ਵਿੱਚ ਬਿਲਕੁਲ ਵੀ ਸਵਾਰਥੀ ਨਹੀਂ। ਮੈਂ ਆਪਣੇ ਹੋਸ਼ੋ ਹਵਾਸ ਦੇ ਵਿੱਚ ਇਸ ਗੱਲ ਨੂੰ ਜਾਣਦਾ ਹਾਂ ਕਿ ਮੈਂ ਕੀ ਕਹਿ ਰਿਹਾ, ਤੇ ਅਗਲੀ ਪੀੜ੍ਹੀ ਤੋਂ ਮੈਨੂੰ ਬਹੁਤ ਉਮੀਦ ਆ। ਜਿਵੇਂ ਕੈਨੇਡਾ ਦੇ ਵਿੱਚ ਕੈਬਨਿਟ ਮਿਨਿਸਟਰ ਜਾਂ ਜਿਹੜੀ ਜਗਮੀਤ ਉਹਨਾਂ ਦੀ ਗੱਲ ਕਰੀਏ, ਕਿਸੇ ਸਮੇਂ ਪ੍ਰਧਾਨ ਮੰਤਰੀ ਤੱਕ ਦੀ ਸੰਭਾਵਨਾ ਵੀ ਹੈਗੀ ਆ ਬਣਨ ਦੀ। ਜਦੋਂ ਤੁਸੀਂ ਉਹਨਾਂ ਵੱਲ ਦੇਖਦੇ ਆ, ਮਤਲਬ ਇੱਕ ਸਮਾਂ ਆ 26 MP ਤੁਹਾਡੇ, ਕਿੰਨੇ MLA ਜਿਹੜੇ ਆ ਉੱਥੇ ਮੌਜੂਦ ਨੇ। ਇੰਗਲੈਂਡ ਦੇ ਵਿੱਚ ਤਰਮਨ ਢੇਸੀ ਹੋਣੀ ਆ, ਵਰਿੰਦਰ ਸ਼ਰਮਾ ਜੀ ਨੇ, ਬਹੁਤ ਲੋਕ ਨੇ। ਸੋ ਇਦਾਂ ਦੀ ਰਾਜਨੀਤਿਕ ਹਿੱਸੇਦਾਰੀ ਸਾਨੂੰ ਇੱਥੇ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੇ ਵਿੱਚ ਹਲੇ ਸਮਾਂ ਲੱਗੂਗਾ, ਕਿਉਂਕਿ ਇੱਥੋਂ ਦਾ ਜਿਹੜਾ ਪੋਲੀਟੀਕਲ ਸਟਰਕਚਰ ਆ ਉਹ ਵੱਖਰਾ। ਨਰਿੰਦਰ ਵੀਰ, ਭਾਵੇਂ ਕਿ MMP ਸਿਸਟਮ ਦਾ ਨਜਾਇਜ਼ ਫਾਇਦਾ ਲੈਂਦੇ ਆ ਸਾਡੇ ਬਹੁਤ ਲੋਕ ਜਿਹੜੇ ਆ, ਉਹ ਲੋਕ ਸਭਾ 'ਚ ਪਹੁੰਚੇ ਆ, ਪਾਰਲੀਮੈਂਟ ਦੇ ਵਿੱਚ ਪਹੁੰਚੇ ਆ। ਇਸੇ ਤਰ੍ਹਾਂ ਚਲੋ ਪਹਿਲੀ ਵਾਰ ਇਲੈਕਟਡ MP ਹੋਣ ਦੇ ਨਾਤੇ ਗੌਰਵ ਸ਼ਰਮਾ ਜਾਂ ਪ੍ਰਿਯੰਕਾ ਰਾਧਾ ਕ੍ਰਿਸ਼ਨ, ਲੋਕਾਂ ਦੇ ਗਿਲੇ ਗੁਜ਼ਾਰਿਸ਼ਾਂ ਵੱਲ ਦੇਖੀਏ, ਲੋਕਾਂ ਦੀ ਸਮੱਸਿਆਵਾਂ ਵੱਲ ਦੇਖੀਏ, ਤਾਂ ਮੈਨੂੰ ਇਹ ਲੱਗਦਾ ਹੈ ਕਿ ਇਹ ਸਾਰਾ ਕੁਝ ਜਿਹੜਾ ਆ ਉਹ ਹਲੇ ਨਹੀਂ ਹੈ। ਹਲੇ ਕਾਫੀ ਕੰਮ ਕਰਨ ਦੀ ਲੋੜ ਹੈ ਜੀ। ਜੀ ਭਾਜੀ, ਕੀਵੀਨਾਮਾ ਜਿਹੜਾ ਹੈਗਾ ਇੱਕ ਹਜੇ ਹੁਣੇ ਰਿਲੀਜ਼ ਹੋਇਆ, ਤੇ ਤੁਸੀਂ ਆਲਰੇਡੀ ਕਿਹਾ ਕਿ ਦੂਜੇ ਕੀਵੀਨਾਮੇ ਦੇ ਵੱਲ ਜਿਹੜਾ ਤੁਹਾਡਾ ਕੰਮ ਸ਼ੁਰੂ ਹੋ ਚੱਲਿਆ। ਪਰ ਮੈਂ ਜਿਹੜਾ ਹੈਗਾ ਇਸ ਕਿਤਾਬ ਦੇ ਵਿੱਚੋਂ ਮੈਂ ਜਾਣਨਾ ਚਾਹੂੰਗਾ, ਕਿਉਂਕਿ ਸਮਾਂ ਸਾਡੇ ਕੋਲੇ ਹੁਣ ਬਹੁਤ ਥੋੜਾ ਰਹਿ ਗਿਆ ਜੀ। ਅਜਿਹੀ ਕੀ ਸਾਨੂੰ ਇਹ ਜਿਹੜਾ ਕੀਵੀਨਾਮਾ ਹੈ, ਜਿਹੜਾ ਇਹ ਅਫਸਾਨਾ ਹੈ, ਇਹ ਸਾਨੂੰ ਤੁਸੀਂ ਕੀ ਦੱਸਣਾ ਚਾਹਿਆ? ਸਾਨੂੰ ਥੋੜਾ ਜਿਹਾ ਉਹਦੇ ਬਾਰੇ ਥੋੜਾ ਜਿਹਾ ਦੱਸੋ ਕਿ ਤੁਹਾਡਾ ਕੀ ਮਕਸਦ ਕੀ ਸੀ, ਜਿਹੜਾ ਤੁਸੀਂ ਇਹ ਸਾਰਾ ਕੀਤਾ। ਮੈਂ ਨਿਚੋੜ ਚਾਹੁੰਦਾ, ਕਿਉਂਕਿ ਤੁਸੀਂ ਦੂਜੀ ਕਿਤਾਬ ਲੈ ਕੇ ਆ ਰਹੇ ਹੋ ਉਸ ਤੋਂ ਪਹਿਲਾਂ, ਕਿਉਂਕਿ ਹਜੇ ਪਹਿਲੀ ਦੀ ਜਿਹੜੀ ਆ ਆਲਰੇਡੀ ਸ਼ਿਪਮੈਂਟ ਆ ਰਹੀ ਹੈ। ਸੋ ਇਹਦੇ ਵਿੱਚੋਂ ਤੁਸੀਂ ਕੀ ਸੋਚਦੇ ਹੋ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਕੀ ਨਿਕਲ ਸਕਦਾ, ਜਾਂ ਅਸੀਂ ਇਸ ਨੂੰ ਬੇਸ ਬਣਾ ਕੇ ਜੇ ਅਸੀਂ ਅਗਲੀਆਂ ਕਿਤਾਬਾਂ ਨੂੰ ਦੇਖਣਾ ਚਾਹੀਏ ਤਾਂ ਅਸੀਂ ਉਹਦੇ ਵਿੱਚੋਂ ਕੀ ਦੇਖੀਏ ਇਹਦੇ ਵਿੱਚੋਂ? ਮੇਰਾ ਇੱਕ ਬਹੁਤ ਪਿਆਰਾ ਮਿੱਤਰ ਆ ਸੰਗਤਾਰ, ਮਨਮੋਹਨ ਵਾਰਸ ਤੇ ਕਮਲ ਹੀਰ ਉਹਨਾਂ ਦੇ ਵਿਚਾਰਲਾ ਜਿਹੜਾ ਭਰਾ ਆ, ਉਹਦਾ ਨਾਮ ਸੰਗਤਾਰ ਹੀਰ ਆ। ਉਹਨੇ ਆਪਣੀ ਫੀਲਡ ਦੇ ਹਿਸਾਬ ਨਾਲ, ਆਪਣੇ ਖੇਤਰ ਦੇ ਹਿਸਾਬ ਨਾਲ ਬਹੁਤ ਸੋਹਣਾ ਇੱਕ ਸ਼ੇਅਰ ਲਿਖਿਆ ਸੀ ਇੱਕ ਵਾਰ, ਕਿ
ਹਨੇਰੇ ਦੀ ਨਦੀ ਤੋਂ ਪਾਰ ਹੈ ਨਗਰੀ ਸਵੇਰੇ ਦੀ, ਉਹ ਅੱਜ ਕੱਲ ਗੀਤ ਕੀ ਰਚਦਾ ਸੁਰਾਂ ਦੇ ਪੁਲ ਬਣਾਉਂਦਾ ਹੈ। ਸੋ ਜਿਹੜਾ ਲੇਖਕ ਹੁੰਦਾ ਨਰਿੰਦਰ ਵੀਰ ਜੀ, ਉਹਨੇ ਸਮਾਜ ਦੇ ਵਿੱਚ ਜੋ ਕੁਝ ਉਹ ਦੇਖਦਾ ਆ, ਉਹਨੂੰ ਪਿਛਲੀ ਪੀੜ੍ਹੀ ਦੇ ਵਿੱਚ ਜੋ ਕੁਝ ਵਾਪਰਿਆ ਤੇ ਜਿਹਨੂੰ ਉਹ ਬਿਹਤਰ ਕਰਨਾ ਚਾਹੁੰਦਾ ਜਾਂ ਰੈਫਰੈਂਸ ਦੇ ਤੌਰ ਤੇ ਅਗਲੀ ਪੀੜ੍ਹੀ ਨੂੰ ਦੱਸਣਾ ਚਾਹੁੰਦਾ, ਚਾਹੇ ਉਹ ਆਪਣੀ ਸੂਰਮਗਤੀ ਦੀ ਗੱਲ ਹੋਵੇ, ਚਾਹੇ ਉਹ ਆਪਣੇ ਸੰਘਰਸ਼ ਭਰੇ ਦਿਨਾਂ ਦੀ ਗੱਲ ਹੋਵੇ, ਉਹ ਕਿਸੇ ਤਰ੍ਹਾਂ ਲਫ਼ਜ਼ਾਂ ਦਾ ਪੁਲ ਬਣਾ ਕੇ ਉਹ ਗੈਪ ਬ੍ਰਿਜ ਕਰਨਾ ਹੁੰਦਾ ਉਹਨੇ। ਸੋ ਇੱਕ ਲੇਖਕ ਦਾ ਜਿਹੜਾ ਪਹਿਲਾ ਕਰਤੱਵ ਆਈ ਥਿੰਕ ਉਹ ਇਹੀ ਹੁੰਦਾ, ਤੇ ਮੈਂ ਉਸ ਕਰਤੱਵ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੈਨੂੰ ਏਦਾਂ ਲੱਗਦਾ ਕਿ ਜਿੰਨਾ ਦਿਲਚਸਪ ਤੇ ਜਿੰਨਾ ਰੌਚਕ ਤਰੀਕੇ ਦੇ ਨਾਲ ਪਾਠਕ ਨੂੰ ਇੰਝ ਲੱਗੇ ਕਿ ਲੇਖਕ ਜਿਹੜਾ ਉਹ ਉਂਗਲ ਫੜ ਕੇ ਉਹਨੂੰ ਨਾਲ ਨਾਲ ਲੈ ਕੇ ਤੁਰਿਆ ਜਾ ਰਿਹਾ ਕਿਤਾਬ ਦੇ ਅੰਤ ਤੱਕ। ਸੋ ਮੈਂ ਆਪਣੇ ਨੂੰ ਪੂਰੀ ਕੋਸ਼ਿਸ਼ ਇਹੀ ਕੀਤੀ ਆ ਕਿ ਜਿਹੜਾ ਉਹ ਲਫ਼ਜ਼ਾਂ ਦੀ ਸਾਂਝ ਆ, ਜਿਹੜਾ ਉਹ ਅੱਖਰਾਂ ਦਾ ਪੁਲ ਆ, ਉਹ ਇੰਨਾ ਪੱਕਾ ਤੇ ਪੀढ़ਾ ਬਣ ਜਾਵੇ ਕਿ ਲੋਕ ਉਹਨਾਂ ਨੂੰ ਲੱਗੇ ਕਿ ਨਹੀਂ ਯਾਰ 1890 ਦੇ ਵਿੱਚ ਜੋ ਫੁੰਮਣ ਸਿੰਘ ਗਿੱਲ ਫੈਰੀ ਟਰਮੀਨਲ ਤੇ ਸਮੁੰਦਰੀ ਜਹਾਜ਼ ਦੇ ਵਿੱਚ ਉਤਰਿਆ ਹੋਊਗਾ, ਜਦੋਂ ਉਹਦੀ ਪਹਿਲੀ ਗੱਲ ਉੱਥੇ ਸਾਹਮਣੇ ਤਾਇਨਾਤ ਨਿਊਜ਼ੀਲੈਂਡ ਪੁਲਿਸ ਦੇ ਕਾਂਸਟੇਬਲ ਦੇ ਨਾਲ ਹੋਈ ਹੋਊਗੀ, ਤਾਂ ਉਦੋਂ ਉਹਨਾਂ ਦੇ ਬੋਡੀ ਜੈਸਚਰ ਆ ਰਹੇ ਹੋਣਗੇ। ਸੋ ਉਹ ਜਿਹੜਾ ਨਖੇੜਾ ਆ, ਜਿਹੜਾ ਉਸ ਵੇਲੇ ਦਾ ਦ੍ਰਿਸ਼ ਆ, ਉਹਨੂੰ ਮੁੜ ਸਰਜੀਤ ਕਰਨ ਦੀ ਜ਼ਿੰਮੇਵਾਰੀ ਜਿਹੜਾ ਲੇਖਕ ਦੀ ਆ, ਤੇ ਮੈਂ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ, ਇਮਾਨਦਾਰ ਕੋਸ਼ਿਸ਼ ਕੀਤੀ ਹੈ। ਹੁਣ ਕਿੰਨਾ ਕਾਮਯਾਬ ਰਿਹਾ ਇਹ ਪਾਠਕ ਦੱਸ ਸਕਦੇ ਆ। ਭਾਜੀ ਤੁਸੀਂ ਗੱਲ ਕੀਤੀ ਕਿ ਤੁਹਾਨੂੰ ਬਹੁਤ ਸਾਰੇ ਫੀਡਬੈਕਸ ਆਏ, ਬਹੁਤ ਸਾਰੇ ਜਿਹੜੇ ਸੁਹਿਰਦ ਤੁਸੀਂ ਲੋਕਾਂ ਦੇ ਨਾਮ ਗਿਣੇ। ਮੈਂ ਇਹ ਜਾਣਨਾ ਚਾਹੁੰਦਾ, ਨਵੀਂ ਪੀੜ੍ਹੀ ਜਿਹਦੇ ਵਿੱਚ ਤੁਹਾਡੇ ਆਪਣੇ ਬੱਚੇ ਨੇ, ਉਹਨਾਂ ਦਾ ਜਾਂ ਫਿਰ ਥੋੜਾ ਜਿਹਾ ਜੇ ਕਿਸੇ ਆਊਟਰ ਕਿਸੇ ਨਵੀਂ ਪੀੜ੍ਹੀ ਨੇ ਕਿਤਾਬ ਪੜ੍ਹੀ ਹੈ, ਉਹਨਾਂ ਦਾ ਕੀ ਜੱਜਮੈਂਟ ਸੀ? ਕਿਉਂਕਿ ਘਰ ਦੇ ਬੱਚਿਆਂ ਨੇ ਜ਼ਰੂਰ ਪੜ੍ਹੀ ਹੋਊਗੀ ਕਿਤਾਬ, ਸੋ ਮੈਂ ਘਰ ਤੱਕ ਹੀ ਆ ਜਾਣਾ। ਕਹਿੰਦੇ ਨੇ ਬਾਹਰ ਦੇਖਣ ਤੋਂ ਪਹਿਲਾਂ ਆਪਣੀ ਮੰਜੀ ਹੇਠ ਸੋਟਾ ਮਾਰ ਲੈਣਾ ਚਾਹੀਦਾ। ਮੈਂ ਇਹ ਜਾਣਨਾ ਚਾਹੁੰਦਾ ਈਸ਼ਾ ਦੇ ਕੀ ਵਿਚਾਰ ਸੀ ਜਾਂ ਤੁਹਾਡੇ ਪੁੱਤਰ ਦੇ ਕੀ ਵਿਚਾਰ ਸੀ ਜਸਜੋਤ ਦੇ? ਉਸ ਤੋਂ ਪਹਿਲਾਂ ਮੈਂ ਇਹ ਨੋਟ ਕਰਦਾ ਵੀ ਮੇਰੀ ਕਿਤਾਬ ਸਭ ਤੋਂ ਪਹਿਲਾਂ ਪੜ੍ਹੀ ਮੇਰੇ ਮਾਤਾ ਜੀ ਨੇ, ਫਿਰ ਮੇਰੇ ਪਿਤਾ ਜੀ ਨੇ, ਤੇ ਮੇਰੀ ਇੱਕੋ ਇੱਕ ਪਤਨੀ ਨੇ ਹਲੇ ਇਹ ਕਿਤਾਬ ਨਹੀਂ ਪੜ੍ਹੀ, ਤੇ ਈਸ਼ਾ ਨੇ ਕੁਛ ਅੰਸ਼ ਜਿਹੜੇ ਇਹਦੇ ਵਿੱਚੋਂ ਪੜ੍ਹਿਆ ਕਿਉਂਕਿ ਆਪਣੀ ਜਿਹੜੀ ਪੜ੍ਹਾਈ ਆ ਉਹਦੇ ਵਿੱਚ ਕਾਫੀ ਰੁੱਝੀ ਹੋਈ ਆ ਉਹ, ਤੇ ਕੁਛ ਅੰਸ਼ ਜਿਹੜੇ ਉਹ ਬੇਟੇ ਨੇ ਪੜ੍ਹੇ ਕਿਉਂਕਿ ਉਹ ਵੀ ਆਪਣੇ ਹਲੇ ਜਿਹੜੇ ਦੌਰ ਚ ਗੁਜ਼ਰਿਆ ਉਹ ਚ ਪੜ੍ਹਾਈ ਦਾ ਵਿੱਚ ਹੀ, ਕਿਉਂਕਿ ਜਿਹੜੇ ਮਾਲਪੁਰ ਵਾਲੇ ਬੰਦੇ ਆ ਫੁੱਟਬਾਲ ਉਹਨਾਂ ਦੇ ਖੂਨ ਚ ਹੁੰਦਾ, ਸੋ ਸੌਕਰ ਦੀ ਗਰਾਊਂਡ ਦੇ ਵਿੱਚ ਵੀ ਉਹ ਕਾਫੀ ਆਪਣਾ ਜਿਹੜਾ ਪਸੀਨਾ ਵਹਾਉਂਦਾ। ਸੋ ਇਹ ਜਿਹੜੀ ਅਗਲੀ ਪੀੜ੍ਹੀ ਆ ਇਹਦੇ ਵਿੱਚੋਂ ਸਾਡੇ ਇੱਥੋਂ ਜਿਹੜੇ ਨਵੇਂ ਮਾਈਗ੍ਰੈਂਟ ਆ ਜੀ, ਉਹਨਾਂ ਦਾ ਰਿਸਪੌਂਸ ਬੜਾ ਜ਼ਬਰਦਸਤ ਰਿਹਾ। ਜਿਹੜੇ ਇੱਥੋਂ ਦੇ ਬੋਰਨ ਬੱਚੇ ਆ, ਮਾਫ ਕਰਨਾ ਮੈਨੂੰ ਇਹ ਗੱਲ ਇੱਥੇ ਤਸਲੀਮ ਕਰਨੀ ਪਏਗੀ, ਤੁਸੀਂ ਬਿਲਕੁਲ ਸਹੀ ਪੁਆਇੰਟ ਚੱਕਿਆ, ਜਿਹੜੇ ਇੱਥੋਂ ਦੇ ਜੰਪਲ ਬੱਚੇ ਆ ਨਰਿੰਦਰ ਵੀ, ਉਹਨਾਂ ਦਾ ਇਹ ਮੁਲਕ ਆ। ਸਾਡੇ ਲਈ ਅਸੀਂ ਪ੍ਰਵਾਸੀ ਆ, ਸਾਡੇ ਲਈ ਇਹ ਪ੍ਰਦੇਸ਼ ਆ। ਜਿਹੜਾ ਇੱਥੋਂ ਦਾ ਬੱਚਾ ਆ ਉਹਦੇ ਲਈ ਇਹ ਮੁਲਕ ਪ੍ਰਦੇਸ਼ ਨਹੀਂ ਹੈ, ਉਹਦੇ ਲਈ ਤਾਂ ਉਹਦੀ ਜੰਮਣ ਭੂਆ ਇਹ, ਉਹਨੂੰ ਇਹ ਗੱਲਾਂ ਥੋੜ੍ਹੀਆਂ ਜਿਹੀਆਂ ਆਊਟ ਲੱਗਦੀਆਂ, ਉਹਨੂੰ ਇਹ ਗੱਲਾਂ ਥੋੜ੍ਹੀਆਂ ਅਜੀਬ ਲੱਗਦੀਆਂ ਜਦੋਂ ਉਹ ਪੜ੍ਹਦਾ, ਲੇਕਿਨ ਉਹ ਇਸ ਗੱਲ ਨੂੰ ਚਿਤਾਰਦਾ, ਮਹਿਸੂਸ ਕਰਦਾ ਧੁਰ ਅੰਦਰੋਂ ਕਿ ਸਾਡੇ ਬਜ਼ੁਰਗਾਂ ਨੇ ਜਦੋਂ ਲੈਂਗੁਏਜ ਦੇ ਨਾਂ ਦੇ ਉੱਤੇ ਜਿਹੜਾ ਉਹਨਾਂ ਨੂੰ ਧੱਕਾ ਸਹਿਣਾ ਪਿਆ, ਨਸਲਵਾਦ ਦੇ ਨਾਂ ਦੇ ਉੱਤੇ ਉਹਨਾਂ ਨੂੰ ਜੋ ਕੁਝ ਸਹਿਣਾ ਪਿਆ, ਕਿੱਦਾਂ ਉਹਨਾਂ ਨੂੰ ਪੇਪਰ ਵਰਕ ਜਿਹੜਾ ਉਹ ਪਰਮਿਸ਼ਨਾਂ ਮਿਲੀਆਂ ਕਿ ਉਹ ਆਪਣੇ ਫਾਰਮ ਹਾਊਸ ਦੇ ਮਾਲਕ ਵੀ ਹੋ ਸਕਦੇ ਆ, ਇਹ ਨਹੀਂ ਕਿ ਸਿਰਫ ਲੀਜ਼ ਤੇ ਹੀ ਲੈ ਸਕਦੇ। ਵਾਈਕਾਟੋ ਰੀਜਨ ਦੇ ਵਿੱਚ ਮਿਡਲ ਆਫ ਨੋਵੇਅਰ, ਜਿੱਥੇ ਟਾਮਰਨੋਈ ਦੇ ਵਿੱਚ 14 ਘੰਟੇ ਦਾਲਾਂ ਖਾ ਕੇ ਉਹਨੇ ਵਿਚਾਰਿਆਂ ਨੇ ਸਕਰੱਬਾਂ ਕੱਟੀਆਂ, ਉਹਨਾਂ ਦੇ ਕੋਲ ਟੈਂਟਾਂ ਦੇ ਵਿੱਚ ਗੱਲ ਕਰਨ ਵਾਲਾ ਬੰਦਾ ਨਹੀਂ ਸੀ ਕੋਈ ਹੁੰਦਾ। 8-8 ਕਿਲੋਮੀਟਰ ਤੱਕ ਖੇਤਾਂ ਦੇ ਵਿੱਚ ਉਹਨਾਂ ਦੇ ਨਾਲ ਕੋਈ ਬੰਦਾ ਹੀ ਨਹੀਂ ਸੀ ਹੁੰਦਾ ਜਿਹੜਾ ਉਹਨਾਂ ਦੇ ਨਾਲ ਉਹਨਾਂ ਦੀ ਜ਼ੁਬਾਨ ਦੇ ਵਿੱਚ ਗੱਲ ਕਰ ਸਕੇ। ਤੁਸੀਂ ਸੋਚੋ ਕਿ ਉਹਨਾਂ ਦੀ ਮਾਨਸਿਕਤਾ ਕੀ ਰਹੀ ਹੋਵੇਗੀ ਜਦੋਂ ਉਹਨਾਂ ਦੇ ਕੋਈ ਕੰਮ ਕਰਦਿਆਂ ਦੇ ਸੱਟ ਫੇਟ ਲੱਗ ਜਾਂਦੀ ਸੀ, ਜਦੋਂ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਕੋਈ ਗੁਜ਼ਰ ਜਾਂਦਾ ਸੀ, 2 ਮਹੀਨੇ ਬਾਅਦ ਚਿੱਠੀ ਰਾਹੀਂ ਪਤਾ ਲੱਗਦਾ ਸੀ ਕਿ ਫਲਾਨਾ ਸੋ ਗੁਜ਼ਰ ਗਿਆ। ਤੁਸੀਂ ਇਹ ਦੇਖੋ ਵੀ ਉਹਨਾਂ ਦੀ ਮਾਨਸਿਕਤਾ, ਉਹ ਤਾਂ ਖੁੱਲ ਕੇ ਰੋ ਵੀ ਨਹੀਂ ਸੀ ਸਕਦੇ ਵਿਚਾਰੇ, ਉਹ ਤਾਂ ਖੁੱਲ ਕੇ ਹੱਸ ਵੀ ਨਹੀਂ ਸਕੇ, ਉਹ ਕਿਸੇ ਨੂੰ ਆਪਣੇ ਦਿਲ ਦੀ ਗੱਲ ਦੱਸ ਨਹੀਂ ਸਕੇ। ਜਿਹੜੇ ਸਾਡੇ ਹੁਣ ਅਗਲੀ ਪੀੜ੍ਹੀ ਦੇ ਇੱਥੋਂ ਦੇ ਜੰਪਲ ਬੱਚੇ ਆ, ਉਹ ਉਸ ਪੀੜ ਨੂੰ ਮਹਿਸੂਸ ਕਰਦੇ ਆ, ਉਹਨਾਂ ਬਜ਼ੁਰਗਾਂ ਨੂੰ ਪਿਆਰ ਕਰਨਾ ਸ਼ੁਰੂ ਕਰ ਦੇਣਗੇ। ਉਹਨਾਂ ਦੇ ਦਿਲ ਦੇ ਵਿੱਚ ਇਸ ਗੱਲ ਨੂੰ ਲੈ ਕੇ ਅਪਣੱਤ ਪੈਦਾ ਹੋਊਗੀ ਕਿ ਨਹੀਂ ਯਾਰ, ਸਾਡੇ ਬਜ਼ੁਰਗਾਂ ਨੇ ਬਹੁਤ ਔਖੇ ਸਮੇਂ ਦੇਖ ਕੇ ਸਾਨੂੰ ਇੰਨੇ ਸੌਖੇ ਕਰ ਦਿੱਤਾ। ਜਿੱਦਾਂ ਹੁਣ ਗਗਨ ਕੋਕਰੀ ਹੋਣੀ ਕਹਿੰਦੇ ਨਾ ਵੀ ਬਾਪੂ ਦੇ ਫੋੜ ਕਰਕੇ ਅੱਜ ਮੈਂ ਵੱਡੀਆਂ ਗੱਡੀਆਂ 'ਚ ਘੁੰਮਦਾ, ਤਾਂ ਹੀ ਆਡੀ ਦੇ ਵਿੱਚ ਘੁੰਮਦਾ ਨਾ, ਕਿਉਂਕਿ ਬਾਪੂ ਨੇ ਫੋੜ ਦੇ ਉੱਤੇ ਡੂੰਘੇ ਹਲ ਵਾਏ ਆ, ਜਾਂ ਬਲਦਾਂ ਨਾਲ ਖੇਤੀ ਕੀਤੀ ਬਾਪ ਦਾਦਿਆਂ ਨੇ। ਉਹ ਜਿਹੜੀ ਇੱਕ ਸੈਂਸ ਆਫ ਬਿਲੋਂਗਿੰਗ ਆ, ਉਹ ਪੈਦਾ ਉਦੋਂ ਹੁੰਦੀ ਆ ਜਦੋਂ ਤੁਹਾਡੀ ਅਗਲੀ ਪੀੜ੍ਹੀ ਨੂੰ ਪਤਾ ਲੱਗਦਾ ਕਿ ਅਸਲ ਸਾਡੇ ਬਾਪ ਦਾਦਿਆਂ ਨੂੰ ਹੋਈ ਕਿ 1984 ਦੇ ਉੱਤੇ ਜਾਂ ਜੋ ਕੁਝ ਵੀ ਉਸ ਦੌਰਾਨ ਵਾਪਰਿਆ। ਹੁਣ ਮੇਰੇ ਬੱਚਿਆਂ ਨੂੰ ਤਾਂ ਪਤਾ ਹੀ ਨਹੀਂ ਸੀ। ਉਹਨਾਂ ਨੂੰ ਜਦੋਂ ਉਹ ਵੱਡੇ ਹੋ ਗਏ, ਜਦੋਂ ਮੇਰੀ ਬੇਟੀ 16 ਸਾਲ ਦੀ ਹੋ ਗਈ, ਜਦੋਂ ਮੇਰਾ ਬੇਟਾ ਲਗਭਗ 13 ਸਾਲ ਦਾ ਹੋਇਆ, ਮੈਂ ਉਹਨਾਂ ਨੂੰ ਅਲੱਗ ਬਿਠਾ ਕੇ ਉਹ ਸਾਰੀਆਂ ਚੀਜ਼ਾਂ ਦੱਸੀਆਂ ਵੀ ਅਸਲ ਦੇ ਵਿੱਚ ਆਹ ਕੁਛ ਹੋਇਆ, ਐਂਡ ਦੇ ਵਰ ਸ਼ੌਕਡ ਕਿ ਏਦਾਂ ਕਿੱਦਾਂ ਹੋ ਸਕਦਾ। ਕੋਈ ਮੁਲਕ ਦੀ ਸਰਕਾਰ ਆਪਣੇ ਹੀ ਨਾਗਰਿਕ ਦੇ ਨਾਲ ਇਸ ਤਰ੍ਹਾਂ ਦਾ ਰਵੱਈਆ ਕਿਵੇਂ ਅਪਣਾ ਸਕਦੀ ਆ, ਸਿਰਫ ਇਸ ਕਰਕੇ ਕਿ ਉਹ ਘੱਟ ਗਿਣਤੀ ਆ, ਸਿਰਫ ਇਸ ਕਰਕੇ ਕਿ ਉਹਦਾ ਧਰਮ ਵੱਖਰਾ ਹੈ। ਉਹਨਾਂ ਨੂੰ ਇਹਨਾਂ ਗੱਲਾਂ ਦੀ ਸਮਝ ਆਉਣੀ ਬਹੁਤ ਲਾਜ਼ਮੀ ਆ ਤਾਂ ਕਿ ਉਹ
ਅੱਜ ਸਾਰਾ ਵਿਸ਼ਵ ਇੱਕ ਪਿੰਡ ਬਣ ਚੁੱਕਾ। ਅੱਜ ਪੰਜਾਬੀ ਜਿਹੜੇ ਆ ਉਹ ਜੀ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਨਾਲ ਪ੍ਰਦੇਸੀ ਪੰਜਾਬ ਦੇ ਵਿੱਚ ਵੀ ਛਾ ਗਏ। ਇਹ ਠੀਕ ਆ ਕਿ ਜੀ ਇੱਥੇ ਸਾਧਾਂ ਦੇ ਨਾਲ ਚੋਰਾਂ ਦੀ ਗਿਣਤੀ ਵੀ ਬਹੁਤ ਆ, ਪ੍ਰਾਪਤੀਆਂ ਦੇ ਨਾਲ ਊਣਤਾਈਆਂ ਵਾਲੇ ਵੀ ਬਹੁਤ ਆ, ਲੇਕਿਨ ਸਵਾਲ ਇਹ ਪੈਦਾ ਹੁੰਦਾ ਹੈ ਕਿ ਉਹਦੇ ਵਿੱਚੋਂ ਅਸੀਂ ਆਪਣੇ ਹਿੱਸੇ ਦੀ ਚੰਗਿਆਈ ਕਿੱਦਾਂ ਕੱਢਣੀ ਆ, ਅਸੀਂ ਆਪਣੇ ਹਿੱਸੇ ਦੀਆਂ ਪ੍ਰਾਪਤੀਆਂ ਨੂੰ ਅਗਲੇ ਜਿਹੜੀ ਪੀੜ੍ਹੀ ਆ ਉਹਨਾਂ ਦੇ ਗਵਾਹ ਕਿਵੇਂ ਬਣਾਉਣਾ, ਅਸੀਂ ਉਹਨਾਂ ਦੇ ਅੰਦਰ ਉਹ ਜੋਸ਼ ਕਿਵੇਂ ਭਰਨਾ, ਉਹ ਮਾਦਾ ਕਿਵੇਂ ਭਰਨਾ ਕਿ ਉਹ ਆਪਣੇ ਸੱਭਿਆਚਾਰ ਨੂੰ, ਆਪਣੇ ਧਰਮ ਨੂੰ, ਆਪਣੀ ਭਾਸ਼ਾ ਨੂੰ ਤਾਂ ਨਾਲ ਲੈ ਕੇ ਤੁਰਨ, ਲੇਕਿਨ ਨਾਲ ਇੱਥੋਂ ਦੇ ਮੁਲਕਾਂ ਦੇ ਹਾਣੀ ਬਣ ਕੇ ਉਸ ਸਮੇਂ ਦੇ ਨਾਲ ਉਹਨਾਂ ਨੇ ਕਿੱਦਾਂ ਰਲਣਾ। ਉਹ ਤਾਂ ਹੀ ਹੋ ਸਕਣਾ ਜੇਕਰ ਉਹਨਾਂ ਨੂੰ ਪਿਛਲਾ ਕੁਛ ਨਾ ਕੁਛ ਦੱਸਿਆ ਜਾਣਾ ਚਾਹੀਦਾ। ਜਿਵੇਂ ਮੈਂ ਜ਼ਿਕਰ ਕੀਤਾ ਵੀ ਮੇਰੇ ਜਿਹੜੇ ਨਾਨਾ ਜੀ ਸੀਗੇ ਉਹ ਫਰੀडम ਫਾਈਟਰ ਸੀਗੇ, ਲੇਕਿਨ ਮੇਰੇ ਜਿਹੜੇ ਦਾਦਾ ਜੀ ਸੀ ਉਹ ਉਹਨਾਂ ਤੋਂ ਉਲਟ ਬ੍ਰਿਟਿਸ਼ ਆਰਮੀ ਦੇ ਵਿੱਚ ਟੈਂਕ ਮਕੈਨਿਕ ਸੀਗੇ, ਮਿਆਂਮਾਰ ਦੇ ਵਿੱਚ, ਰੰਗੂਨ ਦੇ ਵਿੱਚ, ਜਿਹਨੂੰ ਬਰਮਾ ਕਿਹਾ ਜਾਂਦਾ ਸੀ। ਲੇਕਿਨ ਉਹਨਾਂ ਦੋਨਾਂ ਦੀ ਦੋਸਤੀ ਜੀ ਇੰਨੇ ਵਿਚਾਰਧਾਰਕ ਵਖਰਾਵੇਂ ਦੇ ਬਾਵਜੂਦ, ਉਹਨਾਂ ਦੀ ਕੁੜਮਾਚਾਰੀ, ਉਹਨਾਂ ਦੀ ਰਿਸ਼ਤੇਦਾਰੀ ਭਰਾਵਾਂ ਤੋਂ ਵੀ ਵੱਧ ਨਿਭੀ। ਸੋ ਖੂਬਸੂਰਤੀ ਇਸ ਗੱਲ ਆ ਕਿ ਪੰਜਾਬੀ ਮੂਲ ਦਾ ਜਿਹੜਾ ਬੰਦਾ, ਚਾਹੇ ਦੁਨੀਆ 'ਚ ਕਿਤੇ ਵੀ ਰਹਿੰਦਾ, ਉਹ ਆਪਣੇ ਅੰਦਰਲੀ ਪੰਜਾਬੀਅਤ ਨੂੰ ਮਨਫੀ ਨਾ ਹੋਣ ਦੇਵੇ, ਉਹ ਕਿਸੇ ਵੀ ਬਹਾਨੇ ਉਸ ਨੂੰ ਜਿਉਂਦਾ ਰੱਖੇ। ਉਹਦੇ ਅੰਦਰ ਉਹ ਕਣ ਪੈਦਾ ਹੋਣਾ ਚਾਹੀਦਾ। ਜਿਵੇਂ ਹੁਣ ਮਿਸਲਾਂ ਸੀ ਜੀ, ਮਿਸਲਾਂ ਦੇ ਸਮੇਂ ਜਦੋਂ ਸਰਬੱਤ ਖਾਲਸਾ ਸੱਦਿਆ ਜਾਂਦਾ ਸੀ, ਉੱਥੇ ਸਾਰੀਆਂ ਮਿਸਲਾਂ ਸਾਲ ਬਾਅਦ ਇਕੱਠੀਆਂ ਹੁੰਦੀਆਂ। ਉਹਨਾਂ ਦੇ ਜੀ ਵਖਰੇਵੇਂ ਵੱਖਰੇ ਸੀਗੇ ਆਪਣੀ ਥਾਂ ਦੇ ਉੱਤੇ, ਆਪਣੇ ਆਪਣੇ ਇਲਾਕੇ ਸੀ ਉਹਨਾਂ ਦੇ, ਆਪਣੇ ਆਪਣਾ ਸੋਚਣ ਦਾ ਤਰੀਕਾ ਸੀ ਜਰਨੈਲਾਂ ਦਾ, ਲੇਕਿਨ ਇੱਕ ਖਾਲਸਾਈ ਝੰਡੇ ਥੱਲੇ ਮੱਥਕ ਵਿਚਾਰਧਾਰਾ ਦੇ ਸਾਂਝੇ ਮੁੱਦੇ ਦੇ ਉੱਤੇ ਉਹਨਾਂ ਦਾ ਇਕੱਠੇ ਹੋਣਾ ਹੀ ਸਰਬੱਤ ਖਾਲਸਾ ਦੀ ਨਿਸ਼ਾਨੀ ਸੀ। ਸੋ ਇਸ ਤਰ੍ਹਾਂ ਦਾ ਜਿਹੜਾ ਇੱਕ ਸਾਂਝਾ ਰਿਸ਼ਤਾ ਆ, ਉਹ ਸਾਡੇ ਇਹਨਾਂ ਤਿੰਨਾਂ ਪੰਜਾਬਾਂ ਦਾ ਅਗਲੀ ਪੀੜ੍ਹੀ ਦੇ ਨਾਲ ਹੋਣਾ ਬਹੁਤ ਲਾਜ਼ਮੀ ਆ। ਜੇ 17 ਸਾਲ ਦਾ ਬੱਚਾ ਲਾਹੌਰ ਰਿੰਗ ਰੋਡ ਤੋਂ ਇੱਕ ਸਰਦਾਰ ਨੂੰ ਮੋਟਰਵੇ ਫੜਨ ਤੋਂ ਪਹਿਲਾਂ ਇਹ ਕਹਿੰਦਾ ਵੀ ਸਰਦਾਰ ਜੀ ਤੁਹਾਡੇ ਤੋਂ ਟੋਲ ਨਹੀਂ ਲੈਣੀ, ਤੁਸੀਂ ਸਾਡੇ ਮਹਿਮਾਨ ਆ। ਹੁਣ 1947 ਦੇ ਵਿੱਚ ਤਾਂ ਉਹ ਪੈਦਾ ਵੀ ਨਹੀਂ ਸੀ ਹੋਇਆ, ਲੇਕਿਨ ਉਹਦੇ ਦਾਦਾ ਜੀ ਮਰਨ ਤੋਂ ਪਹਿਲਾਂ, ਫੌਤ ਹੋਣ ਤੋਂ ਪਹਿਲਾਂ ਉਹਨੂੰ ਦੱਸ ਕੇ ਗਏ ਕਿ ਕੱਲ ਨੂੰ ਜਦੋਂ ਤੇਰੀ ਸਰਦਾਰਾਂ ਦੇ ਨਾਲ ਮੇਲ ਮਿਲਾਪ ਹੋਣੇ ਆ ਤੇ ਤੂੰ ਉਹਨਾਂ ਨੂੰ ਇਸ ਨਜ਼ਰ ਨਾਲ ਦੇਖਣਾ। ਇਹ ਆ ਫਰਕ। ਉਹ ਜੀ। ਦੱਸਿਆ ਜਾਊਗਾ ਤਾਂ ਹੀ ਉਹਨਾਂ ਨੂੰ ਪਤਾ ਲੱਗਣਾ, ਤਾਂ ਨਹੀਂ। ਕਿਆ ਬਾਤ ਹੈ ਜੀ। ਇੱਧਰ ਸਾਡੇ ਨਾਲ ਸਿੰਘ ਕਮਲ ਰਾਜ ਜੀ ਜੁੜੇ ਨੇ, ਉਹਨਾਂ ਨੇ ਕਿਹਾ ਬਹੁਤ ਵਧੀਆ ਭਾਜੀ, ਪ੍ਰਾਊਡ ਔਨ ਯੂ ਭਾਜੀ। ਸੋ ਨਾਲ ਸਾਰੇ ਸਰੋਤੇ ਕਮੈਂਟ ਦੇ ਰਹੇ ਨੇ। ਸਮਾਂ ਭਾਜੀ 8:40 ਹੋ ਗਏ ਨੇ। ਕੁੱਜੇ 'ਚ ਸਮੁੰਦਰ ਬੰਦ ਕਰਨ ਵਾਲੀ ਗੱਲ ਹੈ। ਜੇ ਪਰਮਿੰਦਰ ਪਾਪਾ ਟੋਇਟੋ ਨੂੰ ਸੁਣਨ ਲੱਗ ਜਾਈਏ ਤਾਂ ਪੂਰਾ ਦਿਨ ਵੀ ਥੋੜਾ ਪੈ ਸਕਦਾ, ਪੂਰਾ ਜੀਵਨ ਵੀ ਥੋੜਾ ਪੈ ਸਕਦਾ। ਤੁਸੀਂ ਆਪਣੇ ਅੰਦਰ ਇੰਨਾ ਗਿਆਨ ਲੈ ਕੇ ਬੈਠੇ ਹੋ। ਮੈਂ ਜਦੋਂ ਵੀ ਤੁਹਾਡੀ ਸੰਗਤ ਕਰਦਾ ਮੈਨੂੰ ਬੜਾ ਚੰਗਾ ਲੱਗਦਾ। ਪਰ ਮੈਂ ਜਾਣਨਾ ਚਾਹੁੰਦਾ ਕੋਈ ਅਜਿਹੀ ਚੀਜ਼ ਜਿਹੜੀ ਮੇਰੇ ਤੋਂ ਰਹਿ ਗਈ ਹੋਵੇ ਤੇ ਤੁਸੀਂ ਸਰੋਤਿਆਂ ਤੱਕ ਪਹੁੰਚਾਉਣੀ ਚਾਹੁੰਦੇ ਹੋਵੋ, ਕਿਉਂਕਿ ਅਖੀਰਲੇ ਪਲ ਨੇ ਪ੍ਰੋਗਰਾਮ ਦੇ। ਸੋ ਤੁਸੀਂ, ਕਿਉਂਕਿ ਮੈਂ ਜੇ ਕਹੂੰਗਾ ਭਾਜੀ ਸੰਦੇਸ਼, ਤੁਸੀਂ ਕਹੋਗੇ ਮੈਂ ਸੰਦੇਸ਼ ਦੇਣ ਦੇ ਉਹ ਨਹੀਂ ਹੈਗਾ। ਸੋ ਮੈਂ ਉਸ ਕ੍ਰਿਟਿਕਸ ਨੂੰ ਇੱਕ ਪਾਸੇ ਰੱਖਦਾ ਹੋਇਆ ਕੋਈ ਅਜਿਹੀ ਚੀਜ਼ ਜਿਹੜੀ ਮੇਰੇ ਤੋਂ ਰਹਿ ਗਈ ਹੋਵੇ, ਤੁਸੀਂ ਗੱਲ ਕਰਨਾ ਚਾਹੁੰਦੇ ਹੋਵੋ, ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰੋ ਜੀ। ਮੈਂ ਇੱਕ ਗੱਲ ਜ਼ਰੂਰ ਬੇਨਤੀ ਕਰਨਾ ਚਾਹੂੰਗਾ ਆਪਣੇ ਸਾਰੇ ਭੈਣਾਂ ਭਰਾਵਾਂ ਨੂੰ, ਚਾਹੇ ਛੋਟੇ ਆ ਚਾਹੇ ਵੱਡੇ ਆ। ਦੇਖੋ, ਜਿਹੜੀਆਂ ਬੁਨਿਆਦੀ ਤੁਹਾਡੇ ਅਸੂਲ ਸੀ ਨਾ ਜ਼ਿੰਦਗੀ ਦੇ, ਚਾਹੇ ਉੱਥੇ ਆਪਾਂ ਪਿੰਡਾਂ ਦੇ ਵਿੱਚ ਕੋਠੇ ਤੇ ਮੱਛਰਦਾਨੀਆਂ ਲਾ ਕੇ ਸੌਂਦੇ ਰਹੇ, ਚਾਹੇ ਆਪਾਂ ਬਾਲਟੀ ਦੇ ਵਿੱਚ ਭਿਉਂ ਕੇ ਅੰਬ ਚੂਪਦੇ ਰਹੇ, ਚਾਹੇ ਆਪਾਂ ਜਾਮਣਾਂ ਦੇ ਰੁੱਖ ਉੱਤੇ ਚੜ੍ਹ ਕੇ ਜਾਮਣਾਂ ਝਾੜ ਕੇ ਖਾਂਦੇ ਰਹੇ, ਜਿਹੜੀ ਸ਼ੇਅਰਿੰਗ ਤੇ ਕੇਅਰਿੰਗ ਦੀ ਭਾਵਨਾ ਸੀ ਨਾ, ਕਿ ਵੰਡ ਛਕੋ ਵਾਲਾ ਸਿਧਾਂਤ ਸੀ, ਸਾਡੇ ਸਮਾਜ ਦੇ ਵਿੱਚ ਬਹੁਤ ਲੰਮਾ ਸਮਾਂ ਸਾਡੀ ਜ਼ਿੰਦਗੀ ਬੜੀ ਸਾਦੀ ਰਹੀ। ਗਰੀਬੀ ਦਾਅਵੇ ਵਾਲਾ ਰੱਬ ਜਿਹੜਾ ਉਹ ਸਾਡੀਆਂ ਜੇਬਾਂ ਦੇ ਵਿੱਚ ਫਿਰਦਾ ਰਿਹਾ। ਦਿਖ ਰਿਹਾ ਕਿ ਅਸੀਂ ਕਦੇ ਵੀ ਆਪਣੀ ਅਮੀਰੀ ਨੂੰ ਲੈ ਕੇ, ਕਦੇ ਵੀ ਆਪਣੀ ਜਵਾਨੀ ਦੇ ਜ਼ੋਰ ਨੂੰ ਲੈ ਕੇ, ਕਦੇ ਵੀ ਆਪਣੇ ਖੇਤੀਪੱਤੀ ਵਾਲੇ ਸਾਧਨਾਂ ਨੂੰ ਲੈ ਕੇ ਹੰਕਾਰ ਨਹੀਂ ਸੀ ਕਰਦੇ ਹੁੰਦੇ। ਅਸੀਂ ਵੰਡਦੇ ਹੁੰਦੇ ਸੀ। ਅਸੀਂ ਆਵਤ ਦੇ ਉੱਤੇ ਜਾ ਕੇ ਪਿੰਡ ਦੇ ਵਿੱਚ ਜੇ ਕੋਈ ਪਹਿਲਾਂ ਕਣਕ ਦੀ ਗਹਾਈ ਕਰ ਰਿਹਾ ਆਧੀ ਰਾਤ ਨੂੰ, ਅਸੀਂ ਉੱਥੇ ਸਾਰੇ ਪਿੰਡ ਨੇ ਇਕੱਠੇ ਹੋ ਕੇ ਗਹਾਈ ਕਰਾਉਣੀ। ਜੇ ਕੋਈ ਤੂੜੀ ਦਾ ਕੁੱਪ ਮੰਨ ਰਿਹਾ ਤਾਂ ਪਹਿਲਾਂ ਉਹਦੇ ਨਾਲ ਜਾ ਕੇ ਮਦਦ ਕਰਾ ਦੇਣੀ। ਜੇ ਕਿਸੇ ਧੀ ਭੈਣ ਦਾ ਵਿਆਹ ਆ ਗਿਆ, ਸਾਰੇ ਪਿੰਡ ਨੇ ਡੋਲੂ 'ਚ, ਬਾਲਟੀ 'ਚ ਆਪਣੀ ਸਮਰੱਥਾ ਦੇ ਮੁਤਾਬਕ ਉੱਥੇ ਚਾਹੇ ਦੁੱਧ ਪਾ ਕੇ ਆਉਣਾ, ਚਾਹੇ ਕੋਈ ਹੋਰ ਮੰਜੇ ਬਿਸਤਰਿਆਂ ਦੀ ਜਾਂ ਕੋਈ ਵੀ ਜਿਹੜਾ ਕੰਟਰੀਬਿਊਸ਼ਨ ਜੋ ਕਰ ਸਕਦਾ, ਉਹ ਇਸ ਤਰੀਕੇ ਨਾਲ ਕਰਦਾ ਹੁੰਦਾ ਸੀ। ਉਦੋਂ ਜੇ ਜਾਤ ਪਾਤ, ਉਦੋਂ ਜੇ ਇਲਾਕਾਵਾਦ, ਉਦੋਂ ਜੇ ਧਰਮ ਸਾਡੇ ਵਿਚਾਲੇ ਕਦੇ ਡਿੱਕਾ ਨਹੀਂ ਬਣਿਆ, ਤਾਂ ਡਿੱਕਾ ਆਪਾਂ ਹੁਣ ਵੀ ਨਾ ਬਣ ਦਈਏ। ਮੇਰਾ ਇਹ ਜ਼ਰੂਰ ਬੇਨਤੀ ਰਹੂਗੀ ਵੀ ਕਦੇ ਵੀ ਕਿਸੇ ਦੂਜੀ ਭਾਸ਼ਾ ਨੂੰ ਨੀਵੀਂ ਨਜ਼ਰ ਨਾ ਦੇਖੋ, ਕਦੇ ਵੀ ਦੂਸਰੇ ਇਲਾਕੇ ਨੂੰ, ਦੂਸਰੇ ਕਿਸੇ ਸਰੀਰਕ ਬਣਤਰ ਦੇ ਨਾਲ ਸੰਬੰਧਿਤ ਕਿਸੇ ਵੀ, ਇਹ ਮੋਟਾ ਹੈ ਜੀ, ਇਹ ਕਾਲਾ ਜੀ, ਇਹ ਬੌਨਾ ਜੀ, ਇਹ ਲੰਬਾ ਜੀ, ਇਹ ਮਝੈਲ ਜੀ, ਇਹ ਮਲਵਈ ਜੀ, ਮੈਨੂੰ ਇਹ ਚੀਜ਼ਾਂ ਜਿਹੜੀਆਂ ਪਰਸਨਲੀ, ਚਲੋ ਆਪਾਂ ਮਜ਼ਾਕ ਦਿਲ ਲੱਗੀ ਗੱਲ ਵੱਖਰੀ ਆ, ਸ਼ੁਗਲ ਦੇ ਵਿੱਚ ਆਪਾਂ ਬਹੁਤ ਕੁਛ ਕਹਿ ਦਈਦਾ, ਲੇਕਿਨ ਗੰਭੀਰਤਾ ਦੇ ਨਾਲ ਦਿਲੋਂ ਕਦੇ ਵੀ ਕਿਸੇ ਨੂੰ ਇਸ ਦ੍ਰਿਸ਼ਟੀਕੋਣ ਤੋਂ ਦੇਖੀਏ ਨਾ, ਕਿਉਂਕਿ ਜਿਹੜੀ ਪ੍ਰਮਾਤਮਾ ਨੇ ਸਾਨੂੰ ਸਵੱਲੀ ਨਜ਼ਰ ਬਖਸ਼ੀ ਆ, ਇੱਕੋ ਜਿਹੀ ਧਰਤੀ ਬਖਸ਼ੀ, ਇੱਕੋ ਜਿਹਾ ਆਕਾਸ਼ ਬਖਸ਼ਿਆ,
ਇੱਕੋ ਜਿਹਾ ਹਵਾ, ਪਾਣੀ, ਜਲਵਾਯੂ ਸਾਰੇ ਸਾਧਨ ਵਰਸੇ। ਉਹ ਜੇ ਉਹਨੇ ਫਰਕ ਨਹੀਂ ਕੀਤਾ, ਆਪਾਂ ਕੌਣ ਹੁੰਦੇ ਯਾਰ ਫਰਕ ਕਰਨ ਵਾਲੇ। ਸੋ ਇਹ ਬੇਨਤੀ ਇੰਨੀ ਕੁ ਮੈਂ ਜ਼ਰੂਰ ਕਰਨੀ ਚਾਹੁੰਦਾ। ਕਿਆ ਬਾਤ ਆ ਭਾਜੀ, ਤੁਸੀਂ ਫੇਰ ਕੁਝ ਸਮੁੰਦਰ ਬੰਦ ਕਰ ਗਏ। ਗੱਲ ਬੜੀ ਡੂੰਘੀ ਕਹਿ ਗਏ, ਸੋਚਣ ਵਿਚਾਰਨ ਵਾਲੀ ਗੱਲ ਹੈ। ਸੋ ਮੈਨੂੰ ਲੱਗਦਾ ਸਮਝਦਾਰ ਲਈ ਇਸ਼ਾਰਾ ਕਾਫੀ ਹੁੰਦਾ। ਸੋ ਇਸ਼ਾਰੇ ਦੀ ਜਗ੍ਹਾ ਤੇ ਪੂਰਾ ਡਾਂਕੇ ਦੀ ਚੋਟ ਨਾਲ ਗੱਲ ਕਹਿ ਕੇ ਗਏ ਨੇ। ਉਮੀਦ ਕਰਦੇ ਹਾਂ ਕਿ ਭਾਜੀ ਦੀ ਗੱਲ ਦੇ ਉੱਤੇ ਜਿਹੜਾ ਫੁੱਲ ਚੜਾਏ ਜਾਣਗੇ। ਭਾਜੀ ਤੁਸੀਂ ਸਮਾਂ ਦਿੱਤਾ, ਪਹਿਲੀ ਗੱਲ ਤਾਂ ਮੈਨੂੰ ਬੜਾ ਮਾਣ ਹੈ ਕਿ ਤੁਸੀਂ ਮੈਨੂੰ 1 ਘੰਟਾ 44 ਮਿੰਟ ਜਿਹੜੇ ਦਿੱਤੇ ਨੇ, ਬੜੀ ਵੱਡੀ ਗੱਲ ਹੈ। ਆਮ ਰੀਅਲੀ ਪ੍ਰਾਊਡ ਆਫ ਯੂ ਕਿ ਤੁਹਾਡੇ ਨਾਲ ਮੈਨੂੰ ਪ੍ਰੋਗਰਾਮ ਕਰਨਾ। ਜਾਣ ਤੋਂ ਪਹਿਲਾਂ ਮੈਂ ਇਹੀ ਕਹੂੰਗਾ, ਜੇ ਮੇਰੇ ਤੋਂ ਕੋਈ ਗਲਤੀ ਹੋਈ ਹੋਵੇ ਜਾਂ ਪ੍ਰੋਗਰਾਮ ਦੇ ਦੌਰਾਨ ਕੋਈ ਅਜਿਹੇ ਸ਼ਬਦ ਵਰਤੇ ਗਏ ਹੋਣ ਤਾਂ ਉਹਨਾਂ ਦੇ ਲਈ ਮੈਂ ਖਿਮਾ ਦਾ ਜਾਚਕ ਹਾਂ। ਨਹੀਂ ਐਸੀ ਗੱਲ ਸਮਾਂ ਨਹੀਂ, ਦੇਣ ਲਈ ਤੁਸੀਂ ਬਹੁਤ ਹਾਂਜੀ ਨਹੀਂ ਫਰਾਜ਼ ਅਹਿਮਦ ਫਰਾਜ਼ ਸਾਹਿਬ ਦਾ ਨਾ ਇੱਕ ਬਹੁਤ ਸੋਹਣਾ ਸ਼ੇਰ ਹੈ, ਕਹਿੰਦਾ ਵੀ ਜਦੋਂ ਉਸ ਬੋਲਦਾ ਹੈ ਤੇ ਸੁਣਿਆ ਫੁੱਲ ਝੜਦੇ ਨੇ, ਜਦੋਂ ਉਹ ਬੋਲਦਾ ਹੈ ਤਾਂ ਸੁਣਿਆ ਕਿ ਫੁੱਲ ਝੜਦੇ ਨੇ। ਜੀ ਇਹ ਗੱਲ ਹੈ ਤਾਂ ਚਲੋ ਗੱਲ ਕਰਕੇ ਦੇਖਦੇ ਹਾਂ। ਸੋ ਅਸਲ ਦੇ ਵਿੱਚ ਗੱਲਾਂ ਕਰਦੇ ਪਤਾ ਨਹੀਂ ਲੱਗਾ ਸਮਾਂ ਕਿੰਨੀ ਤੇਜ਼ੀ ਨਾਲ ਗੁਜ਼ਰ ਗਿਆ। ਇਹ ਠੀਕ ਆ ਕਿ ਆਉਣ ਵਾਲਾ ਹਫਤਾ ਜਿਹੜਾ ਬੜਾ ਰੁਝੇਵਿਆਂ ਵਾਲਾ ਹੋਣਾ, ਤੁਹਾਡੇ ਲਈ ਵੀ ਮੇਰੇ ਲਈ ਵੀ। ਸਾਡੀ ਦੋਨਾਂ ਦੇ ਜਿਹੜੇ ਪ੍ਰਮਾਤਮਾ ਨੇ ਸਾਨੂੰ ਕਾਰਜ ਬਖਸ਼ੇ ਨੇ, ਉਹਨਾਂ ਦੇ ਵਿੱਚ ਵੱਡੀ ਜ਼ਿੰਮੇਵਾਰੀ ਹੈ ਸਾਡੇ ਦੋਨਾਂ ਦੇ ਪੱਲਿਆਂ ਦੇ ਵਿੱਚ। ਲੇਕਿਨ ਮੈਂ ਇਹ ਵੀ ਗੱਲ ਬਹੁਤ ਤਨਦੇਹੀ ਨਾਲ ਕਹਿ ਸਕਦਾ ਕਿ ਸਮਰੱਥਾ ਬਖਸ਼ਣ ਵਾਲਾ ਵੀ ਉਹੀ ਆ। ਸੋ ਉਹਨੇ ਸਮਰੱਥਾ ਦਿੱਤੀ। ਜਿੰਨੀਆਂ ਕੁ ਗੱਲਾਂ ਮੈਂ ਆਪਣੀ ਔਕਾਤ, ਆਪਣੀ ਸਮਰੱਥਾ ਦੇ ਮੁਤਾਬਕ ਕਰ ਸਕਿਆ, ਮੈਂ ਉਮੀਦ ਕਰਦਾ ਕਿ ਇਹਦੇ ਵਿੱਚੋਂ ਕੁਝ ਨਾ ਕੁਝ ਨਵਾਂ ਸਿੱਖਿਆ ਹੋਵੇਗਾ। ਜਿਹੜੀ ਗੱਲ ਕੋਈ ਚੰਗੀ ਨਾ ਲੱਗੀ ਹੋਵੇ ਉਹਨੂੰ ਤੁਸੀਂ ਇੱਥੇ ਛੱਡ ਦਿਓ। ਜਿਹੜੀ ਕੋਈ ਗੱਲ ਚੰਗੀ ਲੱਗ ਗਈ ਉਹ ਕਿਰਪਾ ਕਰਕੇ ਪੱਲੇ ਜ਼ਰੂਰ ਬੰਨ੍ਹ ਕੇ ਰੱਖਿਓ ਤੇ ਪੱਲੇ ਵਿੱਚੋਂ ਕਿਰਨ ਨਾ ਦਿਓ। ਮਿਹਰਬਾਨੀ ਜੀ, ਸ਼ੁਕਰੀਆ ਭਾਜੀ। ਪਾਕਿਸਤਾਨ ਫੇਰੀ ਦੀਆਂ ਗੱਲਾਂ ਮੇਰੇ ਦਿਲ ਦੇ ਵਿੱਚ ਹੀ ਰਹਿ ਗਈਆਂ, ਉਹ ਕਦੇ ਫੇਰ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸੋ ਕੀਵੀਨਾਮਾ ਦੇ ਲੇਖਕ ਪਰਮਿੰਦਰ ਸਿੰਘ ਪਾਪਾ ਟੋਇਟੋ ਨੂੰ ਮੈਂ ਰੇਡੀਓ ਸਪਾਈਸ ਦੀ ਮੈਨੇਜਮੈਂਟ ਤੇ ਟੀਮ ਦੇ ਬਿਹਾਫ ਤੇ ਬਹੁਤ ਬਹੁਤ ਮੁਬਾਰਕਾਂ ਦਿੰਦਾ ਜੀ। ਬਹੁਤ ਧੰਨਵਾਦ ਜੀ। ਪ੍ਰਮਾਤਮਾ ਚੜ੍ਹਦੀ ਕਲਾ ਰੱਖੇ, ਰਾਜ਼ੀ ਰਹੋ। ਸ਼ੁਕਰੀਆ ਪਰਮਿੰਦਰ ਭਾਜੀ। ਸੋ ਲਓ ਜੀ, ਇਹ ਸਨ ਕੀਵੀਨਾਮਾ ਦੇ ਲੇਖਕ ਸਰਦਾਰ ਪਰਮਿੰਦਰ ਸਿੰਘ ਪਾਪਾ ਟੋਟੇ, ਜਿਨ੍ਹਾਂ ਦੇ ਨਾਲ ਅਸੀਂ ਤੁਹਾਡੇ ਤੱਕ ਛੋਟੀ ਜੀ ਪੇਸ਼ਕਸ਼ ਲੈ ਕੇ ਹਾਜ਼ਰ ਹੋਏ ਸੀ। ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਪੇਸ਼ਕਸ਼ ਬਹੁਤ ਵਧੀਆ ਲੱਗੀ ਹੋਵੇਗੀ। ਪ੍ਰੋਗਰਾਮ ਦੇ ਵਿੱਚ ਜੇ ਕੋਈ ਗਲਤੀ ਹੋਈ ਹੋਵੇ ਉਹਦੇ ਲਈ ਦੋਨੋਂ ਹੱਥ ਜੋੜ ਕੇ ਮਾਫੀ ਚਾਹਾਂਗੇ। ਬ੍ਰੌਡਕਾਸਟਿੰਗ ਅਥਾਰਟੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਸ਼ਬਦਾਂ ਦੇ ਸੁਮੇਲ ਜਾਂ ਜੇ ਕੋਈ ਸ਼ਬਦ ਸਭ ਤੋਂ ਉੱਪਰ ਨੀਚੇ ਹੋ ਗਿਆ ਹੋਵੇ ਉਹਦੇ ਲਈ ਅਦਾਰਾ ਰੇਡੀਓ ਸਪਾਈਸ ਮਾਫੀ ਦਾ ਜਾਚਕ ਹੈ ਜੀ। ਦਿਓ ਇਜਾਜ਼ਤ, ਮਿਲਦੇ ਹਾਂ ਫਿਰ ਅਗਲੇ ਐਤਵਾਰ। ਵਾਅਦਾ ਨਹੀਂ ਕਰਦਾ ਕਿਉਂਕਿ ਅਗਲੇ ਐਤਵਾਰ ਮੈਂ ਆਕਲੈਂਡ ਹੋਣਾ। ਸੋ ਜੇ ਹਾਜ਼ਰੀ ਨਾ ਲੱਗੀ ਤਾਂ ਖਿਮਾ ਦਾ ਜਾਚਕ ਹੋਊਂਗਾ। ਸੋ ਜੁੜੇ ਰਹੋ ਜੀ ਰੇਡੀਓ ਸਪਾਈਸ ਦੇ ਨਾਲ, ਸੁਣਦੇ ਰਹੋ। ਕਿੱਦਾਂ ਦੀ ਲੱਗੀ ਪੇਸ਼ਕਸ਼, ਆਪਣਾ ਫੀਡਬੈਕ ਜ਼ਰੂਰ ਦੇਣਾ। ਰੱਬ ਰਾਖਾ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪਿਆਰੇ ਸਰੋਤਿਓ, ਤੇ ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ 88 FM। ਸਭ ਤੋਂ ਪਹਿਲਾਂ ਮੇਰੇ ਸਤਿ ਸ਼੍ਰੀ ਅਕਾਲ ਹੈ। ਹੁਣ ਦੱਸੋ ਸਾਰੇ ਤੁਹਾਡਾ ਕੀ ਹਾਲ ਚਾਲ ਹੈ। ਨੌਜਵਾਨੋ ਮੇਰੀ ਆਵਾਜ਼ ਨੂੰ ਪਛਾਣੋ, ਬੱਚਿਆਂ ਨੂੰ ਪਿਆਰ, ਵੱਡਿਆਂ ਦਾ ਸਤਿਕਾਰ ਹੈ। ਮੈਂ ਕਾਮਯਾਬ ਬੰਦਿਆਂ ਨਾਲ ਕਰਾਂ ਮੁਲਾਕਾਤਾਂ, ਸਿਖਾਵਾਂ ਕਿਵੇਂ ਖਾਣ ਲਈ ਬਣਾਉਣੀਆਂ ਸੌਗਾਤਾਂ। ਨਵੇਂ ਨਵੇਂ ਮੁੱਦਿਆਂ ਤੇ ਰੱਖਾਂ ਮੈਂ ਡਿਬੇਟ, ਫਰਮਾਇਸ਼ ਕਰਾਂ ਪੂਰੀ ਕਦੇ ਖਰੀਦਾ ਨਾ ਲੈ। ਮੈਂ ਪੂਰਾ ਕਿਸੇ ਦਾ ਨਾ ਪੱਖ ਖੜਾ, ਨਾਲ ਸਦਾ ਸੱਚ ਤੇ ਝੂਠਿਆਂ ਦੇ ਭੇਤ ਖੋਲਦਾ। ਓ ਮੈਂ ਰੇਡੀਓ ਸਪਾਈਸ ਬੋਲਦਾ, ਓ ਮੈਂ ਰੇਡੀਓ ਸਪਾਈਸ ਬੋਲਦਾ, ਓ ਮੈਂ ਰੇਡੀਓ ਸਪਾਈਸ ਬੋਲਦਾ, ਓ ਮੈਂ ਰੇਡੀਓ ਸਪਾਈਸ ਬੋਲਦਾ।